साडा अगला जिहड़ा टॉपिक है वो बहुत छोटा जिहा ही है। इसका नाम है किला रायपुर। किला रायपुर ਦੀਆਂ ਖੇਡਾਂ जिन्हां ਨੂੰ ਸਾਡੇ ਪੰਜਾਬ ਦੇ ਵਿੱਚ ਮਿੰਨੀ ਓਲੰਪਿਕਸ ਦੇ ਨਾਮ ਨਾਲ ਜਾਣਿਆ ਜਾਂਦਾ। ਤਾਂ ਇਹਨਾਂ ਦਾ ਪਹਿਲਾ ਨਾਮ ਸੀ ਜਿਹੜਾ ਕਿਲਾ ਰਾਏਪੁਰ। ਰਾਏਪੁਰ ਵਸਿਆ ਕਿਵੇਂ ਸੀਗਾ, ਇੱਕ ਬੰਦਾ ਸੀਗਾ ਜਿਹਦਾ ਨਾਮ ਹੈਗਾ ਸੀਗਾ ਰਾਏ ਲਾਲਾ। ਉਹ 1560 ਦੇ ਆਸ-ਪਾਸ ਲੁਧਿਆਣੇ ਦੇ ਨੇੜੇ ਆ ਕੇ ਵਸਿਆ ਸੀ। ਲੁਧਿਆਣੇ ਤੋਂ 13 ਕਿਲੋਮੀਟਰ ਦੂਰ ਦੱਖਣ ਵਾਲੀ ਸਾਈਡ ਢੇਲੋਂ ਦੇ ਨੇੜੇ। ਤਾਂ ਉਹਨੇ ਆ ਕੇ ਉੱਥੇ ਕਬਜ਼ਾ ਕੀਤਾ ਇੱਕ ਥਾਂ ਦੇ ਉੱਪਰ। ਕਬਜ਼ਾ ਕਰਨ ਤੋਂ ਬਾਅਦ ਉਹਦੇ 5 ਪੁੱਤਰਾਂ ਵਾਸਤੇ ਉਹਨੇ 5 ਕਿਲੇ ਬਣਵਾਏ ਉੱਥੇ। ਤਾਂ ਉੱਥੋਂ ਹੀ ਉਹਦਾ ਨਾਮ ਸੀਗਾ ਜਿਹੜਾ ਕਿਲਾ ਰਾਏਪੁਰ ਪੈ ਗਿਆ। 5 ਕਿਲੇ ਸੀ, ਉਹਦਾ ਨਾਮ ਰਾਏ ਸੀਗਾ। ਤਾਂ ਉਦੋਂ ਪਿੰਡ ਦਾ ਨਾਮ ਕੀ ਵੱਜ ਗਿਆ, ਕਿਲਾ ਰਾਏਪੁਰ। ਤਾਂ ਉਸ ਤੋਂ ਬਾਅਦ ਕਿਲਾ ਰਾਏਪੁਰ ਪਿੰਡ ਵਸ ਗਿਆ ਸੀਗਾ। ਉਸ ਤੋਂ ਬਾਅਦ ਉੱਥੋਂ ਦੀ ਟੀਮ ਸੀ ਜਿਹੜੀ ਉਹ ਹਾਕੀ ਦੀ ਟੀਮ ਇੱਕ ਵਾਰ ਬਾਹਰ ਖੇਡਣ ਗਈ ਸੀ। ਉਹਦੀ ਟੂਰਨਾਮੈਂਟ ਸੀਗਾ ਜਲੰਧਰ ਦੇ ਵਿੱਚ ਹਾਕੀ ਦਾ। ਤਾਂ ਉੱਥੋਂ ਉਹ ਦੂਜੀ ਪੋਜੀਸ਼ਨ ਲੈ ਕੇ ਆਏ। ਤਾਂ ਦੂਜੀ ਪੋਜੀਸ਼ਨ ਲੈ ਕੇ ਜਦੋਂ ਉਹ ਵਾਪਸ ਆਏ ਤਾਂ ਉਹਨਾਂ ਦੇ ਸਨਮਾਨ ਦੇ ਵਿੱਚ ਉੱਥੇ ਇੱਕ ਟੂਰਨਾਮੈਂਟ ਕਰਵਾਇਆ ਗਿਆ। ਤਾਂ ਉਦੋਂ ਹੌਲੀ ਹੌਲੀ ਕਾਹਦੇ 'ਚ ਡਿਵੈਲਪ ਹੋ ਗਿਆ, ਮਿੰਨੀ ਓਲੰਪਿਕਸ ਦੇ ਨਾਮ ਨਾਲ ਜਾਣਿਆ ਜਾਣ ਲੱਗ ਗਿਆ। 1933 ਦੇ ਵਿੱਚ ਫਿਰ ਗਰੇਵਾਲ ਸਪੋਰਟਸ ਐਸੋਸੀਏਸ਼ਨ ਬਣਾਈ ਗਈ ਜਿਹੜੀ ਹਰਚੰਦ ਸਿੰਘ ਨੇ ਬਣਾਈ ਸੀ। ਉਸ ਟਾਈਮ ਜਿਹੜੇ ਇਵੈਂਟ ਕਰਵਾਏ ਗਏ ਉਹ ਕਬੱਡੀ, ਵਾਲੀਬਾਲ ਤੇ ਐਥਲੈਟਿਕਸ ਕਰਵਾਏ ਗਏ। ਇਹਨਾਂ ਨੂੰ ਪੇਂਡੂ ਖੇਡ ਮੇਲਿਆਂ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਸੀ। ਇਹਦਾ ਸਵਾਲ ਪੁੱਛਿਆ ਜਾ ਸਕਦਾ ਨਾ ਕਿ ਜਿਹੜਾ ਇਹ ਮਿੰਨੀ ਖੇਡ ਓਲੰਪਿਕ ਖੇਡ ਮੇਲਾ ਇਹਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ, ਤਾਂ ਇਹਨੂੰ ਕੀ ਕਿਹਾ ਜਾਂਦਾ, ਰੀੜ੍ਹ ਦੀ ਹੱਡੀ ਕਿਹਾ ਜਾਂਦਾ ਪੰਜਾਬ ਦੇ ਖੇਡ ਮੇਲੇ ਦੀ। 1934 ਦੇ ਵਿੱਚ ਸਾਡੀਆਂ ਜਿਹੜੀਆਂ ਬੈਲ ਦੌੜਾਂ ਸੀਗੀਆਂ ਉਹ ਸ਼ੁਰੂ ਹੋਈਆਂ। ਸਾਡੇ ਬਲਦਾਂ ਦੀਆਂ ਦੌੜਾਂ ਸ਼ੁਰੂ ਹੋਈਆਂ। ਤਾਂ ਜਿਹੜਾ ਗਊ ਰੱਖਿਆ ਸੰਘ ਸੀਗਾ ਉਹਨੇ 2014 ਦੇ ਵਿੱਚ ਇੱਕ ਪਟੀਸ਼ਨ ਪਾਈ ਸੀਗੀ। ਤਾਂ ਉਹ ਪਟੀਸ਼ਨ ਪਾ ਕੇ ਉਹਨਾਂ ਨੇ ਬੈਨ ਕਰਵਾਤਾ ਸੀ ਕਿ ਜਾਨਵਰਾਂ ਦੇ ਉੱਪਰ ਕ੍ਰੂਅਲਟੀ ਕੀਤੀ ਜਾਂਦੀ ਹੈ, ਜ਼ੁਲਮ ਕੀਤਾ ਜਾਂਦਾ ਉਹਨਾਂ ਦੇ ਉੱਪਰ। ਪਰ ਫਿਰ ਜਿਹੜੇ ਸਾਡੇ ਵੱਲੋਂ ਇੱਕ ਕੇਸ ਦਾਇਰ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਇਹ ਜਾਨਵਰ ਨੇ ਜਾਂ ਜਿਹੜੇ ਬਲਦ ਨੇ ਸਾਡੇ, ਉਹ ਸਾਡੇ ਆਪਦੇ ਪਾਲੇ ਹੋਏ ਨੇ। ਅਸੀਂ ਉਹਨਾਂ ਨੂੰ ਘਰ ਦੇ ਪੁੱਤਾਂ ਵਾਂਗ ਜਾਂ ਘਰ ਦੇ ਜੀਆਂ ਵਾਂਗ ਪਾਲਦੇ ਹਾਂ ਅਤੇ ਉਹਨਾਂ ਨੂੰ ਹੀ ਅਸੀਂ ਉਹਦੇ ਵਿੱਚ ਦੜਾਉਂਦੇ ਹਾਂ। ਅਤੇ ਉਸ ਤੋਂ ਬਾਅਦ ਵੀ ਇਹ ਨਹੀਂ ਹੈਗਾ ਕਿ ਅਸੀਂ ਉਹਨਾਂ ਨੂੰ ਕੁੱਟਦੇ ਮਾਰਦੇ ਹਾਂ। ਅਸੀਂ ਉਸ ਤੋਂ ਬਾਅਦ ਵੀ ਉਹਨਾਂ ਦੀ ਕੇਅਰ ਕਰਦੇ ਹਾਂ, ਦੇਖਭਾਲ ਕਰਦੇ ਹਾਂ। ਤਾਂ ਉਹਨਾਂ ਦੀਆਂ ਦਲੀਲਾਂ ਨੂੰ ਸੁਣਦੇ ਹੋਏ ਕੋਰਟ ਨੇ ਜਿਹੜਾ ਬੈਨ ਸੀਗਾ ਉਹ ਹਟਾਤਾ ਸੀ ਅਤੇ ਇਹ ਦੁਬਾਰਾ ਤੋਂ ਫਿਰ ਗੇਮਸ ਜਿਹੜੀਆਂ ਰਿਵਾਈਵ ਹੋ ਗਈਆਂ। ਇੱਕ ਇਹ ਇੰਪੋਰਟੈਂਟ ਹੈ ਕਿ ਹਾਕੀ ਦੀ ਜਿਹੜੀ ਜੇਤੂ ਟੀਮ ਸੀਗੀ ਉਹਨੂੰ ਭਗਵੰਤ ਸਿੰਘ ਮੈਮੋਰੀਅਲ ਕੱਪ ਦਿੱਤਾ ਜਾਂਦਾ ਸੀਗਾ। ਜਿਹੜੀ ਵੀ ਟੀਮ ਉੱਥੇ ਹਾਕੀ ਦੇ ਵਿੱਚੋਂ ਫਸਟ ਆਉਂਦੀ ਸੀ ਤਾਂ 1964 ਦੇ ਵਿੱਚ ਉਹਨੇ ਅਨਾਊਂਸ ਕੀਤਾ ਸੀਗਾ। ਅਤੇ ਕੱਪ ਸੀਗਾ ਜਿਹੜਾ ਉਹ ਕਿੰਨੇ ਦਾ ਸੀ, 100 ਸੁੱਧ ਤੋਲੇ ਦਾ ਬਣਿਆ ਹੋਇਆ ਸੀ। 1964 ਦੀਆਂ ਸਾਡੀਆਂ ਜਿਹੜੀਆਂ ਦੂਸਰੀਆਂ ਓਲੰਪਿਕਸ ਸੀਗੀਆਂ ਉਹ ਹੋਈਆਂ ਸੀਗੀਆਂ ਟੋਕੀਓ ਦੇ ਵਿੱਚ। ਇੱਧਰ ਜਿਹੜੀਆਂ ਸਾਡੀਆਂ ਮਿੰਨੀ ਓਲੰਪਿਕਸ ਨੇ ਇਹ ਸਾਡੀਆਂ ਕਿਲਾ ਰਾਏਪੁਰ 'ਚ ਹੋਈਆਂ ਸੀ। ਪਹਿਲੀ ਵਾਰੀ ਕਮੈਂਟਰੀ ਹੈ ਜਿਹੜੀ ਅਸੀਂ ਅੱਜ ਕੱਲ੍ਹ ਕਬੱਡੀ ਦੇ ਟੂਰਨਾਮੈਂਟ ਦੇ ਵਿੱਚ ਦੇਖਦੇ ਹਾਂ, ਉਹ ਪਹਿਲੀ ਵਾਰ ਕਮੈਂਟਰੀ ਸਾਡੀ ਮਿੰਨੀ ਓਲੰਪਿਕਸ ਦੇ ਵਿੱਚ ਉਸ ਪੇਂਡੂ ਖੇਡ ਮੇਲੇ ਦੇ ਵਿੱਚ ਕੀਤੀ ਗਈ ਸੀ। ਅਤੇ ਕੀਤੀ ਗਈ ਸੀ ਸਰਦਾਰ ਜੋਗਿੰਦਰ ਸਿੰਘ PTI ਨੇ। ਅਤੇ ਉਸ ਤੋਂ ਬਾਅਦ ਗੇਮਸ ਦੇ ਵਿੱਚ ਕਮੈਂਟਰੀ ਕਰਨ ਦਾ ਰਿਵਾਜ ਹੈ ਜਿਹੜੀ ਰੀਤ ਪਈ ਸੀ। 1950 ਦੇ ਵਿੱਚ ਪਹਿਲਾ ਕੁੜੀਆਂ ਦਾ ਮੈਚ ਖੇਡਿਆ ਗਿਆ ਸੀਗਾ ਲੁਧਿਆਣਾ ਅਤੇ ਸਿੱਧਵਾਂ ਦੇ ਵਿਚਕਾਰ। ਪਰ 1953 ਦੇ ਵਿੱਚ ਜਿਹੜੀ ਕੁੜੀਆਂ ਦੀ ਪੂਰੀ ਸ਼ਮੂਲੀਅਤ ਹੈ ਹੋਰ ਗੇਮਸ ਦੇ ਵਿੱਚ ਵੀ ਕੁੜੀਆਂ ਪਾਰਟੀਸਪੇਟ ਕਰਨ ਲੱਗ ਗਈਆਂ ਸੀ। ਪਹਿਲੀ ਵਾਰ ਇਸ ਖੇਡ ਮੇਲੇ ਦੇ ਵਿੱਚ ਕੋਈ ਟੀਮ ਬਾਹਰ ਤੋਂ ਖੇਡਣ ਆਈ। ਆਜ਼ਾਦੀ ਤੋਂ ਬਾਅਦ ਸਾਡੀ ਪਾਕਿਸਤਾਨ ਦੀ ਟੀਮ 1954 ਦੇ ਵਿੱਚ ਭਾਗ ਲੈਣ ਆਈ ਇਸ ਖੇਡ ਮੇਲੇ ਦੇ ਵਿੱਚ। ਉਸ ਤੋਂ ਬਾਅਦ ਜਿਹੜੀਆਂ ਕੁੱਤਿਆਂ ਦੀਆਂ ਦੌੜਾਂ ਨੇ ਉਹ ਵੀ ਇਹਨਾਂ ਦੇ ਵਿੱਚ ਕਰਵਾਈਆਂ ਗਈਆਂ। ਪਹਿਲੀ ਵਾਰ ਕੁੱਤੇ ਸੀ ਜਿਹੜੇ ਉਹ ਵੈਨਕੂਵਰ ਤੋਂ ਲੈ ਕੇ ਆਉਂਦੇ ਗਏ, ਜਿਨ੍ਹਾਂ ਨੂੰ ਗ੍ਰੇ ਹਾਊਂਡ ਡੌਗਸ ਕਹਿੰਦੇ ਆ। ਤਾਂ ਉਹ $1300 ਦੇ ਖਰੀਦ ਕੇ ਲੈ ਕੇ ਆਏ ਸੀ। ਲੈ ਕੇ ਕੌਣ ਆਇਆ ਸੀਗਾ, ਚਰਨਜੀਤ ਸਿੰਘ ਸਿੱਧੂ। ਤਾਂ ਪਹਿਲੀ ਵਾਰ ਇਹਨਾਂ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਸੀ ਜਿਹੜੀਆਂ ਉਹ ਕਰਵਾਈਆਂ ਗਈਆਂ। ਤਾਂ ਇਹਦੇ ਵਿੱਚੋਂ ਇੰਨੇ ਕੀ ਕੁਐਸਚਨ ਨੇ, ਨਵਾਂ ਕੋਈ ਬਾਕੀ ਸਾਰਾ ਕਿਤਾਬ ਦੇ ਵਿੱਚ ਦਿੱਤੇ ਹੀ ਹੋਇਆ। ਜਸਟ ਇਹੀ ਹੈ ਕਿ ਇੱਕ ਵਾਰ ਇਹਦੇ ਵਿੱਚੋਂ ਜਿਹੜੀਆਂ ਬਲਦ ਦੀਆਂ ਦੌੜਾਂ ਨੇ ਉਹ ਬੈਨ ਕਰਤੀਆਂ ਸੀ, ਪਰ ਦੁਬਾਰਾ ਤੋਂ ਫਿਰ ਉਹ ਬੈਨ ਹੈ ਜਿਹੜਾ 2014 ਦੇ ਵਿੱਚ ਹੀ ਵਾਪਸ ਲੈ ਲਿਆ ਗਿਆ। ਹਾਂਜੀ, ਸਾਡਾ ਨੈਕਸਟ ਜਿਹੜਾ ਚੈਪਟਰ ਹੈਗਾ ਉਹ ਹੈਗਾ ਟੀਚਿੰਗ ਮੈਥਡਸ। ਇਹਨੂੰ ਅਸੀਂ ਟੀਚਿੰਗ ਮੀਨਸ ਵੀ ਬੋਲ ਦਿੰਦੇ ਹਾਂ। ਹੁਣ ਅਸੀਂ ਸਾਰੇ ਜਾਣੇ ਟੀਚਰ ਬਣ ਜਾ ਰਹੇ ਹਾਂ। ਤਾਂ ਟੀਚਰ ਜਦੋਂ ਅਸੀਂ ਬਣਨਾ ਤਾਂ ਬੇਸਿਕਲੀ ਸਾਡੇ ਇੰਟਰੈਕਸ਼ਨ ਹੈ ਜਿਹੜੀ ਉਹ ਇੱਕ ਬੱਚੇ ਦੇ ਨਾਲ ਹੁੰਦੀ ਹੈ। ਤਾਂ ਇੱਕ ਬੱਚੇ ਨੂੰ ਪੜ੍ਹਾਉਣ ਦੇ ਲਈ ਸਾਡੇ ਕੋਲ ਬਹੁਤ ਸਾਰੇ ਮੈਥਡਸ ਨੇ। ਕਿਸੇ ਬੱਚੇ ਨੂੰ ਅਸੀਂ ਕਿਸੇ ਤਰੀਕੇ ਨਾਲ ਪੜ੍ਹਾ ਸਕਦੇ ਹਾਂ ਅਤੇ ਕਿਸੇ ਬੱਚੇ ਨੂੰ ਪੜ੍ਹਾਉਣ ਦੇ ਲਈ ਕੋਈ ਦੂਸਰਾ ਤਰੀਕਾ ਵਰਤਣਾ ਪੈ ਸਕਦਾ ਹੈ। ਦੂਸਰਾ, ਅਸੀਂ ਬੱਚੇ ਨੂੰ ਐਕਟੀਵਿਟੀ ਕਿਸ ਤਰ੍ਹਾਂ ਦੀ ਕਰਾਉਣੀ ਹੈ, ਉਸ ਐਕਟੀਵਿਟੀ ਦੇ ਉੱਪਰ ਵੀ ਬੇਸਡ ਹੈ ਕਿ ਅਸੀਂ ਨੇ ਕਿਹੜਾ ਤਰੀਕਾ ਵਰਤਣਾ। ਹੁਣ ਸਾਡਾ ਜਿਹੜਾ ਮੈਥਡ ਹੋਊਗਾ ਉਹ ਕਿਤੇ ਨਾ ਕਿਤੇ ਕਾਹਦੇ ਉੱਪਰ ਡਿਪੈਂਡ ਹੋਊਗਾ, ਇੱਕ ਬੱਚੇ ਦੀ ਏਜ ਕੀ ਹੈ, ਬੱਚੇ ਦਾ ਮੈਂਟਲ ਲੈਵਲ ਕੀ ਹੈ ਨਾ, ਜਾਂ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਉਹ ਕਰਵਾਉਣੀ ਹੈ। ਤਾਂ ਇਹਨਾਂ ਸਾਰਿਆਂ ਦੇ ਬੇਸਿਸ ਦੇ ਉੱਪਰ ਬਹੁਤ ਸਾਰੀਆਂ ਸਾਡੇ ਕੋਲੇ ਕਲਾਸੀਫਿਕੇਸ਼ਨਸ ਹੈਗੀਆਂ ਨੇ ਕਿ ਅਸੀਂ ਨੇ ਕਿਹੜਾ ਤਰੀਕਾ ਵਰਤਣਾ ਹੈ ਬੱਚੇ ਨੂੰ ਸਿਖਾਉਣ ਦੇ ਲਈ। ਤਾਂ ਅਸੀਂ ਜਿਹੜਾ ਸਾਡਾ ਕੰਮ ਸ਼ੁਰੂ ਕਰਾਂਗੇ
ਪਹਿਲਾ ਮੈਥਡ ਹੈਗਾ ਪ੍ਰੈਗਮੈਟਿਜ਼ਮ। ਪ੍ਰੈਗਮੈਟਿਜ਼ਮ ਨੂੰ ਇੱਕ ਪ੍ਰੈਕਟੀਕਲ ਮੈਥਡ ਮੰਨਿਆ ਜਾਂਦਾ ਹੈ। ਇਹ ਜਿਹੜੀ ਟਰਮ ਹੈ ਪ੍ਰੈਗਮੈਟਿਜ਼ਮ ਅਸੀਂ ਸਾਰਿਆਂ ਨੇ ਪੜ੍ਹੀ ਹੋਊਗੀ ਜਦੋਂ ਅਸੀਂ ਨੇ BPEd ਦੇ ਵਿੱਚ ਇੱਕ ਚੀਜ਼ ਪੜ੍ਹੀ ਸੀ ਫਿਲਾਸਫੀਜ਼ ਆਫ ਫਿਜ਼ੀਕਲ ਐਜੂਕੇਸ਼ਨ, ਤਾਂ ਉਹਦੇ ਵਿੱਚ ਆਉਂਦਾ ਸੀਗਾ ਪ੍ਰੈਗਮੈਟਿਜ਼ਮ। ਇਹਨੂੰ ਪ੍ਰੈਕਟੀਕਲ ਪਾਰਟ ਵੀ ਮੰਨਿਆ ਜਾਂਦਾ ਸਾਡਾ। ਤੇ ਪ੍ਰੈਕਟੀਕਲ ਪ੍ਰੈਗਮੈਟਿਜ਼ਮ ਜਿਹੜਾ ਡਾਇਰੈਕਟਲੀ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਕਿਉਂ ਸੀਗਾ, ਇਸ ਕਰਕੇ ਕਿਉਂਕਿ ਅਸੀਂ ਸਾਰੀਆਂ ਚੀਜ਼ਾਂ ਕੀ ਕਰਦੇ ਹਾਂ, ਪ੍ਰੈਕਟੀਕਲ ਕਰਦੇ ਹਾਂ। ਇਸੇ ਕਰਕੇ ਇਸ ਨੂੰ ਕੀ ਆਖਿਆ ਜਾਂਦਾ, ਲਰਨਿੰਗ ਬਾਈ ਡੂਇੰਗ, ਯਾਨੀ ਕਿ ਕਰਕੇ ਸਿੱਖਣਾ। ਜਦੋਂ ਬੱਚਾ ਕੋਈ ਵੀ ਚੀਜ਼ ਪ੍ਰੈਕਟੀਕਲ ਕਰੂਗਾ ਤਾਂ ਉਹ ਜਲਦੀ ਸਿੱਖੂਗਾ। ਇਹ ਟਰਮ ਕੁਆਇਨ ਨੇ ਕੀਤੀ ਸੀ, ਜੌਨ ਡੇਵੀ ਨੇ ਕੀਤੀ ਸੀ। ਇਸੇ ਕਰਕੇ ਜਿਹੜਾ ਜੌਨ ਡੇਵੀ ਉਹਨੂੰ ਫਾਦਰ ਆਫ ਪ੍ਰੈਗਮੈਟਿਜ਼ਮ ਕਿਹਾ ਜਾਂਦਾ। ਪ੍ਰੈਗਮੈਟਿਜ਼ਮ ਦਾ ਫਾਊਂਡਰ ਕਿਹਨੂੰ ਮੰਨਿਆ ਜਾਂਦਾ, ਜੌਨ ਡੇਵੀ। ਨੈਕਸਟ ਸਾਡੇ ਕੋਲ ਆ ਜਾਂਦਾ ਜੀ ਪ੍ਰੋਜੈਕਟ ਮੈਥਡ। ਇਹ ਕਿਹਨੇ ਦਿੱਤਾ ਸੀਗਾ, WH ਕਿਲਾਪੈਟਰਿਕ ਨੇ ਦਿੱਤਾ ਸੀਗਾ। ਹੁਣ ਜਿਹੜਾ WH ਕਿਲਾਪੈਟਰਿਕ ਆ ਉਹਨੇ ਇਹ ਮੈਥਡ ਦੇਣ ਦਾ ਮਤਲਬ ਕੀ ਸੀਗਾ ਕਿ ਬੱਚਿਆਂ ਨੂੰ ਕੋਈ ਚੀਜ਼ ਦੇ ਕੇ ਉਹਨਾਂ ਤੋਂ ਖੁਦ ਵਲੰਟਰਲੀ ਕੰਮ ਕਰਵਾਉਣਾ। ਅਸੀਂ ਸਾਰੇ BPE ਤੇ BPEd ਕਰਕੇ ਆਏ ਹਾਂ ਤਾਂ ਅਪਰੋਕਸੀਮੇਟਲੀ ਕਿਤੇ ਨਾ ਕਿਤੇ ਸਾਡੀ ਸਾਰੀ ਕਲਾਸ ਨੇ ਮਿਲ ਕੇ ਕੋਈ ਨਾ ਕੋਈ ਐਥਲੈਟਿਕ ਮੀਟ ਕਰਾਈ ਹੋਊਗੀ। ਤਾਂ ਜਿਹੜੀ ਐਥਲੈਟਿਕ ਮੀਟ ਹੈ ਉਹ ਵੀ ਇੱਕ ਪ੍ਰੋਜੈਕਟ ਹੈ। ਸਾਨੂੰ ਜਿਹੜੇ ਸਾਡੇ ਸਿਲੇਬਸ ਦੇ ਵਿੱਚ ਕਰਿਕੂਲਮ ਦੇ ਵਿੱਚ ਐਡ ਹੁੰਦਾ ਹੈ। ਕਰਿਕੂਲਮ ਦੇ ਵਿੱਚ ਕੀ ਹੈ ਕਿ ਬੱਚਿਆਂ ਨੂੰ ਕੋਈ ਨਾ ਕੋਈ ਪ੍ਰੋਜੈਕਟ ਦੇਣਾ ਹੈ। ਤਾਂ ਬੱਚਿਆਂ ਨੂੰ ਇੱਕ ਪ੍ਰੋਜੈਕਟ ਸਾਨੂੰ ਦਿੱਤਾ ਜਾਂਦਾ, ਜਿਹੜਾ ਫਿਜ਼ੀਕਲ ਐਜੂਕੇਸ਼ਨ 'ਚ ਉਹ ਕੀ ਦਿੱਤਾ ਜਾਂਦਾ ਹੈ ਕਿ ਤੁਸੀਂ ਨੇ ਇੱਕ ਐਨੂਅਲ ਐਥਲੈਟਿਕ ਮੀਟ ਕਰਾਉਣੀ ਹੈ। ਤਾਂ ਉਹਦੇ 'ਚ ਕਮੇਟੀਆਂ ਵੀ ਸਾਰੀਆਂ ਅਸੀਂ ਬਣਾਉਣੇ ਆ ਨਾ, ਕਿਵੇਂ ਟਰੈਕ ਮਾਰਕ ਕਰਨਾ ਉਹ ਵੀ ਅਸੀਂ ਟਰੈਕ ਮਾਰਕ ਕਰਦੇ ਹਾਂ, ਕਿਹੜਾ ਬੰਦਾ ਕਿਹੜੇ ਇਵੈਂਟ ਤੇ ਡਿਊਟੀ ਲਾਊਗਾ ਉਹ ਵੀ ਅਸੀਂ ਆਪ ਕਰਦੇ ਹਾਂ। ਤਾਂ ਸਾਰੀਆਂ ਚੀਜ਼ਾਂ ਅਸੀਂ ਰਲ ਮਿਲ ਕੇ ਇੱਕ ਚੀਜ਼ ਸੀ ਜਿਹੜੀ ਕਿਹਨੇ ਦਿੱਤੀ ਸਾਨੂੰ, ਜਿਹੜਾ ਉਹ ਟੌਪਿਕ ਸੀਗਾ ਪਾਰਟੀਕੂਲਰ, ਉਹ ਸਾਨੂੰ ਅਥਾਰਟੀ ਨੇ ਦੇਤਾ। ਬਾਕੀ ਸਾਰਾ ਜਿਹੜਾ ਕੰਮ ਕਰਨਾ ਸੀ ਉਹ ਸਟੂਡੈਂਟਸ ਨੇ ਕਰਨਾ ਸੀ। ਇਸ ਤਰ੍ਹਾਂ ਦੇ ਮੈਥਡ ਨੂੰ ਅਸੀਂ ਕੀ ਕਹਿੰਦੇ ਆ, ਪ੍ਰੋਜੈਕਟ ਮੈਥਡ। ਇਹਦਾ ਫਾਊਂਡਰ ਕੌਣ ਹੈ, WH ਕਿਲਾਪੈਟਰਿਕ। ਨੈਕਸਟ ਸਾਡੇ ਕੋਲ ਆ ਜਾਂਦਾ ਜੀ ਸਟੋਰੀ ਟੈਲਿੰਗ ਮੈਥਡ। ਬਹੁਤ ਜ਼ਿਆਦਾ ਪੁਰਾਣਾ ਮੈਥਡ ਹੈ ਸਟੋਰੀ ਟੈਲਿੰਗ ਮੈਥਡ ਹੈ ਜਿਹੜੇ ਸਾਡੇ ਪੁਰਾਣੇ ਜੰਗਲਾਂ ਦੇ ਵਿੱਚ ਜਦੋਂ ਮਨੁੱਖ ਰਹਿੰਦਾ ਸੀ ਨਾ ਤਾਂ ਜ਼ਿਆਦਾ ਇਹੀ ਤਰੀਕਾ ਵਰਤਿਆ ਜਾਂਦਾ ਸੀ। ਸਾਡੇ ਜਿਹੜੇ ਗ੍ਰੰਥ ਨੇ ਪੁਰਾਣੇ, ਰਿਗਵੇਦ ਹੋ ਗਿਆ ਚਾਹੇ ਅਯੁਰਵੇਦ ਹੋ ਗਿਆ, ਚਾਹੇ ਅਰਥਵੇਦ ਹੋ ਗਿਆ, ਸਾਮਵੇਦ ਹੋ ਗਿਆ, ਉਹ ਸਾਰੇ ਪਹਿਲਾਂ ਲਿਖੇ ਨਹੀਂ ਗਏ ਸੀ। ਅਸਲ ਦੇ ਵਿੱਚ ਉਹ ਕਿਸੇ ਨੂੰ ਸੁਣਾਏ ਗਏ ਸੀ, ਪੀੜ੍ਹੀਆਂ ਦਰ ਪੀੜ੍ਹੀਆਂ ਸੁਣਾਏ ਜਾਂਦੇ ਰਹੇ। ਇਟ ਮੀਨਸ ਕੀ ਹੈ ਕਿ ਉਹਨਾਂ ਨੂੰ ਕਹਾਣੀਆਂ ਦੀ ਤਰ੍ਹਾਂ ਸੁਣਾਇਆ ਜਾਂਦਾ ਸੀ। ਪਰ ਅੱਗੇ ਉਹਨਾਂ ਦੀ ਜਨਰੇਸ਼ਨ ਨੂੰ, ਫਿਰ ਅੱਗੇ ਉਹਨਾਂ ਦੀ ਜਨਰੇਸ਼ਨ ਨੂੰ ਜਦੋਂ ਮਨੁੱਖ ਨੇ ਲਿਖਣਾ ਸਿੱਖਿਆ, ਫਿਰ ਉਹਨਾਂ ਨੂੰ ਪਹਿਲੀ ਵਾਰੀ ਕਾਰਡ ਦੇ ਪੱਤਰਾਂ ਦੇ ਉੱਪਰ ਲਿਖਿਆ ਗਿਆ। ਤਾਂ ਸਭ ਤੋਂ ਜਿਹੜਾ ਪਹਿਲਾ ਮੈਥਡ ਸਾਡੇ ਕੋਲ ਜਿਹੜਾ ਹੁੰਦਾ ਸਟੋਰੀ ਟੈਲਿੰਗ, ਕਿ ਬੱਚਿਆਂ ਨੂੰ ਕਹਾਣੀਆਂ ਦੱਸ ਕੇ ਸਿਖਾਉਣਾ। ਇਸ ਦੇ ਨਾਲ ਬੱਚਿਆਂ ਦੀ ਇਮੈਜੀਨੇਸ਼ਨ ਹੈ ਜਿਹੜੀ ਉਹ ਇੰਪਰੂਵ ਹੁੰਦੀ ਹੈ। ਹੁਣ ਜਿੰਨਾ ਚਿਰ ਇਮੈਜੀਨੇਸ਼ਨ ਦੀ ਬੱਚੇ ਦੀ ਇੰਪਰੂਵ ਹੁੰਦੀ, ਉਹਨਾਂ ਟਾਈਮ ਬੱਚੇ ਦੇ ਵਿੱਚ ਕ੍ਰੀਏਟੀਵਿਟੀ ਹੈ ਜਿਹੜੀ ਉਹ ਨਹੀਂ ਆ ਸਕਦੀ। ਐਲਬਰਟ ਆਇਨਸਟਾਈਨ ਹੈ ਜਿਹੜਾ ਉਹ ਥਰੂ ਆਊਟ ਲਾਈਫ ਹੈ ਜਿਹੜਾ ਬਹੁਤ ਆਈਡੀਅਲ ਬੰਦਾ ਰਿਹਾ। ਉਹ ਇੱਕ ਸਾਈਕਲ ਦੇ ਉੱਪਰ ਜਾ ਰਿਹਾ ਸੀ ਤਾਂ ਸਾਈਕਲ ਦੇ ਉੱਪਰ ਜਾਂਦੇ ਨੂੰ ਉਹਨੂੰ ਔਰਤ ਰੋਕਦੀ ਹੈ। ਔਰਤ ਰੋਕ ਕੇ ਉਹਨੂੰ ਪੁੱਛਦੀ ਹੈ ਕਿ ਮੈਂ ਆਪਣੇ ਬੱਚੇ ਨੂੰ ਤੇਰੇ ਵਰਗਾ ਬਣਾਉਣਾ ਚਾਹੁੰਦੀ ਹਾਂ, ਕਿ ਤੇਰੇ ਵਰਗਾ ਉਹ ਜੀਨੀਅਸ ਹੋਵੇ। ਤਾਂ ਫਿਰ ਉਹ ਕਹਿੰਦੇ ਵੀ ਤਰੀਕਾ ਦੱਸ, ਮੈਂ ਕਿਹੜਾ ਤਰੀਕਾ ਵਰਤਾਂ। ਤਾਂ ਉਹਨੂੰ ਐਲਬਰਟ ਆਇਨਸਟਾਈਨ ਕਹਿੰਦਾ ਕਿ ਉਹਨੂੰ ਤੂੰ ਕਾਲਪਨਿਕ ਕਹਾਣੀਆਂ ਸੁਣਾਇਆ ਕਰ। ਤਾਂ ਔਰਤ ਹੱਸ ਕੇ ਮੁੜ ਜਾਂਦੀ ਹੈ ਕਿ ਮੇਰੇ ਨਾਲ ਮਜ਼ਾਕ ਕਰ ਰਿਹਾ, ਪਰ ਐਕਚੁਅਲ ਦੇ ਵਿੱਚ ਉਹ ਉਹਨੂੰ ਸੀਰੀਅਸ ਕਹਿ ਰਿਹਾ ਹੁੰਦਾ। ਕਿਉਂਕਿ ਜਦੋਂ ਬੱਚਾ ਕਾਲਪਨਿਕ ਜਿਹੜੀਆਂ ਕਹਾਣੀਆਂ ਸੁਣੂਗਾ ਤਾਂ ਉਹਦੀ ਇਮੈਜੀਨੇਸ਼ਨ ਪਾਵਰ ਹੈ ਜਿਹੜੀ ਉਹ ਬਹੁਤ ਜ਼ਿਆਦਾ ਗਰੋ ਕਰੂਗੀ। ਜਿੰਨੀ ਬੱਚੇ ਦੀ ਕਲਪਨਾ ਸ਼ਕਤੀ ਵੱਧ ਹੋਊਗੀ, ਉਨੀਆਂ ਉਹ ਜਿਹੜੀਆਂ ਕ੍ਰੀਏਟਿਵ ਚੀਜ਼ਾਂ ਉਹ ਵੱਧ ਕਰ ਸਕਦਾ। ਟੈਕਸਟ ਬੁੱਕ ਮੈਥਡ ਇਹ ਵੀ ਓਲਡ ਹੈ। ਅਸੀਂ ਨੇ ਸਕੂਲਾਂ ਦੇ ਵਿੱਚ ਆਪਣੇ ਆਪ ਤੇ ਵੀ ਅਪਲਾਈ ਕੀਤਾ ਹੁੰਦਾ ਕਿ ਕਲਾਸ ਦੇ ਵਿੱਚ ਇੱਕ ਬੱਚਾ ਖੜ ਕੇ ਸਾਰਾ ਲੈਸਨ ਹੈ ਜਿਹੜਾ ਉਹ ਪੜ੍ਹ ਦਿੰਦਾ। ਤਾਂ ਇਹਦੇ ਨਾਲ ਬੱਚਿਆਂ ਦੀ ਜਿਹੜੀ ਵੋਕੈਬਲਰੀ ਹੈ ਉਹ ਸਹੀ ਹੁੰਦੀ ਹੈ, ਪ੍ਰੋਨਾਂਸੀਏਸ਼ਨ ਹੈ ਜਿਹੜੀ ਉਹ ਸਹੀ ਹੁੰਦੀ ਹੈ ਅਤੇ ਬੱਚਿਆਂ ਦੇ ਵਿੱਚ ਪਲੱਸ ਜਿਹੜਾ ਕੌਨਫੀਡੈਂਸ ਹੈ ਉਹ ਆਉਂਦਾ। ਲੈਕਚਰ ਮੈਥਡ ਅਸੀਂ ਯੂਜ਼ ਹੀ ਕਰ ਰਹੇ ਹਾਂ। ਲੈਕਚਰ ਮੈਥਡ ਕਹੀਏ ਇੱਕ ਟ੍ਰੈਡੀਸ਼ਨਲ ਮੈਥਡ ਹੈ ਸਾਡਾ। ਲੈਕਚਰ ਮੈਥਡ ਦੇ ਵਿੱਚ ਇੱਕ ਜਿਹੜਾ ਟੀਚਰ ਹੈ ਉਹ ਲੈਕਚਰ ਦਿੰਦਾ, ਕੁਝ ਬੋਲਦਾ ਤੇ ਬਾਕੀ ਸਾਰੇ ਸੁਣਦੇ ਨੇ। ਇਹ ਮੈਥਡ ਆ ਜਿਹੜਾ ਇਹਦਾ ਨੁਕਸਾਨ ਉਹ ਇੱਕ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਜਿਹੜਾ ਟੀਚਰ ਹੈ ਉਹ ਤਾਂ ਐਕਟਿਵ ਹੈ, ਪਰ ਜਿਹੜੇ ਸਟੂਡੈਂਟ ਨੇ ਉਹ ਕੀ ਨੇ, ਪੈਸਿਵ। ਯਾਨੀ ਕਿ ਇੱਕ ਜਣਾ ਬੋਲ ਰਿਹਾ ਬਾਕੀ ਸਾਰੇ ਸੁਣ ਰਹੇ ਨੇ। ਇਹਦੀ ਡਿਊਰੇਸ਼ਨ ਹੈ ਜਿਹੜੀ ਉਹ ਬਹੁਤ ਜ਼ਿਆਦਾ ਹੈ। ਜੇ ਕਿਤੇ ਪੜ੍ਹਾਉਣ ਵਾਲਾ ਵਧੀਆ ਨਾ ਹੋਵੇ ਤਾਂ ਕਿਤੇ ਨਾ ਕਿਤੇ ਇਹ ਲੈਕਚਰ ਹੈ ਜਿਹੜਾ ਕੀ ਹੋ ਜਾਂਦਾ, ਬੋਰਿੰਗ ਹੋ ਜਾਂਦਾ। ਤੇ ਜਿਹਦੇ ਕਰਕੇ ਸਟੂਡੈਂਟਸ ਦੇ ਵਿੱਚੋਂ ਕੁਝ ਸਟੂਡੈਂਟ ਨੇ ਜਿਹੜੇ ਆਪਣਾ ਅਟੈਂਸ਼ਨ ਪੇ ਕਰਦੇ ਨੇ ਟੀਚਰਸ ਨੂੰ, ਨਹੀਂ ਬਾਕੀ ਬੱਚੇ ਕਲਾਸ 'ਚ ਸੌ ਜਾਂਦੇ ਨੇ। ਡੈਮੋਸਟ੍ਰੇਸ਼ਨ ਮੈਥਡ ਇਹ ਵੀ ਅਸੀਂ ਨੇ ਬਹੁਤ ਵਰਤਿਆ ਕਿ ਜਦੋਂ ਕਿਸੇ ਨੂੰ ਅਸੀਂ ਨੇ ਸ਼ਾਰਟ ਡੇਕਣਾ ਸਿਖਾਉਣਾ, ਕਿਸੇ ਨੂੰ ਡਿਸਕਸ ਟੇਕਨੀ ਸਿਖਾਉਣੀ ਹੈ, ਕਿਸੇ ਨੂੰ ਅਸੀਂ ਨੇ ਜੈਵਲਿਨ ਸਿਖਾਉਣੀ ਹੈ, ਤਾਂ ਸਭ ਤੋਂ ਪਹਿਲਾਂ ਕੀ ਦਿੰਦੇ ਅਸੀਂ, ਡੈਮੋਸਟ੍ਰੇਸ਼ਨ।
ਜਿਹੜੇ ਅਸੀਂ ਟੀਚਿੰਗ ਲੈਸਨ ਪਲਾਨ ਦਿੱਤੇ ਨੇ ਉਹ ਸਾਰਿਆਂ ਦੇ ਵਿੱਚ ਸਾਨੂੰ ਇਹੀ ਤਰੀਕਾ ਸਿਖਾਇਆ ਗਿਆ ਕਿ ਪਹਿਲਾਂ ਅਸੀਂ ਜਿਹੜੇ ਸਬਜੈਕਟ ਨੇ ਸਾਡੇ ਸਾਹਮਣੇ ਕੀ ਕਰਨਾ ਹੈ, ਉਹਨਾਂ ਨੂੰ ਦਿਖਾਉਣਾ ਕਿ ਜੈਵਲਿਨ ਦੀ ਹੋਲਡਿੰਗ ਕਿਹੜੀ ਹੋਊਗੀ, ਅਸੀਂ ਅਮਰੀਕਨ ਹੋਲਡ ਕਰਨਾ ਹੈ, ਫੋਕ ਹੋਲਡਿੰਗ ਕਰਨੀ ਹੈ, ਕਿਹੜੇ ਤਰੀਕੇ ਨਾਲ ਅਸੀਂ ਹੋਲਡਿੰਗ ਕਰਾਂਗੇ, ਉਹਦਾ ਐਂਗਲ ਕੀ ਹੋਊਗਾ, ਹਨਾ, ਤੇ ਰਨਿੰਗ ਤੁਸੀਂ ਕਿਸ ਤਰੀਕੇ ਨਾਲ ਕਰਨੀ ਹੈ, ਵਿਦਡਰੋ ਸਟੈਪਸ ਕਿਹੜੇ ਹੁੰਦੇ ਨੇ। ਤਾਂ ਸਾਰਾ ਕੀ ਹੈ ਬੱਚੇ ਨੂੰ ਪਹਿਲਾਂ ਅਸੀਂ ਕਰਕੇ ਦਿਖਾਵਾਂਗੇ, ਫਿਰ ਸਾਨੂੰ ਦੇਖ ਕੇ ਬੱਚਾ ਪਰਫਾਰਮ ਕਰੂਗਾ। ਇਸੇ ਤਰੀਕੇ ਨਾਲ ਇਹ ਮੈਥਡ ਸਾਇੰਸ ਵਾਲੇ ਵੀ ਵਰਤ ਸਕਦੇ ਨੇ, ਕੈਮਿਸਟਰੀ ਵਾਲੇ ਵਰਤ ਸਕਦੇ ਨੇ। ਜਦੋਂ ਉਹਨਾਂ ਨੇ ਕੋਈ ਵੀ ਰਿਐਕਸ਼ਨ ਕਰਕੇ ਦਿਖਾਉਣੀ ਹੈ ਤੇ ਜਾਂ ਕਿਸੇ ਇੰਸਟਰੂਮੈਂਟ ਦੀ ਉਹਨਾਂ ਨੇ ਵਰਕਿੰਗ ਦਿਖਾਉਣੀ ਹੈ ਤਾਂ ਡੈਮੋਸਟ੍ਰੇਸ਼ਨ ਮੈਥਡ ਯੂਜ਼ ਕਰਨਗੇ। SST ਵਾਲੇ ਯੂਜ਼ ਕਰ ਸਕਦੇ ਨੇ, ਉਹਨਾਂ ਨੇ ਧਰਤੀ ਦਾ ਮਾਡਲ ਦਿਖਾਉਣਾ ਤਾਂ ਉਹਨਾਂ ਨੂੰ ਡੈਮੋਸਟ੍ਰੇਸ਼ਨ ਦੇਣੀ ਪਊਗੀ, ਹੈ ਨਾ, ਧਰਤੀ ਦੀਆਂ ਲੇਅਰਸ ਦਿਖਾਉਣੀਆਂ ਨੇ, ਡੈਮੋਸਟ੍ਰੇਸ਼ਨ ਦੇਣੀ ਪਊਗੀ, ਕੋਈ ਪਹਾੜ ਦਿਖਾਉਣੇ ਨੇ, ਉਹਨਾਂ ਦੀ ਡੈਮੋਸਟ੍ਰੇਸ਼ਨ ਦੇਣੀ ਪਊਗੀ, ਹੈ ਨਾ। ਤਾਂ ਉਹ ਵੀ ਕੀ ਹੈ ਮਾਡਲ ਮੈਥਡ ਕਹਿ ਸਕਦੇ ਹਾਂ ਕਿ ਉਹ ਮਾਡਲ ਵਰਤ ਸਕਦੇ ਨੇ, ਡੈਮੋਸਟ੍ਰੇਟ ਕਰਕੇ ਉਹਨਾਂ ਨੂੰ ਛੋਟੀਆਂ ਚੀਜ਼ਾਂ ਵੱਡੀਆਂ ਚੀਜ਼ਾਂ ਬਾਰੇ ਦੱਸ ਸਕਦੇ ਨੇ। ਜਿਵੇਂ ਸਾਡਾ ਪੰਜਾਬ ਦਾ ਮੈਪ ਹੈ ਤਾਂ ਕੀ ਹੈ, ਇੱਕ ਪੰਜਾਬ ਦੀ ਇੱਕ ਤਰ੍ਹਾਂ ਦੀ ਡੈਮੋਸਟ੍ਰੇਸ਼ਨ ਹੀ ਕਰ ਰਹੇ ਹਾਂ, ਮਾਈਕਰੋ ਰਿਪਰੈਜ਼ੈਂਟੇਸ਼ਨ ਕਰ ਰਹੇ ਹਾਂ ਬੱਚਿਆਂ ਨੂੰ ਤਾਂ ਕਿ ਸਮਝ ਆ ਸਕੇ ਕਿ ਸਾਡੇ ਨਾਰਥ 'ਚ ਕਿਹੜੀ ਚੀਜ਼ ਹੈ, ਸਾਊਥ 'ਚ ਕਿਹੜੀ ਹੈ, ਈਸਟ ਦੇ ਵਿੱਚ ਕਿਹੜੀ ਹੈ ਤੇ ਵੈਸਟ 'ਚ ਕਿਹੜੀ ਹੈ। ਕੁਐਸਚਨ ਆਨਸਰ ਮੈਥਡ, ਇਹਦੀ ਗੱਲ ਇੱਕ ਦਿਨ ਪਹਿਲਾਂ ਵੀ ਆਪਾਂ ਨੇ ਲੈਕਚਰ ਦੇ ਵਿੱਚ ਕੀਤੀ ਸੀ ਕਿ ਇਹ ਮੈਥਡ ਜਿਹੜਾ ਇਨਵੈਂਟ ਕੀਤਾ ਸੀਗਾ ਸੋਕਰੇਟਸ ਨੇ, ਪੰਜਾਬੀ 'ਚ ਉਹਨੂੰ ਅਸੀਂ ਕਹਿੰਦੇ ਆ ਸੁਕਰਾਤ। ਇਹ ਬੰਦਾ ਗ੍ਰੀਕ ਦਾ ਬਹੁਤ ਵੱਡਾ ਫਿਲਾਸਫਰ ਹੋਇਆ, ਅਰਾਊਂਡ 400 BC ਦੇ ਆਸ-ਪਾਸ ਹੋਇਆ। ਇਹ ਬੰਦੇ ਨੇ ਇੱਕ ਕਨਸੈਪਟ ਦਿੱਤਾ ਕਿ ਤੁਸੀਂ ਕੀ ਕਰਨਾ ਹੈ, ਕੁਐਸਚਨ ਪੁੱਛਣੇ ਨੇ ਤੇ ਕਦੋਂ ਤੱਕ ਪੁੱਛਣੇ ਨੇ, ਜਦੋਂ ਕੁਐਸਚਨ ਦੇ ਵਿੱਚੋਂ ਕੁਐਸਚਨ ਹੈ ਜਿਹੜਾ ਖਤਮ ਨਾ ਹੋ ਜਾਵੇ। ਕੋਈ ਵੀ ਇੱਕ ਚੀਜ਼ ਲੈ ਲਓ ਕਿ ਮੈਂ ਕਹਿੰਦਾ ਕਿ ਫੁੱਟਬਾਲ ਕੀ ਹੁੰਦੀ ਹੈ, ਇੱਕ ਗੇਮ ਹੁੰਦੀ ਹੈ ਜੀ। ਹੁਣ ਗੱਲ ਇੱਥੇ ਨਹੀਂ ਖਤਮ ਹੁੰਦੀ, ਫਿਰ ਸਵਾਲ ਨਿਕਲ ਸਕਦਾ ਕਿ ਫੁੱਟਬਾਲ ਕਿੰਨੇ ਖਿਡਾਰੀ ਖੇਡਦੇ ਨੇ, ਠੀਕ ਹੈ ਜੀ, 2 ਟੀਮਾਂ ਖੇਡਦੀਆਂ ਨੇ, ਟੀਮਾਂ ਖੇਡਣ ਦੇ ਰੂਲ ਕੀ ਨੇ, ਹਨਾ, ਕਿੰਨੇ ਇਸ ਕੁਐਸਚਨਾਂ ਚੋਂ ਕੁਐਸਚਨ ਨੇ ਜਿਹੜੇ ਫਾਰਮ ਹੋ ਸਕਦੇ ਨੇ। ਉਹ ਕਹਿੰਦਾ ਇੱਕ ਸਟੂਡੈਂਟ ਨੂੰ ਉਦੋਂ ਤੱਕ ਕੁਐਸਚਨ ਕਰਨੇ ਚਾਹੀਦੇ ਨੇ ਜਦੋਂ ਤੱਕ ਕੁਐਸਚਨ ਹੈ ਜਿਹੜਾ ਉਹ ਖਤਮ ਨਹੀਂ ਹੋ ਜਾਂਦਾ। ਜਿਵੇਂ ਅਸੀਂ ਹੈਰੀਡਿਟੀ ਦੀ ਗੱਲ ਕੀਤੀ ਹੈ ਕਿ ਅਸੀਂ ਗੱਲ ਕੀਤੀ ਕਿ ਹੈਰੀਡਿਟੀ ਦੇ ਵਿੱਚੋਂ ਕੋਈ ਚੀਜ਼ ਜਿਹੜੇ ਸਾਡੇ ਗੁਣ ਨੇ ਪਾਸ ਕੌਣ ਕਰਦੇ, ਅਸੀਂ ਕਹਿੰਦਾ ਕ੍ਰੋਮੋਸੋਮ ਕਰਦੇ ਨੇ ਜੀ। ਤਾਂ ਕ੍ਰੋਮੋਸੋਮ ਦੇ ਵਿੱਚ ਇਹੋ ਜਿਹੀ ਕਿਹੜੀ ਚੀਜ਼ ਹੈ ਜਿਹੜੀ ਪਾਸਿੰਗ ਹੁੰਦੀ ਹੈ, ਤਾਂ ਉਹਨਾਂ ਦੇ ਵਿੱਚ ਜੀਨਸ ਨੇ ਬਹੁਤ ਸਾਰੇ, ਇੱਕ ਕ੍ਰੋਮੋਸੋਮ ਦੇ ਵਿੱਚ ਜੀਨ ਨੇ ਜਿਹੜੇ ਇਨਫੋਰਮੇਸ਼ਨ ਨੂੰ ਅੱਗੇ ਪਾਸ ਕਰਦੇ ਨੇ। ਤਾਂ ਅੱਗੇ ਇਹ ਜੀਨਸ ਐ ਕਿਵੇਂ ਇਨਫੋਰਮੇਸ਼ਨ ਪਾਸ ਕਰਦੇ ਨੇ, ਇੱਕ ਬੰਦੇ ਦੇ ਅਸੀਂ ਕਹਿੰਦੇ ਹਾਂ ਕਿ ਜੀਨ ਨੇ ਜਿਹੜੇ ਅੱਗੇ 2 ਤਰ੍ਹਾਂ ਦੇ ਨੇ, ਇੱਕ ਡੋਮੀਨੈਂਟ ਜੀਨ ਹੁੰਦੇ ਨੇ, ਇੱਕ ਰਿਸੈਸਿਵ ਜੀਨ ਹੁੰਦੇ ਨੇ। ਫਿਰ ਕੁਐਸਚਨ ਬਣਦਾ ਡੋਮੀਨੈਂਟ ਜੀਨ ਕਿਹੜਾ, ਰਿਸੈਸਿਵ ਜੀਨ ਕਿਹੜਾ। ਉਹ ਕੀ ਕਹਿੰਦਾ ਕਿ ਕੁਐਸਚਨ ਦੇ ਵਿੱਚੋਂ ਤੁਹਾਡਾ ਕੁਐਸਚਨ ਨਿਕਲਣਾ ਚਾਹੀਦਾ। ਜਿੰਨਾ ਚਿਰ ਤੁਹਾਡਾ ਕੁਐਸਚਨ ਕੋਈ ਹੋਰ ਬਚ ਨਹੀਂ ਜਾਂਦਾ, ਰਹਿ ਨਹੀਂ ਜਾਂਦਾ ਕਿ ਹਾਂ ਹੁਣ ਇਹਦੇ ਤੋਂ ਕੋਈ ਚੀਜ਼ ਕੁਐਸਚਨ ਹੈ ਜਿਹੜਾ ਪੁੱਛਿਆ ਨਹੀਂ ਜਾ ਸਕਦਾ, ਉਦੋਂ ਤੱਕ ਤੁਸੀਂ ਕੁਐਸਚਨ ਹੈ ਜਿਹੜਾ ਉਹ ਪੁੱਛਦੇ ਰਹੋ। ਨੈਕਸਟ ਸਾਡੇ ਕੋਲ ਆ ਜਾਂਦਾ ਸੀ ਡਿਸਕਸ਼ਨ ਮੈਥਡ। ਇਹਦੇ ਕੀ ਹੈ, ਅਸੀਂ ਜਦੋਂ ਸੰਵਾਦ ਕਰਦੇ ਹਾਂ ਸਾਹਮਣੇ ਵਾਲੇ ਨਾਲ ਤਾਂ ਡਿਸਕਸ਼ਨ ਮੈਥਡ ਹੈ ਜਿਹੜਾ ਅੱਜ ਕੱਲ੍ਹ ਬਹੁਤ ਯੂਜ਼ ਕੀਤਾ ਜਾਂਦਾ, ਪਰ ਇਹ ਮੈਥਡ ਹੈ ਜਿਹੜਾ ਇਹ ਮੈਚੁਰ ਬੰਦਿਆਂ 'ਚ ਅਸੀਂ ਯੂਜ਼ ਕਰ ਸਕਦੇ ਹਾਂ। ਹੁਣ ਇਹਦਾ ਫਾਇਦਾ ਕੀ ਹੈ, ਪਹਿਲਾਂ ਤਾਂ ਕੀ ਇਹਦੇ 'ਚ ਤੁਸੀਂ ਸਾਰੇ ਬੈਠ ਕੇ ਕਿਸੇ ਵੀ ਇੱਕ ਟੌਪਿਕ ਨੂੰ ਡਿਸਕਸ ਕਰ ਸਕਦੇ ਹੋ, ਤੁਸੀਂ ਓਪਨ ਹੋ, ਜਿਹੜੇ ਨੇ ਵੀ ਜਿਹੜਾ ਆਨਸਰ ਦੇਣਾ ਦੇ ਸਕਦਾ, ਤੇ ਜਿਹੜੇ ਇਹਦੇ ਆਨਸਰ ਨੂੰ ਕ੍ਰਿਟੀਸਾਈਜ਼ ਕਰਨਾ ਹੈ, ਜਿਹੜੇ ਦੀ ਗੱਲ ਦੀ ਆਲੋਚਨਾ ਕਰਨੀ ਹੈ ਉਹ ਕਰ ਸਕਦਾ। ਅਗਲੀ ਜਦੋਂ ਹਰੇਕ ਬੰਦਾ ਆਪਣਾ ਪੁਆਇੰਟ ਰੱਖਦਾ ਤਾਂ ਉਹਦੇ 'ਚ ਇੱਕ ਕੁਆਲਿਟੀ ਪੈਦਾ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਲੀਡਰਸ਼ਿਪ ਕੁਆਲਿਟੀ। ਤਾਂ ਤੁਹਾਡੇ 'ਚ ਬੋਲਣ ਦੀ ਕਲਾ ਹੈ ਜਿਹੜੀ ਉਹ ਡਿਵੈਲਪ ਹੁੰਦੀ ਹੈ। ਦੂਸਰੀ ਸਭ ਤੋਂ ਵੱਡੀ ਗੱਲ ਕੀ ਹੈ, ਸਾਡੇ 'ਚ ਸੁਣਨ ਦੀ ਕਲਾ ਡਿਵੈਲਪ ਹੁੰਦੀ ਹੈ, ਟੋਲਰੈਂਸ ਆਉਂਦੀ ਹੈ। ਮੈਂ ਕਿਸੇ ਬੰਦੇ ਨੂੰ ਜਵਾਬ ਸਹੀ ਤਰੀਕੇ ਨਾਲ ਤਾਂ ਹੀ ਦੇ ਸਕਦਾ ਜੇਕਰ ਮੈਂ ਉਹਦੀ ਪਹਿਲਾਂ ਗੱਲ ਨੂੰ ਸੁਣੂੰਗਾ। ਤਾਂ ਸਾਹਮਣੇ ਵਾਲੇ ਦੀ ਗੱਲ ਸੁਣਨ ਵਾਸਤੇ ਮੇਰੇ 'ਚ ਕੀ ਹੋਣੀ ਚਾਹੀਦੀ ਹੈ, ਟੋਲਰੈਂਸ ਹੋਣੀ ਚਾਹੀਦੀ ਹੈ। ਇਹ ਮੰਨਦੇ ਆ ਵੀ ਅਸੀਂ ਅੱਜ ਕੱਲ੍ਹ ਕਿਤੇ ਨਾ ਕਿਤੇ ਸਾਡੇ ਵਿੱਚੋਂ ਗਾਇਬ ਹੋ ਰਹੀ ਹੈ ਕਿ ਅਸੀਂ ਸਮਝਣ ਵਾਸਤੇ ਨਹੀਂ ਸੁਣਦੇ, ਅੱਜ ਕੱਲ੍ਹ ਸਾਹਮਣੇ ਵਾਲੇ ਬੰਦੇ ਦਾ ਜਵਾਬ ਦੇਣ ਵਾਸਤੇ ਸੁਣਦੇ ਹਾਂ। ਹਿਊਰਿਸਟਿਕ ਮੈਥਡ ਕੀ ਕਹਿੰਦਾ ਕਿ ਜਦੋਂ ਅਸੀਂ ਬੱਚਿਆਂ ਨੂੰ ਸਿਖਾਉਣਾ ਤਾਂ ਉਹ ਬਹੁਤ ਜ਼ਿਆਦਾ ਹਾਰਮੋਨੀ ਦੇ ਵਿੱਚ ਹੋਣਾ ਚਾਹੀਦਾ, ਬਹੁਤ ਜ਼ਿਆਦਾ ਹੈਲਦੀ ਇਨਵਾਇਰਨਮੈਂਟ ਦੇ ਵਿੱਚ ਹੋਣਾ ਚਾਹੀਦਾ ਤਾਂ ਕਿ ਬੱਚੇ ਉਹਨੂੰ ਇੰਜੋਏ ਕਰਨ, ਉਹਨਾਂ ਨੂੰ ਸਟ੍ਰੈਸ ਨਾ ਲੱਗੇ। ਹਿਊਰਿਸਟਿਕ ਮੈਥਡ ਕੀ ਕਹਿੰਦਾ ਕਿ ਬੱਚਿਆਂ ਦਾ ਜਿਹੜਾ ਐਨਵਾਇਰਨਮੈਂਟ ਹੈ ਉਹ ਕੀ ਹੋਣਾ ਚਾਹੀਦਾ, ਸਾਨੂੰ ਬਹੁਤ ਜ਼ਿਆਦਾ ਹੈਲਦੀ ਬਣਾਉਣਾ ਚਾਹੀਦਾ। ਨੈਕਸਟ ਸਾਡੇ ਕੋਲ ਆਉਂਦਾ ਪ੍ਰੋਬਲਮ ਸੋਲਵਿੰਗ ਜੇ ਸਾਡੇ ਕੋਲੇ ਜਦੋਂ ਅਸੀਂ ਐਮਪੀਐਡ ਕਰਦੇ ਸੀ ਤਾਂ ਐਮਪੀਐਡ ਦੇ ਵਿੱਚ ਡੈਜ਼ਰਟੇਸ਼ਨ ਹੋ ਸਕਦਾ ਕਿਸੇ ਨੇ ਰੱਖਿਆ ਹੋਵੇ, ਜਾਂ ਜਿਹਨੇ ਐਮਫਿਲ ਜਾਂ ਪੀਐਚਡੀ ਕੀਤੀ ਹੈ ਤਾਂ ਉਹਨਾਂ ਨੇ ਵੀ ਕੋਈ ਨਾ ਕੋਈ ਪ੍ਰੋਬਲਮ ਹੈ ਜਿਹੜੀ ਕਾਊਂਟਰ ਕੀਤੀ ਹੋਊਗੀ। ਤਾਂ ਪ੍ਰੋਬਲਮ ਸੋਲਵਿੰਗ ਮੈਥਡ ਕੀ ਕਹਿੰਦਾ ਹੈ ਕਿ ਬੱਚੇ ਨੂੰ ਕੋਈ ਨਾ ਕੋਈ ਪ੍ਰੋਬਲਮ ਦਿਓ ਤੇ ਉਹਨੂੰ ਕਹੋ ਕਿ ਤੁਸੀਂ ਇਹਦਾ ਕੋਈ ਨਾ ਕੋਈ ਜਿਹੜਾ ਲੀਗਲ ਹੱਲ ਹੈ, ਲੀਗਲ ਸੋਲੂਸ਼ਨ ਹੈ ਉਹ ਕੱਢ ਕੇ ਲੈ ਕੇ ਆਓ।
ਤਾਂ ਲੀਗਲ ਹੱਲ ਕੱਢਣ ਵਾਸਤੇ ਇੱਕ ਟਰਮ ਯੂਜ਼ ਕੀਤੀ ਜਾਂਦੀ ਹੈ ਜਿਹਨੂੰ ਅਸੀਂ ਹਾਈਪੋਥੈਸਿਸ ਕਹਿੰਦੇ ਹਾਂ। ਤਾਂ ਜਦੋਂ ਵੀ ਤੁਸੀਂ ਕੋਈ ਰਿਸਰਚ ਦੇ ਵਿੱਚ ਇਨਵੋਲਵ ਹੁੰਦੇ ਹੋ ਤਾਂ ਸਾਨੂੰ ਪਹਿਲਾਂ ਕੋਈ ਨਾ ਕੋਈ ਹਾਈਪੋਥੈਸਿਸ ਲਾਉਣਾ ਪੈਂਦਾ ਹੈ, ਯਾਨੀ ਕਿ ਅੰਦਾਜ਼ਾ ਲਗਾਉਣਾ ਪੈਂਦਾ ਕਿ ਇਸ ਪ੍ਰੋਬਲਮ ਦਾ ਹੱਲ ਕੀ ਹੋ ਸਕਦਾ ਹੈ। ਜਿਹੜਾ ਵੀ ਉਹਦਾ ਕੋਈ ਹੱਲ ਹੋਊਗਾ ਅਸੀਂ ਫਿਰ ਉਹਦੇ ਵੱਲ ਕੀ ਆ ਸਾਡਾ ਕੰਮ ਕਰਨਾ ਸ਼ੁਰੂ ਕਰ ਦੇਵਾਂਗੇ। ਫਿਰ ਐਂਡ ਤੇ ਅਸੀਂ ਮਿਲਾ ਕੇ ਦੇਖਦੇ ਹਾਂ ਕਿ ਜਿਹੜਾ ਮੈਂ ਅੰਦਾਜ਼ਾ ਲਗਾਇਆ ਸੀਗਾ ਕੀ ਮੇਰੇ ਰਿਜ਼ਲਟ ਉਹੀ ਆਏ ਨੇ ਤੇ ਜਾਂ ਫਿਰ ਰਿਜ਼ਲਟ ਨੇ ਮੇਰੇ ਉਹ ਚੇਂਜ ਹੋ ਗਏ। ਉਸ ਤੋਂ ਬਾਅਦ ਇਹਦੀ ਜਿਹੜੀ ਪ੍ਰੋਬਲਮ ਹੈ ਇਹ ਕੀ ਹੋਣੀ ਚਾਹੀਦੀ ਹੈ, ਪ੍ਰੈਜ਼ੈਂਟ ਪ੍ਰੋਬਲਮ ਰੱਖ ਸਕਦੇ ਹਾਂ ਅਸੀਂ, ਹੈ ਨਾ। ਜਿਹੜੀ ਕੋਈ ਪੁਰਾਣੇ ਟਾਈਮ ਦੇ ਵਿੱਚ ਪ੍ਰੋਬਲਮ ਹੋਈ ਸੀ ਜਿਹੜੀ ਅੱਜ ਐਪਲੀਕੇਬਲ ਨਹੀਂ ਹੈਗੀ ਤਾਂ ਉਹਨੂੰ ਸਭ ਉਹਦੇ ਉੱਪਰ ਸਾਨੂੰ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ। ਬੱਚੇ ਨੂੰ ਇਹੋ ਜਿਹੀ ਪ੍ਰੋਬਲਮ ਦੇਣ ਦਾ ਫਾਇਦਾ ਜਿਹਦਾ ਪ੍ਰੈਜ਼ੈਂਟ ਦੇ ਵਿੱਚ ਜਿਹਦੀ ਐਪਲੀਕੇਸ਼ਨ ਹੋਵੇ। ਉਸ ਤੋਂ ਬਾਅਦ ਇਹ ਮੈਥਡ ਹੈ ਜਿਹੜਾ, ਇਸ ਮੈਥਡ ਨੂੰ ਅਸੀਂ ਟਰਾਇਲ ਐਂਡ ਐਰਰ ਮੈਥਡ ਵੀ ਕਹਿ ਦਿੰਦੇ ਹਾਂ ਕਿ ਬੱਚੇ ਨੂੰ ਜਦੋਂ ਕੋਈ ਪ੍ਰੋਬਲਮ ਦਓਗੇ ਤਾਂ ਉਹ ਟਰਾਇਲ ਕਰ ਰਿਹਾ ਤੇ ਉਹ ਤੋਂ ਗਲਤੀਆਂ ਵੀ ਹੋਣਗੀਆਂ। ਟਰਾਇਲ ਐਂਡ ਐਰਰ ਮੈਥਡ ਬੇਸਿਕਲੀ ਕਿਹਨੇ ਦਿੱਤਾ ਸੀਗਾ, ਇਹ ਥੋਰਨਡਾਈਕ ਨੇ ਦਿੱਤਾ ਸੀਗਾ। ਤਾਂ ਉਹਨੇ ਕਿਹਾ ਸੀਗਾ ਕਿ ਬੰਦਾ ਜਦੋਂ ਟਰਾਇਲ ਕਰੂਗਾ ਕੋਈ ਵੀ ਕੰਮ ਕਰੂਗਾ ਤਾਂ ਉਹ ਤੋਂ ਗਲਤੀਆਂ ਹੋਣੀਆਂ ਲਾਜ਼ਮੀ ਨੇ। ਜਿਹੜੇ ਬੰਦੇ ਤੋਂ ਕੋਈ ਗਲਤੀ ਨਹੀਂ ਹੋ ਰਹੀ ਇਟ ਮੀਨਸ ਉਹ ਜ਼ਿੰਦਗੀ 'ਚ ਕੁਝ ਕਰ ਹੀ ਨਹੀਂ ਰਿਹਾ। ਨੈਕਸਟ ਸਾਡੇ ਕੋਲ ਆਉਂਦਾ ਜੀ ਡਿਸਕਵਰੀ ਮੈਥਡ। ਡਿਸਕਵਰੀ ਮੈਥਡ ਵੀ ਆਲਮੋਸਟ ਜਿਹੜਾ ਪ੍ਰੋਬਲਮ ਸੋਲਵਿੰਗ ਦਾ ਵਰਗਾ ਹੀ ਹੈ। ਇਹਦੇ ਵਿੱਚ ਵੀ ਬੱਚੇ ਨੂੰ ਕੋਈ ਨਾ ਕੋਈ ਚੀਜ਼ ਫਾਈਂਡ ਆਊਟ ਕਰਨ ਦੇ ਲਈ ਦੇ ਦਿੱਤੀ ਜਾਂਦੀ ਹੈ ਤੇ ਬੱਚਾ ਉਹ ਚੀਜ਼ ਫਾਈਂਡ ਆਊਟ ਕਰਕੇ ਲੈ ਕੇ ਆਉਂਦਾ। ਇੰਡਕਟਿਵ ਐਂਡ ਡਿਡਕਟਿਵ, ਇਹ ਬੇਸਿਕਲੀ ਵੈਸੇ ਰੀਜ਼ਨਿੰਗ ਦਾ ਪਾਰਟ ਨੇ। ਇੰਡਕਟਿਵ ਐਂਡ ਡਿਡਕਟਿਵ ਰੀਜ਼ਨਿੰਗ ਹੁੰਦੀ ਆ। ਇਹਦਾ ਜਿਹੜੇ ਫਾਊਂਡਰ ਹੈਗੇ ਨੇ ਉਹ ਹੈਗੇ ਨੇ ਐਰਿਸਟੋਟਲ ਤੇ ਫ੍ਰਾਂਸਿਸ ਬੇਕਨ। ਫ੍ਰਾਂਸਿਸ ਬੇਕਨ ਨੇ ਇੱਕ ਹੋਰ ਸਾਇੰਟੀਫਿਕ ਮੈਥਡ ਵੀ ਦਿੱਤਾ ਸੀ ਇੰਡਕਟਿਵ ਐਂਡ ਡਿਡਕਟਿਵ। ਇੰਡਕਟਿਵ ਕੀ ਹੈ, ਜਦੋਂ ਕੋਈ ਚੀਜ਼ ਅਸੀਂ ਸੌਖੇ ਤੋਂ ਔਖੇ ਪਾਸੇ ਵੱਲ ਨੂੰ ਲੈ ਕੇ ਜਾਂਦੇ ਹਾਂ ਉਹਨੂੰ ਇੰਡਕਟਿਵ ਰੀਜ਼ਨਿੰਗ ਕਹਿੰਦੇ ਆ। ਜਦੋਂ ਅਸੀਂ ਬੱਚੇ ਨੂੰ ਕੋਈ ਚੀਜ਼ ਔਖੇ ਪਾਸੇ ਤੋਂ ਸੌਖੇ ਪਾਸੇ ਵੱਲ ਨੂੰ ਸਿਖਾਉਣੀ ਸ਼ੁਰੂ ਕਰ ਦਿੰਦੇ ਹਾਂ ਉਹਨੂੰ ਅਸੀਂ ਡਿਡਕਟਿਵ ਰੀਜ਼ਨਿੰਗ ਕਹਿੰਦੇ ਹਾਂ। ਇੰਡਕਟਿਵ ਸੌਖੇ ਤੋਂ ਔਖੇ ਵੱਲ ਜਾਣਾ, ਡਿਡਕਟਿਵ ਔਖੇ ਤੋਂ ਸੌਖੇ ਵੱਲ ਜਾਣਾ। ਨੈਕਸਟ ਸਾਡੇ ਕੋਲ ਆ ਜਾਂਦਾ ਜੀ ਇੱਕ ਟਰਮ ਸੀਗੀ ਜਿਹਨੂੰ ਅਸੀਂ ਬੋਲਦੇ ਹਾਂ KG ਸਕੂਲ। ਅਸੀਂ ਕਹਿ ਦਿੰਦੇ ਹਾਂ ਕਿ ਬੱਚਾ KG ਸਕੂਲ ਦੇ ਵਿੱਚ ਪੜ੍ਹ ਰਿਹਾ ਤਾਂ KG ਦੀ ਫੁੱਲ ਫਾਰਮ ਕੀ ਹੈ, ਕਿੰਡਰਗਾਰਟਨ। ਕਿੰਡਰਗਾਰਟਨ ਜਿਹੜੀ ਟਰਮ ਹੈ ਪਹਿਲੀ ਵਾਰੀ ਜਿਹੜੇ ਇਹ ਸਕੂਲ ਸੀ ਕਿਹੜੇ ਬੰਦੇ ਨੇ ਖੋਲ੍ਹੇ ਸੀਗੇ, ਫਰਾਈਡਰਿਚ ਸਟ੍ਰੌਬਲ ਬੰਦਾ ਸੀਗਾ ਜਿਹਨੇ ਪਹਿਲੀ ਵਾਰੀ ਇਹ ਸਕੂਲ ਓਪਨ ਕੀਤੇ। ਤਾਂ ਇਹੀ ਬੰਦਾ ਅੱਗੇ ਫਾਊਂਡਰ ਦਾ ਪਲੇਵੇ ਦਾ ਜਿਹੜਾ ਪਲੇਵੇ ਮੈਥਡ ਅੱਜ ਜਿਹੜੇ ਛੋਟੇ ਬੱਚੇ ਨੇ ਬਹੁਤ, ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਅਸੀਂ ਨੇ ਇੱਕ ਕਿ ਜਿਹੜਾ ਅਰਲੀ ਚਾਈਲਡਹੁੱਡ ਹੈ ਉਹਨੂੰ ਪ੍ਰੀ ਸਕੂਲ ਏਜ ਕਿਹਾ ਗਿਆ। ਅਰਲੀ ਚਾਈਲਡਹੁੱਡ ਨੂੰ ਅਸੀਂ ਕੀ ਕਹਿੰਦੇ ਆ, ਪ੍ਰੀ ਸਕੂਲ ਏਜ ਕਹਿੰਦੇ ਆ ਕਿ ਬੱਚਾ ਸਕੂਲ ਦੇ ਵਿੱਚ ਹਾਲੇ ਨਹੀਂ ਗਿਆ ਕਿਉਂਕਿ ਆਲਮੋਸਟ ਫੋਰਨ ਕੰਟਰੀਜ਼ ਨੇ ਜਿਹੜੀਆਂ ਉਹ 6 ਸਾਲ ਤੋਂ ਬੱਚੇ ਦੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਉਣੀਆਂ ਨੇ। ਪਰ ਅਸੀਂ ਨੇ ਉਹਦਾ ਅਲਟਰਨੇਟਿਵ ਹੁਣ ਕੀ ਲੱਭ ਰਿਹਾ ਕਿ ਅਸੀਂ ਨੇ ਪਲੇਵੇ ਸਕੂਲ ਸ਼ੁਰੂ ਕਰਤੇ ਕਿ 6 ਸਾਲ ਤੋਂ ਪਹਿਲਾਂ ਬੱਚੇ ਨੂੰ ਅਸੀਂ ਕੀ ਹੈ ਪਲੇਵੇ ਸਕੂਲ ਦੇ ਵਿੱਚ ਭੇਜਦੇ ਹਾਂ ਜਿੱਥੇ ਬੱਚਾ ਖੇਡ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਸਿੱਖ ਲੈਂਦਾ। ਤਾਂ ਇਹਦਾ ਫਾਊਂਡਰ ਵੀ ਕੌਣ ਹੈ, FF ਮੀਨਸ ਉਹੀ ਫਰਾਈਡਰਿਚ ਸਟ੍ਰੌਬਲ ਜਿਹੜਾ ਅਸੀਂ ਪਹਿਲਾਂ ਲਿਖਿਆ ਸੀ। ਇੱਕ ਹੈਗਾ ਹੈਨਰੀ ਕੋਲਡਵੈਲ। ਇਹਨਾਂ ਦੋਨਾਂ ਬੰਦਿਆਂ ਨੇ ਮਿਲ ਕੇ ਇੱਕ ਮੈਥਡ ਸ਼ੁਰੂ ਕੀਤਾ ਸੀ ਜਿਹਨੂੰ ਅਸੀਂ ਕੀ ਕਹਿੰਦੇ ਹਾਂ ਪਲੇਵੇ ਮੈਥਡ। ਉਸ ਤੋਂ ਬਾਅਦ ਬ੍ਰੇਨਸਟੋਰਮਿੰਗ ਹੈ, ਇਹ ਮੈਥਡ ਦਿੱਤਾ ਸੀਗਾ ਐਲੈਕਸ ਪੈਕਨੀ ਅਬਜ਼ਰਵ ਨੇ। ਉਹਨੇ ਕੀ ਕਿਹਾ ਸੀਗਾ ਕਿ ਬੱਚੇ ਨੂੰ ਇਹੋ ਜਿਹੀ ਤੁਸੀਂ ਐਕਟੀਵਿਟੀ ਕਰਨ ਦੇ ਲਈ ਦੇਣੀ ਹੈ ਕਿ ਬੱਚੇ ਨੂੰ ਆਪਣਾ ਦਿਮਾਗ ਹੈ ਜਿਹੜਾ ਉਹ ਯੂਜ਼ ਕਰਨਾ ਪਵੇ। ਹੁਣ ਬੱਚਾ ਜਦੋਂ ਆਪਣੇ ਬ੍ਰੇਨ ਨੂੰ ਯੂਜ਼ ਕਰੂਗਾ ਉਹਨੂੰ ਕਿਸੇ ਵੀ ਐਕਟੀਵਿਟੀ ਨੂੰ ਕਰਨ ਦੇ ਲਈ ਤਾਂ ਉਹਦਾ ਬ੍ਰੇਨ ਜਦੋਂ ਯੂਜ਼ ਹੋਣਾ ਸ਼ੁਰੂ ਹੋ ਗਿਆ ਇਟ ਮੀਨਸ ਬੱਚੇ ਦੀ ਡਿਵੈਲਪਮੈਂਟ ਹੈ ਜਿਹੜੀ ਉਹਦੀ ਜਿਹੜੀ ਮੈਚਿਓਰੇਸ਼ਨ ਆਪਣੇ ਆਪ ਹੋਣੀ ਸਟਾਰਟ ਹੋ ਗਈ। ਮਾਈਕਰੋ ਟੀਚਿੰਗ ਹੈ ਜਿਹੜੀ ਇਹ ਡਿਵਾਈਡ ਐਲਨ ਨੇ ਸ਼ੁਰੂ ਕੀਤੀ ਸੀ। ਮਾਈਕਰੋ ਟੀਚਿੰਗ ਅਸੀਂ ਕੀ ਕਹਿ ਰਹੇ ਹਾਂ, ਜਿਹੜੀ ਸਾਡੀ ਟੀਚਿੰਗ ਪ੍ਰੈਕਟਿਸ ਲੱਗਦੀ ਹੈ। ਜਿਵੇਂ ਅਸੀਂ ਸਕੂਲਾਂ ਦੇ ਵਿੱਚ ਦੇਖਿਆ ਹੋਊਗਾ ਜਿਹੜੇ ETT ਵਾਲੇ ਸਟੂਡੈਂਟਸ ਨੇ ਉਹ ਕੀ ਹੈ ਸਕੂਲਾਂ ਦੇ ਵਿੱਚ ਉਹਨਾਂ ਨੂੰ ਪੜ੍ਹਾਉਣ ਦੇ ਲਈ ਭੇਜਿਆ ਜਾਂਦਾ ਤਾਂ ਕਿ ਜਦੋਂ ਉਹ ਅਸਲੀ ਟੀਚਰ ਬਣਨ ਤਾਂ ਜਦੋਂ ਸਕੂਲਾਂ ਦੇ ਵਿੱਚ ਪਹਿਲੀ ਵਾਰੀ ਜਾਣਗੇ ਉਹਨਾਂ ਨੂੰ ਕੁਝ ਵੀ ਓਪਰਾਪਨ ਨਾ ਲੱਗੇ। ਤਾਂ ਉਹਨਾਂ ਨੂੰ ਪਹਿਲਾਂ ਹੀ ਜਦੋਂ ਉਹ ਪੜ੍ਹ ਰਹੇ ਹੁੰਦੇ ਨੇ ਉਦੋਂ ਸਕੂਲਾਂ ਦੇ ਵਿੱਚ ਪੜ੍ਹਾਉਣ ਦੇ ਲਈ ਭੇਜ ਦਿੱਤਾ ਜਾਂਦਾ। ਇਸ ਟਰਮ ਲਈ ਅਸੀਂ ਕਾਹਦੇ ਲਈ ਵਰਤਦੇ ਹਾਂ, ਮਾਈਕਰੋ ਟੀਚਿੰਗ ਦੇ ਲਈ। ਸਾਨੂੰ ਜਿਵੇਂ ਸਾਨੂੰ ਜਿਹੜੇ ਟੀਚਿੰਗ ਪਲਾਨ ਦਿੱਤੇ ਜਾਂਦੇ ਸੀ ਦੂਜੇ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਉਹ ਵੀ ਇਸੇ ਦਾ ਪਾਰਟ ਸੀਗੇ ਮਾਈਕਰੋ ਟੀਚਿੰਗ ਦਾ। ਸੋਸ਼ੀਓਮੈਟਰੀ ਦੇ ਵਿੱਚ ਜਿਹੜੀਆਂ ਇਹ ਬੇਸਿਕਲੀ ਕੁਛ ਇਹਨਾਂ ਦੇ ਵਿੱਚੋਂ ਮੈਥਡ ਨੇ ਪਰ ਕੁਝ ਟੈਸਟ ਵੀ ਨੇ। ਸੋਸ਼ੀਓਮੈਟਰੀ ਹੈ ਜਿਹੜੀ ਇਹ ਬੱਚਿਆਂ ਨੂੰ ਮਾਪਣ ਵਾਸਤੇ ਹੁੰਦੀ ਹੈ ਕਿ ਬੱਚੇ ਸੋਸ਼ਲਾਈਜ਼ਡ ਕਿੰਨੇ ਕੁ ਨੇ, ਲੋਕਾਂ ਦੇ ਨਾਲ ਕਿੰਨਾ ਕੁ ਸੰਪਰਕ ਬਣਾ ਸਕਦੇ ਨੇ, ਕਿਸੇ ਦੇ ਫਰੈਂਡ ਸਰਕਲ 'ਚ ਰਹਿਣਾ ਪਸੰਦ ਕਰਦੇ ਨੇ ਜਾਂ ਇਕੱਲੇ ਰਹਿਣਾ ਪਸੰਦ ਕਰਦੇ ਨੇ। ਇਹ ਕੀ ਦਿੱਤਾ ਸੀਗਾ ਜੇਕਬ ਐਲ ਮੋਰਨੋ ਨੇ। ਤੇ ਇਹਨੇ ਇੱਕ ਹੋਰ ਮੈਥਡ ਲੱਭਿਆ ਸੀਗਾ ਰੋਲ ਪਲੇਇੰਗ ਮੈਥਡ।
ਜਾਣੀ ਕਿ ਤੁਸੀਂ ਬੱਚੇ ਨੂੰ ਕੋਈ ਨਾ ਕੋਈ ਰੋਲ ਪਲੇ ਕਰਨ ਵਾਸਤੇ ਦੇ ਸਕਦੇ ਹੋ। ਜਿਵੇਂ ਕਲਾਸ ਦੇ ਵਿੱਚ ਤੁਸੀਂ ਨੇ ਬੱਚਿਆਂ ਨੂੰ ਵੱਖੋ ਵੱਖਰੇ ਸਾਇੰਟਿਸਟਾਂ ਬਾਰੇ ਪੜ੍ਹਾਉਣਾ, ਤਾਂ ਅਸੀਂ ਇੱਕ ਨੂੰ ਕਹਿ ਸਕਦੇ ਹਾਂ ਕਿ ਇਹ ਐਲਬਰਟ ਆਇਨਸਟਾਈਨ ਬਣ ਕੇ ਆਊਗਾ, ਸਾਰਾ ਕੁਝ ਉਹਦੇ ਵਾਲਾ ਕਰੂਗਾ। ਇੱਕ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਨਿਊਟਨ ਬਣ ਕੇ ਆਊਗਾ, ਉਹ ਸਾਰਾ ਕੁਝ ਨਿਊਟਨ ਵਾਲਾ ਕਰੂਗਾ, ਹੈ ਨਾ। ਤਾਂ ਵੱਖੋ ਵੱਖਰੇ ਬੱਚਿਆਂ ਨੂੰ ਅਸੀਂ ਰੋਲ ਪਲੇ ਦੇ ਸਕਦੇ ਹਾਂ, ਤਾਂ ਉਹ ਐਜ਼ ਏ ਉਹੀ ਬੰਦਾ ਐਕਟ ਕਰਨਗੇ, ਉਹਦੇ ਬਾਰੇ ਜਾਣਕਾਰੀ ਇਕੱਠੀ ਕਰਕੇ ਲੈ ਕੇ ਆਉਣਗੇ ਤੇ ਉਸ ਕਲਾਸ ਦੇ ਸਾਹਮਣੇ ਕੀ ਕਰਨਗੇ, ਆਪਣੇ ਆਪ ਨੂੰ ਪ੍ਰੈਜ਼ੈਂਟ ਕਰਨਗੇ। ਪ੍ਰੋਗਰਾਮ ਲਰਨਿੰਗ ਵੀ ਇਸੇ ਦਾ ਪਾਰਟ ਹੈ ਕਿ ਬੱਚਿਆਂ ਨੂੰ ਜਿਹੜਾ ਕੁਝ ਪਹਿਲੇ ਇੱਕ ਸਟਰਕਚਰ ਕਰ ਲਿਆ ਤੁਸੀਂ, ਜਿਹੜਾ ਤੁਸੀਂ ਕੁਝ ਸਿਖਾਉਣਾ, ਇਹਨਾਂ ਦੇ ਵਿੱਚ ਕਈ ਵਾਰ ਵੀ ਕਨਫਿਊਜ਼ਨ ਹੋ ਜਾਂਦੀ ਹੈ। ਇਹ ਜਿਹੜੀਆਂ ਦੋ ਟਰਮਾਂ ਨੇ ਨਾ, ਇਹਨਾਂ ਦੇ ਵਿੱਚੋਂ ਤੁਹਾਨੂੰ ਵੈਸੇ ਕੁਝ ਨਹੀਂ ਪੁੱਛਿਆ ਜਾਣਾ, ਜਿਹੜੀ ਚੀਜ਼ ਤੁਹਾਨੂੰ ਪੁੱਛੀ ਜਾਣੀ ਹੈ ਇਹ ਪੁੱਛੀ ਜਾਣੀ ਹੈ ਕਿ ਟਰਮ ਹੈ ਜਿਹੜੀ ਇਹ ਕੁਆਇਨ ਕਿਹਨੇ ਕੀਤੀ, ਇਹ ਮੈਥਡ ਕਿਹਦੀ ਦੇਣ ਹੈ। ਤਾਂ ਹੁਣ ਜਿਵੇਂ ਇਹ ਦੋ ਨੇ, ਇੱਕ ਹੈਗਾ ਪ੍ਰੋਗਰਾਮ ਲਰਨਿੰਗ, ਇਹ ਦਿੱਤਾ ਸੀ BF ਸਕੇਲਰ ਨੇ, ਹੁਣ ਇਹਦੇ ਨਾਲ ਵੀ ਪ੍ਰੋਗਰਾਮ ਲੱਗਿਆ ਹੋਇਆ, ਬਟ ਇਹ ਹੈਗੀ ਹੈ ਇੰਸਟਰਕਸ਼ਨ। ਇੱਕ ਪ੍ਰੋਗਰਾਮ ਲਰਨਿੰਗ ਹੈ ਜਿਹੜੀ BF ਸਕੇਲਰ ਨੇ ਦਿੱਤੀ ਹੈ, ਦੂਸਰੀ ਹੈਗੀ ਹੈ ਪ੍ਰੋਗਰਾਮ ਇੰਸਟਰਕਸ਼ਨ, ਇਹ ਕੀ ਦਿੱਤੀ ਹੋਈ ਹੈ ਨੋਰਮਨ ਕਾਰਡਰ ਦੀ। ਤਾਂ ਹੁਣ ਇਹ ਦੋਨੇ ਇਹਨੇ ਡਿਵੈਲਪਮੈਂਟ ਇਸੇ ਮੈਥਡ ਬਣਾਇਆ, ਇਹਨੇ ਇਸੇ ਤੋਂ ਹੀ ਡਿਵੈਲਪ ਕਰਕੇ, ਪਰ ਦੋਨਾਂ ਦੇ ਨਾਮ ਅੱਡ-ਅੱਡ ਨੇ ਤੇ ਦੋਨਾਂ ਦੇ ਫਾਊਂਡਰ ਕੀ ਹੋ ਗਏ ਅਲੱਗ-ਅਲੱਗ। ਕਈ ਵਾਰ ਐਵੇਂ ਦੇ ਨਾਮ ਦੇ ਵਿੱਚ ਸਾਨੂੰ ਕਨਫਿਊਜ਼ਨ ਹੋ ਜਾਂਦੀ ਹੈ। ਵਿਨੈਕਟਾ ਮੈਥਡ, ਇਹਦੇ ਬਾਰੇ ਪੜ੍ਹਨ ਵਾਲਾ ਕੁਝ ਨਹੀਂ ਹੈਗਾ, ਜਸਟ ਇਹ ਬੰਦੇ ਨੇ ਜਿਹਨੇ ਟਰਮ ਕੁਆਇਨ ਕੀਤੀ ਸੀ ਉਹਦਾ ਨਾਮ ਹੈਗਾ ਕੈਰਟਨ ਵਾਸ਼ਬਰਨ। ਬ੍ਰੇਲ ਸਕ੍ਰਿਪਟ ਇਹ ਲੂਇਸ ਬ੍ਰੇਲ ਨੇ ਦਿੱਤੀ ਸੀ, ਮੈਂ ਇਹ ਇੰਪੋਰਟੈਂਟ ਹੈ, ਇਹਦੇ ਨਾਲ ਰਿਲੇਟਡ ਕਈ ਵਾਰ ਕੁਐਸਚਨ ਆ ਜਾਂਦਾ। ਇਹ ਜਿਹੜੀ ਦਿੱਤੀ ਸੀ ਇਹਨੇ ਬੰਦੇ ਨੇ ਉਹਨਾਂ ਲੋਕਾਂ ਵਾਸਤੇ ਬਣਾਈ ਸੀ ਜਿਹੜੇ ਨੂੰ ਦਿਖਦਾ ਨਹੀਂ। ਜੇਕਰ ਕਈ ਵਾਰ ਤੁਸੀਂ ATM ਦੇ ਉੱਪਰ ਧਿਆਨ ਦਿੱਤਾ ਹੋਵੇ, ਜਦੋਂ ਅਸੀਂ ATM ਦੇ ਉੱਪਰ ਜਾਂਦੇ ਆ ਤਾਂ ਜਿਹੜਾ ਉੱਥੇ ਸੁੱਚਾਂ ਬਣੀਆਂ ਹੁੰਦੀਆਂ ਨੇ 1 2 3 4 ਵਾਲੀਆਂ, ਤਾਂ ਉਹਨਾਂ ਉੱਪਰ ਛੋਟੀਆਂ ਬਿੰਦੀਆਂ ਬਣੀਆਂ ਹੁੰਦੀਆਂ ਨੇ, ਕਦੇ ਤੁਸੀਂ ਨੇ ਦੇਖਿਆ ਹੋਵੇ। ਤਾਂ ਉਹ ਬਿੰਦੀਆਂ ਐਕਚੁਅਲੀ ਵਿੱਚ ਕੀ ਹੈ, ਉਹ ਬ੍ਰੇਲ ਸਕ੍ਰਿਪਟ ਹੈ, ਉਹ ਲੂਇਸ ਬ੍ਰੇਲ ਨੇ ਪੈਦਾ ਕੀਤੀ ਸੀ। ਤਾਂ ਜਿਹੜਿਆਂ ਬੰਦਿਆਂ ਨੂੰ ਦਿਖਦਾ ਨਹੀਂ ਹੈਗਾ, ਉਹ ਸੈਂਸ ਦੇ ਰਾਹੀਂ ਆਪਣੀ ਉਂਗਲੀ ਲਾ ਕੇ ਉਹ ਬਿੰਦੀਆਂ ਨੂੰ ਪੜ੍ਹ ਕੇ ਪਤਾ ਲਾ ਲੈਂਦੇ ਨੇ ਕਿ ਇਹ 1 ਲਿਖਿਆ ਹੋਇਆ, 2 ਲਿਖਿਆ ਹੋਇਆ ਤੇ ਜਾਂ ਫਿਰ 3 ਲਿਖਿਆ ਹੋਇਆ। ਤਾਂ ਇਹ ਲਿਪੀ ਬ੍ਰੇਲ ਲੂਇਸ ਨੇ ਬਣਾਈ ਸੀਗੀ, ਲੂਇਸ ਬ੍ਰੇਲ ਨੇ, ਉਹਦੇ ਨਾਮ ਤੋਂ ਹੀ ਇਹ ਲਿਪੀ ਸੀ ਜਿਹੜੀ ਇਹ ਮਸ਼ਹੂਰ ਹੋ ਗਈ। ਇਹਨੂੰ ਬ੍ਰੇਲ ਲਿਪੀ ਕਿਹਾ ਜਾਣ ਲੱਗ ਗਿਆ। ਜਿਵੇਂ ਸਾਡੀ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ, ਅਸੀਂ ਕਿਹੜੀ ਲਿਪੀ ਯੂਜ਼ ਕਰਦੇ ਹਾਂ, ਗੁਰਮੁਖੀ ਲਿਪੀ। ਸੇਮ ਐਜ਼ ਇਟ ਇਜ਼, ਜਿਵੇਂ ਗੁਰਮੁਖੀ ਲਿਪੀ ਹੈ ਸਾਡੀ, ਉਸੇ ਤਰੀਕੇ ਨਾਲ ਜਿਹੜੇ ਲੋਕਾਂ ਨੂੰ ਦਿਖਦਾ ਨਹੀਂ, ਜਿਹੜੇ ਬਲਾਈਂਡ ਪੀਪਲ ਨੇ, ਜਿਹੜੀ ਲਿਪੀ ਉਹ ਯੂਜ਼ ਕਰਦੇ ਨੇ ਪੜ੍ਹਨ ਵਾਸਤੇ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਬ੍ਰੇਲ ਲਿਪੀ। ਬ੍ਰੇਲ ਸਕ੍ਰਿਪਟ ਬੋਲਿਆ ਜਾਂਦਾ, ਉਸਨੂੰ ਬ੍ਰੇਲ ਲਿਪੀ ਬੋਲਿਆ ਜਾਂਦਾ। ਇਹਦੇ ਵਿੱਚ ਬਹੁਤ ਵੱਡਾ ਨਾਮ ਆਉਂਦਾ, ਇੱਕ ਕੁੜੀ ਜਿਹੜੀ ਇਹਦੇ ਟੈਕਨੀਕ ਦੇ ਰਾਹੀਂ ਪੜ੍ਹੀ ਹੋਈ ਹੈ ਹੈਲਨ ਕੈਲਰ, ਜਿਹਨੂੰ ਸੁਣਦਾ ਵੀ ਨਹੀਂ ਸੀ, ਦਿਖਦਾ ਵੀ ਨਹੀਂ ਸੀ। ਉਹ ਕੁੜੀ ਨੇ ਗ੍ਰੈਜੂਏਸ਼ਨ ਤੱਕ ਕੀਤੀ ਤੇ ਆਪਣੀ ਜ਼ਿੰਦਗੀ ਦੇ ਉੱਪਰ ਉਹਨੇ ਆਪ ਖੁਦ ਕਿਤਾਬ ਲਿਖੀ ਹੈ। ਨਾ ਉਹ ਬੋਲ ਸਕਦੀ ਸੀ, ਨਾ ਸੁਣ ਸਕਦੀ ਸੀ। ਪੜ੍ਹੀ ਵੀ ਉਹ ਕਾਹਦੇ ਰਾਹੀਂ, ਬ੍ਰੇਲ ਲਿਪੀ ਦੇ ਰਾਹੀਂ, ਤੇ ਕਿਤਾਬ ਵੀ ਉਹਨੇ ਕਾਹਦੇ ਰਾਹੀਂ ਲਿਖੀ ਹੈ, ਬ੍ਰੇਲ ਲਿਪੀ ਦੇ ਰਾਹੀਂ। ਨੈਕਸਟ ਸਾਡੇ ਕੋਲ ਆਉਂਦਾ ਜੀ ਕਨਸੈਪਟ ਆਫ ਬੇਸਿਕ ਐਜੂਕੇਸ਼ਨ। ਬੇਸਿਕ ਐਜੂਕੇਸ਼ਨ ਦਾ ਕਨਸੈਪਟ ਹੈ ਜਿਹੜਾ ਇਹ ਕੁਆਇਨ ਕੀਤਾ ਸੀਗਾ ਮਹਾਤਮਾ ਗਾਂਧੀ ਨੇ। ਉਸ ਤੋਂ ਬਾਅਦ ਸਾਡੇ ਕੋਲ ਆਉਂਦਾ ਇਮੀਟੇਸ਼ਨ ਮੈਥਡ। ਇਮੀਟੇਸ਼ਨ ਮੈਥਡ ਕੀ ਹੈ, ਜਦੋਂ ਬੱਚਾ ਦੇਖ ਕੇ ਸਿੱਖਦਾ, ਇਹ ਐਲਬਰਟ ਬੰਦੂਰਾ ਨੇ ਦਿੱਤਾ ਸੀਗਾ। ਇਹ ਸਾਡੇ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਵੀ ਲਰਨਿੰਗ ਥਿਊਰੀਜ਼ ਦੇ ਵਿੱਚ ਆਉਂਦਾ। ਇਹਦਾ ਐਕਸਪੈਰੀਮੈਂਟ ਵੀ ਆਉਂਦਾ ਐਲਬਰਟ ਬੰਦੂਰਾ ਦਾ, ਜਿਹੜਾ ਬੇਬੀ ਡਾਲ ਐਕਸਪੈਰੀਮੈਂਟ ਬੋਲਿਆ ਜਾਂਦਾ ਇਹਨੂੰ, ਕਿ ਬੱਚਿਆਂ ਨੂੰ ਜਿਹੜਾ ਕੁਝ ਕਰਕੇ ਤੁਸੀਂ ਦਿਖਾਓਗੇ ਤਾਂ ਬੱਚੇ ਉਹਦੀ ਕੀ ਕਰਨਗੇ, ਤੁਹਾਡੀ ਕਾਪੀ ਕਰਨਗੇ। ਉਸ ਤੋਂ ਬਾਅਦ ਹਰਬਰਟੇਰੀਅਨ ਮੈਥਡ ਆ ਗਿਆ। ਆ ਵੀ ਮੈਥਡ ਦਾ ਵੀ ਜਿਹੜਾ ਇੰਪੋਰਟੈਂਟ ਹੈ, ਇਹਨੂੰ ਬੋਲਦੇ ਅਸੀਂ ਹਰਬਾਰਟੀਅਨ ਮੈਥਡ। ਇਹ ਦਿੱਤਾ ਕਿਹਨੇ ਸੀ, ਹਰਬਰਟ ਨੇ ਦਿੱਤਾ ਸੀ। ਇਹਦੇ ਬੇਸਿਕਲੀ 5 ਸਟੈਪ ਨੇ ਇਸ ਮੈਥਡ ਦੇ। 5 ਸਟੈਪ ਕਿਹੜੇ ਨੇ? ਸਭ ਤੋਂ ਪਹਿਲਾਂ ਤੁਸੀਂ ਮੰਨ ਲਓ ਕਿ ਤੁਸੀਂ ਨੇ ਕੱਲ੍ਹ ਕਲਾਸ ਦੇ ਵਿੱਚ ਜਾ ਕੇ ਪੜ੍ਹਾਉਣਾ, ਤਾਂ ਪੜ੍ਹਾਉਣ ਵੇਲੇ ਤੁਸੀਂ ਜਿਹੜਾ ਸਭ ਤੋਂ ਪਹਿਲਾ ਕੰਮ ਕੀ ਕਰੋਗੇ, ਘਰੇ ਜਾ ਕੇ ਉਹਨੂੰ ਲੈਸਨ ਪਲਾਨ ਨੂੰ ਆਪਣੇ ਲਈ ਪ੍ਰਪੇਅਰ ਕਰੋਗੇ, ਜਿਵੇਂ ਅਸੀਂ BPEd MPEd ਕਰਦੇ ਹੁੰਦੇ ਸੀ। ਪ੍ਰਪੇਅਰ ਕਰਨ ਤੋਂ ਬਾਅਦ ਅਗਲਾ ਸਟੈਪ ਜਦੋਂ ਪ੍ਰਪੇਅਰ ਹੋ ਗਿਆ, ਫਿਰ ਪਾਰਟ ਕਾਹਦਾ ਆ ਜਾਊਗਾ, ਪ੍ਰੈਜੈਂਟੇਸ਼ਨ ਦਾ। ਫਿਰ ਅਸੀਂ ਅੱਗੇ ਜਾ ਕੇ ਕੀ ਕਰਾਂਗੇ, ਪ੍ਰੈਜੈਂਟੇਸ਼ਨ ਕਰਾਂਗੇ। ਪ੍ਰੈਜੈਂਟੇਸ਼ਨ ਤੋਂ ਨੈਕਸਟ ਸਾਡੇ ਕੋਲ ਆਉਂਦੀ ਹੈ ਐਸੋਸੀਏਸ਼ਨ। ਜਿਹੜੀ ਚੀਜ਼ ਮੈਂ ਤੁਹਾਨੂੰ ਪੜ੍ਹਾ ਰਿਹਾ ਉਹਨੂੰ ਮੈਂ ਕਿਸੇ ਚੀਜ਼ ਨਾਲ ਜਦੋਂ ਐਸੋਸੀਏਟ ਕਰਕੇ ਪੜ੍ਹਾਊਂਗਾ ਤਾਂ ਤੁਹਾਡੀ ਉਹ ਚੀਜ਼ ਆ ਜਿਹੜੀ ਜ਼ਿਆਦਾ ਲੰਬੇ ਸਮੇਂ ਦੇ ਲਈ ਯਾਦ ਰਹੇਗੀ। ਉਸ ਤੋਂ ਬਾਅਦ ਜਨਰਲਾਈਜੇਸ਼ਨ ਕਰਨੀ ਹੈ ਉਸਦੀ, ਉਹਦੀ ਇੰਪਲੀਕੇਸ਼ਨਸ ਹੈਗੀਆਂ ਕੀ ਨੇ, ਤੁਸੀਂ ਇੱਕ ਚੀਜ਼ ਨੂੰ ਦੂਜੀ ਥਾਂ ਤੇ ਵਰਤ ਕਿਵੇਂ ਸਕਦੇ ਹੋ। ਲਾਸਟ ਵਨ ਹੈਗਾ ਸਾਡਾ 5ਵਾਂ ਸਟੈਪ ਹੈ ਜਿਹੜਾ, ਉਹ ਕੀ ਹੈ, ਐਪਲੀਕੇਸ਼ਨ। ਇਹ ਤੋਂ ਬਿਨਾਂ ਅਸੀਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਹੋਰ ਵੀ ਤੁਸੀਂ ਮੈਥਡ ਦੇਖੇ ਹੋਣਗੇ। ਅਸੀਂ ਇੱਕ ਮੈਥਡ ਵਰਤਦੇ ਹਾਂ ਫਿਜ਼ੀਕਲ ਐਜੂਕੇਸ਼ਨ ਦੇ ਵਿੱਚ, ਜਿਹਨੂੰ ਅਸੀਂ ਬੋਲਦੇ ਹਾਂ ਬਾਏ ਪਾਰਟ ਮੈਥਡ। ਜਦੋਂ ਅਸੀਂ ਬੱਚਿਆਂ ਨੂੰ ਕੋਈ ਟੈਕਨੀਕ ਸਿਖਾਉਣੀ ਹੈ ਤਾਂ ਇਹ ਨਹੀਂ ਹੈਗਾ ਕਿ ਮੈਂ ਸਾਰੇ ਦਾ ਸਾਰਾ ਘੁੰਮ ਕੇ ਉਹਨਾਂ ਨੂੰ ਸ਼ਾਰਟਕਟ ਦੀ ਪੂਰੀ ਰੋਟੇਸ਼ਨ ਦੇ ਵਿੱਚ ਜਾ ਕੇ ਉਹਨਾਂ ਨੂੰ ਸ਼ਾਰਟਕਟ ਦੇ ਕੇ ਤੇ ਦੱਸਦਾ ਕਿ ਜੀ ਇਹ ਕੀ ਹੈ, ਸ਼ਾਰਟਕਟ ਲਿਖਣਾ।
मैं उन्होंने की करूँगा बाय पार्ट कराऊंगा। मैं पहले उन्होंने दसूँगा कि शॉर्ट मैं रखना किवें है, रखना कित्थे है, पूरी कितनी उच्ची होगी, कितनी नीवी होगी, फड़ना किधर है, लत्तां कितनियां खुलियां होणगियां, ग्लाइडिंग करनी है कि रोटेशन करनी है, हर चीज़ मैं की दसूँगा बाय पार्ट। हुण ये मैथड साडे फिजिकल एजुकेशन जान के स्पोर्ट्स दे विच यूज़ किया जाता है। हुण एक चीज़ तुसीं पार्ट टू होल करा सकते हो, जिवें असीं इधर जर्नल टू स्पैसिफिक कीता सीगा इंडक्टिव ते डिडक्टिव दे विच। दूसरा तुसीं होल टू पार्ट करा सकते हो, जानी कि तुसीं पहला यह है बच्चे नूं एक एक पार्ट करके सिखाया, अलाउंग जंप सिखाउणा। मैं पहले उन्होंने दस्सिया कि रनवे किवें लैणा जां रनवे किवें सैट करना है, उस तो बाद टेक ऑफ किवें लैणा, फ्लाइट दे विच की करना है, लैंडिंग दे विच की करना है। बाय पार्ट करन तो बाद फिर उन्होंने पूरा करके दिखाया कि इकट्ठी कंपाइल किवें होगी। तो या फिर मैं ये कर सकता पहला तो टेक्निक परफॉर्म करके दिखा दूंगा पूरी की पूरी, उस तो बाद उन्होंने पार्टां दे विच तोड़ के दिखा दूंगा कि पहला ये चीज़ होगी, फिर ये चीज़, फिर ये चीज़। ये टेक्निक्स ने जिहड़ियां साडीआं स्पोर्ट्स दे विच आम ही वरतियां जांदियां ने। हाँ जी, टीचिंग मैथड तो साडा जिहड़ा नैक्सट टॉपिक है वो सोशलाइजेशन, जिहनूं पंजाबी च असीं कहने समाजीकरण। साडी असीं पहली लाइन तो ही पढ़ना शुरू करांगे। पहली लाइन असने लिखी है कि एरिस्टोटल, जिहनूं पंजाबी च असीं अरस्तू कहने, उन्हें एक लाइन दित्ती सी, उन्हें आख्या सीगा कि मैन इज अ सोशल एनीमल। हुण वो कहता हैगा तो बंदा भी की है, एक एनीमल ही है, एक जानवर ही है, बट की है वो सोशल है। जानी कि एक सोसाइटी बना के उस दे विच रह रहा है, उहदी जिहड़ी सोसाइटी बनाई है मनुक्खां ने, उस सोसाइटी के कुछ रीति रिवाज ने, उन्हां दे कुछ रूल्स एंड रेगूलेशनस ने, उन्हां दा कोई ना कोई कल्चर है ना। तो बंदे नूं की कहता हैगा एनीमल, बट हैगा की है वो सोशल है। समाज दे विच समाजीकरण के थ्रू रहिंदा ते बहुत सारे जिहड़े लॉज बने हुए ने सोसाइटी दे, उहनूं की करदा फॉलो करदा है। ਹੁਣ ਪਹਿਲਾਂ ਅਸੀਂ ਦੇਖਦੇ ਹਾਂ ਕਿ ਸੋਸ਼ਲਾਈਜੇਸ਼ਨ ਹੈ ਜਿਹੜੇ ਐਕਚੁਅਲ ਦੇ ਵਿੱਚ ਹੈਗੀ ਕੀ ਹੈ। ਸੋਸ਼ਲਾਈਜੇਸ਼ਨ ਕਿਹਨੂੰ ਕਹਿੰਦੇ, ਕਿਹਨੂੰ ਨਹੀਂ, ਤਾਂ ਇਹ ਕੀ ਹੈ ਪ੍ਰੋਸੈਸ ਆਫ ਅਡਾਪਟਿੰਗ ਸੋਸ਼ਲ ਨੋਰਮਸ, ਕਲਚਰ ਐਂਡ ਬਿਲੀਫਸ ਐਂਡ ਵੈਲਿਊਜ਼ ਕਹਿ ਸਕਦੇ ਹਾਂ ਨਾ। ਇਹ ਕਾਹਦੀ ਪ੍ਰੋਸੈਸ ਹੈ ਜਿਹਦੇ 'ਚ ਅਸੀਂ ਅਡਾਪਟ ਕਰਦੇ ਹਾਂ। ਕੀ ਚੀਜ਼ ਅਡਾਪਟ ਕਰਦੇ ਹਾਂ ਅਸੀਂ ਨੇ, ਹਰੇਕ ਸਮਾਜ ਦੇ ਕੋਈ ਨਾ ਕੋਈ ਨੋਰਮਸ ਨੇ, ਜਿਹੜੇ ਸਮਾਜ ਦੇ ਵਿੱਚ ਅਸੀਂ ਪੈਦਾ ਹੋਏ ਹਾਂ। ਜਿਸ ਅਸੀਂ ਇੱਧਰ ਸਾਡਾ ਪੰਜਾਬੀ ਸਮਾਜ ਹੈ ਤਾਂ ਅਸੀਂ ਪੰਜਾਬ ਦੇ ਜਿਹੜੇ ਨੋਰਮਸ ਨੇ ਉਹਨਾਂ ਨੂੰ ਅਡੈਪਟ ਕਰਾਂਗੇ। ਇੱਥੋਂ ਦੇ ਲੋਕਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਅਸੀਂ ਉਹਨਾਂ ਨੂੰ ਅਡੈਪਟ ਕਰਾਂਗੇ, ਤੇ ਜਿਹੜਾ ਇੱਥੋਂ ਦਾ ਕਲਚਰ ਹੈ ਅਸੀਂ ਉਹਨੂੰ ਅਡੈਪਟ ਕਰਾਂਗੇ। ਜੇਕਰ ਅਸੀਂ ਕਿਸੇ ਹੋਰ ਸਮਾਜ ਦੇ ਵਿੱਚ ਪੈਦਾ ਹੋਏ ਹੁੰਦੇ, ਅਸੀਂ ਕਿਸੇ ਹੋਰ ਕੰਟਰੀ ਦੇ ਵਿੱਚ, ਕਿਸੇ ਹੋਰ ਈਵਨ ਕਿਸੇ ਹੋਰ ਸਟੇਟ ਦੇ ਵਿੱਚ ਵੀ ਅਸੀਂ ਪੈਦਾ ਹੋਏ ਹੁੰਦੇ, ਤਾਂ ਵੀ ਅਸੀਂ ਕੀ ਕਰਨਾ ਸੀਗਾ, ਤਾਂ ਉੱਥੋਂ ਦੇ ਜਿਹੜੇ ਨੋਰਮਸ, ਵੈਲਿਊਜ਼ ਤੇ ਕਲਚਰ ਸੀ ਉਹਨੂੰ ਅਸੀਂ ਅਡਾਪਟ ਕਰਨਾ ਸੀਗਾ। ਨੈਕਸਟ ਇਹਨੂੰ ਕੀ ਕਿਹਾ ਜਾਂਦਾ ਕਿ ਇਟ ਇਜ਼ ਅ ਪ੍ਰੋਸੈਸ ਥਰੂ ਵਿਚ ਅ ਬਾਇਓਲੋਜੀਕਲ ਚਾਈਲਡ ਅਕਿਓਰ ਸਪੈਸੀਫਿਕ ਕਲਚਰ ਆਇਡੈਂਟੀਟੀ। ਜਾਨੀ ਕਿ ਇੱਕ ਬਾਇਓਲੋਜੀਕਲ ਬੱਚਾ ਹੈ ਜਿਹੜਾ ਉਹ ਕੀ ਕਰ ਰਿਹਾ ਹੈ, ਕਿਸੇ ਨਾ ਕਿਸੇ ਤਰ੍ਹਾਂ ਦੀ ਕਲਚਰਲ ਆਇਡੈਂਟੀਟੀ ਪ੍ਰਾਪਤ ਕਰ ਰਿਹਾ ਹੈ। ਸਮਾਜੀਕਰਨ ਕੀ ਹੈ, ਜਦੋਂ ਇੱਕ ਜੀਵ ਹੈ ਜਿਹੜਾ ਉਹ ਕੀ ਕਰ ਰਿਹਾ ਹੈ, ਸੁਸਾਇਟੀ ਦੇ ਨੋਰਮਸ, ਸੁਸਾਇਟੀ ਦੀਆਂ ਵੈਲਿਊਜ਼ ਉਹਨਾਂ ਨੂੰ ਗ੍ਰਹਿਣ ਕਰ ਰਿਹਾ ਹੈ ਤੇ ਆਪਦੀ ਕੋਈ ਨਾ ਕੋਈ ਆਇਡੈਂਟੀਟੀ ਬਣਾ ਰਿਹਾ ਹੈ। ਹੁਣ ਜਿਹੜੇ ਅਸੀਂ ਮੰਨ ਲਓ ਅਸੀਂ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਤਾਂ ਜਨਮ ਤੋਂ ਹੀ ਸਾਡੇ ਨਾਮ ਦੇ ਨਾਲ ਕੀ ਜੁੜ ਗਿਆ, ਸਿੰਘ ਜੁੜ ਗਿਆ। ਜਦੋਂ ਪੈਦਾ ਹੋਏ ਅਸੀਂ ਇੱਕ ਬਾਇਓਲੋਜੀਕਲ ਜੀਵ ਸੀ, ਬਟ ਕਲਚਰ ਕਿਹੜਾ ਮਿਲਿਆ, ਤਾਂ ਕਲਚਰ ਨੇ ਸਾਨੂੰ ਕੀ ਦਿੱਤੀ, ਇੱਕ ਆਇਡੈਂਟੀਟੀ ਦਿੱਤੀ। ਤੇ ਜਿਹੜੀ ਆਇਡੈਂਟੀਟੀ ਸਾਨੂੰ ਮਿਲ ਗਈ, ਸਾਰੀ ਉਮਰ ਅਸੀਂ ਆਲਮੋਸਟ ਕੋਈ 1% ਉਹ ਜਿਹੜਾ ਕੋਈ ਆਪਣਾ ਕਲਚਰ ਜਾਂ ਰਿਲੀਜਨ ਚੇਂਜ ਕਰ ਲੈਂਦਾ, ਬਾਕੀ ਅਸੀਂ ਮੋਸਟਲੀ ਕੀ ਹੈ ਕਿ ਉਸੇ ਕਲਚਰ ਦੇ ਉੱਪਰ ਕੀ ਕਰਦੇ ਹਾਂ, ਚੱਲਦੇ ਹਾਂ। ਉਹਦੇ ਜਿਹੜੇ ਨੋਰਮਸ ਨੇ, ਉਹਦੇ ਜਿਹੜੇ ਰੂਲ ਰੈਗੂਲੇਸ਼ਨਸ ਨੇ, ਉਹਨੂੰ ਅਸੀਂ ਕੀ ਕਰਦੇ ਹਾਂ, ਫੋਲੋ ਕਰਦੇ ਹਾਂ। ਹੁਣ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਦੋਂ ਸੋਸ਼ਲਾਈਜੇਸ਼ਨ ਕਿਸੇ ਬੰਦੇ ਦੀ ਹੋਣੀ ਹੈ, ਜਦੋਂ ਕਿਸੇ ਦਾ ਸਮਾਜੀਕਰਨ ਹੋਣਾ ਹੈ, ਤਾਂ ਫਿਰ ਕੁਝ ਰੂਲਸ ਨੇ ਜਿਹੜੇ ਉਹ ਫੋਲੋ ਕੀਤੇ ਜਾਂਦੇ ਨੇ। ਰੂਲਸ ਕੀ ਨੇ ਜਾਂ ਸਟੇਜਸ ਕੀ ਨੇ ਉਹਦੇ, ਜਾਂ ਟਾਈਪਸ ਕਹਿ ਸਕਦੇ ਹਾਂ ਕੀ ਨੇ। ਸਭ ਤੋਂ ਪਹਿਲੀ ਜਿਹੜੀ ਸਾਡੇ ਕੋਲ ਸਟੇਜ ਹੁੰਦੀ ਹੈ ਉਹਦੀ ਪ੍ਰਾਇਮਰੀ ਸਟੇਜ। ਜਦੋਂ ਬੱਚੇ ਦਾ ਜਨਮ ਹੋਇਆ, ਆਪਾਂ ਪੜ੍ਹਨੀ ਦੇਖੋ ਚਾਈਲਡ ਡਿਵੈਲਪਮੈਂਟ ਹੀ ਹੈ ਨਾ, ਉਹਦੇ ਵੱਖੋ ਵੱਖਰੇ ਤਰੀਕੇ ਨੇ ਬਸ ਪੜ੍ਹਨ ਦੇ। ਸਾਰੀ ਚਾਈਲਡ ਡਿਵੈਲਪਮੈਂਟ ਪੈਡਾਗੋਜੀ ਉਹਦੀ ਚੱਲੂਗੀ। ਬੱਚੇ ਦਾ ਜਦੋਂ ਜਨਮ ਹੋਇਆ, ਸਭ ਤੋਂ ਪਹਿਲਾਂ ਬੱਚਾ ਕਿੱਥੇ ਜਾਊਗਾ, ਘਰ ਦੇ ਵਿੱਚ ਆਪਣੇ ਦੇ ਵਿੱਚ। ਯਾਨੀ ਕਿ ਬੱਚੇ ਦਾ ਸਮਾਜੀਕਰਨ ਸ਼ੁਰੂ ਕਿੱਥੋਂ ਹੋ ਰਿਹਾ, ਆਪਣੇ ਪਰਿਵਾਰ ਦੇ ਵਿੱਚ, ਆਪਣੀ ਮਾਤਾ ਕੋਲ, ਆਪਣੇ ਪਿਤਾ ਕੋਲ, ਆਪਣੀ ਭੈਣ ਕੋਲ, ਆਪਣੇ ਭਰਾ ਕੋਲ, ਆਪਣੇ ਦਾਦਾ ਦਾਦੀ ਕੋਲ। ਸਭ ਤੋਂ ਪਹਿਲਾਂ ਬੱਚਾ ਕਿੱਥੇ ਹੈ, ਉਹਦਾ ਪ੍ਰਾਇਮਰੀ ਜਿਹੜੀ ਸਟੇਟ ਹੈ ਉਹ ਕਿੱਥੇ ਮਿਲਦੀ ਹੈ, ਉਹਨੂੰ ਆਪਣੇ ਘਰੇ ਮਿਲਦੀ ਹੈ। ਸਾਡੇ ਕੋਲੇ ਨੈਕਸਟ ਆ ਜਾਂਦਾ ਸੈਕੰਡਰੀ ਸਟੇਜ ਤੇ ਪਹੁੰਚ ਕੇ ਅਸੀਂ ਕੀ ਕਰਦੇ ਹਾਂ, ਅਸੀਂ
ਇਕੱਲਾ ਘਰੇ ਤਾਂ ਨਹੀਂ ਰਹਿਣਾ ਸਾਰੀ ਉਮਰ, ਸਾਨੂੰ ਘਰ ਤੋਂ ਬਾਹਰ ਵੀ ਤਾਂ ਨਿਕਲਣਾ ਪੈਣਾ। ਤਾਂ ਜਦੋਂ ਘਰ ਤੋਂ ਬਾਹਰ ਨਿਕਲਦੇ ਹਾਂ ਅਸੀਂ, ਚਾਹੇ ਸਕੂਲ 'ਚ ਆਉਂਦੇ ਹਾਂ, ਚਾਹੇ ਆਪਣੇ ਸਾਥੀਆਂ ਨਾਲ ਬਾਹਰ ਖੇਡਦੇ ਹਾਂ, ਤਾਂ ਉੱਥੋਂ ਵੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸੋਸਾਇਟੀ ਪ੍ਰਤੀ ਸਿੱਖਦੇ ਹਾਂ। ਉਸ ਤੋਂ ਬਾਅਦ ਐਂਟੀਸਪੇਟਰੀ। ਹੁਣ ਜਦੋਂ ਅਸੀਂ ਬਾਹਰ ਜਾਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਆਪਣੇ ਕੋਈ ਨਾ ਕੋਈ ਰੋਲ ਮਾਡਲ ਨੇ ਜਿਹੜੇ ਉਹ ਬਣਾਉਣੇ ਸ਼ੁਰੂ ਕਰ ਲੈਂਦੇ ਹਾਂ। ਅਸੀਂ ਸੋਚਦੇ ਹਾਂ ਕੋਈ ਫੁੱਟਬਾਲ ਦਾ ਛੋਟਾ ਬੱਚਾ ਜਿਹੜਾ ਖੇਡਦਾ ਉਹ ਸੋਚਦਾ ਕਿ ਮੈਂ ਵੱਡਾ ਹੋ ਕੇ ਮੈਸੀ ਵਰਗਾ ਬਣਨਾ, ਕੋਈ ਸੋਚਦਾ ਕਿ ਮੈਂ ਵੱਡਾ ਹੋ ਕੇ ਰੋਨਾਲਡੋ ਵਰਗਾ ਬਣਨਾ। ਤਾਂ ਅਸੀਂ ਆਪਣੇ ਆਪ ਨੂੰ ਐਂਟੀਸਪੇਟ ਕਰਨਾ ਸ਼ੁਰੂ ਕਰ ਦਿੰਦੇ ਹਾਂ। ਅਸੀਂ ਆਪਣੇ ਆਪ ਨੂੰ ਕਿਸੇ ਦੂਜੇ ਵਰਗਾ ਇੱਕ ਰੋਲ ਮਾਡਲ ਲੈ ਕੇ ਉਹਦੇ ਵਰਗਾ ਬਣਾਉਣਾ ਸ਼ੁਰੂ ਕਰ ਲੈਂਦੇ ਹਾਂ। ਡਿਵੈਲਪਮੈਂਟਲ। ਹੁਣ ਜੇਕਰ ਤੁਸੀਂ ਕੋਈ ਵੀ ਚੀਜ਼ ਡਿਵੈਲਪਮੈਂਟਲ ਦੇ ਵਿੱਚ ਐਕਚੁਅਲ ਦੇ ਵਿੱਚ ਆਊਗਾ ਕਿ ਤੁਸੀਂ ਇੱਕ ਸਕਿੱਲ ਡਿਵੈਲਪ ਕਰਨੀ ਹੈ, ਤਾਂ ਹਰ ਇੱਕ ਬੰਦਾ ਜਿਹੜਾ ਕੋਈ ਨਾ ਕੋਈ ਜਿਹੜੇ ਵੱਡਾ ਹੁੰਦਾ ਤਾਂ ਉਹਦੇ 'ਚ ਕੋਈ ਨਾ ਕੋਈ ਸਕਿੱਲ ਵੀ ਡਿਵੈਲਪ ਹੁੰਦੀ ਹੈ। ਕੋਈ ਬੰਦਾ ਟੀਚਰ ਬਣਦਾ ਤਾਂ ਟੀਚਿੰਗ ਵੀ ਇੱਕ ਸਕਿੱਲ ਹੈ, ਕੋਈ ਬੰਦਾ ਡਾਕਟਰ ਬਣਦਾ ਤਾਂ ਡਾਕਟਰੀ ਵੀ ਇੱਕ ਕੀ ਹੈ ਸਕਿੱਲ ਹੈ, ਕੋਈ ਇੰਜੀਨੀਅਰ ਬਣਦਾ ਉਹ ਵੀ ਕੀ ਹੈ ਇੱਕ ਸਕਿੱਲ ਹੈ। ਤਾਂ ਇਹ ਕੀ ਹੈ ਡਿਵੈਲਪਮੈਂਟਲ ਸਟੇਜ ਹੈ, ਜਦੋਂ ਤੁਸੀਂ ਆਪਣੇ ਲਈ ਕੋਈ ਨਾ ਕੋਈ ਕਿੱਤਾ ਚੂਜ਼ ਕਰਨਾ ਹੈ, ਕੋਈ ਨਾ ਕੋਈ ਆਕੂਪੇਸ਼ਨ ਚੂਜ਼ ਕਰਨਾ ਹੈ ਜਿਹਦੇ ਵਿੱਚ ਕੀ ਹੋਊਗੀ ਸਕਿੱਲ ਯੂਜ਼ ਹੋਊਗੀ। ਲਾਸਟ ਸਾਡੇ ਕੋਲ ਆ ਜਾਂਦਾ ਹੈ ਜੀ ਰੀਸੋਸ਼ਲਾਈਜੇਸ਼ਨ। ਰੀਸੋਸ਼ਲਾਈਜੇਸ਼ਨ ਦਾ ਮਤਲਬ ਕੀ ਹੈ ਕਿ ਮੰਨ ਲਓ ਕਿ ਮੈਂ ਸਾਡੇ ਬੱਚੇ ਨੇ ਅੱਜ ਕੱਲ੍ਹ ਕੀ ਹੋ ਰਿਹਾ ਇੰਡੀਆ ਛੱਡ ਕੇ ਫੋਰਨ ਜਾ ਰਹੇ ਨੇ। ਹੁਣ ਉਹਨਾਂ ਨੂੰ ਜਿਹੜੀ ਕਲਚਰਲ ਆਇਡੈਂਟੀਟੀ ਇੱਥੇ ਮਿਲੀ ਸੀ, ਇੱਥੇ ਜਿਹੜੇ ਉਹਨਾਂ ਨੂੰ ਸੋਸ਼ਲ ਨੋਰਮਸ ਮਿਲੇ ਸੀ ਉਹ ਅਲੱਗ ਸੀ। ਜਦੋਂ ਫੋਰਨ ਕੈਨੇਡਾ ਜਾਂ ਆਸਟ੍ਰੇਲੀਆ ਜਾ ਰਹੇ ਨੇ ਉੱਥੋਂ ਦਾ ਕਲਚਰ ਨੋਰਮਸ ਬਿਲਕੁਲ ਕੀ ਨੇ ਸਾਡੇ ਨਾਲੋਂ ਅਲੱਗ ਨੇ। ਹੁਣ ਇੱਕ ਤਾਂ ਸੋਸ਼ਲਾਈਜੇਸ਼ਨ ਉਹਦੀ ਸਾਡੇ ਇਸ ਸਮਾਜ ਦੇ ਵਿੱਚ ਹੋਈ ਸੀ। ਹੁਣ ਇਸ ਤੋਂ ਬਾਅਦ ਉਹਨੇ ਦੂਜੇ ਸਮਾਜ ਦੇ ਵਿੱਚ ਜਦੋਂ ਪੈਰ ਧਰੂਗਾ ਉੱਥੇ ਜਾ ਕੇ ਸਾਰਾ ਕੁਝ ਨਵਾਂ ਉਹਨੂੰ ਫੇਰ ਕੀ ਕਰਨਾ ਪਊਗਾ ਅਡਾਪਟ ਕਰਨਾ ਪਊਗਾ। ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ ਰੀਸੋਸ਼ਲਾਈਜੇਸ਼ਨ। ਜਦ ਕਿ ਇੱਕ ਵਾਰ ਤਾਂ ਉਹਨੇ ਜਨਮ ਤੋਂ ਕੋਈ ਹੋਰ ਰੂਲ ਤੇ ਰੈਗੂਲੇਸ਼ਨ ਜਿਹੜੇ ਸਮਾਜ ਦੇ ਫੋਲੋ ਕੀਤੇ ਸੀ, ਪਰ ਜਦੋਂ ਉਹਦੀ ਸੁਸਾਇਟੀ ਚੇਂਜ ਹੋ ਗਈ, ਜਦੋਂ ਉਹਦੀ ਸਥਾਨ ਚੇਂਜ ਹੋ ਗਿਆ, ਥਾਂ ਦੀ ਬਦਲੀ ਹੋ ਗਈ, ਫਿਰ ਜਿਹੜੇ ਨਵੇਂ ਸਮਾਜ ਦੇ ਵਿੱਚ ਉਹ ਜਾਊਗਾ ਉੱਥੋਂ ਦੇ ਰੂਲ ਉਹਨੂੰ ਕੀ ਕਰਨੇ ਪੈਣਗੇ ਫੋਲੋ ਕਰਨੇ ਪੈਣਗੇ। ਜਿਵੇਂ ਕਿਹਾ ਜਾਂਦਾ ਕਿ ਇਫ ਯੂ ਵਾਂਟ ਟੂ ਸਰਵਾਈਵ ਦੈਨ ਯੂ ਹੈਵ ਟੂ ਫੋਲੋ ਦਾ ਰੂਲਸ ਆਫ ਦਾ ਲੈਂਡ। ਜੇਕਰ ਜਿਹੜੀ ਜਗ੍ਹਾ ਤੇ ਤੁਸੀਂ ਨੇ ਸਰਵਾਈਵ ਕਰਨਾ ਤਾਂ ਉੱਥੋਂ ਦੇ ਰੂਲਸ ਨੇ ਜਿਹੜੇ ਉਸ ਧਰਤੀ ਦੇ ਤੁਹਾਨੂੰ ਕੀ ਕਰਨੇ ਪੈਣਗੇ ਫੋਲੋ ਕਰਨੇ ਹੀ ਪੈਣਗੇ। ਤਾਂ ਇਸ ਟਰਮ ਨੂੰ ਅਸੀਂ ਕੀ ਕਹਿੰਦੇ ਆ ਜਦੋਂ ਨਵੀਂ ਜਗ੍ਹਾ ਤੇ ਜਾ ਕੇ ਆਪਣੇ ਆਪ ਨੂੰ ਢਾਲ ਲੈਂਦੇ ਹਾਂ ਅਸੀਂ ਉਹਨੂੰ ਕਹਿੰਦੇ ਅਸੀਂ ਰੀਸੋਸ਼ਲਾਈਜੇਸ਼ਨ। ਯਾਨੀ ਕਿ ਅਸੀਂ ਦੁਬਾਰਾ ਕੀ ਕਰ ਲਿਆ ਆਪਣੇ ਆਪ ਦਾ ਸਮਾਜੀਕਰਨ ਕਰ ਲਿਆ। ਹੁਣ ਇਸ ਸਮਾਜੀਕਰਨ ਦੇ ਨਾਲ ਸੰਬੰਧਿਤ ਸਾਡੇ ਕੋਲ ਦੋ ਥਿਊਰੀਆਂ ਨੇ, ਦੋ ਤਿੰਨ ਥਿਊਰੀਆਂ ਬਾਰੇ ਗੱਲ ਕਰਾਂਗੇ। ਜਿਵੇਂ ਕਿ ਜਿਹੜੇ ਐਜੂਕੇਸ਼ਨਿਸਟ ਨੇ ਜਿਹੜੇ ਬਾਹਰ ਬੰਦੇ ਨੇ ਉਹ ਸਮਾਜੀਕਰਨ ਬਾਰੇ ਕੀ ਸੋਚਦੇ ਨੇ ਕਿ ਕਿਹੜੀਆਂ ਸਥਿਤੀਆਂ ਦੇ ਵਿੱਚ ਕਿਵੇਂ ਸਮਾਜੀਕਰਨ ਜਿਹੜਾ ਸਾਡਾ ਹੁੰਦਾ। ਤਾਂ ਸਭ ਤੋਂ ਪਹਿਲਾਂ ਹੈਗਾ ਜਿਹੜਾ ਸਾਡੇ ਕੋਲ ਹੈਗਾ ਦਾ ਇਕੋਲੋਜੀਕਲ ਮਾਡਲ। ਤਾਂ ਇਕੋਲੋਜੀਕਲ ਮਾਡਲ ਹੈ ਜਿਹੜਾ ਇਹ ਦਿੱਤਾ ਸੀਗਾ ਜੂਰੀ ਬ੍ਰਾਉਨ ਫੈਨ ਬ੍ਰੈਂਡਰ ਨੇ। ਇਹਦਾ ਬੰਦੇ ਦਾ ਨਾਮ ਹੈ, ਤੋੜ ਕੇ ਲਿਖ ਲਿਓ ਛੋਟਾ ਕਰਕੇ। ਯੂਰੀ ਬ੍ਰਾਉਨ ਫੈਨ ਬ੍ਰੈਂਡਰ ਇਹਦਾ ਨਾਮ ਹੈ। ਜਿਹੜੇ ਬੰਦੇ ਨੇ ਕਾਹਦੀ ਥਿਊਰੀ ਦਿੱਤੀ ਹੈ ਇੱਕ ਇਕੋਲੋਜੀਕਲ ਮਾਡਲ ਦਿੱਤਾ ਹੈ। ਕਾਹਦਾ ਮਾਡਲ ਹੈ ਇਹ ਸੋਸ਼ਲਾਈਜੇਸ਼ਨ ਦਾ ਮਾਡਲ ਹੈ ਕਿ ਇੱਕ ਬੱਚਾ ਸੁਸਾਇਟੀ ਦੇ ਵਿੱਚੋਂ ਕਿਵੇਂ ਸਿੱਖਦਾ, ਆਲੇ ਦੁਆਲੇ ਤੋਂ ਕਿਵੇਂ ਸਿੱਖਦਾ। ਹੁਣ ਇੱਕ ਚੀਜ਼ ਤੇ ਹੋਰ ਦੇਖੋ ਵੀ ਜਿੱਥੇ ਗੱਲ ਸੁਸਾਇਟੀ ਦੀ ਹੋ ਰਹੀ ਹੈ ਆਲੇ ਦੁਆਲੇ ਤੋਂ ਸਿੱਖਣ ਦੀ ਹੋ ਰਹੀ ਹੈ ਤਾਂ ਅਸੀਂ ਇੱਕ ਟੌਪਿਕ ਹੁਣੀ ਕਰਕੇ ਹਟੇ ਹਾਂ ਹੈਰੀਡਿਟੀ ਐਂਡ ਇਨਵਾਇਰਨਮੈਂਟ। ਤਾਂ ਜਦੋਂ ਸੁਸਾਇਟੀ ਤੋਂ ਬੱਚਾ ਸਿੱਖ ਰਿਹਾ ਇਟ ਮੀਨਸ ਕੀ ਤੋਂ ਸਿੱਖ ਰਿਹਾ ਇਨਵਾਇਰਨਮੈਂਟ ਤੋਂ ਸਿੱਖ ਰਿਹਾ, ਆਪਣੇ ਆਲੇ ਦੁਆਲੇ ਤੋਂ ਸਿੱਖ ਰਿਹਾ। ਉਹਦਾ ਆਲਾ ਦੁਆਲਾ ਜਿਹੜਾ ਉਹਨੂੰ ਕੀ ਕਰ ਰਿਹਾ ਪ੍ਰਭਾਵਿਤ ਕਰ ਰਿਹਾ। ਤੇ ਅਸੀਂ ਪੜ੍ਹਿਆ ਵੀ ਇਹ ਸੀ ਕਿ ਇਨਵਾਇਰਨਮੈਂਟ ਹੈਗਾ ਕੀ ਹੈ ਐਕਸਟਰਨਲ ਫੈਕਟਰ ਨੇ ਜਿਹੜੇ ਇੱਕ ਵਿਅਕਤੀ ਨੂੰ ਕੀ ਕਰਦੇ ਨੇ ਪ੍ਰਭਾਵਿਤ ਕਰਦੇ ਨੇ। ਹੁਣ ਇਕੋਲੋਜੀਕਲ ਮਾਡਲ ਕਿਹਨੇ ਦਿੱਤਾ ਹੈ ਯੂਰੀ ਵੈਨ ਫੈਨ ਬਰਨਰ ਨੇ ਦਿੱਤਾ। ਤਾਂ ਇਹ ਥਿਊਰੀ ਕਹਿੰਦੀ ਹੈ ਕਿ ਇਹ ਐਕਸਪਲੇਨ ਕਰਦੀ ਹੈ ਚੇਂਜਸ ਨੂੰ, ਉਹਨਾਂ ਬਦਲਾਵਾਂ ਨੂੰ ਐਕਸਪਲੇਨ ਕਰਦੀ ਹੈ ਜਿਹੜੇ ਚੇਂਜਸ ਜਾਂ ਜਿਹੜੇ ਬਦਲਾਅ ਇੱਕ ਬੱਚੇ ਦੇ ਵਿੱਚ ਆਉਂਦੇ ਨੇ। ਤੇ ਜਿਹੜੇ ਬਦਲਾਅ ਬੱਚੇ ਦੇ ਵਿੱਚ ਆ ਰਹੇ ਨੇ ਉਹ ਵਾਤਾਵਰਨ ਹੈ ਜਿਹੜਾ ਉਹਨਾਂ ਬਦਲਾਵਾਂ ਦੇ ਉੱਪਰ ਕਿਵੇਂ ਅਸਰ ਪਾ ਰਿਹਾ। ਸਿੰਪਲੀ ਕਿ ਬੱਚੇ ਦੇ ਵਾਧੇ ਦੇ ਵਿਕਾਸ ਨੂੰ ਇੱਕ ਵਾਤਾਵਰਨ ਹੈ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕਰ ਰਿਹਾ। ਤਾਂ ਇਹਦੀ ਥਿਊਰੀ ਦੇ ਵਿੱਚ ਇਹਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰੀਕੇ ਨਾਲ ਵਾਤਾਵਰਨ ਬੱਚੇ ਦੇ ਵਾਧੇ ਅਤੇ ਵਿਕਾਸ ਦੇ ਉੱਪਰ ਅਸਰ ਪਾਉਂਦਾ ਹੈ ਤੇ ਪਲੱਸ ਬੱਚੇ ਦੇ ਵਿੱਚ ਕਿਹੜੀਆਂ ਚੇਂਜਸ ਨੇ ਜਿਹੜੀਆਂ ਉਹ ਆਉਂਦੀਆਂ ਨੇ। ਤਾਂ ਇਹਨੂੰ ਇਹਨੇ ਸਮਝਾਉਣ ਦੇ ਵਾਸਤੇ ਇੱਕ ਇਹ ਸਰਕੂਲਰ ਮੈਥਡ ਵਰਤਿਆ ਜਿਹਦੇ ਵਿੱਚ ਇਹਨੇ ਸਭ ਤੋਂ ਸੈਂਟਰ ਦੇ ਵਿੱਚ ਕਿਹਨੂੰ ਰੱਖਿਆ ਇੱਕ ਵਿਅਕਤੀ ਨੂੰ। ਇੱਕ ਬੰਦਾ ਜਿਹੜਾ ਉਹ ਬਿਲਕੁਲ ਸੈਂਟਰ ਦੇ ਵਿੱਚ ਖੜਾ ਹੈ
ਤਾਂ ਸਾਡੇ ਆਲੇ ਦੁਆਲੇ ਬਹੁਤ ਵੱਡੀ ਕੀ ਹੈ ਧਰਤੀ ਹੈ, ਬਹੁਤ ਸਾਰਾ ਕੁਝ ਹੈ ਸਾਡੇ ਆਲੇ ਦੁਆਲੇ। ਤਾਂ ਉਹਨੇ ਅਲੱਗ-ਅਲੱਗ ਕੀ ਕਰ ਲਏ ਦੇ ਜ਼ੋਨ ਦੇ ਵਿੱਚ ਡਿਵਾਈਡ ਕਰ ਲਿਆ ਇਹਨੂੰ। ਤਾਂ ਇੱਥੇ ਬੰਦਾ ਕਿਹੜਾ ਉਹਨੇ ਪਹਿਲਾ ਜ਼ੋਨ ਬਣਾਇਆ, ਪਹਿਲਾ ਜ਼ੋਨ ਬਣਾ ਕੇ ਉਹਨੂੰ ਕਾਹਦਾ ਨਾਮ ਦਿੱਤਾ, ਮਾਈਕਰੋ ਸਿਸਟਮ ਦਾ। ਕਿ ਬੱਚਾ ਜਦੋਂ ਪੈਦਾ ਹੋਇਆ ਤਾਂ ਪਹਿਲਾ ਸੰਬੰਧ ਜਿੱਥੇ ਉਹ ਪੈਦਾ ਹੋਇਆ ਉਹਦੇ ਆਲੇ ਦੁਆਲੇ ਦੇ ਨਾਲ ਹੋਊਗਾ। ਉਹਦੇ ਆਲੇ ਦੁਆਲੇ ਕਿਹੜੀਆਂ ਚੀਜ਼ਾਂ ਹੋਣਗੀਆਂ, ਸਭ ਤੋਂ ਪਹਿਲਾਂ ਅਸੀਂ ਜਿਵੇਂ ਉੱਧਰ ਗੱਲ ਕੀਤੀ ਸੀ ਪ੍ਰਾਇਮਰੀ ਦੀ, ਉਹਦਾ ਘਰ ਹੋਊਗਾ, ਉਹਦੇ ਘਰ ਦੇ ਹੋਣਗੇ, ਉਹਦੇ ਪੇਰੈਂਟਸ ਹੋਣਗੇ, ਉਹਦੇ ਭੈਣ ਭਰਾ ਹੋਣਗੇ, ਦਾਦਾ ਦਾਦੀ ਹੋਣਗੇ। ਅਗਲਾ ਉਹਦੇ ਸਕੂਲ ਹੋਊਗਾ, ਜਿਹੜੇ ਸਕੂਲ ਦੇ ਵਿੱਚ ਉਹ ਜਾ ਕੇ ਪੜ੍ਹ ਰਿਹਾ ਹੈ, ਤੇ ਪਲੱਸ ਉਹਦੇ ਸਕੂਲ ਦੇ ਵਿੱਚ ਕੁਝ ਦੋਸਤ ਵੀ ਹੋਣਗੇ ਜਿਨ੍ਹਾਂ ਨੂੰ ਉਹ ਆਪਣੇ ਦੋਸਤ ਬਣਾਊਗਾ। ਹੁਣ ਇਹ ਕੀ ਹੈ, ਡਾਇਰੈਕਟ ਇਨਫਲੂਐਂਸ ਪਾਉਣਗੇ ਬੱਚੇ ਤੇ। ਇਹਨਾਂ ਦਾ ਸਿੱਧਾ ਪ੍ਰਭਾਵ ਕਿਹਦੇ ਪਊਗਾ, ਬੱਚੇ ਤੇ ਪਊਗਾ। ਮਾਤਾ ਪਿਤਾ ਕੀ ਕਰ ਰਹੇ ਨੇ, ਇਹਦਾ ਸਿੱਧਾ ਪ੍ਰਭਾਵ ਕਿਹਦੇ ਉੱਪਰ ਹੈ, ਬੱਚੇ ਦੇ ਉੱਪਰ। ਉਸ ਤੋਂ ਬਾਅਦ ਸਕੂਲ ਦੇ ਵਿੱਚ ਅਧਿਆਪਕ ਬੱਚੇ ਨੂੰ ਕਿਵੇਂ ਪੜ੍ਹਾ ਰਿਹਾ, ਕਿਉਂਕਿ ਡਾਇਰੈਕਟ ਕੀ ਹੋ ਰਹੀ ਹੈ, ਇੰਟਰੈਕਸ਼ਨ ਹੋ ਰਹੀ ਹੈ ਦੋਨਾਂ ਦੀ। ਉਹਦੇ ਸਾਥੀ ਕਿਹੋ ਜਿਹੇ ਨੇ, ਜਿਵੇਂ ਬੋਲਿਆ ਜਾਂਦਾ ਕਿ ਯੂ ਆਰ ਦਾ ਐਵਰੇਜ ਆਫ ਯੂਰ 5 ਬੈਸਟ ਫਰੈਂਡਸ। ਤੁਸੀਂ ਕੀ ਹੋ, ਤੁਹਾਡੇ ਜਿਹੜੇ 5 ਪੱਕੇ ਦੋਸਤ ਨੇ ਉਹਨਾਂ ਦੀ ਐਵਰੇਜ ਹੋਵੋਗੇ। ਉਹਨਾਂ 5 ਦੇ ਗੁਣ ਨੇ ਜਿਹੜੇ ਰਲਾ ਕੇ ਤੁਹਾਡੇ ਚੋਣਗੇ, ਕਿਉਂਕਿ ਅਸੀਂ ਆਪਣੇ ਦੋਸਤ ਉਹੀ ਬਣਾਵਾਂਗੇ ਜਿਨ੍ਹਾਂ ਦੇ ਵਿੱਚ ਸਾਡੀਆਂ ਕੁਆਲਿਟੀਆਂ ਹੋਣਗੀਆਂ, ਸਾਡੀ ਮੱਤ ਜਿਨ੍ਹਾਂ ਨਾਲ ਮਿਲਦੀ ਹੋਊਗੀ। ਤਾਂ ਉਸੇ ਤਰੀਕੇ ਨਾਲ ਜਿਹੜਾ ਤੁਹਾਡਾ ਪੀਅਰ ਗਰੁੱਪ ਹੈ, ਜਿਹੜੇ ਤੁਹਾਡੇ ਸਾਥੀ ਨੇ, ਉਹ ਵੀ ਕੀ ਕਰਨਗੇ, ਡਾਇਰੈਕਟਲੀ ਤੁਹਾਨੂੰ ਪ੍ਰਭਾਵਿਤ ਕਰਨਗੇ, ਤੁਹਾਡੇ ਤੇ ਪ੍ਰਭਾਵ ਪਾਉਣਗੇ ਹੀ ਪਾਉਣਗੇ। ਜਿਹੜੀ ਉਸ ਤੋਂ ਬਾਅਦ ਨੈਕਸਟ ਸਟੇਜ ਆਉਂਦੀ ਹੈ ਸਾਡੇ ਕੋਲੇ ਜੀ, ਨੈਕਸਟ ਸਟੇਜ ਨੂੰ ਉਹ ਬੋਲਦਾ ਮੀਜੋ ਸਿਸਟਮ। ਹੁਣ ਮੀਜੋ ਸਿਸਟਮ ਸਟੇਜ ਨੂੰ ਉਹ ਜਸਟ ਇੱਕ ਲਿੰਕ ਦੇ ਤੌਰ ਤੇ ਡਿਸਕ੍ਰਾਈਬ ਕਰਦਾ ਹੈ ਕਿ ਇਹ ਮੀਜੋ ਸਿਸਟਮ ਹੈ ਜਿਹੜਾ ਉਹ ਲਿੰਕ ਹੈ ਜਿਹੜਾ ਇੱਕ ਬੱਚੇ ਨੂੰ ਆਪਣਾ ਆਲਾ ਦੁਆਲਾ ਛੱਡ ਕੇ ਦੂਜੀਆਂ ਚੀਜ਼ਾਂ ਦੇ ਨਾਲ ਜੋੜਦਾ ਹੈ। ਹੁਣ ਜਾਣੀ ਕਿ ਇਸ ਤੋਂ ਬਾਅਦ ਬੱਚੇ ਕੋਲੇ ਉਹ ਚੀਜ਼ਾਂ ਆਉਣਗੀਆਂ ਜਿਹੜੀਆਂ ਬੱਚੇ ਨੂੰ ਇਨਡਾਇਰੈਕਟਲੀ ਇਨਫਲੂਐਂਸ ਕਰਨਗੀਆਂ, ਡਾਇਰੈਕਟਡ ਇਨਫਲੂਐਂਸ ਕਰਦੀਆਂ, ਇਨਡਾਇਰੈਕਟਲੀ ਸਿੱਧੇ ਤੌਰ ਤੇ ਪ੍ਰਭਾਵਿਤ ਕਰਨਗੀਆਂ। ਪਰ ਇਹਦੇ ਵਿੱਚ ਅਸੀਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ। ਮੰਨ ਲਓ ਇੱਕ ਬੱਚਾ ਜਿਹੜਾ ਉਹ ਸਕੂਲ ਦੇ ਵਿੱਚ ਸਾਡਾ ਪੜ੍ਹ ਰਿਹਾ ਹੈ, ਤਾਂ ਬੱਚੇ ਦੀ ਜਦੋਂ ਅਸੀਂ ਆਊਟਪੁੱਟ ਲੈਣ ਜਾਂਦੇ ਹਾਂ ਤਾਂ ਉਹਨੂੰ ਪੇਰੈਂਟ ਟੀਚਰ ਮੀਟਿੰਗ ਬੋਲਿਆ ਜਾਂਦਾ। ਹੁਣ ਇੱਕ ਬੱਚਾ ਸਾਹਮਣੇ ਬੈਠਾ, ਇੱਕ ਪੇਰੈਂਟ ਬੈਠਾ, ਇੱਕ ਟੀਚਰ ਹੈ ਸਾਹਮਣੇ। ਹੁਣ ਇੱਥੇ ਕੀ ਹੈ ਕਿ ਜਿਹੜਾ ਟੀਚਰ ਹੈ ਜੇਕਰ ਬੱਚੇ ਦੀ ਪ੍ਰੇਜ਼ ਕਰ ਰਿਹਾ ਤਾਂ ਘਰੇ ਜਾ ਕੇ ਉਹਦਾ ਡੈਡੀ ਵੀ ਪ੍ਰੇਜ਼ ਕਰੂ ਤਾਂ ਬੱਚੇ ਦਾ ਉਹਦੇ ਉੱਪਰ ਕੀ ਹੋਊਗਾ, ਅਸਰ ਹੋਊਗਾ ਉਹਦੇ ਉੱਪਰ। ਹੁਣ ਜੇਕਰ ਟੀਚਰ ਉਹਨੂੰ ਗਾਲਾਂ ਦੇ ਰਿਹਾ, ਉਹਦੇ ਬਾਰੇ ਬੁਰਾ ਭਲਾ ਕਹਿ ਰਿਹਾ, ਤਾਂ ਘਰੇ ਜਾ ਕੇ ਜਿਹੜਾ ਆਪਣਾ ਉਹਦਾ ਫਾਦਰ ਜਾਂ ਮਦਰ ਹੈ ਉਹ ਵੀ ਘਰੇ ਜਾ ਕੇ ਬੱਚੇ ਦੀ ਟੋਕਾ ਟਕਾਈ ਕਰੂਗਾ। ਹੁਣ ਦੋ ਬੰਦਿਆਂ ਦੀ ਇੰਟਰੈਕਸ਼ਨ ਪੇਰੈਂਟ ਟੀਚਰ ਦੀ ਹੋ ਰਹੀ ਹੈ, ਪਰ ਪ੍ਰਭਾਵਿਤ ਕਿਹਨੂੰ ਕਰ ਰਹੀ ਹੈ, ਉਹ ਬੱਚੇ ਨੂੰ। ਇੰਟਰੈਕਸ਼ਨ ਦੋ ਹੋਰ ਬੰਦਿਆਂ ਦੀ ਹੋ ਰਹੀ ਹੈ, ਪਰ ਪ੍ਰਭਾਵਿਤ ਕੋਈ ਹੋਰ ਹੋ ਰਿਹਾ। ਤਾਂ ਇਹ ਕੀ ਹੈ, ਇੱਕ ਲਿੰਕ ਦਾ ਕੰਮ ਕਰਦਾ। ਕੌਣ ਕਰਦਾ ਹੈ, ਮੀਜੋ ਸਿਸਟਮ। ਇਸ ਤੋਂ ਬਾਅਦ ਮੋਸਟ ਇੰਪੋਰਟੈਂਟ ਪਾਰਟ ਆ ਜਾਂਦਾ ਇਸ ਥਿਊਰੀ ਦਾ ਸਾਡੇ ਕੋਲ, ਇਹ ਆ ਜਾਂਦਾ ਐਕਸੋ ਸਿਸਟਮ। ਹੁਣ ਇਹ ਤੋਂ ਬਾਹਰਲੀਆਂ ਜਿੰਨੀਆਂ ਚੀਜ਼ਾਂ ਨੇ, ਚਾਹੇ ਉਹ ਕਿਸੇ ਦੇਸ਼ ਦਾ ਪੋਲੀਟੀਕਲ ਸਿਸਟਮ ਹੋਵੇ, ਹੁਣ ਕਿਸੇ ਦੇਸ਼ ਦੇ ਵਿੱਚ ਤਾਨਾਸ਼ਾਹੀ ਹੈ, ਕਿਤੇ ਲੋਕਤੰਤਰ ਹੈ, ਕਿਤੇ ਕੁਛ ਹੈ, ਕਿਤੇ ਕੁਛ ਹੈ ਨਾ, ਤਾਂ ਉੱਥੋਂ ਦਾ ਰਾਜਨੀਤਿਕ ਸਿਸਟਮ ਕਿਹੋ ਜਿਹਾ ਜਿੱਥੇ ਤੁਸੀਂ ਰਹਿ ਰਹੇ ਹੋ, ਉੱਥੋਂ ਦਾ ਆਰਥਿਕ ਸਿਸਟਮ ਕਿਹੋ ਜਿਹਾ। ਜੇਕਰ ਇਕਨੋਮੀ ਹਾਈ ਹੋਊਗੀ, ਕਿਸੇ ਦੇਸ਼ ਦੀ ਇਕਨੋਮੀ ਸਟਰੋਂਗ ਹੋਊਗੀ, ਤਾਂ ਲੋਕ ਉੱਥੇ ਹੈਲਦੀ ਹੋਣਗੇ। ਤਾਂ ਉੱਥੇ ਜਿਹੜੇ ਲੋਕ ਨੇ, ਲੋਕਾਂ ਦਾ ਜਿਹੜਾ ਲਾਈਫ ਸਟਾਈਲ ਹੈ ਉਹ ਵੀ ਵਧੀਆ ਹੋਊਗਾ, ਲੋਕ ਵਧੀਆ ਚੀਜ਼ਾਂ ਅਫੋਰਡ ਕਰ ਸਕਦੇ ਹੋਣਗੇ। ਅਗਲਾ ਸਾਡੇ ਕੋਲ ਆਉਂਦਾ ਸਮਾਜ, ਆਲੇ ਦੁਆਲੇ ਦਾ ਸਮਾਜ ਹੈ ਜਿਹੜਾ ਉਹ ਕਿਸ ਤਰੀਕੇ ਦਾ। ਹੁਣ ਇਹ ਚੀਜ਼ਾਂ ਨੇ, ਪਰ ਜਿਹੜੀਆਂ ਇਹ ਚੀਜ਼ਾਂ ਇਨਡਾਇਰੈਕਟਲੀ ਇਨਫਲੂਐਂਸ ਕਰਨਗੀਆਂ। ਹੁਣ ਮੰਨ ਲਓ ਇੱਕ ਬੱਚਾ ਹੈ, ਉਹ ਬੱਚੇ ਦੇ ਘਰੇ ਰੋਜ਼ ਲੜਾਈ ਝਗੜਾ ਰਹਿੰਦਾ, ਪਰ ਬੱਚਾ ਜਿਹੜਾ ਉਹ ਪੜ੍ਹਨਾ ਚਾਹੁੰਦਾ। ਪਰ ਬੱਚਾ ਜਦੋਂ ਸਕੂਲ ਦੇ ਵਿੱਚੋਂ ਘਰੇ ਜਾਂਦਾ, ਉਹਦੇ ਘਰੇ ਡੇਲੀ ਉਹਦੇ ਪੇਰੈਂਟਸ ਨੇ ਜਿਹੜੇ ਲੜ ਰਹੇ ਨੇ, ਘਰ ਦਾ ਮਾਹੌਲ ਹੈ ਜਿਹੜਾ ਉਹ ਬਹੁਤ ਜ਼ਿਆਦਾ ਨੈਗੇਟਿਵ ਹੈ। ਹੁਣ ਜਦੋਂ ਬੱਚੇ ਦੇ ਘਰ ਦਾ ਮਾਹੌਲ ਨੈਗੇਟਿਵ ਹੈ, ਰੋਜ਼ ਉਹ ਲੜਾਈ ਦੇਖ ਰਿਹਾ ਆਪਣੇ ਪੇਰੈਂਟਸ ਦੀ, ਤਾਂ ਉਹ ਚੀਜ਼ ਦਾ ਅਸਰ ਕਿਹਦੇ ਪਊਗਾ, ਬੱਚੇ ਤੇ ਪਊਗਾ ਹੀ ਪਊਗਾ। ਬੱਚੇ ਦੇ ਸੁਭਾਅ ਦੇ ਵਿੱਚ ਬਦਲਾਅ ਦੇਖ ਕੇ ਆਊਗਾ ਹੀ ਆਊਗਾ। ਇੱਕ ਬੱਚਾ ਮੰਨ ਲਓ ਉਹਦੇ ਪੇਰੈਂਟਸ ਨੇ ਜਿਹੜੇ ਉਹ ਸੜਕ ਤੇ ਖੜ ਕੇ ਲੜ ਰਹੇ ਨੇ, ਇੱਕ ਬੱਚਾ ਉਹਨਾਂ ਦੇ ਕੋਲ ਖੜਾ, ਲੋਕ ਖੜ ਕੇ ਤਮਾਸ਼ਾ ਦੇਖ ਰਹੇ ਨੇ। ਪਰ ਇੱਕ ਬੱਚਾ ਜਿਹੜਾ ਹੁਣ ਉੱਥੇ ਉਹ ਆਪਣੀ ਸੋਚ ਫਾਰਮ ਕਰ ਰਿਹਾ, ਉਹ ਆਪਣੇ ਪੇਰੈਂਟਸ ਨੂੰ ਦੇਖ ਰਿਹਾ ਤੇ ਆਲੇ ਦੁਆਲੇ ਵਾਲੀ ਸੁਸਾਇਟੀ ਨੂੰ ਦੇਖ ਰਿਹਾ ਕਿ ਉਹਨਾਂ ਦੀ ਕੀ ਪ੍ਰਤੀਕਿਰਿਆ ਇਹਨਾਂ ਦੇ ਪ੍ਰਤੀ ਹੈ ਨਾ। ਤਾਂ ਉੱਥੋਂ ਫਿਰ ਬੱਚੇ ਦੀ ਜਿਹੜੀ ਥਾਊਟ ਪ੍ਰੋਸੈਸ ਹੈ ਉਹ ਬਹੁਤ ਜ਼ਿਆਦਾ ਇਫੈਕਟ ਹੁੰਦੀ ਹੈ। ਲੜ ਕੋਈ ਹੋਰ ਰਿਹਾ, ਪਰ ਪ੍ਰਭਾਵ ਕਿਤੇ ਪੈ ਰਿਹਾ, ਬੱਚੇ ਤੇ। ਕਿਉਂਕਿ ਬੱਚਾ ਉਸ ਸੁਸਾਇਟੀ ਦੇ ਵਿੱਚ ਰਹਿ ਰਿਹਾ, ਉਹਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਚੀਜ਼ਾਂ ਜਿਹੜੀਆਂ ਉਹ ਕੀ ਕਰ ਰਹੀਆਂ ਨੇ, ਇਨਫਲੂਐਂਸ ਕਰ ਰਹੀਆਂ ਨੇ। ਅਗਲੀ ਚੀਜ਼ ਬੱਚੇ ਦੇ ਪ੍ਰਭਾਵ ਕਿਹਦਾ ਪੈਂਦਾ, ਮਾਤਾ ਪਿਤਾ ਦਾ ਕਿੱਤਾ ਕੀ ਹੈ।
ਜੇਕਰ ਅਸੀਂ ਇੱਕ ਟੀਚਰ ਆ ਤਾਂ ਸਾਡਾ ਬੱਚਾ ਹੈ ਜਿਹੜਾ ਉਹਨੂੰ ਅਸੀਂ ਆਪਣੇ ਸਬਜੈਕਟ ਜਿਹੜਾ ਵੀ ਤੁਹਾਡਾ ਜਿਹੜੇ ਸਬਜੈਕਟ ਦੇ ਤੁਸੀਂ ਟੀਚਰ ਹੋਵੋਗੇ ਉਵੇਂ ਦੀਆਂ ਚੀਜ਼ਾਂ ਆਪਣੇ ਬੱਚੇ ਨੂੰ ਕਰਾਓਗੇ। ਇੱਕ ਫਿਜ਼ੀਕਲ ਦਾ ਟੀਚਰ ਹੈ, ਕੋਸ਼ਿਸ਼ ਕਰੂਗਾ ਆਪਣੇ ਬੱਚੇ ਨੂੰ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਇੰਗੇਜ ਰੱਖਣ ਦੀ, ਕੋਈ ਨਾ ਕੋਈ ਉਹਨੂੰ ਗੇਮ ਕਰਵਾਉਣ ਦੀ ਕੋਸ਼ਿਸ਼ ਕਰੂਗਾ ਜਿਹੜਾ ਇੱਕ ਫਿਜ਼ੀਕਲ ਟੀਚਰ ਹੈ। ਤੇ ਜਿਹੜੇ ਦੂਸਰੇ ਟੀਚਰ ਨੇ, ਕੋਈ ਸਾਇੰਸ ਦਾ ਟੀਚਰ ਉਹ ਸੋਚੂਗਾ ਵੀ ਸਾਇੰਸ ਦੇ ਵਿੱਚ ਵਧੀਆ ਹੋਵੇ, ਕੋਈ ਮੈਥ ਦਾ ਟੀਚਰ ਉਹ ਸੋਚੂਗਾ ਮੈਥ ਦੇ ਵਿੱਚ ਵਧੀਆ ਹੋਵੇ। ਤਾਂ ਆਕੂਪੇਸ਼ਨ ਹੈ ਜਿਹੜਾ ਉਹ ਕੀ ਕਰਦਾ, ਮੈਟਰ ਕਰਦਾ ਕਿ ਮਾਤਾ ਪਿਤਾ ਦਾ ਕਿੱਤਾ ਕਿਹੜਾ। ਅਗਲੀ ਚੀਜ਼ ਹੁਣ ਮੰਨ ਲਓ ਕਿ ਜੇਕਰ ਅਸੀਂ ਸੈਂਟਰ ਗਵਰਨਮੈਂਟ ਦੇ ਕਿਸੇ ਸਕੂਲ ਦੇ ਵਿੱਚ ਜੌਬ ਕਰ ਰਹੇ ਹਾਂ, ਅਸੀਂ NVS ਦੇ ਜੌਬ ਵਿੱਚ ਜੌਬ ਕਰ ਰਹੇ ਹਾਂ, ਅਸੀਂ KVS ਦੇ ਵਿੱਚ ਜੌਬ ਕਰ ਰਹੇ ਹਾਂ। ਹੁਣ ਜਦੋਂ ਪੇਰੈਂਟਸ ਦੀ ਟ੍ਰਾਂਸਫਰ ਹੈ ਉੱਥੇ ਹਰ 3 ਸਾਲ ਬਾਅਦ ਜਾਂ 10 ਸਾਲ ਬਾਅਦ ਟ੍ਰਾਂਸਫਰ ਹੈ ਜਿਹੜੀ ਪੱਕੀ ਇੱਕ ਟੀਚਰ ਦੀ, ਤਾਂ ਜਦੋਂ ਮੰਨ ਲਓ ਇੱਕ ਪੰਜਾਬ ਦੇ ਵਿੱਚੋਂ ਕਿਸੇ ਟੀਚਰ ਦੀ ਟ੍ਰਾਂਸਫਰ ਹੋ ਜਾਂਦੀ ਹੈ, ਸਾਡੀਆਂ ਜਿਹੜੀਆਂ ਨਾਰਥ ਈਸਟ ਸਟੇਟਸ ਨੇ, ਕਿਸੇ ਦੀ ਮੇਘਾਲਿਆ ਹੋ ਗਈ ਜਾਂ ਕਿਸੇ ਦੀ ਅਰੁਣਾਚਲ ਪ੍ਰਦੇਸ਼ ਹੋ ਗਈ, ਤਾਂ ਉਹਨੂੰ ਸਾਰੇ ਦਾ ਸਾਰਾ ਪਰਿਵਾਰ ਕੀ ਕਰਨਾ ਪਊਗਾ, ਉੱਥੇ ਸ਼ਿਫਟ ਕਰਨਾ ਪਊਗਾ। ਹੁਣ ਬੱਚਾ ਹੈ ਜਿਹੜਾ ਉਹ ਵੀ ਕੀ ਹੋਊਗਾ, ਸ਼ਿਫਟ ਹੋਊਗਾ। ਹੁਣ ਉਹਦਾ ਸਾਰਾ ਸਰਕਲ ਇੱਥੇ ਵਾਲਾ ਹੋਰ ਸੀ ਬੱਚੇ ਦਾ, ਉੱਥੇ ਜਾ ਕੇ ਸਰਕਲ ਕੀ ਹੋ ਜਾਊਗਾ, ਸਾਰੇ ਦਾ ਸਾਰਾ ਚੇਂਜ ਹੋ ਜਾਊਗਾ, ਸਾਰੇ ਦਾ ਸਾਰਾ ਸਰਕਲ ਬੱਚੇ ਦਾ ਬਦਲ ਜਾਊਗਾ। ਹੁਣ ਇੱਥੇ ਬੱਚੇ ਦੀ ਮੈਂਟੈਲਿਟੀ ਕੁਝ ਹੋਰ ਸੀ, ਉੱਥੇ ਜਾ ਕੇ ਕੁਝ ਹੋਰ ਹੋਊਗੀ। ਇੱਥੇ ਦਾ ਖਾਣ ਪੀਣ ਕੁਝ ਹੋਰ ਸੀ, ਉੱਥੇ ਦਾ ਖਾਣ ਪੀਣ ਕੁਝ ਹੋਰ ਹੋਊਗਾ। ਹੁਣ ਜਾਣਾ ਕਿਹਨੇ ਸੀਗਾ, ਪੇਰੈਂਟਸ ਨੇ। ਪੇਰੈਂਟਸ ਕਰਕੇ ਬੱਚੇ ਨੂੰ ਜਾਣਾ ਪਿਆ। ਇਨਡਾਇਰੈਕਟਲੀ ਇਨਫਲੂਐਂਸ ਕਿਹਦੇ ਪੈ ਰਿਹਾ, ਬੱਚੇ ਦੇ। ਕਿਉਂਕਿ ਬੱਚਾ ਵਾਲੇ ਕਿਹੜੀ ਸਟੇਜ ਦੇ ਵਿੱਚ ਹੈ, ਗਰੋਇੰਗ ਸਟੇਜ ਦੇ ਵਿੱਚ ਆ। ਬੱਚੇ ਨੇ ਹਾਲੇ ਆਪਣੀ ਗਰੋਥ ਹੈ ਜਿਹੜੀ ਉਹ ਕਰਨੀ ਹੈ। ਤਾਂ ਇਸ ਸਿਸਟਮ ਨੂੰ ਕਾਹਦਾ ਨਾਮ ਦਿੰਦਾ ਉਹ, ਇਹਨੂੰ ਕਹਿੰਦਾ ਉਹ ਐਕਟੋ ਸਿਸਟਮ। ਐਕਟੋ ਸਿਸਟਮ ਤੋਂ ਬਾਅਦ ਆਉਂਦਾ ਸਾਡਾ ਮਾਕਰੋ ਸਿਸਟਮ। ਮਾਕਰੋ ਸਿਸਟਮ ਦੇ ਵਿੱਚ ਇਹ ਕੀ ਕਹਿੰਦਾ ਕਿ ਹਰ ਇੱਕ ਸਮਾਜ ਦੇ, ਹਰ ਇੱਕ ਸੁਸਾਇਟੀ ਦੇ ਕੁਛ ਨਾ ਕੁਛ ਰੂਲ ਰੈਗੂਲੇਸ਼ਨਸ ਨੇ ਜਿਹੜੇ ਉਹ ਪੱਕੇ ਫਿਕਸ ਨੇ। ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨਾਂ ਦੇ ਕੁਝ ਰੂਲ ਫਿਕਸ ਨੇ। ਸਾਡੀ ਜਿਹੜੀ ਈਸਾਈ ਨੇ, ਕ੍ਰਿਸਚੀਅਨ ਨੇ, ਉਹਨਾਂ ਦੇ ਰੂਲ ਕੁਝ ਫਿਕਸ ਨੇ। ਇਸੇ ਤਰੀਕੇ ਨਾਲ ਸਾਡਾ ਜਿਹੜਾ ਸਿੱਖ ਫਲਸਫਾ ਹੈ, ਇਹਨਾਂ ਦੇ ਰੂਲਸ ਨੇ ਜਿਹੜੇ ਕੋਈ ਨਾ ਕੋਈ ਫਿਕਸ ਨੇ। ਤਾਂ ਜਿਹੜੇ ਕਲਚਰ ਦੇ ਵਿੱਚ, ਜਿਹੜੀ ਸੁਸਾਇਟੀ ਦੇ ਵਿੱਚ ਬੰਦਾ ਰਹਿ ਰਿਹਾ, ਉੱਥੋਂ ਦੇ ਕੁਛ ਨਾ ਕੁਛ ਰੂਲਸ ਨੇ ਜਿਹੜੇ ਉਹ ਫਿਕਸ ਨੇ। ਤਾਂ ਇਹ ਰੂਲਸ ਨੇ ਦੇਖੋ ਵੀ ਜਿਹੜੇ ਇਹ ਸਭ ਤੋਂ ਵੱਡਾ ਪਾਰਟ ਘੇਰ ਰਹੇ ਨੇ, ਯਾਨੀ ਕਿ ਇਹ ਕੀ ਕਰਨਗੇ, ਕਲਚਰਲਸ ਜਿਹੜੇ ਰੂਲ ਰੈਗੂਲੇਸ਼ਨਸ ਨੇ ਉਹ ਅਸਰ ਪਾਉਣਗੇ ਅੰਦਰਲੀਆਂ ਸਾਰੀਆਂ ਚੀਜ਼ਾਂ ਤੇ। ਜਿਸ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ, ਚਾਹੇ ਸਕੂਲ ਕਿਸ ਤਰ੍ਹਾਂ ਦੀ ਸੁਸਾਇਟੀ ਦੇ ਵਿੱਚ ਬਣਿਆ ਹੋਇਆ ਹੈ ਨਾ, ਇਹ ਵੀ ਅਸਰ ਪਾਊਗਾ। ਤਾਂ ਤੁਹਾਡਾ ਸਕੂਲ ਹੈ ਜਿਹੜਾ ਪਿੰਡ ਦੇ ਵਿੱਚ ਹੈ, ਸ਼ਹਿਰ ਦੇ ਵਿੱਚ ਹੈ, ਚੰਡੀਗੜ੍ਹ 'ਚ ਹੈ ਨਾ, ਜਾਂ ਇੱਧਰ ਸਾਡੇ ਬੈਕਵਰਡ ਏਰੀਆ ਦੇ ਵਿੱਚ ਹੈਗਾ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਅਸਰ ਹੈ ਜਿਹੜਾ ਪਊਗਾ ਹੀ ਪਊਗਾ। ਤੇ ਉਹਨਾਂ ਦੇ ਉੱਪਰ ਪਲੱਸ ਉਹ ਕਿਹੜੇ ਕਲਚਰ ਦੇ ਵਿੱਚ ਨੇ, ਕਿਹੜੇ ਸਮਾਜ ਦੇ ਵਿੱਚ ਨੇ, ਉਹਦਾ ਵੀ ਅਸਰ ਉਹਨਾਂ ਦੇ ਉੱਪਰ ਪਊਗਾ ਹੀ ਪਊਗਾ। ਲਾਸਟ ਜਿਹੜਾ ਇਹਦਾ ਇੰਪੋਰਟੈਂਟ ਹੈ ਵੀ ਲਾਸਟ ਦੇ ਵਿੱਚ ਇੱਕ ਵਰਡ ਯੂਜ਼ ਕਰਦਾ ਹੈ, ਕ੍ਰੋਨੋ ਸਿਸਟਮ। ਕ੍ਰੋਨੋ ਸਿਸਟਮ ਕੀ ਹੈ, ਇੱਕ ਟਾਈਮ ਲਾਈਨ। ਹੁਣ ਡਿਪੈਂਡ ਕਰਦਾ ਹੈ ਕਿ ਹੁਣ ਤੁਸੀਂ ਪੈਦਾ ਕਦੋਂ ਹੋਏ ਹੋ। ਜੇਕਰ ਅਸੀਂ ਮੰਨ ਲਓ 1947 ਤੋਂ ਪਹਿਲਾਂ ਪੈਦਾ ਹੋਏ ਹੁੰਦੇ ਤਾਂ ਕਿਤੇ ਨਾ ਕਿਤੇ ਹੋ ਸਕਦਾ ਸੀ ਭਗਤ ਸਿੰਘ ਦੇ ਵਿਚਾਰਾਂ ਤੋਂ ਇਨਫਲੂਐਂਸ ਹੋ ਕੇ ਅਸੀਂ ਲੜਾਈ ਵਾਲੇ ਪਾਸੇ ਹੁੰਦੇ, ਜਾਂ ਮਹਾਤਮਾ ਗਾਂਧੀ ਦੇ ਵਿਚਾਰਾਂ ਤੋਂ ਇਨਫਲੂਐਂਸ ਹੋ ਕੇ ਅਸੀਂ ਅਹਿੰਸਾ ਦੇ ਰਸਤੇ ਤੇ ਹੁੰਦੇ। ਤਾਂ ਤੁਹਾਡੀ ਟਾਈਮ ਲਾਈਨ ਕੀ ਹੈ, ਕਿਉਂਕਿ ਹਰੇਕ ਕਲਚਰ, ਹਰੇਕ ਸੱਭਿਆਚਾਰ ਦੇ ਵਿੱਚ ਟਾਈਮ ਦੇ ਨਾਲ, ਸਮੇਂ ਦੇ ਨਾਲ ਚੇਂਜਸ ਆਉਣ ਲੱਗ ਜਾਂਦੇ ਆ। ਇੱਕ ਸਮਾਂ ਹੋਊਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ ਤਾਂ ਬਹੁਤ ਸਾਰੇ ਸਿੱਖਾਂ ਦੀ ਗਿਣਤੀ ਇੱਕਦਮ ਵੱਧ ਗਈ ਹੋਊਗੀ ਹਨਾ। ਉਹ ਫਲਸਫਾ ਬਹੁਤ ਚਿਰ ਸਾਡੇ ਤੇ ਭਾਰੀ ਰਿਹਾ, ਪਰ ਹੌਲੀ ਹੌਲੀ ਕੀ ਹੋ ਰਿਹਾ, ਅਸੀਂ ਚੇਂਜ ਹੋ ਰਹੇ ਹਾਂ, ਸਾਡੀ ਦਿੱਖ ਚੇਂਜ ਹੋ ਰਹੀ ਹੈ ਨਾ, ਅਸੀਂ ਆਪਣਾ ਪਹਿਰਾਵਾ ਚੇਂਜ ਕਰ ਰਹੇ ਹਾਂ। ਕਦੇ ਕੁੜਤੇ ਪਜਾਮਿਆਂ ਦਾ ਪਹਿਰਾਵਾ ਸੀ, ਹੁਣ ਡਿਪੈਂਡ ਕਰਦਾ ਕਿ ਜਿਹੜਾ ਇਹ ਵਿਅਕਤੀ ਹੈ ਇਹ ਟਾਈਮ ਲਾਈਨ ਕਿਸ ਦੇ ਵਿੱਚ ਪੈਦਾ ਹੋਇਆ। ਕਿ ਤੁਸੀਂ ਵਰਲਡ ਵਾਰ ਦੇ ਵਿੱਚ ਸਮੇਂ 'ਚ ਪੈਦਾ ਹੋਏ ਸੀ ਤਾਂ ਤੁਹਾਡੇ ਦੇ ਉਸ ਤਰ੍ਹਾਂ ਦਾ ਮਾਨਸਿਕ ਜਿਹੜੇ ਥੋਟ ਨੇ ਉਵੇਂ ਦੇ ਹੋਣੇ ਸੀਗੇ, ਤੁਹਾਡਾ ਥੋਟ ਪ੍ਰੋਸੈਸ ਉਵੇਂ ਦਾ ਹੋਣਾ ਸੀ। 47 ਵਾਲੇ ਟਾਈਮ ਦੇ ਵਿੱਚ ਹੁੰਦੇ ਤਾਂ ਉਵੇਂ ਦਾ ਸਾਡੇ ਉੱਪਰ ਹੋਣਾ ਸੀ। ਜੇਕਰ ਅਸੀਂ 84 ਵਾਲੇ ਟਾਈਮ ਹੁੰਦੇ ਤਾਂ ਉਵੇਂ ਦਾ ਸਾਡੇ ਉੱਪਰ ਇਨਫਲੂਐਂਸ ਹੋਣਾ ਸੀ। ਜਾਣੀ ਕਿ ਟਾਈਮ ਲਾਈਨ ਹੈ ਜਿਹੜੀ ਉਹ ਵੀ ਕੀ ਕਰ ਰਹੀ ਹੈ, ਸਾਨੂੰ ਪ੍ਰਭਾਵਿਤ ਕਰ ਰਹੀ ਹੈ ਕਿ ਅਸੀਂ ਕਿਸ ਸਮੇਂ ਦੇ ਵਿੱਚ ਪੈਦਾ ਹੋਏ। ਹੁਣ ਅਗਲੀ ਗੱਲ ਵੀ ਇਸ ਥਿਊਰੀ ਦਾ ਆਲੋਚਨਾ ਹੈ, ਜਿਹੜੀ ਆਲੋਚਨਾ ਵੀ ਹੁੰਦੀ ਹੈ ਇਸ ਥਿਊਰੀ ਦੀ। ਆਲੋਚਨਾ ਹੋਣ ਦਾ ਕਾਰਨ ਕੀ ਹੈ ਕਿ ਹੁਣ ਇਹ ਜਿਹੜੀ ਥਿਊਰੀ ਹੈ ਸਿਰਫ ਤੇ ਸਿਰਫ ਕਾਹਦੇ 'ਤੇ ਨਿਰਭਰ ਕਰ ਰਹੀ ਹੈ, ਵਾਤਾਵਰਨ 'ਤੇ ਨਿਰਭਰ ਕਰ ਰਹੀ ਹੈ ਕਿ ਆਲੇ ਦੁਆਲੇ ਦਾ ਬੰਦੇ ਦਾ ਵਾਤਾਵਰਨ ਕਿਵੇਂ ਦਾ। ਦੂਸਰੀ ਕਿਸੇ ਵੀ ਐਸਪੈਕਟ ਦੀ ਹੋਰ ਦੀ ਗੱਲ ਨਹੀਂ ਕਰ ਰਹੀ। ਇੱਕੋ ਹੀ ਗੱਲ ਕਰ ਰਹੀ ਹੈ ਕਿ ਬੰਦੇ ਦਾ ਆਲਾ ਦੁਆਲਾ ਕਿਹਾ ਜਿਹਾ ਉਹਨੇ ਆਲਾ ਦੁਆਲਾ ਹੋਊਗਾ, ਉਹ ਜਿਹਾ ਬੰਦੇ 'ਤੇ ਪ੍ਰਭਾਵ ਪਊਗਾ ਹੀ ਪਊਗਾ। ਇਹ ਇਹਦੀ ਆਲੋਚਨਾ ਹੈ। ਪਰ ਇਹਦੇ ਇੰਪਲੀਕੇਸ਼ਨਸ ਕੀ ਨੇ, ਤਾਂ ਇਹਦੇ ਹਿਸਾਬ ਨਾਲ ਜੇਕਰ ਅਸੀਂ ਇਹ ਸਾਰਾ ਵਾਤਾਵਰਨ ਹੈ ਜਿਹੜਾ ਬੱਚੇ ਦੇ ਆਲੇ ਦੇ ਦੁਆਲੇ ਦਾ, ਉਹਦੇ ਆਲੇ ਦੁਆਲੇ ਵਾਲਾ ਵਾਤਾਵਰਨ ਜੇ ਅਸੀਂ ਕਿਸੇ ਹਿਸਾਬ ਨਾਲ ਹੈਲਥੀ ਬਣਾ ਦਈਏ, ਵਧੀਆ ਬਣਾ ਦਈਏ, ਪੋਜ਼ਿਟਿਵ ਬਣਾ ਦਈਏ, ਤਾਂ ਇਟ ਮੀਨਸ ਬੱਚੇ ਦੀ ਗਰੋਥ ਹੈ ਜਿਹੜੀ ਉਹ ਕੀ ਹੋਊਗੀ, ਬਹੁਤ ਵਧੀਆ ਹੋਊਗੀ। ਤਾਂ ਇਹਦੀ ਕ੍ਰਿਟਿਸਿਜ਼ਮ ਕੀ ਹੈ ਕਿ ਇਕੱਲੇ ਵਾਤਾਵਰਨ ਦੀ ਗੱਲ ਕਰਦਾ, ਇਕੱਲੇ ਇਨਵਾਇਰਨਮੈਂਟ ਦੀ ਗੱਲ ਕਰਦਾ,
ਪਰ ਇਹਦੀਆਂ ਐਜੂਕੇਸ਼ਨਲ ਇੰਪਲੀਕੇਸ਼ਨਸ ਕੀ ਨੇ ਕਿ ਜੇਕਰ ਤੁਸੀਂ ਇੱਕ ਬੱਚੇ ਨੂੰ ਸਕੂਲ ਦੇ ਵਿੱਚ ਪੋਜ਼ਿਟਿਵ এনवायरमेंट ਦੋਗੇ ਤਾਂ ਉਹ ਸਿੱਖੂਗਾ। ਇੱਥੋਂ ਅਸੀਂ ਖੁਸ਼ੀ-ਖੁਸ਼ੀ ਸਿਖਾ ਕੇ ਭੇਜਦੇ ਹਾਂ ਬੱਚੇ ਨੂੰ, ਜੇਕਰ ਘਰੇ ਜਾ ਕੇ ਉਹ ਪੜ੍ਹੂਗਾ ਤਾਂ ਘਰੇ ਜਾ ਕੇ ਉਹਦੇ ਮਾਂ-ਬਾਪ ਪੇਰੈਂਟਸ ਨੇ ਜਿਹੜੇ ਉਹ ਪੜ੍ਹਾਉਣਗੇ, ਪੋਜ਼ਿਟਿਵ এনवायरमेंट ਦੇਣਗੇ ਤਾਂ ਸਿੱਖੂਗਾ। ਇੱਥੋਂ ਬੱਚਾ ਸਾਡੇ ਕੋਲੋਂ ਕੁੱਟ ਖਾ ਕੇ ਗਿਆ, ਉਹ ਪੜ੍ਹਨਾ ਨਹੀਂ ਆਉਂਦਾ, ਘਰੇ ਜਾ ਕੇ ਪੇਰੈਂਟਸ ਕੁੱਟ ਰਹੇ ਨੇ, ਤਾਂ ਇਟ ਮੀਨਸ ਉਹਨੂੰ ਨੈਗੇਟਿਵ এনवायरमेंट ਮਿਲ ਰਿਹਾ, ਤਾਂ ਬੱਚਾ ਸਿੱਖਣ ਦੀ ਬਜਾਏ ਕੀ ਹੋਊਗਾ, ਹੋਰ ਜ਼ਿਆਦਾ ਡਾਊਨ ਜਾਊਗਾ। ਤਾਂ ਇਹ ਕੀ ਕਹਿ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ এনवायरमेंट ਦੀ ਗੱਲ ਕਰ ਰਿਹਾ ਹੈ, ਗੁੱਡ এনवायरमेंट, ਹੈਲਦੀ এনवायरमेंट, ਉਹ ਸਾਨੂੰ ਬੱਚੇ ਨੂੰ ਪ੍ਰੋਵਾਈਡ ਕਰਾਉਣਾ ਪਊਗਾ। ਜੇਕਰ ਅਸੀਂ ਬੱਚੇ ਨੂੰ ਉਹ ਪ੍ਰੋਵਾਈਡ ਕਰਵਾਉਂਦੇ ਹਾਂ ਤਾਂ ਬੱਚਾ ਜਿਹੜਾ ਉਹਦੀ ਗਰੋਥ ਤੇ ਡਿਵੈਲਪਮੈਂਟ ਆ ਉਹ ਕੀ ਹੋਊਗੀ, ਵਧੀਆ ਹੋਊਗੀ, ਹੈਲਦੀ ਹੋਊਗੀ। ਆਪਣੀ ਸੋਸ਼ਲਾਈਜੇਸ਼ਨ ਦੀ ਇਹ ਅਗਲੀ ਥਿਊਰੀ ਹੈ। ਸੋਸ਼ਲਾਈਜੇਸ਼ਨ ਦੇ ਵਿੱਚ ਹੀ ਆਉਂਦੀ ਹੈ ਸਮਾਜੀਕਰਨ ਦੇ ਵਿੱਚ। ਸਮਾਜੀਕਰਨ ਦਾ ਮਤਲਬ ਜਿੱਥੇ ਅਸੀਂ ਆਪਣੇ ਆਲੇ ਦੁਆਲੇ ਤੋਂ ਦੇਖ ਕੇ ਕੁਝ ਸਿੱਖ ਰਹੇ ਹਾਂ ਜਾਂ ਉਹਦੇ ਅਨੁਸਾਰ ਅਸੀਂ ਆਪਣੇ ਆਪ ਨੂੰ ਢਾਲ ਰਹੇ ਹਾਂ। ਹੁਣ ਲੁਕਿੰਗ ਗਲਾਸ ਸੈਲਫ ਹੈ ਜਿਹੜੀ ਇਹ ਥਿਊਰੀ ਕਿਹਨੇ ਦਿੱਤੀ ਹੈ, ਚਾਰਲਸ ਹੌਰਟਨ ਕੂਲੇ ਨੇ ਇਹ ਥਿਊਰੀ ਦਿੱਤੀ ਹੈ। ਇਹਦੇ ਵਿੱਚ ਇਹ ਕੀ ਕਹਿੰਦਾ ਹੈ, ਇਹ ਸਾਰੀ ਥਿਊਰੀ ਇਸ ਤੇ ਬੇਸਿਸ ਹੈ ਕਿ ਇੱਕ ਵਿਅਕਤੀ ਜਿਹੜਾ ਇਹ ਆਪਣੀ ਆਇਡੈਂਟੀਟੀ ਕ੍ਰੀਏਟ ਕਰਦਾ ਹੈ, ਉਹ ਇਹ ਦੇਖ ਕੇ ਕਰਦਾ ਕਿ ਦੂਸਰੇ ਬੰਦੇ ਉਹਦੇ ਬਾਰੇ ਕੀ ਸੋਚ ਰਹੇ ਹਨ। ਇਹਦੀ ਸਾਰੀ ਦੀ ਸਾਰੀ ਥਿਊਰੀ ਇਸੇ ਗੱਲ ਤੇ ਖੜੀ ਹੈ। ਜਿਵੇਂ ਆਪਾਂ ਇੱਥੇ ਲਿਖਿਆ ਕਿ ਹਰ ਵਿਅਕਤੀ ਜਿਹੜੀ ਆਪਣੀ ਪਛਾਣ ਹੈ ਇਸ ਆਧਾਰ ਤੇ ਵਿਕਸਿਤ ਕਰਦਾ ਹੈ ਕਿ ਦੂਸਰੇ ਬੰਦੇ ਉਹਦੇ ਬਾਰੇ ਕੀ ਸੋਚਦੇ ਨੇ, ਤੇ ਉਹ ਵਿਅਕਤੀ ਦੂਸਰਿਆਂ ਦੇ ਉਹਦੇ ਪ੍ਰਤੀ ਨਜ਼ਰੀਆ ਜਿਹੜਾ ਉਹਨੂੰ ਕਿਵੇਂ ਲੈਂਦਾ ਹੈ। ਹੁਣ ਇੱਕ ਚੀਜ਼ ਹੈ ਕਿ ਮੈਂ ਇੱਕ ਇਨਸਾਨ ਹਾਂ, ਜਿਹੜੀ ਵੀ ਸੁਸਾਇਟੀ ਦੇ ਵਿੱਚ ਤੁਸੀਂ ਰਹਿ ਰਹੇ ਹੋ, ਜਿਹੜੀ ਵੀ ਜਗ੍ਹਾ ਤੇ ਤੁਸੀਂ ਰਹਿ ਰਹੇ ਹੋ, ਤੁਹਾਡੇ ਬਾਰੇ ਕੋਈ ਨਾ ਕੋਈ ਤਾਂ ਉਹ ਸੋਚੂਗਾ ਹੀ, ਹੈ ਨਾ। ਜਦੋਂ ਕਹਿੰਦੇ ਨੇ ਕਿ ਕੁਛ ਤੋਂ ਲੋਕ ਕहेंगे ਲੋਗों का ਕੰਮ ਹੈ ਕਹਿਣਾ, ਲੋਕਾਂ ਦਾ ਕੰਮ ਕਹਿਣਾ, ਕੁਛ ਨਾ ਕੁਛ ਤਾਂ ਕਹਿਣਗੇ। ਪਰ ਹੁਣ ਜਦੋਂ ਸਾਡੀ ਆਇਡੈਂਟੀਟੀ ਦੀ ਗੱਲ ਆਉਂਦੀ ਹੈ ਕਿ ਜਿਹੜੀ ਗੱਲ ਉਹਨਾਂ ਨੇ ਕਹੀ ਅਸੀਂ ਉਹਨੂੰ ਲੈਣੇ ਕਿਵੇਂ ਆ, ਪਰਸੀਵ ਕਿਵੇਂ ਕਰਦੇ ਹਾਂ, ਉਹਦੇ ਉੱਪਰ ਰਿਐਕਟ ਕਿਵੇਂ ਕਰਦੇ ਹਾਂ, ਇਹ ਮੈਟਰ ਕਰਦਾ। ਤਾਂ ਸਾਡਾ ਰਿਐਕਸ਼ਨ ਹੈ ਜਿਹੜਾ ਉਹੀ ਸਾਡੀ ਆਇਡੈਂਟੀਟੀ ਹੈ। ਇਸੇ ਚੀਜ਼ ਨੂੰ ਕੂਲੇ ਨੇ ਕੀ ਕਿਹਾ ਹੈ, ਉਹਨੇ ਆਖਿਆ ਲੁਕਿੰਗ ਗਲਾਸ ਸੈਲਫ। ਇਹ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਦੇਖਣਾ, ਤੇ ਸ਼ੀਸ਼ਾ ਉਹ ਕਿਹਨੂੰ ਕਹਿ ਰਿਹਾ, ਸੁਸਾਇਟੀ ਨੂੰ। ਕਿ ਸਮਾਜ ਹੈ ਜਿਹੜਾ ਤੁਹਾਡਾ, ਤੁਸੀਂ ਸਮਾਜ ਦੇ ਵਿੱਚ ਦੇਖਦੇ ਹੋ, ਉਸ ਤੋਂ ਬਾਅਦ ਸਮਾਜ ਦੀਆਂ ਤੁਹਾਡੇ ਪ੍ਰਤੀ ਕੁਝ ਰਿਐਕਸ਼ਨਸ ਹੋਣਗੀਆਂ, ਉਹ ਕੁਛ ਨਾ ਕੁਛ ਤੁਹਾਡੇ ਬਾਰੇ ਕਹਿਣਗੇ। ਤੁਸੀਂ ਹੁਣ ਉਹਨਾਂ ਚੀਜ਼ਾਂ ਨੂੰ ਲੈਂਦੇ ਕਿਵੇਂ ਹੋ ਆਪਣੇ ਆਪ ਤੇ, ਇਸੇ ਦੀ ਕਹਾਣੀ ਹੈ ਸਾਰੀ ਦੀ ਸਾਰੀ ਥਿਊਰੀ। ਇਹਦੇ 'ਚ ਇਹ ਤਿੰਨ ਚੀਜ਼ਾਂ ਨੇ ਜਿਹੜੀਆਂ ਤਿੰਨ ਸਟੈਪ ਨੇ ਉਹ ਬਿਆਨ ਕਰਦਾ। ਤਿੰਨ ਸਟੈਪਾਂ ਨੂੰ, ਤਿੰਨ ਸਟੈਪ ਕੀ ਨੇ? ਪਹਿਲੀ ਗੱਲ ਉਹ ਕਹਿੰਦਾ ਕਿ ਵੀ ਟਰਾਈ ਟੂ ਫਿਗਰ ਆਊਟ ਹੂ ਵੀ ਥਿੰਕ ਵੀ ਆਰ। ਪਹਿਲੀ ਚੀਜ਼, ਤੁਸੀਂ ਆਪਣੇ ਆਪ ਬਾਰੇ ਕੀ ਸੋਚਦੇ ਹੋ ਕਿ ਤੁਸੀਂ ਕੀ ਚੀਜ਼ ਹੋ। ਸਭ ਤੋਂ ਪਹਿਲਾਂ ਸਾਡੀ ਆਪਣੇ ਆਪ ਬਾਰੇ ਕੋਈ ਨਾ ਕੋਈ ਰਾਏ ਹੋਣੀ ਚਾਹੀਦੀ ਹੈ ਕਿ ਅਸੀਂ ਕੀ ਚੀਜ਼ ਆ। ਸੈਕਿੰਡ ਸਟੈਪ ਦੇ ਵਿੱਚ ਕੀ ਕਹਿੰਦਾ ਕਿ ਵਾਟ ਅਦਰ ਪੀਪਲ ਥਿੰਕ ਆਫ ਅਸ, ਦੂਜੇ ਲੋਕ ਸਾਡੇ ਬਾਰੇ ਕੀ ਸੋਚਦੇ ਨੇ। ਪਹਿਲੇ 'ਚ ਕੀ ਕਹਿੰਦਾ ਅਸੀਂ ਆਪਣੇ ਆਪ ਬਾਰੇ ਕੀ ਸੋਚਦੇ ਹਾਂ, ਦੂਜੇ 'ਚ ਦੂਸਰੇ ਲੋਕ ਸਾਡੇ ਬਾਰੇ ਕੀ ਸੋਚ ਰਹੇ ਨੇ, ਤੀਸਰੇ 'ਚ ਕੀ ਕਹਿੰਦਾ ਹੈ ਕਿ ਦੂਸਰੇ ਬੰਦੇ ਨੇ ਜਿਹੜੇ ਸਾਹਮਣੇ ਵਾਲੇ, ਉਹਨਾਂ ਦੀ ਰਾਏ ਸਾਡੇ ਤੇ ਪ੍ਰਭਾਵ ਕਿਵੇਂ ਪਾ ਰਹੀ ਹੈ, ਕਿ ਉਹਨਾਂ ਦੇ ਕੁਝ ਕਹਿਣ ਦੇ ਨਾਲ ਅਸੀਂ ਆਪਣਾ ਇਰਾਦਾ ਬਦਲ ਲੈਂਦੇ ਹਾਂ, ਅਸੀਂ ਆਪਣਾ ਮਕਸਦ ਬਦਲ ਲੈਂਦੇ ਹਾਂ, ਜਾਂ ਫਿਰ ਜਿਹੜੇ ਅਸੀਂ ਪਹਿਲਾਂ ਇੱਥੇ ਜਿਹੜੀ ਆਇਡੈਂਟੀਟੀ ਕ੍ਰੀਏਟ ਕੀਤੀ ਸੀ ਅਸੀਂ ਉਵੇਂ ਦੇ ਉਵੇਂ ਬਣੇ ਰਹਿੰਦੇ ਹਾਂ। ਜਿਵੇਂ ਅਸੀਂ ਨੇ ਇੱਕ ਉਹ ਪੜ੍ਹੀ ਹੋਊਗੀ, ਇੱਕ ਕਹਾਣੀ ਹੁੰਦੀ ਸੀ ਛੋਟੀ ਜਿਹੀ ਸਾਨੂੰ, ਤੀਸਰਾ ਪਹਿਲੇ ਦੇ ਵਿੱਚ ਆਪਦੀ ਆਇਡੈਂਟੀਟੀ ਆਪ ਤੁਸੀਂ ਦੇਖਣਾ ਕਿ ਤੁਸੀਂ ਕੌਣ ਹੋ, ਦੂਸਰੇ ਦੇ ਵਿੱਚ ਕੀ ਹੈ ਤੁਸੀਂ ਇਹ ਦੇਖਣਾ ਕਿ ਲੋਕ ਤੁਹਾਡੇ ਬਾਰੇ ਕੀ ਕਹਿ ਰਹੇ ਨੇ, ਤੀਸਰਾ ਕੀ ਹੈ ਕਿ ਉਹ ਲੋਕ ਜੋ ਕਹਿ ਰਹੇ ਨੇ ਕਿ ਤੁਸੀਂ ਉਹਨੂੰ ਆਪਣੇ ਉੱਪਰ ਲਾਗੂ ਕਰ ਰਹੇ ਹੋ ਕਿ ਜਾਂ ਨਹੀਂ ਕਰ ਰਹੇ। ਇੱਕ ਛੋਟੀ ਜਿਹੀ ਸਟੋਰੀ ਦੇਖਦੇ ਹਾਂ ਆਪਾਂ, ਛੋਟੀ ਜਿਹੀ ਸਟੋਰੀ ਦੇਖ ਕੇ ਤੁਹਾਨੂੰ ਸਮਝ ਆ ਜਾਊਗਾ। ਅਸੀਂ ਸਾਰਿਆਂ ਨੇ ਇੱਕ ਉਹ ਦੇਖਿਆ ਹੋਊਗਾ GIF ਜਾਂ ਫੋਟੋਆਂ ਦੇਖੀਆਂ ਹੋਣਗੀਆਂ ਆਪਣੇ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਦੇਖੀਆਂ ਹੋ ਸਕਦੀਆਂ ਨੇ। ਇੱਕ ਬੰਦਾ ਉਹਦੇ ਹੱਥ ਦੇ ਵਿੱਚ ਗਧਾ ਫੜਿਆ ਹੋਇਆ ਤੇ ਉਹਦੇ ਨਾਲ ਇੱਕ ਕੋਈ ਵੀ ਉਹਦੀ ਚਲੋ ਘਰ ਵਾਲੀ ਚੱਲ ਰਹੀ ਹੈ। ਹੁਣ ਉਹ ਬੰਦਾ ਜਿਹੜਾ ਉਹ ਚੱਲਦਾ ਜਾ ਰਿਹਾ, ਗਧੇ ਨੂੰ ਫੜ ਕੇ ਲੈ ਕੇ ਜਾ ਰਿਹਾ। ਹੁਣ ਲੋਕ ਦੇਖ ਕੇ ਕਹਿੰਦੇ ਨੇ ਕਿ ਕਿੰਨਾ ਪਾਗਲ ਹੈ, ਕਿ ਜਦੋਂ ਗਧਾ ਚੰਗਾ ਭਲਾ ਹੈਗਾ ਤਾਂ ਉਹਦੇ ਉੱਪਰ ਚੜ੍ਹ ਕੇ ਕਿਉਂ ਨਹੀਂ ਜਾ ਰਹੇ। ਹੁਣ ਉਹ ਕੀ ਕਰਦਾ, ਸਲਾਹ ਮੰਨ ਲੈਂਦਾ ਕਿ ਚਲੋ ਇਹਨਾਂ ਉੱਪਰ ਬੈਠਦੇ, ਉਹ ਦੋਨੇ ਜਾਣੇ ਉੱਪਰ ਬੈਠਦੇ ਨੇ, ਥੋੜੀ ਅੱਗੇ ਜਾਂਦੇ ਨੇ। ਉਹ ਕਹਿੰਦਾ ਵੀ ਕਿੱਡਾ ਉਹ ਜ਼ਾਲਮ ਬੰਦਾ ਹੈ, ਨਿੱਕਾ ਜਿਹਾ ਗਧਾ, ਦੋ ਐਡੇ ਦੇ ਉੱਪਰ ਚੜੇ ਬੈਠੇ ਨੇ। ਫਿਰ ਉਹ ਸੋਚਦਾ ਵੀ ਗਲਤੀ ਹੋ ਗਈ, ਫਿਰ ਉਹ ਆਪਦੇ ਆਪ ਨੂੰ ਉਤਾਰ ਲੈਂਦਾ, ਉਹ ਉਹਨੂੰ ਬਿਠਾ ਦਿੰਦਾ ਉੱਤੇ। ਫਿਰ ਅੱਗੇ ਬੰਦੇ ਕਹਿੰਦੇ ਨੇ ਵੀ ਆਪਦੀ ਘਰ ਵਾਲੀ ਪਿੱਛੇ ਲੱਗਿਆ ਹੋਇਆ, ਘਰ ਵਾਲੀ ਉੱਪਰ ਬਿਠਾ ਰੱਖੀ ਆ। ਫਿਰ ਘਰ ਵਾਲੀ ਨੂੰ ਥੱਲੇ ਲਾ ਕੇ ਗਧੇ ਨੂੰ ਮੋਢਿਆਂ 'ਤੇ ਚੱਕ ਲੈਂਦਾ। ਫਿਰ ਲੋਕ ਕਹਿੰਦੇ ਨੇ ਵੀ ਕਿੱਡਾ ਪਾਗਲ ਹੈ, ਵੀ ਗਧੇ ਦੇ ਉੱਪਰ ਆਪ ਚੜ੍ਹਨਾ ਚਾਹੀਦਾ ਤੇ ਉਹਨੂੰ ਮੋਢਿਆਂ 'ਤੇ ਚੱਕੀ ਜਾਂਦਾ। ਹੁਣ ਉਹ ਆਪਦੀ ਆਇਡੈਂਟੀਟੀ ਜਿਹੜਾ ਇਹ ਕਰੈਕਟਰ ਹੈ ਇਸ ਸਟੋਰੀ ਵਿਚਲਾ ਕੀ ਤੋਂ ਪ੍ਰਭਾਵਿਤ ਹੋ ਰਿਹਾ, ਸਾਰੇ ਦਾ ਸਾਰਾ ਸੁਸਾਇਟੀ ਤੋਂ। ਆਪਦੀ ਕੋਈ ਥਿੰਕਿੰਗ ਹੀ ਨਹੀਂ ਉਹਦੀ,
ਲੋਕਾਂ ਨੇ ਕੁਛ ਨਾ ਕੁਛ ਕਹਿਣਾ, ਪਰ ਉਹਦੀ ਹੁਣ ਉਹਦੀ ਆਇਡੈਂਟੀਟੀ ਕਾਹਦੇ ਖੜੀ ਹੈ? ਸਾਰੀ ਦੀ ਸਾਰੀ ਲੋਕਾਂ ਤੇ ਖੜੀ ਹੈ। ਜਿਹੜਾ ਕੁਛ ਲੋਕ ਕਹਿ ਰਹੇ ਨੇ ਉਹੀ ਕੁਛ ਉਹ ਕੀ ਕਰ ਰਿਹਾ, ਕਰੀ ਜਾ ਰਿਹਾ ਹੈ। ਇਹੀ ਗੱਲ ਇਹ ਚੈਂਟ ਹੁਣ ਕਹਿਣਾ ਚਾਹ ਰਿਹਾ ਜਿਹੜਾ ਇਹ ਬੋਲੇ ਆ, ਇਹ ਕਹਿੰਦਾ ਅਸੀਂ ਕਿਤੇ ਨਾ ਕਿਤੇ ਜਿਹੜਾ ਵੀ ਕੁਛ ਕਰਦੇ ਆ ਕਿਤੇ ਨਾ ਕਿਤੇ ਕਿਤੋਂ ਪ੍ਰਭਾਵਿਤ ਹੁੰਦਾ ਸਾਡੇ ਸਮਾਜ ਤੋਂ। ਇਸੇ ਤੋਂ ਕੀ ਕਹਿੰਦਾ ਉਹ ਆਈ ਦੀ ਥਾਂ ਤੇ ਉਹ ਆਪਣੇ ਆਪ ਨੂੰ ਰੱਖਦਾ। ਤੁਸੀਂ ਜੋ ਕੁਛ ਹੈਗੇ ਹੋ ਸਾਹਮਣੇ ਕੀ ਹੈ, ਤੁਹਾਡੇ ਇੱਕ ਸ਼ੀਸ਼ਾ ਲੱਗਿਆ ਹੋਇਆ ਜਿਹੜਾ ਸਮਾਜ ਹੈ। ਹੁਣ ਇਹ ਤੁਹਾਨੂੰ ਕਿਵੇਂ ਦਾ ਦਿਖਾ ਰਿਹਾ ਹੈ, ਇਹ ਵਾਪਸ ਰਿਫਲੈਕਸ਼ਨ ਤੁਹਾਡੇ ਕੋਲ ਆਊਗੀ। ਹੁਣ ਤੁਸੀਂ ਇਹਨੂੰ ਲੈਂਦੇ ਕਿਵੇਂ ਹੋ, ਤੁਸੀਂ ਪਰਸੀਵ ਕਿਵੇਂ ਕਰਦੇ ਹੋ ਇਸ ਚੀਜ਼ ਨੂੰ, ਆਪਣੇ ਆਪ ਉੱਤੇ ਕਿਸ ਤਰੀਕੇ ਨਾਲ ਲਾਗੂ ਕਰਦੇ ਹੋ, ਇਹ ਤੁਹਾਡੇ ਉੱਪਰ ਡਿਪੈਂਡ ਹੈ। ਇਸੇ ਕਰਕੇ ਇਹਨੇ ਦੋ ਚੀਜ਼ਾਂ, ਦੋ ਟਰਮਾਂ ਇਹ ਦਿੱਤੀਆਂ। ਆਈ ਨੂੰ ਇਹ ਕੀ ਕਹਿੰਦਾ, ਐਕਟਿਵ ਆਸਪੈਕਟ। ਆਈ ਤੁਸੀਂ ਖੁਦ ਜਿੰਨਾ ਚਿਰ ਤੁਸੀਂ ਇਕੱਲੇ ਹੋ ਤਾਂ ਆਈ ਹੋ, ਪਰ ਜਦੋਂ ਤੁਸੀਂ ਮੀ ਬਣ ਗਏ, ਮੀ ਦਾ ਮਤਲਬ ਕੀ ਹੈ ਕਿ ਜਦੋਂ ਤੁਸੀਂ ਸੁਸਾਇਟੀ ਬਾਰੇ ਸੋਚਣ ਲੱਗੇ ਕਿ ਸੁਸਾਇਟੀ ਤੁਹਾਡੇ ਬਾਰੇ ਕੀ ਸੋਚ ਰਹੀ ਹੈ, ਤਾਂ ਉੱਥੇ ਸਾਡਾ ਕਿਹੜਾ ਆਸਪੈਕਟ ਹੈ ਲਾਗੂ ਹੋ ਜਾਂਦਾ, ਮੀ। ਇਹ ਦੇਖੋ ਇਹਨੇ ਕਿੰਨੀ ਵਧੀਆ ਇੱਕ ਲਾਈਨ ਦਿੱਤੀ ਹੈ, ਪੈਰਾਡੋਕਸੀਕਲ ਲਾਈਨ ਦਿੱਤੀ ਹੈ ਇਹਨੇ। ਇਹ ਕਹਿੰਦਾ ਆਈ ਐਮ ਨੋਟ ਵਟ ਆਈ ਥਿੰਕ ਆਈ ਐਮ। ਇਹ ਕਹਿੰਦਾ ਮੈਂ ਉਹ ਨਹੀਂ ਜੋ ਮੈਂ ਸੋਚਦਾ ਕਿ ਮੈਂ ਹੈਗਾ। ਦੂਜੀ ਲਾਈਨ 'ਚੋਂ ਕਹਿੰਦਾ ਆਈ ਐਮ ਨੋਟ ਵਟ ਯੂ ਥਿੰਕ ਆਈ ਐਮ। ਦੂਜੀ ਲਾਈਨ ਦੇ ਵਿੱਚ ਉਹ ਕੀ ਕਹਿੰਦਾ ਕਿ ਮੈਂ ਉਹ ਵੀ ਨਹੀਂ ਹੈਗਾ ਜਿਹੜਾ ਤੁਸੀਂ ਸੋਚਦੇ ਹੋ। ਤੀਜੀ ਲਾਈਨ ਦੇ ਵਿੱਚ ਕਹਿੰਦਾ ਵਟ ਆਈ ਐਮ, ਕਹਿੰਦਾ ਮੈਂ ਹੈਗਾ ਕੀ ਆ। ਵਟ ਆਈ ਥਿੰਕ, ਮੈਂ ਕੀ ਸੋਚਦਾ। ਯੂ ਥਿੰਕ, ਕਿ ਤੁਸੀਂ ਮੇਰੇ ਬਾਰੇ ਕੀ ਸੋਚਦੇ ਹੋ ਨਾ, ਉਹ ਆ ਮੈਂ। ਪਹਿਲੀ ਲਾਈਨ ਦੇ ਵਿੱਚ ਕਿ ਮੈਂ ਉਹ ਨਹੀਂ ਹੈਗਾ ਜਿਹੜਾ ਮੈਂ ਆਪਣੇ ਬਾਰੇ ਸੋਚ ਰਿਹਾ, ਮੈਂ ਉਹ ਵੀ ਨਹੀਂ ਹੈਗਾ ਕਿ ਤੁਸੀਂ ਮੇਰੇ ਬਾਰੇ ਕੀ ਸੋਚ ਰਹੇ ਹੋ। ਤੀਜੀ ਇੰਪੋਰਟੈਂਟ ਗੱਲ, ਮੈਂ ਉਹ ਆ ਕਿ ਜਿਹੜਾ ਮੈਂ ਰਿਐਕਟ ਕਰ ਰਿਹਾ ਜਦੋਂ ਤੁਸੀਂ ਮੇਰੇ ਬਾਰੇ ਤੁਹਾਡੀ ਰਾਏ ਕੀ ਆ, ਜੇਕਰ ਮੈਂ ਉਹਦੇ ਉੱਪਰ ਆਪਦਾ ਰਿਐਕਸ਼ਨ ਦੇ ਰਿਹਾ ਤਾਂ ਅਸਲ ਉਹ ਆ ਮੈਂ। ਤੇ ਇਹਦਾ ਪੈਰਾਡੋਕਸੀਕਲ ਟਰਮ ਹੈ ਜਿਹਦੇ ਵਿੱਚ ਉਹ ਕਹਿੰਦਾ ਕਿ ਆਈ ਐਮ ਨੋਟ ਵਟ ਆਈ ਥਿੰਕ ਵਟ ਆਈ ਐਮ। ਦੂਸਰੀ 'ਚ ਕਹਿੰਦਾ ਕਿ ਆਈ ਐਮ ਨੋਟ ਵਟ ਯੂ ਥਿੰਕ ਆਈ ਐਮ। ਤੀਸਰੀ 'ਚ ਕਹਿੰਦਾ ਕਿ ਮੈਂ ਅਸਲ ਦੇ ਵਿੱਚ ਹੈਗਾ ਕੀ ਆ, ਵਟ ਆਈ ਥਿੰਕ ਯੂ ਥਿੰਕ ਆਈ ਐਮ, ਕਿ ਤੁਸੀਂ ਮੇਰੇ ਬਾਰੇ ਕੀ ਰਾਏ ਰੱਖਦੇ ਹੋ। ਤੇ ਜੇਕਰ ਮੈਂ ਉਹਦੇ ਉੱਪਰ ਕੋਈ ਪ੍ਰਤੀਕਿਰਿਆ ਦਿੰਦਾ, ਮੇਰੀ ਪ੍ਰਤੀਕਿਰਿਆ ਉਹਦੇ ਉੱਪਰ ਕੀ ਹੈ, ਅਸਲ ਦੇ ਵਿੱਚ ਉਹੀ ਮੇਰੀ ਕੀ ਹੈ, ਆਇਡੈਂਟੀਟੀ। ਤਾਂ ਇਹ ਟਰਮ ਕਿਹਨੇ ਦਿੱਤੀ ਹੈ, ਸਾਡੇ ਓਲੇ ਨੇ ਦਿੱਤੀ ਹੈ, ਚਾਰਲਸ ਫੋਰਡ ਓਲੇ ਨੇ। ਇਹਨੂੰ ਨਾਮ ਕਾਹਦਾ ਦਿੱਤਾ ਉਹਨੇ, ਲੁਕਿੰਗ ਗਲਾਸ। ਜਾਨੀ ਕਿ ਸਮਾਜ ਨੂੰ ਇੱਕ ਸ਼ੀਸ਼ੇ ਦੇ ਤੌਰ ਤੇ ਦਿਖਾਇਆ ਗਿਆ ਕਿ ਸਮਾਜ ਹੈ ਜਿਹੜਾ ਇੱਕ ਸ਼ੀਸ਼ਾ ਹੈ, ਉਹ ਸ਼ੀਸ਼ੇ ਦੇ ਵਿੱਚ ਤੁਸੀਂ ਦੇਖਦੇ ਹੋ, ਉਹਦੇ ਵਿੱਚ ਦੇਖ ਕੇ ਆਪਣੀ ਆਇਡੈਂਟੀਟੀ ਹੈ ਜਿਹੜੀ ਕ੍ਰੀਏਟ ਕਰਦੇ ਹੋ। ਹਾਂਜੀ, ਸਾਡਾ ਉਸ ਤੋਂ ਅਗਲਾ ਜਿਹੜਾ ਟੌਪਿਕ ਹੈ ਉਹ ਹੈਗਾ ਯੋਗ। ਯੋਗ ਹੈ ਜਿਹੜਾ ਆਪਾਂ ਨੇ ਆਲਮੋਸਟ ਸਾਰਿਆਂ ਨੇ ਬਹੁਤ ਵਾਰ ਪੜ੍ਹਿਆ ਹੀ ਹੋਇਆ। ਕੁਝ ਕੁ ਚੀਜ਼ਾਂ ਜਿਹੜੀਆਂ ਨਵੀਆਂ ਨੇ ਉਹ ਆਪਾਂ ਦੇਖ ਲਾਂਗੇ। ਯੋਗ ਸ਼ਬਦ ਹੈ ਜਿਹੜਾ ਬੇਸਿਕਲੀ ਇਹ ਸੰਸਕ੍ਰਿਤ ਤੋਂ ਲਿਆ ਗਿਆ ਸ਼ਬਦ ਹੈ। ਇੱਕ ਸੰਸਕ੍ਰਿਤ ਦਾ ਸ਼ਬਦ ਸੀਗਾ ਜੁਜ। ਜੁਜ ਦਾ ਮਤਲਬ ਸੀਗਾ, ਜਿਹੜਾ ਅਰਥ ਸੀਗਾ ਉਹ ਸੀਗਾ ਜੋੜਨਾ ਜਾਂ ਬੰਨ੍ਹਣਾ। ਦੋ ਚੀਜ਼ਾਂ ਦੇ ਮੇਲ ਲਈ ਜਿਹੜਾ ਸ਼ਬਦ ਵਰਤਿਆ ਜਾਂਦਾ ਸੀ ਉਹ ਜੁਜ ਵਰਤਿਆ ਜਾਂਦਾ ਸੀਗਾ। ਤੇ ਉਸੇ ਜੁਜ ਤੋਂ ਕਿਹੜਾ ਸ਼ਬਦ ਬਣਦਾ ਸਾਡਾ, ਯੋਗ। ਬੇਸਿਕਲੀ ਜਿਹੜਾ ਇਹ ਕਨਸੈਪਟ ਸੀਗਾ, ਜਿਹੜੇ ਸਾਡੇ ਪੁਰਾਣੇ ਮਹਾਰਿਸ਼ੀ ਸੀਗੇ ਉਹਨਾਂ ਦਾ ਮੰਨਣਾ ਸੀਗਾ ਕਿ ਸਾਡੀ ਜਿਹੜੀ ਆਤਮਾ ਹੈ ਸਾਡੇ ਸਰੀਰ 'ਚ ਰਹਿੰਦੀ, ਉਹ ਪਰਮਾਤਮਾ ਤੋਂ ਵਿਛੜਿਆ ਹੋਇਆ ਇੱਕ ਅੰਸ਼ ਹੈ। ਤਾਂ ਉਹ ਇੱਕ ਵਿਧੀ ਵਰਤਦੇ ਸੀਗੇ, ਇੱਕ ਵਿਧੀ ਅਪਣਾਉਂਦੇ ਸੀ ਜਿਹਨੂੰ ਉਹ ਕਹਿੰਦੇ ਸੀ ਯੋਗ, ਜਿਹੜੇ ਦੇ ਜ਼ਰੀਏ ਉਸ ਵਿਛੜੀ ਹੋਏ ਅੰਸ਼ ਨੂੰ ਤੇ ਜਾਂ ਫਿਰ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਇਆ ਜਾ ਸਕੇ। ਤਾਂ ਇਹ ਇੱਕ ਵਿਧੀ ਸੀ ਜਿਹੜੇ ਪੁਰਾਣੇ ਸਾਡੇ ਯੋਗੀ ਯੂਜ਼ ਕਰਦੇ ਸੀ, ਪਰ ਇਹਦੇ ਹੈਲਥ ਬੈਨੀਫਿਟ ਇੰਨੇ ਕੁ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਿਆਦਾ ਯੂਜ਼ ਕੀਤੀ ਜਾਂਦੀ ਹੈ। ਸਾਡੇ ਜਿਹੜੇ ਪਹਿਲੇ ਆਦਿ ਯੋਗੀ ਮੰਨਿਆ ਜਾਂਦਾ ਹੈ ਕਿ ਸੰਸਾਰ ਦੇ ਵਿੱਚ ਜੇ ਕਿਸੇ ਬੰਦੇ ਨੇ ਸਭ ਤੋਂ ਪਹਿਲੇ ਨੇ ਯੋਗ ਕੀਤਾ ਉਹ ਮੰਨਿਆ ਜਾਂਦਾ ਸ਼ਿਵ ਨੇ ਕੀਤਾ। ਤਾਂ ਸ਼ਿਵ ਸੀ ਜਿਹੜੇ ਕਹਿੰਦੇ ਉਹ ਕਈ ਸੌ ਸਾਲ ਸੀ ਜਿਹੜੇ ਉਹ ਬੈਠੇ ਰਹੇ ਤਪ ਦੇ ਵਿੱਚ। ਤਾਂ ਤਪ ਦੇ ਵਿੱਚ ਬੈਠਣ ਤੋਂ ਬਾਅਦ ਉਹਨਾਂ ਨੂੰ ਬਹੁਤ ਸਾਰੇ ਲੋਕ ਦੇਖਣ ਆਏ। ਤਾਂ ਤਪ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਗਿਆਨ ਪ੍ਰਾਪਤ ਹੋਇਆ, ਜਦੋਂ ਕਈ ਸੌ ਸਾਲ ਬੈਠੇ ਰਹੇ ਤਾਂ ਜਿਹੜੇ ਲੋਕ ਸੀਗੇ ਆਗੇ ਬਾਗੇ ਤਾਂ ਲਾਸਟ ਤੇ ਕਹਿੰਦੇ ਨੇ ਕਿ ਉਹਨਾਂ ਨਾਲ ਸਿਰਫ 7 ਬੰਦੇ ਰਹਿ ਗਏ ਸੀਗੇ ਜਿਹੜੇ ਉਹਨਾਂ ਦੇ ਅੱਖਾਂ ਖੁੱਲ੍ਹਣ ਤੱਕ ਉਹਨਾਂ ਦੇ ਨਾਲ ਰਹੇ। ਤਾਂ ਉਹਨਾਂ ਨੇ ਜਿਹੜੀ ਆਪਣੀ ਸਿੱਖਿਆ ਸੀਗੀ ਸ਼ਿਵ ਜੀ ਕੋਲ ਯੋਗ ਦੀ ਸੀ ਜਾਂ ਫਿਰ ਪਰਮਾਤਮਾ ਨਾਲ ਮਿਲਣ ਦੀ ਸੀ ਨਾ, ਉਹ 7 ਬੰਦਿਆਂ ਨੂੰ ਦਿੱਤੀ। ਉਹਨਾਂ 7 ਨੂੰ ਸਪਤ ਰਿਸ਼ੀ ਕਿਹਾ ਗਿਆ। ਤੇ ਉਹ 7 ਜਿਹੜੇ ਸਪਤ ਰਿਸ਼ੀ ਸੀਗੇ ਉਹਨਾਂ ਨੂੰ ਫਿਰ ਦੁਨੀਆ ਦੇ ਵੱਖੋ ਵੱਖਰੇ ਭਾਗਾਂ 'ਚ, ਭਾਰਤ ਦੇ ਵੱਖੋ ਵੱਖਰੇ ਭਾਗਾਂ 'ਚ ਭੇਜਿਆ ਗਿਆ ਯੋਗ ਦਾ ਪ੍ਰਸਾਰ ਕਰਨ ਲਈ, ਯੋਗ ਦੀ ਵਿੱਦਿਆ ਦੇਣ ਦੇ ਲਈ। ਤਾਂ ਪਹਿਲੇ ਜਿਹੜੇ ਯੋਗੀ ਹੋਏ ਨੇ ਜਿਨ੍ਹਾਂ ਨੇ ਯੋਗ ਸ਼ੁਰੂ ਕੀਤਾ ਉਹ ਮੰਨਿਆ ਜਾਂਦਾ ਸ਼ਿਵ ਨੂੰ, ਤੇ ਤਾਂ ਕਰਕੇ ਉਹਨਾਂ ਨੂੰ ਸ਼ਿਵ ਦੇ ਨਾਲੋਂ ਆਦਿ ਯੋਗੀ ਦੇ ਨਾਮ ਨਾਲ ਜ਼ਿਆਦਾ ਜਾਣਿਆ ਜਾਂਦਾ।
ਉਸ ਤੋਂ ਅਗਲੀ ਗੱਲ ਜਿਹੜੀ ਸਾਡੇ ਕੋਲ ਆਉਂਦੀ ਆ, ਸਾਡੇ ਕੋਲ ਜਿਹੜਾ ਰਿਟਨ ਡਾਕੂਮੈਂਟ ਪਹਿਲਾਂ ਪੇਸ਼ ਕੀਤਾ ਯੋਗ ਦੇ ਬਾਰੇ, ਜਿਹੜਾ ਬਹੁਤ ਵਧੀਆ ਵਿਸਥਾਰਪੂਰਵਕ ਸਾਨੂੰ ਲਿਖਿਆ ਮਿਲਿਆ, ਉਹ ਲਿਖਿਆ ਮਿਲਿਆ ਸੀਗਾ ਪਤੰਜਲੀ ਦੀ ਕਿਤਾਬ ਸੀਗੀ ਯੋਗ ਸੂਤਰ। ਤਾਂ ਯੋਗ ਸੂਤਰ ਦੇ ਵਿੱਚੋਂ ਸਾਨੂੰ ਇਹ ਲਿਖਿਆ ਮਿਲਿਆ ਜਿਹੜਾ ਸਾਡਾ ਅਸ਼ਟਾਂਗ ਯੋਗ ਸੀਗਾ ਸਪੈਸ਼ਲੀ ਇਹਦੇ ਬਾਰੇ। ਤਾਂ ਜਿਹੜੀ ਕਿਤਾਬ ਸੀ ਯੋਗ ਦੇ ਬਾਰੇ ਕਿਹਦੀ ਲਿਖੀ ਮਿਲਦੀ ਆ ਸਾਨੂੰ? ਪਤੰਜਲੀ ਦੀ। ਤਾਂ ਕਰਕੇ ਪਤੰਜਲੀ ਨੂੰ ਕੀ ਕਿਹਾ ਜਾਂਦਾ? ਯੋਗ ਦਾ ਪਿਤਾਮਾ, ਕਿਉਂਕਿ ਜਿਹੜੀ ਕਿਤਾਬ ਦੇ ਵਿੱਚ ਯੋਗ ਦਾ ਜ਼ਿਕਰ ਸੀ ਜਾਂ ਫਿਰ ਯੋਗ ਨੂੰ ਬਹੁਤ ਵਧੀਆ ਤਰੀਕੇ ਨਾਲ ਐਕਸਪਲੇਨ ਕੀਤਾ ਹੋਇਆ ਸੀ, ਉਹ ਸਾਨੂੰ ਕਿੱਥੋਂ ਮਿਲੀ? ਪਤੰਜਲੀ ਦੇ ਕੋਲੋਂ ਮਿਲਦੀ ਹੈ। ਤਾਂ ਪਤੰਜਲੀ ਨੇ ਇੱਕ ਮਾਰਗ ਦੱਸਿਆ ਅਸ਼ਟਾਂਗ ਯੋਗ, ਜਿਹਦੇ ਜ਼ਰੀਏ ਕੀ ਕੀਤਾ ਜਾ ਸਕਦਾ ਸੀ? ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਇਆ ਜਾ ਸਕਦਾ ਸੀ। ਅਸ਼ਟਾਂਗ ਸੀ ਜਿਹੜਾ ਇਹ ਦੋ ਸ਼ਬਦਾਂ ਨੂੰ ਮਿਲ ਕੇ ਬਣਿਆ ਸੀ, ਅਸ਼ਟ ਪਲੱਸ ਅੰਗ। ਅਸ਼ਟ ਦਾ ਮਤਲਬ ਹੁੰਦਾ ਹੈ 8, ਅੰਗ ਦਾ ਮਤਲਬ ਹੁੰਦਾ ਹੈ ਭਾਰ। ਅਸ਼ਟਾਂਗ ਦਾ ਮਤਲਬ ਸੀ ਕਿ 8 ਅੰਗਾਂ ਵਾਲਾ, ਅਸ਼ਟ ਪਲੱਸ ਆਂਗ ਯਾਨੀ ਕਿ 8 ਅੰਗਾਂ ਵਾਲਾ। ਤਾਂ ਉਹਨਾਂ ਨੇ 8 ਅੰਗ ਸੁਜੈਸਟ ਕੀਤੇ। 8 ਅੰਗ ਬੇਸਿਕਲੀ 8 ਸਟੈਪ ਸੀਗੇ। ਉਹਨਾਂ 8 ਸਟੈਪਸ ਨੂੰ ਫੋਲੋ ਕਰਕੇ ਅਸੀਂ ਕੀ ਕਰ ਸਕਦੇ ਸੀ? ਆਪਣੇ ਮਨ ਦੇ ਉੱਪਰ ਕੰਟਰੋਲ ਕਰ ਸਕਦੇ ਸੀ, ਆਪਣੇ ਸਰੀਰ ਦੇ ਉੱਪਰ ਕੰਟਰੋਲ ਕਰ ਸਕਦੇ ਸੀ, ਸਾਡੀਆਂ ਇੱਛਾਵਾਂ ਦੇ ਉੱਪਰ ਕੰਟਰੋਲ ਕਰ ਸਕਦੇ ਸੀ। ਤੇ ਉਹਨਾਂ ਇੱਛਾਵਾਂ ਨੂੰ ਕੰਟਰੋਲ ਕਰਨ ਤੋਂ ਬਾਅਦ, ਮਨ ਨੂੰ ਕੰਟਰੋਲ ਕਰਨ ਤੋਂ ਬਾਅਦ ਅਲਟੀਮੇਟਲੀ ਅਸੀਂ ਕਿਹਦੇ ਕੋਲ ਪਹੁੰਚਣਾ ਸੀਗਾ? ਆਪਣੇ ਪਰਮਾਤਮਾ ਦੇ ਕੋਲ, ਜਿਹਦੇ ਕੋਲ ਅਸੀਂ ਵਿਛੜ ਕੇ ਆਏ ਸੀ। ਤਾਂ ਇਸ ਅਸ਼ਟਾਂਗ ਯੋਗ ਦੇ ਜਿਹੜੇ ਸਟੈਪਸ ਸੀਗੇ, ਉਹਨਾਂ ਨੇ 8 ਸਟੈਪ ਦੱਸੇ ਸੀਗੇ। ਉਹਨਾਂ 8 ਦੇ ਵਿੱਚੋਂ ਜਿਹੜਾ ਸਭ ਤੋਂ ਪਹਿਲਾ ਸਟੈਪ ਹੈਗਾ ਉਹ ਹੈਗਾ ਯਮ। ਯਮ ਦਾ ਮਤਲਬ ਹੁੰਦਾ ਹੈ ਸਰੀਰ ਦੀ ਸਾਧਨਾ। ਇਹ ਸਵਾਲ ਪੁੱਛਿਆ ਗਿਆ ਸੀਗਾ ਲਾਸਟ ਈਅਰ, ਜਿਹੜਾ ਲਾਸਟ ਪੇਪਰ ਹੋਇਆ ਸੀ KV ਦੇ ਵਿੱਚ, ਉਹਦੇ ਵਿੱਚ ਪੁੱਛਿਆ ਗਿਆ ਸੀਗਾ ਕਿ ਯਮ ਹੈ ਜਿਹੜਾ, ਯਮ ਕਾਹਦੇ ਲਈ ਵਰਤਿਆ ਜਾਂਦਾ ਹੈ? ਯਮ ਦਾ ਅਰਥ ਕੀ ਹੈ? ਤਾਂ ਉਹਦੇ ਵਿੱਚ ਜਿਹੜੀ ਆਪਸ਼ਨ ਸੀ ਦਿੱਤੀ ਹੋਈ ਸੀਗੀ ਸਰੀਰ ਦੀ ਸਾਧਨਾ। ਤਾਂ ਯਮ ਹੈ ਜਿਹੜਾ ਬੇਸਿਕਲੀ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਸਰੀਰ ਨੂੰ ਸਾਧਨ ਦੇ ਲਈ ਯੂਜ਼ ਕੀਤਾ ਜਾਂਦਾ। ਅਗਲਾ ਸੀਗਾ ਜਿਹੜਾ ਇਹਦੇ 'ਚ ਇੱਕ ਕੁਐਸਚਨ ਪੁੱਛਿਆ ਹੋਇਆ ਸੀਗਾ ਕਿ ਯਮ ਦੇ ਕਿੰਨੇ ਅੰਗ ਨੇ? ਤਾਂ ਯਮ ਦੇ ਕਿੰਨੇ ਅੰਗ ਨੇ? 5 ਅੰਗ ਨੇ। ਸਭ ਤੋਂ ਪਹਿਲਾ ਅੰਗ ਹੈਗਾ ਅਹਿੰਸਾ। ਅਹਿੰਸਾ ਦਾ ਮਤਲਬ ਕੀ ਹੈ ਕਿ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਕਿਸੇ ਜਾਨਵਰ ਨੂੰ ਮਾਰ ਕੇ ਨਹੀਂ ਕਰਨਾ, ਹਰ ਇੱਕ ਨਾਲ ਪ੍ਰੇਮ ਪਿਆਰ ਦੇ ਨਾਲ ਰਹਿਣਾ। ਅਸਤਿਆ, ਅਸਤਿਆ ਦਾ ਮਤਲਬ ਚੋਰੀ ਨਹੀਂ ਕਰਨੀ ਅਸੀਂ ਨੇ। ਉਸ ਤੋਂ ਬਾਅਦ ਬ੍ਰਹਮਚਾਰੀ ਆ, ਸਾਡਾ ਜੀਵਨ ਹੈ ਜਿਹੜਾ ਉਹ ਬ੍ਰਹਮਚਾਰੀ ਹੋਣਾ ਚਾਹੀਦਾ ਹੈ। ਸਾਡਾ ਜਿਹੜਾ ਗਿਆਨ ਇੰਦਰੀਆਂ ਨੇ ਉਹਦੇ ਉੱਪਰ ਜਾਣੀ ਕਿ ਸਾਡਾ ਕੰਟਰੋਲ ਹੋਣਾ ਚਾਹੀਦਾ ਹੈ। ਅਪਾਰ ਗ੍ਰਹਿ ਆ ਗਿਆ, ਇਹਦੇ ਵਿੱਚ ਕੀ ਆ? ਅਸੀਂ ਨੇ ਇੱਛਾਵਾਂ ਦਾ ਤਿਆਗ ਕਰਨਾ, ਜਿਹੜੀਆਂ ਸਾਡੀਆਂ ਡਿਜ਼ਾਇਰਸ ਨੇ। ਜੇਕਰ ਸਾਡੀਆਂ ਡਿਜ਼ਾਇਰਸ ਘੱਟ ਹੋਣਗੀਆਂ ਤਾਂ ਆਪਣੇ ਆਪ ਸਾਡਾ ਜਿਹੜਾ ਮਨ ਹੈ ਜਾਂ ਸਰੀਰ ਹੈ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ। ਤਾਂ ਉਸ ਤੋਂ ਅਗਲਾ ਪਾਰਟ ਇਹ ਤਾਂ ਹੈਗੇ ਸੀਗੇ ਸਾਡੇ ਯਮ ਦੇ ਪਾਰਟ 5। ਅਹਿੰਸਾ ਹੋ ਗਈ, ਸੱਚ ਹੋ ਗਿਆ, ਅਸਤਿਆ ਹੋ ਗਿਆ, ਬ੍ਰਹਮਚਾਰੀਆ ਹੋ ਗਿਆ ਤੇ ਅਪਰ ਗ੍ਰਹਿ ਹੋ ਗਿਆ। ਉਸ ਤੋਂ ਬਾਅਦ ਜਿਹੜਾ ਸੈਕੰਡ ਸਟੈਪ ਆਉਂਦਾ ਹੈ ਅਸ਼ਟਾਂਗ ਯੋਗ ਦੇ ਵਿੱਚ, ਉਹ ਆਉਂਦਾ ਸਾਡਾ ਨਿਯਮ। ਨਿਯਮ ਦਾ ਮਤਲਬ ਹੁੰਦਾ ਹੈ ਸਰੀਰ ਅਤੇ ਮਨ ਦੀ ਸ਼ੁੱਧਤਾ। ਸਰੀਰ ਤੇ ਮਨ ਨੂੰ ਅਸੀਂ ਸ਼ੁੱਧ ਕਰਨਾ। ਤਾਂ ਸ਼ੁੱਧ ਰੱਖਣ ਵਾਸਤੇ ਸਭ ਤੋਂ ਪਹਿਲੀ ਚੀਜ਼ ਹੈਗੀ ਸੀ ਸੋਚ। ਸੋਚ ਦਾ ਮਤਲਬ ਸਰੀਰ ਨੂੰ ਸ਼ੁੱਧ ਕਰਨਾ। ਦੂਸਰਾ ਸਾਡੇ ਕੋਲ ਹੈਗਾ ਸੀਗਾ ਸੰਤੋਖ। ਸੰਤੋਖ ਯਾਨੀ ਕਿ ਸਾਡੇ ਆਪਣੇ ਵਿੱਚ ਕੀ ਲੈ ਕੇ ਆਉਣਾ ਸੀ? ਸਬਰ ਲੈ ਕੇ ਆਉਣਾ। ਤਪ, ਤਪ ਦਾ ਮਤਲਬ ਸੀਗਾ ਸਾਨੂੰ ਆਪਣੇ ਆਪ ਨੂੰ ਅਨੁਸ਼ਾਸਨ ਦੇ ਵਿੱਚ ਰੱਖਣਾ, ਡਿਸਿਪਲਿਨ ਦੇ ਵਿੱਚ ਰੱਖਣਾ। ਸਵਾ ਧਿਆਏ, ਸਵਾ ਧਿਆਏ ਮਤਲਬ ਸਵੇ ਦਾ ਮਤਲਬ ਹੈਗਾ ਆਪਣੇ ਆਪ ਤੋਂ, ਧਿਆਏ ਦਾ ਮਤਲਬ ਧਿਆਨ ਤੋਂ, ਯਾਨੀ ਕਿ ਆਪਣੇ ਆਪ ਤੇ ਧਿਆਨ ਲਾਉਣਾ, ਆਤਮ ਚਿੰਤਨ ਕਰਨਾ ਅਸੀਂ ਨੇ। ਲਾਸਟ ਹੈਗਾ ਸੀਗਾ ਇਹਦੇ ਵਿੱਚ ਈਸ਼ਵਰ ਪ੍ਰਾਣਿਤਾਨ। ਈਸ਼ਵਰ ਪ੍ਰਾਣਿਤਾਨ ਯਾਨੀ ਕਿ ਪਰਮਾਤਮਾ ਨੂੰ, ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਣਾ। ਹੁਣ ਯਮ ਦੇ ਵੀ 5 ਪਾਰਟ ਨੇ ਤੇ ਨਿਯਮ ਦੇ ਵੀ 5 ਪਾਰਟ ਨੇ। ਤਾਂ ਇਹ ਦੋਨੋਂ ਕੁਐਸਚਨ ਪੁੱਛੇ ਜਾ ਸਕਦੇ ਨੇ ਕਿ ਯਮ ਦੇ ਕਿਹੜੇ ਪਾਰਟ ਨੇ ਤੇ ਨਿਯਮ ਦੇ ਕਿਹੜੇ ਪਾਰਟ ਨੇ। ਤੇ ਇਹਨਾਂ ਦਾ ਸੀਕੁਐਂਸ ਵੀ ਇਹੀ ਹੈ, ਸੀਕੁਐਂਸ ਵੀ ਪੁੱਛਿਆ ਜਾ ਸਕਦਾ ਹੈ। ਇਹਦਾ ਪਹਿਲਾ ਭਾਗ ਕਿਹੜਾ, ਦੂਜਾ ਕਿਹੜਾ, ਤੀਜਾ ਕਿਹੜਾ, ਐਵੇਂ ਦਾ ਕੁਐਸਚਨ ਹੈ ਜਿਹੜਾ ਉਹ ਵੀ ਕ੍ਰੀਏਟ ਕੀਤਾ ਜਾ ਸਕਦਾ ਹੈ। ਤੀਜਾ ਸਾਡੇ ਕੋਲ ਆ ਜਾਂਦਾ ਆਸਨ। ਤਾਂ ਅਗਲਾ ਕੀ ਸੀਗਾ? ਆਸਨ ਦਾ, ਆਸਨ ਜਿਹੜਾ ਸ਼ਬਦ ਹੈ ਇਹ ਵੀ ਸੰਸਕ੍ਰਿਤ ਵਰਡ ਤੋਂ ਲਿੱਤਾ ਗਿਆ। ਸੰਸਕ੍ਰਿਤ ਵਰਡ ਹੈਗਾ ਇੱਕ ਅਸ, ਆੜਾ ਸੱਸਾ ਅਸ ਸੰਸਕ੍ਰਿਤ ਵਰਡ ਹੈ। ਅਸ ਦਾ ਮੀਨਿੰਗ ਹੁੰਦਾ ਹੈ ਕਿ ਬੈਠਣ ਦੀ ਕਲਾ, ਆਰਟ ਆਫ ਸਿਟਿੰਗ, ਕਿ ਅਸੀਂ ਕਿਹੜੇ ਤਰੀਕੇ ਦੇ ਨਾਲ ਬੈਠ ਸਕਦੇ ਹਾਂ। ਤਾਂ ਅਸ ਦਾ ਮਤਲਬ ਕੀ ਸੀਗਾ? ਬੈਠਣ ਦੀ ਕਲਾ, ਆਰਟ ਆਫ ਸਿਟਿੰਗ। ਹੁਣ ਆਸਨ ਸੀਗੇ ਜਿਹੜੇ ਕਿ ਅਸੀਂ ਨੇ ਆਪਣੀ ਬਾਡੀ ਨੂੰ ਇੱਕ ਖਾਸ ਮੁਦਰਾ ਦੇ ਵਿੱਚ ਲੈ ਕੇ ਆਉਣਾ ਸੀ ਤਾਂ ਕਿ ਅਸੀਂ ਭਗਤੀ ਕਰ ਸਕੀਏ। ਤਾਂ ਸਾਡੇ ਸਰੀਰ ਨੂੰ ਖਾਸ ਮੁਦਰਾਵਾਂ ਦੇ ਵਿੱਚ ਲੈ ਕੇ ਆਉਣ ਦੇ ਸਾਡੇ ਕੋਲ 3 ਤਰੀਕੇ ਸੀ। ਇੱਕ ਸਾਡੇ ਕੋਲ ਹੈਗੇ ਸੀਗੇ ਕਲਚਰਲ ਆਸਨ।
ਕਲਚਰਲ ਆਸਨ ਸੀ ਜਿਹੜੇ ਉਹ ਯੂਜ਼ ਕੀਤੇ ਜਾਂਦੇ ਸੀਗੇ ਸਾਡੇ ਸਰੀਰ ਨੂੰ ਤਾਕਤਵਰ ਬਣਾਉਣ ਦੇ ਲਈ। ਜਿਵੇਂ ਚੱਕਰ ਆਸਨ ਹੋ ਗਿਆ, ਜਿਹੜੀ ਸਰੀਰ ਦੇ ਨਾਲ ਸਾਡਾ ਸਰੀਰ ਤਾਕਤਵਰ ਬਣੂਗਾ। ਸਰਵਾਂਗ ਆਸਨ ਹੋ ਗਿਆ। ਤਾਂ ਉਹ ਸਾਰੇ ਆਸਨ ਜਿਨ੍ਹਾਂ ਦੇ ਨਾਲ ਸਾਡੇ ਮਸਲਸ ਦੇ ਵਿੱਚ ਤਾਕਤ ਪੈ ਰਹੀ ਹੈ ਉਹਨੂੰ ਅਸੀਂ ਕਿਹੜੇ ਆਸਨ ਕਹਾਂਗੇ? ਕਲਚਰਲ ਆਸਨ। ਅਗਲਾ ਸਾਡਾ ਮੋਸਟ ਇੰਪੋਰਟੈਂਟ ਜਿਹੜਾ ਭਾਗ ਸੀਗਾ ਉਹ ਤਾਂ ਸਾਡਾ ਹੈਗਾ ਸੀਗਾ ਪਰਮਾਤਮਾ ਦੇ ਨਾਲ ਧਿਆਨ ਲਾਉਣਾ। ਤਾਂ ਮੋਸਟਲੀ ਅਸੀਂ ਨੇ ਬਹੁਤ ਸਾਰੇ ਆਸਨ ਸੀ ਜਿਹੜੇ ਪੈਦਾ ਕੀਤੇ ਧਿਆਨ ਲਾਉਣ ਦੇ ਲਈ। ਉਹਨਾਂ ਨੂੰ ਅਸੀਂ ਧਿਆਨਤਮਕ ਆਸਨ ਕਹਿੰਦਾ ਜਾਂ ਇਹਨਾਂ ਨੂੰ ਮੈਡੀਟੇਟਿਵ ਆਸਨ ਵੀ ਬੋਲ ਦਿੰਦੇ ਨੇ। ਜਿਵੇਂ ਸਭ ਤੋਂ ਜ਼ਿਆਦਾ ਮਸ਼ਹੂਰ ਆਸਨ ਜਿਹੜਾ ਹੈਗਾ ਉਹ ਹੈਗਾ ਪਦਮ ਆਸਨ ਹੈਗਾ, ਸੁਖ ਆਸਨ ਹੈਗਾ, ਜਿਨ੍ਹਾਂ ਦੇ ਵਿੱਚ ਮੋਸਟਲੀ ਅਸੀਂ ਸਮਾਧੀ ਲਾ ਕੇ ਬੈਠਦੇ ਹਾਂ। ਅਗਲੇ ਸਾਡੇ ਕੋਲ ਆ ਜਾਂਦੇ ਨੇ ਆਰਾਮਦਾਇਕ ਆਸਨ। ਆਰਾਮਦਾਇਕ ਆਸਨ ਸੀ ਜਿਹੜੇ ਉਹ ਕਿਉਂ ਯੂਜ਼ ਕੀਤੇ ਜਾਂਦੇ ਨੇ? ਆਰਾਮਦਾਇਕ ਆਸਨ ਯੂਜ਼ ਕੀਤੇ ਜਾਂਦੇ ਨੇ ਕਿ ਜਦੋਂ ਉਹਨਾਂ ਦੀ ਬੋਡੀ ਭਗਤੀ ਕਰਕੇ ਥੱਕ ਜਾਂਦੀ ਹੈ ਤਾਂ ਸਰੀਰ ਨੂੰ ਆਰਾਮ ਚਾਹੀਦਾ, ਉਹ ਆਰਾਮ ਦਿਵਾਉਣ ਦੇ ਲਈ ਸਰੀਰ ਨੂੰ ਯੂਜ਼ ਕੀਤੇ ਜਾਂਦੇ ਸੀ ਆਰਾਮਦਾਇਕ ਆਸਨ। ਜਿਵੇਂ ਕਿ ਇੱਕ ਆਸਨ ਹੈ ਜਿਹੜਾ ਬੜਾ ਮਸ਼ਹੂਰ ਹੋਇਆ ਸੀ ਆਪਣਾ ਸਭ ਆਸਨ, ਇਹ ਅਸੀਂ ਨੇ ਪੜ੍ਹੇ ਹੀ ਹੈ। ਸਭ ਦਾ ਮਤਲਬ ਕੀ ਹੁੰਦਾ? ਡੈਥ, ਹੈ ਨਾ, ਕਿਸੇ ਡੈਡ ਬੋਡੀ ਕਿ ਮਰਿਆ ਹੋਇਆ ਸਰੀਰ। ਤਾਂ ਅਸੀਂ ਨੇ ਆਪਣੇ ਆਪ ਨੂੰ ਆਪਣੇ ਸਰੀਰ ਨੂੰ ਇਸ ਤਰੀਕੇ ਦੇ ਨਾਲ ਰੱਖਣਾ ਕਿ ਉਹ ਮਰਿਆ ਹੋਇਆ ਪ੍ਰਤੀਤ ਹੋਵੇ, ਜਾਣੀ ਕਿ ਰਿਲੈਕਸ ਮੋਡ ਦੇ ਵਿੱਚ ਲੈ ਕੇ ਆਉਣਾ। ਤਾਂ ਇਹਨਾਂ ਨੂੰ ਅਸੀਂ ਕੀ ਕਹਿੰਦੇ ਸੀ? ਆਰਾਮਦਾਇਕ ਆਸਨ। ਤਾਂ ਆਸਨ ਤਿੰਨ ਕੈਟਾਗਰੀਜ਼ ਦੇ ਵਿੱਚ ਵੰਡਿਆ। ਆਸਨ ਤਿੰਨ ਤਰ੍ਹਾਂ ਦੇ ਨੇ। ਕਲਚਰ ਆਸਨ ਜਿਹੜੇ ਸਾਨੂੰ ਸ਼ਕਤੀ ਦਿੰਦੇ ਨੇ, ਤਾਕਤ ਦਿੰਦੇ ਨੇ, ਪਾਵਰ ਦਿੰਦੇ ਨੇ। ਧਿਆਨਤਮਕ ਆਸਨ ਜਿਨ੍ਹਾਂ ਨਾਲ ਅਸੀਂ ਧਿਆਨ ਲਾ ਸਕਦੇ ਹਾਂ। ਇਹਨਾਂ ਦਾ ਤਾਂ ਜਿਹੜਾ ਮੀਨਿੰਗ ਹੈ ਨਾਮ ਦੇ ਨਾਲ ਹੀ ਜੁੜਿਆ ਹੋਇਆ। ਇਕੱਲਾ ਇਹ ਯਾਦ ਰੱਖਣ ਦੀ ਲੋੜ ਹੈ ਕਲਚਰਲ ਆਸਨ ਉਹ ਆਸਨ ਨੇ ਜਿਨ੍ਹਾਂ ਦੇ ਨਾਲ ਸਾਡੀ ਬੋਡੀ ਦੇ ਵਿੱਚ ਪਾਵਰ ਆਉਂਦੀ ਹੈ ਜਾਂ ਸਟਰੈਂਥ ਆਉਂਦੀ ਹੈ। ਅਗਲੀ ਸਟੈਪ ਹੈ ਜਿਹੜਾ ਸਾਡੇ ਕੋਲ ਨੈਕਸਟ ਸਟੈਪ ਹੈਗਾ ਸੀ ਜ਼ਿਆਦਾ ਇੰਪੋਰਟੈਂਟ, ਇਹ ਹੈਗਾ ਸੀਗਾ ਪ੍ਰਾਣਾਯਾਮ। ਤਾਂ ਪ੍ਰਾਣਾਯਾਮ ਦਾ ਮਤਲਬ ਸੀਗਾ ਸਾਹਾਂ ਨੂੰ ਕੰਟਰੋਲ ਕਰਨਾ, ਟੂ ਕੰਟਰੋਲ ਦਾ ਵਾਈਟਲ ਫੋਰਸ। ਪ੍ਰਾਣ ਪਲੱਸ ਯਮ। ਪ੍ਰਾਣਾ ਦਾ ਮਤਲਬ ਸਾਹ, ਯਮ ਦਾ ਮਤਲਬ ਕੀ ਸੀਗਾ? ਕੰਟਰੋਲ ਕਰਨਾ। ਪ੍ਰਾਣਾਯਾਮ ਦਾ ਮਤਲਬ ਸਾਹਾਂ ਨੂੰ ਕੰਟਰੋਲ ਕਰਨਾ। ਸਾਹਾਂ ਨੂੰ ਸਾਡੇ ਯੋਗੀ ਸੀ ਜਿਹੜੇ ਉਹ ਕੰਟਰੋਲ ਕਰਨਾ ਕਿਉਂ ਮੰਨਦੇ ਸੀ? ਤਾਂ ਉਹਨਾਂ ਦਾ ਮੰਨਣਾ ਸੀਗਾ ਕਿ ਪਰਮਾਤਮਾ ਜਿਹੜਾ ਉਹਨੇ ਸਾਨੂੰ ਧਰਤੀ ਦੇ ਉੱਪਰ ਸਮਾਂ ਦੇ ਕੇ ਨਹੀਂ ਭੇਜਿਆ, ਉਹਨੇ ਸਾਨੂੰ ਧਰਤੀ ਦੇ ਉੱਪਰ ਸਵਾਸ ਦੇ ਕੇ ਭੇਜਿਆ, ਪ੍ਰਾਣ ਦੇ ਕੇ ਭੇਜਿਆ ਕਿ ਤੁਸੀਂ ਨੇ ਧਰਤੀ ਉੱਪਰ ਜਾ ਕੇ ਕਿੰਨੇ ਸਾਹ ਲੈਣੇ ਨੇ। ਹੁਣ ਜਿਹੜੀ ਪੁਰਾਣੇ ਯੋਗੀਆਂ ਦੀ ਉਮਰ ਹੈ ਉਹ ਕਾਫੀ ਲੰਬੀ ਮੰਨੀ ਜਾਂਦੀ ਹੈ। ਕੋਈ 1000 ਸਾਲ ਦਾ ਕਹਿੰਦੇ ਨੇ, ਕੋਈ 1500 ਸਾਲ ਦਾ, ਹੈ ਕੋਈ 500 ਸਾਲ ਦਾ। ਤਾਂ ਉਹ ਯੋਗ ਵਾਲੇ ਬੰਦੇ ਨੇ ਜਿਹੜੇ ਯੋਗੀ ਉਹ ਕੀ ਐਕਸਪਲੇਨ ਕਰਦੇ ਨੇ ਕਿ ਮੰਨ ਲਓ ਪਰਮਾਤਮਾ ਨੇ ਤੁਹਾਨੂੰ 100 ਸਾਹ ਦੇ ਦਿੱਤੇ, ਤਾਂ 100 ਸਾਹ ਤੁਸੀਂ ਜੇਕਰ 1 ਮਿੰਟ ਦੇ ਵਿੱਚ 1 ਸਾਹ ਲੈਂਦੇ ਹੋ ਤਾਂ ਤੁਸੀਂ ਕਿੰਨੇ ਮਿੰਟ ਜਿਉਂਦੇ ਰਹੋਗੇ? 100 ਮਿੰਟ। ਤੇ ਜੇਕਰ ਅਸੀਂ 1 ਸਾਹ ਨੂੰ ਲੈਣ ਵਾਸਤੇ 5 ਮਿੰਟ ਲੈਂਦੇ ਆ ਤਾਂ ਬੰਦਾ ਕਿੰਨਾ ਟਾਈਮ ਜਿਉਂਦਾ ਰਹੂਗਾ? 100 ਗੁਣਾ 500 ਯਾਨੀ ਕਿ 500 ਮਿੰਟ। ਤਾਂ ਉਹ ਕਹਿੰਦੇ ਨੇ ਕਿ ਤੁਹਾਨੂੰ ਸਾਹ ਦੇ ਕੇ ਭੇਜਿਆ, ਤਾਂ ਜੇਕਰ ਤੁਸੀਂ ਆਪਣੇ ਸਾਹਾਂ ਨੂੰ ਕੰਟਰੋਲ ਕਰੋਗੇ, ਆਪਣੇ ਬ੍ਰੇਥਸ ਨੂੰ ਕੰਟਰੋਲ ਕਰੋਗੇ, ਤੁਹਾਡੀ ਲਾਈਫ ਵੀ ਵਧੂਗੀ, ਪਲੱਸ ਬਾਡੀ ਹੈ ਜਿਹੜਾ ਸਾਡਾ ਸਰੀਰ ਹੈ ਉਹਦੇ ਕੰਮ ਕਰਨ ਦੀ ਕੈਪੈਸਿਟੀ ਹੈ ਜਿਹੜੀ ਉਹ ਵੀ ਇਨਕਰੀਜ਼ ਹੋਊਗੀ। ਤਾਂ ਉਹਨਾਂ ਨੇ ਪ੍ਰਾਣਾਯਾਮ ਹੈ ਜਿਹੜਾ ਪ੍ਰਾਣਾਯਾਮ ਕਰਨ ਦੇ ਵੱਖੋ ਵੱਖਰੇ ਤਰੀਕੇ ਸਾਨੂੰ ਸੁਜੈਸਟ ਕੀਤੇ ਸੀਗੇ। ਤਾਂ ਪ੍ਰਾਣਾਯਾਮ ਦੇ ਵਿੱਚ ਬੇਸਿਕ ਇੱਕ ਚੀਜ਼ ਸੀ ਜਿਹੜੀ ਯੂਜ਼ ਕੀਤੀ ਜਾਂਦੀ ਸੀ, ਜਾਂ ਜਿਹੜਾ ਸਾਹ ਲੈਣ ਦਾ ਤਰੀਕਾ ਸੀ ਉਹ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਇੱਕ ਹੈਗਾ ਸੀ ਪੂਰਕ। ਪੂਰਕ ਦਾ ਮਤਲਬ ਸਾਹ ਨੂੰ ਅੰਦਰ ਖਿੱਚਣਾ। ਅਗਲਾ ਸਾਡੇ ਕੋਲ ਆਉਂਦਾ ਕੁੰਭਕ। ਕੁੰਭਕ ਦਾ ਮਤਲਬ ਹੈ ਸਾਹ ਨੂੰ ਅੰਦਰ ਰੋਕ ਕੇ ਰੱਖਣਾ। ਰੇਚਕ। ਰੇਚਕ ਦਾ ਮਤਲਬ ਕੀ ਹੈ? ਸਾਹ ਨੂੰ ਬਾਹਰ ਕੱਢਣਾ। 3 ਪਾਰਟ ਨੇ, ਪੂਰਕ, ਕੁੰਭਕ ਅਤੇ ਰੇਚਕ। ਪੂਰਕ ਦਾ ਮਤਲਬ ਕੀ ਹੈ? ਸਾਹ ਨੂੰ ਅੰਦਰ ਲੈ ਕੇ ਜਾਣਾ। ਨੈਕਸਟ ਸਾਡੇ ਕੋਲ ਆਉਂਦਾ ਕੁੰਭਕ। ਸਾਹ ਨੂੰ ਅਸੀਂ ਨੇ ਹੋਲਡ ਕਰਨਾ, ਜਿੰਨਾ ਟਾਈਮ ਵੀ ਹੋਲਡ ਕਰਕੇ ਰੱਖ ਸਕਦੇ ਹਾਂ। ਤੇ ਐਟ ਲਾਸਟ ਅਸੀਂ ਨੇ ਸਾਹ ਨੂੰ ਕੀ ਕਰਨਾ ਹੈ? ਰੇਚਕ, ਯਾਨੀ ਕਿ ਸਾਹ ਨੂੰ ਸਾਡੇ ਸਰੀਰ ਤੋਂ ਬਾਹਰ ਕੱਢ ਦੇਣਾ। ਹੁਣ ਇਹਦੇ ਬਹੁਤ ਸਾਰੇ ਤਰੀਕੇ ਨੇ। ਸਾਹਾਂ ਨੂੰ ਤੁਸੀਂ ਬਹੁਤ ਸਾਰੇ ਤਰੀਕਿਆਂ ਦੇ ਨਾਲ ਯੂਜ਼ ਕਰ ਸਕਦੇ ਹੋ, ਪਰ ਇਹਨਾਂ ਦੇ ਜਿਹੜੇ ਤਰੀਕੇ ਸੀਗੇ ਤਾਂ ਇਹ ਡਿਫਰੈਂਟ ਸੀਗੇ। ਯਾਨੀ ਕਿ ਉਹਨਾਂ ਨੇ ਆਪਣੇ ਸਰੀਰ ਦੇ ਵਿੱਚ ਜਿਸ ਤਰ੍ਹਾਂ ਦੀ ਐਨਰਜੀ ਦਾ ਫਲੋ ਕਰਨਾ ਹੁੰਦਾ ਸੀ ਉਹ ਉਸੇ ਟੈਕਨੀਕ ਨੂੰ ਵਰਤਦੇ ਸੀ ਪ੍ਰਾਣਾਯਾਮ ਦੇ। ਤਾਂ ਦੀਰਘਾ ਪ੍ਰਾਣਾਯਾਮ ਦੇ ਵਿੱਚ ਕੀ ਸੀਗਾ ਕਿ ਉਹਨਾਂ ਨੇ ਸਾਹ ਨੂੰ 3 ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ। ਜਿੰਨਾ ਸਾਹ ਤੁਸੀਂ ਅੰਦਰ ਖਿੱਚ ਸਕਦੇ ਹੋ, ਇੱਕ ਵਾਰ ਖਿੱਚ ਲਿਆ, ਉਸ ਤੋਂ ਬਾਅਦ ਸਾਹ ਨੂੰ ਥੋੜੇ ਸਮੇਂ ਲਈ ਹੋਲਡ ਕਰ ਲਿਆ, ਫੇਰ ਸਾਹ ਅੰਦਰ ਖਿੱਚ ਲਿਆ, ਫੇਰ ਹੋਲਡ ਕਰ ਲਿਆ, ਫੇਰ ਸਾਹ ਅੰਦਰ ਖਿੱਚ ਲਿਆ। ਯਾਨੀ ਕਿ ਸਾਹ ਨੂੰ ਅੰਦਰ ਖਿੱਚਣਾ ਕਿੰਨੇ ਭਾਗਾਂ ਦੇ ਵਿੱਚ ਖਿੱਚਣਾ? 3 ਪਾਰਟਸ ਦੇ ਵਿੱਚ, 3 ਭਾਗਾਂ ਦੇ ਵਿੱਚ ਸਾਹ ਨੂੰ ਅਸੀਂ ਨੇ ਅੰਦਰ ਲੈ ਕੇ ਜਾਣਾ। ਇਸ ਤੋਂ ਬਾਅਦ ਸਾਡੇ ਕੋਲ ਆਉਂਦਾ ਨੈਕਸਟ ਸਾਡੇ ਕੋਲ ਆਉਂਦਾ ਨਾੜੀ ਸ਼ੋਧਨਾ। ਨਾੜੀ ਸ਼ੋਧਨ ਨੂੰ ਅਨੁਲੋਮ ਵਿਲੋਮ ਵੀ ਕਹਿੰਦੇ ਨੇ, ਜਾਂ ਫਿਰ ਇਹਨੂੰ ਅਸੀਂ ਬੋਲਦੇ ਹਾਂ ਅਲਟਰਨੇਟਿਵ ਬ੍ਰੀਥਿੰਗ।
ਇਹਦੇ ਵਿੱਚ ਕੀ ਕੀਤਾ ਜਾਂਦਾ ਹੈ, ਇਹਨਾਂ ਦੋ ਚੀਜ਼ਾਂ ਦਾ ਅੰਗੂਠਾ ਤੇ ਇੰਡੈਕਸ ਫਿੰਗਰ ਦਾ ਯੂਜ਼ ਕੀਤਾ ਜਾਂਦਾ ਹੈ। ਇਹਦੇ 'ਚ ਅਸੀਂ ਕੀ ਕਰਦੇ ਹਾਂ, ਨੱਕ ਦੀ ਇੱਕ ਸਾਈਡ ਲਗਾਉਂਦੇ ਹਾਂ, ਇੱਕ ਦੂਸਰੀ ਸਾਈਡ ਦੇ ਅਸੀਂ ਸਾਹ ਨੂੰ ਅੰਦਰ ਲੈ ਕੇ ਜਾਂਦੇ ਹਾਂ, ਫਿਰ ਇਹ ਦਬਾ ਕੇ ਸਾਹ ਨੂੰ ਕੀ ਕਰਦੇ ਆ, ਬਾਹਰ ਕੱਢਦੇ ਆ। ਫਿਰ ਇਸੇ ਸਾਈਡ ਦੀ ਸਾਹ ਅੰਦਰ ਖਿੱਚਾਂਗੇ ਤੇ ਦੂਸਰੀ ਸਾਈਡ ਦੀ ਸਾਹ ਨੂੰ ਬਾਹਰ ਕੱਢਾਂਗੇ। ਤਾਂ ਮੰਨਿਆ ਜਾਂਦਾ ਕਿ ਜਿਹੜੀ ਹੈ ਇਹ ਚੀਜ਼ਾਂ ਨੇ, ਜਦੋਂ ਅਸੀਂ ਐਵੇਂ ਦੀ ਕੋਈ ਵੀ ਵੱਖਰੀ ਟੈਕਨੀਕ ਅਪਣਾਉਂਦੇ ਆ ਤਾਂ ਸਾਡੇ ਸਰੀਰ ਦੇ ਵਿੱਚ ਡਿਫਰੈਂਟ ਟਾਈਪ ਦੀ એનર્ਜੀ ਦਾ ਫਲੋ ਹੁੰਦਾ ਹੈ। ਸਾਡਾ ਸਰੀਰ ਹੈ ਜਿਹੜਾ ਬੇਸਿਕਲੀ એનર્ਜੀ ਤੋਂ ਬਣਿਆ ਹੋਇਆ ਹੈ, ਤਾਂ ਸਾਡੇ ਸਰੀਰ ਦੇ ਵਿੱਚ એનર્ਜੀ ਦਾ ਫਲੋ ਵੱਖੋ ਵੱਖਰੇ ਤਰੀਕੇ ਕਰਨ ਦੇ ਲਈ ਇਹਨਾਂ ਦਾ ਯੂਜ਼ ਕੀਤਾ ਜਾਂਦਾ ਸੀ। ਨੈਕਸਟ ਸਾਡੇ ਕੋਲ ਆਉਂਦਾ ਸੀਤਲੀ। ਸੀਤਲੀ ਹੈ ਜਿਹੜਾ ਇੰਗਲਿਸ਼ ਦੇ ਵਿੱਚ ਵਰਤਿਆ ਜਾਂਦਾ, ਇਹਦੇ ਕੋਲ ਇਹਦੇ ਲਈ ਸ਼ਬਦ ਕੂਲਿੰਗ ਬ੍ਰੇਥ, ਜਾਣੀ ਕਿ ਠੰਡਾ ਕਰਨ ਦੇ ਲਈ। ਇਹਦੇ 'ਚ ਜਿਹੜੀ ਸਾਡੀ ਜੀਭ ਹੈ ਉਹ ਦੀ ਸ਼ੇਪ ਦੇ ਦਿੱਤੀ ਜਾਂਦੀ ਹੈ, ਜਾਣੀ ਕਿ ਜੀਭ ਨੂੰ ਐਵੇਂ ਫੋਲਡ ਕਰ ਲਿਆ ਜਾਂਦਾ ਆਲੇ ਦੁਆਲੇ ਤੋਂ, ਫਿਰ ਉਹਦੇ ਵਿਚਕਾਰ ਦੀ ਅਸੀਂ ਨੇ ਸਾਹ ਖਿੱਚਣਾ। ਹੁਣ ਮੰਨ ਲਓ ਕੋਈ ਬੰਦਾ ਪੁਰਾਣੇ ਸਮੇਂ ਦੇ ਵਿੱਚ ਭਗਤੀ ਕਰਨ ਦੇ ਲਈ ਬੈਠਾ ਹੋਇਆ, ਉਹ ਭਗਤੀ ਕਰ ਰਿਹਾ ਤੇ ਉਹਨੂੰ ਪਾਣੀ ਦੀ ਪਿਆਸ ਲੱਗੀ ਹੈ, ਤਾਂ ਮੰਨਿਆ ਜਾਂਦਾ ਕਿ ਉਹ ਜਦੋਂ ਇਹ ਸੀਤਲੀ ਪ੍ਰਾਣਾਯਾਮ ਕਰੂਗਾ, ਕਿਉਂਕਿ ਹਵਾ ਦੇ ਵਿੱਚ ਵੀ ਮੋਇਸਚਰ ਹੈਗਾ, ਹਵਾ ਦੇ ਵਿੱਚ ਹਿਊਮਿਡਿਟੀ ਹੈਗੀ ਹੈ, ਪਾਣੀ ਦੀ ਮਾਤਰਾ ਹੈਗੀ ਹੈ, ਤਾਂ ਜਦੋਂ ਅਸੀਂ ਜੀਭ ਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਸਾਹ ਅੰਦਰ ਖਿੱਚਦੇ ਹਾਂ ਤਾਂ ਥੋੜੀ ਬਹੁਤ ਨਮੀ ਦੀ ਮਾਤਰਾ ਹੈ ਜਿਹੜੀ ਸਾਡੀ ਜੀਭ ਕੀ ਕਰਦੀ ਹੈ, ਅੰਦਰ ਖਿੱਚਣ ਦਾ ਕੰਮ ਕਰਦੀ ਹੈ, ਜਿਹਦੇ ਨਾਲ ਕੀ ਹੋਊਗਾ, ਸਾਡੀ ਬੋਡੀ ਦੀ ਪਿਆਸ ਹੋ ਜੂਗੀ। ਤੇ ਪਲੱਸ ਬੋਡੀ ਦਾ ਜਿਹੜਾ ਕੰਟਰੋਲ ਹੈ, ਟੈਂਪਰੇਚਰ ਹੈ, ਉਹ ਵੀ ਕੀ ਰਹੂਗਾ, ਕੰਟਰੋਲ। ਇਸੇ ਦੇ ਨਾਲ ਦਾ ਸੈਕਿੰਡ ਮਿਲਦਾ ਜੁਲਦਾ ਸੀ, ਮੈਂ ਨੀਚੇ ਲਿਖਿਆ ਸੀਗਾ ਸੀਤਕਾਰੀ। ਸੀਤਕਾਰੀ ਦੇ ਵਿੱਚ ਕੀ ਕਰਨਾ ਹੁੰਦਾ ਕਿ ਜਿਹੜੀ ਜੀਭ ਹੈ ਸਾਡੀ, ਇਹਨੂੰ ਦੰਦਾਂ ਦੇ ਵਿਚਕਾਰ ਲਗਾ ਲੈਣਾ। ਜੀਭ ਨੂੰ ਦੰਦਾਂ ਦੇ ਵਿਚਕਾਰ ਲਗਾ ਕੇ ਸਾਹ ਨੂੰ ਅੰਦਰ ਨੂੰ ਖਿੱਚਣਾ, ਜਾਣੀ ਕਿ ਦੰਦਾਂ ਦੇ ਰਾਹੀਂ ਦੰਦਾਂ ਨੂੰ ਦੋਨੇ ਉੱਪਰਲੇ ਤੇ ਨੀਚੇ ਵਾਲਿਆਂ ਨੂੰ ਆਪਸ ਦੇ ਵਿੱਚ ਜੋੜਨਾ, ਤੇ ਜੋੜਨ ਤੋਂ ਬਾਅਦ ਉਹਨਾਂ ਦੇ ਵਿਚਕਾਰ ਜੀਭ ਫਸਾਉਣੀ ਹੈ, ਫਿਰ ਸਾਹ ਨੂੰ ਅੰਦਰ ਖਿੱਚਣਾ ਤਾਂ ਕਿ ਹਵਾ ਹੈ ਜਿਹੜੀ ਉਹ ਦੰਦਾਂ ਦੇ ਵਿੱਚੋਂ ਹੌਲੀ ਹੌਲੀ ਅੰਦਰ ਜਾਵੇ ਤੇ ਜੀਭ ਦੇ ਨਾਲ ਟੱਚ ਹੋ ਕੇ ਜਾਵੇ। ਤਾਂ ਜੀਭ ਦੇ ਵਿੱਚ ਜਿਹੜਾ ਸਲਾਈਵਾ ਹੋਊਗਾ ਉਹ ਕੀ ਕਾਹਦਾ ਕੰਮ ਕਰੂਗਾ, ਹਵਾ ਦੇ ਵਿੱਚੋਂ ਜਿਹੜੀ ਪਾਣੀ ਹੋਊਗਾ ਜਾਂ ਹਿਊਮਿਡਿਟੀ ਹੋਊਗੀ ਉਹਨੂੰ ਫੜਨ ਦਾ ਕੰਮ ਕਰੂਗਾ। ਤਾਂ ਇਹ ਦੋਨੇ ਨੇ ਜਿਹੜੇ ਸੀਤਲੀ ਤੇ ਸੀਤਕਾਰੀ, ਇਹਨਾਂ ਨੂੰ ਕੂਲਿੰਗ ਬ੍ਰੇਥ ਬੋਲਿਆ ਜਾਂਦਾ। ਇਹਨਾਂ ਦਾ ਕੰਮ ਕੀ ਹੈ, ਬਾਹਰੋਂ ਹਵਾ ਦੇ ਵਿੱਚੋਂ ਪਾਣੀ ਦੀ ਮਾਤਰਾ ਨੂੰ ਸੋਕਣਾ। ਸਾਹ ਅੰਦਰ ਜੀ ਮੂੰਹ ਦੇ ਰਾਹੀਂ ਖਿੱਚਿਆ ਜਾਂਦਾ, ਜਾਨੀ ਕਿ ਜੀਭ ਦੇ ਨਾਲ ਟੱਚ ਹੋ ਕੇ, ਪਰ ਬਾਹਰ ਕਾਹਦੇ ਰਾਹੀਂ ਕੱਢਿਆ ਜਾਂਦਾ, ਨੱਕ ਦੇ ਰਾਹੀਂ ਕੱਢਿਆ ਜਾਂਦਾ, ਦੋਨਾਂ ਮੈਥਡਸ ਦੇ ਵਿੱਚ। ਨੈਕਸਟ ਸਾਡੇ ਕੋਲ ਆ ਜਾਂਦਾ ਜੀ ਉਜਈ ਬ੍ਰੇਥ। ਉਜਈ ਬ੍ਰੇਥ ਹੈ ਜਿਹੜਾ, ਇਹਨੂੰ ਓਸ਼ੀਅਨ ਬ੍ਰੇਥ ਵੀ ਕਹਿੰਦੇ ਨੇ, ਕਈ ਵਾਰੀ ਦੂਸਰਾ ਨਾਮ ਆ ਜਾਂਦਾ ਸਾਡੇ ਕੋਲ। ਉਜਈ ਨੂੰ ਕੀ ਕਹਿੰਦੇ ਅਸੀਂ, ਓਸ਼ੀਅਨ ਬ੍ਰੇਥ ਵੀ ਕਹਿ ਦਿੰਦੇ ਆ। ਇਹਦੇ 'ਚ ਕੀ ਹੈ ਕਿ ਤੁਸੀਂ ਸਾਹ ਹੈ ਜਿਹੜਾ ਉਹ ਅੰਦਰ ਕਾਹਦੇ ਰਾਹੀਂ ਖਿੱਚਣਾ, ਨੱਕ ਦੇ ਰਾਹੀਂ, ਤੇ ਬਾਹਰ ਕਾਹਦੇ ਰਾਹੀਂ ਕੱਢਣਾ, ਮੂੰਹ ਦੇ ਰਾਹੀਂ। ਨੱਕ ਦੇ ਰਾਹੀਂ ਸਾਹ ਨੂੰ ਅੰਦਰ ਖਿੱਚਣਾ। ਇਹਦੇ 'ਚ ਥੋੜਾ ਜਿਹੜਾ ਸਾਡਾ ਸੰਘ ਹੈ, ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਾਡੇ ਸੰਘ ਦੇ ਉੱਪਰ ਪ੍ਰੈਸ਼ਰ ਪਾਇਆ ਜਾਵੇ। ਜਿਹੜਾ ਇਹ ਸਾਡਾ ਸੰਘ ਤੇ ਕੰਠ ਹੈ, ਇਹਨਾਂ ਦੇ ਉੱਪਰ ਪ੍ਰੈਸ਼ਰ ਪਾ ਕੇ ਹਵਾ ਅੰਦਰ ਖਿੱਚੀ ਜਾਂਦੀ ਹੈ ਤੇ ਬਾਹਰ ਮੂੰਹ ਦੇ ਰਾਹੀਂ ਇਹਦੇ ਰਾਹੀਂ ਕੱਢੀ ਜਾਂਦੀ ਹੈ, ਜਾਨੀ ਕਿ ਹਲਕੀ ਫੁਲਕੀ ਆਵਾਜ਼ ਹੈ ਜਿਹੜੀ ਆਵਾਜ਼ ਆਉਣੀ ਚਾਹੀਦੀ ਹੈ ਜਦੋਂ ਅਸੀਂ ਸਾਹ ਅੰਦਰ ਖਿੱਚਦੇ ਹਾਂ ਜਾਂ ਸਾਹ ਨੂੰ ਬਾਹਰ ਕੱਢਦੇ ਹਾਂ। ਨੈਕਸਟ ਸਾਡੇ ਕੋਲ ਆਉਂਦਾ ਹੈ ਭ੍ਰਾਮਰੀ ਪ੍ਰਾਣਾਯਾਮ। ਭ੍ਰਾਮਰੀ ਪ੍ਰਾਣਾਯਾਮ ਨੂੰ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਹੈ ਹਮਿੰਗ ਬੀ। ਹਮਿੰਗ ਬੀ ਮਤਲਬ ਜਿਵੇਂ ਮਧੂਮੱਖੀ ਦੀ ਕੋਈ ਉੱਡਦੀ ਫਿਰਦੀ ਹੈ, ਉਹਦੀ ਆਵਾਜ਼ ਭੀ 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 ਕਰ ਰਹੀ ਹੈ, ਉਸੇ ਤਰੀਕੇ ਦੇ ਅਸੀਂ ਨੇ ਸਾਊਂਡ ਹੈ ਜਿਹੜਾ ਪ੍ਰੋਡਿਊਸ ਕਰਨਾ। ਭ੍ਰਾਮਰੀ ਪ੍ਰਾਣਾਯਾਮ ਦੇ ਵਿੱਚ ਕੀ ਕੀਤਾ ਜਾਂਦਾ, ਦੋਨੇ ਅੰਗੂਠੇ ਨੇ ਜਿਹੜੇ ਕੰਨਾਂ ਦੇ ਵਿੱਚ ਪਾ ਲਏ ਜਾਂਦੇ ਨੇ, ਤੇ ਉਸ ਤੋਂ ਬਾਅਦ ਅੱਖਾਂ ਦੇ ਉੱਪਰ ਹੱਥ ਰੱਖ ਲਏ ਜਾਂਦੇ ਨੇ, ਤੇ ਨੱਕ ਦੇ ਵਿੱਚੋਂ ਦੀ ਅਸੀਂ ਨੇ ਜਦੋਂ ਸਾਹ ਮੂੰਹ ਦੇ ਰਾਹੀਂ ਅੰਦਰ ਵੱਧ ਤੋਂ ਵੱਧ ਲੈ ਕੇ ਨੱਕ ਦੇ ਰਾਹੀਂ ਸਾਹ ਨੂੰ ਵੀ ਬਾਹਰ ਕੱਢਣਾ, ਪਲੱਸ ਉਹਦੇ ਨਾਲ ਸਾਊਂਡ ਆਉਣਾ ਚਾਹੀਦਾ ਨੱਕ ਦੇ ਰਾਹੀਂ। ਜਾਣੀ ਕਿ ਨੱਕ ਦੇ ਰਾਹੀਂ ਜਦੋਂ ਸਾਊਂਡ ਆਊਗਾ ਤਾਂ ਸਾਡੇ ਬ੍ਰੇਨ ਦੇ ਵਿੱਚ ਵਾਈਬ੍ਰੇਸ਼ਨਸ ਹੋਣਗੀਆਂ। ਜਦੋਂ ਬ੍ਰੇਨ ਦੇ ਵਿੱਚ ਵਾਈਬ੍ਰੇਸ਼ਨਸ ਹੋਣਗੀਆਂ, ਜਿਹੜਾ ਸੈਰੀਬਰੋਸਪਾਈਨਲ ਫਲੂਇਡ ਹੈ ਉਹ ਸਾਡੇ ਬ੍ਰੇਨ ਨੂੰ ਗਰੋ ਕਰਨ ਤੇ ਰਿਲੈਕਸ ਕਰਨ ਦੇ ਵਿੱਚ ਹੈਲਪ ਕਰੂਗਾ। ਜੇਕਰ ਤੁਹਾਡਾ ਸਿਰ ਦਰਦ ਹੋ ਰਿਹਾ ਜਾਂ ਸਟ੍ਰੈਸ ਹੋ ਰਿਹਾ ਤਾਂ ਉਹਦੇ ਵਾਸਤੇ ਇਹ ਟੈਕਨੀਕ ਬਹੁਤ ਵਰਤੀ ਜਾਂਦੀ ਹੈ। ਜਾਣੀ ਕਿ ਜਦੋਂ ਨੱਕ ਦੇ ਵਿੱਚੋਂ ਆਵਾਜ਼ ਨਿਕਲੂਗੀ ਤਾਂ ਤੁਹਾਡੀ ਆ ਪੂਰੀ ਦੀ ਪੂਰੀ ਚੀਜ਼ ਇੰਟਰਨਲ ਜਿਹੜਾ ਤੁਹਾਡਾ ਔਰਗਨ ਨੇ ਉਹ ਕੀ ਕਰਨਗੇ, ਵਾਈਬ੍ਰੇਟ ਕਰਨਗੇ। ਤਾਂ ਵਾਈਬ੍ਰੇਟ ਕਰਨ ਦੇ ਨਾਲ ਉਹ ਕੀ ਹੋਣਗੇ, ਰਿਲੈਕਸ ਹੋਣਗੇ। ਇਹ ਜਿਹਨੂੰ ਤੁਸੀਂ ਕੀ ਕਹਿੰਦੇ ਆ, ਭ੍ਰਾਮਰੀ ਪ੍ਰਾਣਾਯਾਮ। ਜਾਣੀ ਕਿ ਜਿਵੇਂ ਇੱਕ ਮੱਖੀ ਹੈ ਜਿਹੜੀ ਉਹ ਭੀ ਭੀ ਕਰਦੀ ਫਿਰ ਰਹੀ ਹੈ, ਉਵੇਂ ਦੀ ਆਵਾਜ਼ ਅਸੀਂ ਕਿਹਦੇ ਵਿੱਚੋਂ ਕੱਢਣੀ ਹੈ, ਜਦੋਂ ਨੱਕ ਦੇ ਵਿੱਚੋਂ ਸਾਹ ਜਿਹੜਾ ਉਹ ਬਾਹਰ ਕੱਢਣਾ। ਭਾਸਤ੍ਰਿਕਾ ਜਿਹੜਾ ਇਹਨੂੰ ਬੈਲੋ ਬ੍ਰੇਥ ਵੀ ਕਹਿੰਦੇ ਨੇ। ਇਹਦਾ ਦੂਸਰਾ ਨਾਮ ਹੈਗਾ ਬ੍ਰੇਥ ਆਫ ਫਾਇਰ। ਜਾਣੀ ਕਿ ਇਸ ਤਰੀਕੇ ਨਾਲ ਹਵਾ ਬਾਹਰ ਕੱਢਣੀ ਹੈ, ਜਿਵੇਂ ਅਸੀਂ ਫੂਕਣੀ ਦੇ ਵਿੱਚ ਹਵਾ ਮਾਰ ਰਹੇ ਹੁੰਦੇ ਹਾਂ ਜਦੋਂ ਅਸੀਂ ਘਰੇ ਚੁੱਲ੍ਹੇ ਦੇ ਵਿੱਚ ਅੱਗ ਮਚਾਉਣੀ ਹੁੰਦੀ ਹੈ। ਤਾਂ ਐਵੇਂ ਜਿਹੜੀ ਅੰਦਰੋਂ ਆ ਤੁਸੀਂ ਹਵਾ ਹੈ ਉਹ ਬਾਹਰ ਕੱਢਣੀ ਹੈ, ਜਿਵੇਂ ਫੂਕਣੀ ਦੇ ਵਿੱਚ ਹਵਾ ਮਾਰ ਕੇ ਅਸੀਂ ਚੁੱਲ੍ਹੇ ਦੀ ਅੱਗ ਨੂੰ ਮਚਾਉਂਦੇ ਹਾਂ।
ਨੈਕਸਟ ਸਾਡੇ ਕੋਲ ਆ ਜਾਂਦਾ ਜੀ ਬਿਲੋਂਗ, ਇਹਨੂੰ ਇੰਗਲਿਸ਼ ਦੇ ਵਿੱਚ ਬੋਲਿਆ ਜਾਂਦਾ ਹੈ ਅੰਗੇਜਡ ਦਾ ਵੇਵ। ਇਹਦੇ ਵਿੱਚ ਤੁਸੀਂ ਨੇ ਕੀ ਕਰਨਾ ਹੈ, ਸਾਹ ਨੂੰ ਅੰਦਰ ਖਿੱਚਣਾ ਹੈ। ਅੰਦਰ ਖਿੱਚਣ ਤੋਂ ਬਾਅਦ 3 ਸੈਕਿੰਡ ਦੇ ਲਈ ਸਾਹ ਨੂੰ ਰੋਕਣਾ ਹੈ। ਜਦੋਂ 3 ਸੈਕਿੰਡ ਹੋ ਗਏ ਫਿਰ ਜਿੰਨਾ ਸਾਹ ਤੁਸੀਂ ਅੰਦਰ ਖਿੱਚ ਸਕਦੇ ਹੋ ਖਿੱਚੋ, ਤੇ ਫਿਰ ਉਹ 2 ਸੈਕਿੰਡ ਦੇ ਲਈ ਰੋਕਣਾ। ਜੇ ਫਰਦਰ ਗੁੰਜਾਇਸ਼ ਹੈਗੀ ਹੈ ਤੁਹਾਡੇ ਸਾਹ ਖਿੱਚਣ ਦੀ ਤਾਂ ਖਿੱਚੋ, ਨਹੀਂ ਉਸ ਤੋਂ ਬਾਅਦ ਬਿਲਕੁਲ ਸਲੋ ਕੀ ਕਰਨਾ ਸੀ, ਸਾਹ ਨੂੰ ਬਾਹਰ ਕੱਢ ਦੇਣਾ। ਲਾਸਟ ਸਾਡੇ ਕੋਲ ਬਚਦੀ ਹੈ ਕਪਾਲਭਾਤੀ। ਕਪਾਲਭਾਤੀ ਆਪਾਂ ਸਾਰਿਆਂ ਨੇ ਸੁਣਿਆ ਹੋਊਗਾ, ਬਾਬਾ ਰਾਮਦੇਵ ਕਰਦਾ ਸੀ। ਤਾਂ ਇਹਦੇ 'ਚ ਕੀ ਕਰਨਾ ਹੈ, ਜਿੰਨਾ ਵੀ ਤੁਸੀਂ ਸਾਹ ਵੱਧ ਤੋਂ ਵੱਧ ਅੰਦਰ ਖਿੱਚ ਸਕਦੇ ਹੋ ਉਨਾ ਵੱਧ ਤੋਂ ਵੱਧ ਸਾਹ ਅੰਦਰ ਖਿੱਚਣਾ ਹੈ। ਪਰ ਸਾਹ ਨੂੰ ਜਦੋਂ ਅਸੀਂ ਨੇ ਬਾਹਰ ਕੱਢਣਾ ਤਾਂ ਬਾਹਰ ਕੱਢਣ ਟਾਈਮ ਬਾਏ ਪਾਰਟਸ ਬਾਹਰ ਕੱਢਣਾ ਹੈ, ਇੱਕਦਮ ਸਾਰਾ ਸਾਹ ਨਹੀਂ ਕੱਢਣਾ। ਜਾਣੀ ਕਿ ਬਾਹਰ ਸਾਹ ਦੁਬਾਰਾ ਅੰਦਰ ਨਹੀਂ ਲੈਣਾ। ਜਿੰਨੀ ਅਸੀਂ ਹਵਾ ਅੰਦਰ ਇਕੱਠੀ ਕਰ ਲਈ, ਉਹ ਇਕੱਠੀ ਕੀਤੀ ਹੋਈ ਹਵਾ ਨੂੰ ਥੋੜੇ ਭਾਗਾਂ ਦੇ ਵਿੱਚ ਬਾਹਰ ਛੱਡਣਾ ਤੇ ਫੋਰਸਫੁਲੀ ਬਾਹਰ ਕੱਢਣਾ ਹਵਾ ਨੂੰ। ਤੇ ਇਹਦੇ ਨਾਲ ਸਾਡਾ ਜਿਹੜਾ ਪੇਟ ਹੈ ਉਹ ਹੱਲੂਗਾ, ਤਾਂ ਸਾਡੀਆਂ ਡਾਈਜੈਸ਼ਨ ਵਾਲੀਆਂ ਬਿਮਾਰੀਆਂ ਵੀ ਠੀਕ ਹੋਣਗੀਆਂ ਤੇ ਰੈਸਪੀਰੇਟਰੀ ਟ੍ਰੈਕ ਵਾਲੀਆਂ ਵੀ ਬਿਮਾਰੀਆਂ ਨੇ ਜਿਹੜੀਆਂ ਉਹ ਠੀਕ ਹੋਣਗੀਆਂ। ਤਾਂ ਮੋਸਟਲੀ ਪ੍ਰਾਣਾਯਾਮ ਦਾ ਪਹਿਲਾ ਜਿਹੜਾ ਸਿੱਧਾ ਡਾਇਰੈਕਟ ਇਫੈਕਟ ਕਿਹਦੇ ਪਊਗਾ, ਸਾਡੇ ਰੈਸਪੀਰੇਟਰੀ ਸਿਸਟਮ ਤੇ, ਕਿਉਂਕਿ ਸਾਰੀ ਦੀ ਸਾਰੀ ਡਾਇਰੈਕਟਲੀ ਕਾਹਦੇ ਨਾਲ ਰਿਲੇਟਡ ਹੈ, ਸਾਹ ਲੈਣ ਦੇ ਵੱਖੋ ਵੱਖਰੇ ਢੰਗ ਨੇ ਪ੍ਰਾਣਾਯਾਮ ਦੇ ਵਿੱਚ। ਲੈਣਾ ਤਾਂ ਅਸੀਂ ਨੇ ਸਾਹ ਹੀ ਹੈ, ਪਰ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਸਾਹ ਲੈਣਾ, ਜਿਹਦੇ ਨਾਲ ਸਾਡੀ ਰੈਸਪੀਰੇਸ਼ਨ ਦੇ ਵੱਖੋ ਵੱਖਰੇ ਅੰਗਾਂ ਦੇ ਉੱਪਰ ਜ਼ੋਰ ਪੈਂਦਾ ਤੇ ਉਹ ਵੱਖੋ ਵੱਖਰੇ ਅੰਗ ਨੇ ਜਿਹੜੇ ਉਹ ਗਰੋ ਕਰਨਾ ਸ਼ੁਰੂ ਕਰ ਦਿੰਦੇ ਨੇ। ਨੈਕਸਟ ਸਾਡੇ ਕੋਲ ਆਉਂਦਾ ਜੀ ਪ੍ਰਤੀਹਾਰ। ਪੰਜਵਾਂ ਭਾਗ ਜਿਹੜਾ ਸਾਡਾ ਕਿਹੜਾ ਹੈਗਾ, ਪ੍ਰਤੀਹਾਰ। ਪ੍ਰਤੀਹਾਰ ਦੇ ਵਿੱਚ ਅਸੀਂ ਨੇ ਕੀ ਕਰਨਾ ਹੈ, ਜਿਹੜੇ ਸਾਡੇ ਸੈਂਸ ਆਰਗਨ ਨੇ, ਸਾਡੇ ਸੈਂਸ ਆਰਗਨ ਨੂੰ ਅਸੀਂ ਬਾਹਰਲੀ ਦੁਨੀਆ ਤੋਂ ਹਟਾ ਕੇ ਕਿੱਧਰ ਲੈ ਕੇ ਆਉਣਾ, ਆਪਣੇ ਅੰਦਰ ਦੇ ਵੱਲ ਲੈ ਕੇ ਆਉਣਾ। ਇੱਕ ਜਿਹੜੀ ਸਾਡੀ ਈਗੋ ਹੈ ਉਸ ਈਗੋ ਨੂੰ ਖਤਮ ਕਰਨ ਦਾ ਕੰਮ ਕਰਨਾ ਹੈ। ਇਹਦੇ ਨਾਲ ਜਿਵੇਂ ਇੱਕ ਮਹਾਤਮਾ ਬੁੱਧ ਦੀ ਬਹੁਤ ਵਧੀਆ ਕਹਾਣੀ ਜੁੜੀ ਹੋਈ ਹੈ ਕਿ ਇੱਕ ਔਰਤ ਹੈ ਜਿਹੜੀ ਉਹ ਮਹਾਤਮਾ ਬੁੱਧ ਦੇ ਕੋਲ ਆਉਂਦੀ ਹੈ, ਤਾਂ ਉਹ ਉਹਨੂੰ ਕੀ ਕਹਿੰਦੀ ਆ ਕਿ ਆਈ ਵਾਂਟ ਹੈਪੀਨੈਸ। ਉਹ ਕਹਿੰਦੀ ਹੈ ਕਿ ਮੈਨੂੰ ਕੀ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ। ਹੁਣ ਤਾਂ ਮਹਾਤਮਾ ਬੁੱਧ ਜਿਹੜਾ ਉਹਨੂੰ ਜਵਾਬ ਦਿੰਦਾ ਹੈ, ਉਹ ਕੀ ਕਹਿੰਦਾ ਕਿ ਸਭ ਤੋਂ ਪਹਿਲਾਂ ਫਸਟ ਰਿਮੂਵ ਆਈ। ਤਾਂ ਉਹ ਕਹਿੰਦਾ ਕਿ ਸਭ ਤੋਂ ਪਹਿਲਾਂ ਕੀ ਹੈ, ਜਿਹੜਾ ਤਾਂ ਮੈਂ ਸ਼ਬਦ ਵਰਤਿਆ ਇਸ ਸੈਂਟੈਂਸ ਦੇ ਵਿੱਚੋਂ, ਉਹ ਮੈਂ ਸ਼ਬਦ ਹੈ ਜਿਹੜਾ ਉਹ ਹਟਾ ਦੇ। ਉਹਨੇ ਕੀ ਕਿਹਾ, ਆਈ ਵਾਂਟ ਹੈਪੀਨੈਸ। ਉਹ ਕਹਿੰਦੀ ਮੈਨੂੰ ਕੀ ਚਾਹੀਦੀ ਹੈ, ਖੁਸ਼ੀ ਚਾਹੀਦੀ ਹੈ। ਹੁਣ ਉਹ ਕਹਿੰਦਾ ਸਭ ਤੋਂ ਪਹਿਲਾਂ ਕਿਹਨੂੰ ਕ੍ਰੋਸ ਕਰਦੇ, ਆਈ ਨੂੰ। ਆਈ ਦਾ ਮਤਲਬ ਕੀ ਹੈ, ਇਹ ਮੈਂ ਦਾ ਮਤਲਬ ਕੀ ਹੈ, ਹਉਮੈ। ਯਾਨੀ ਕਿ ਜੇਕਰ ਅਸੀਂ ਆਪਦੇ ਵਿੱਚੋਂ ਹਉਮੈ ਖਤਮ ਕਰ ਦਈਏ, ਇਸ ਪੰਜਵੇਂ ਭਾਗ ਤੱਕ ਪਹੁੰਚ ਕੇ ਜੇਕਰ ਆਪਣਾ ਆਪ ਖਤਮ ਕਰ ਦਈਏ, ਆਪਣਾ ਆਪ ਪਰਮਾਤਮਾ ਨੂੰ ਸਮਰਪਿਤ ਕਰ ਦਈਏ। ਦੂਸਰਾ ਕੀ ਚੀਜ਼ ਖਤਮ ਕਰਦੀ ਹੈ, ਉਹ ਕਹਿੰਦਾ ਇਹਨੂੰ ਵੀ ਕ੍ਰੋਸ ਕਰਦੀ। ਇਹ ਕੀ ਹੈ, ਇੱਛਾ। ਜੇਕਰ ਤੁਸੀਂ ਹਉਮੈ ਤਿਆਗਤੀ, ਜੇਕਰ ਤੁਸੀਂ ਇੱਛਾ ਤਿਆਗਤੀ, ਤਾਂ ਤੁਹਾਡੇ ਕੋਲ ਇਕੱਲੀ ਕੀ ਚੀਜ਼ ਰਹੇਗੀ, ਹੈਪੀਨੈਸ। ਜਿਹੜੀ ਖੁਸ਼ੀ ਉਹ ਕਹਿੰਦਾ ਤੂੰ ਪ੍ਰਾਪਤ ਕਰਨਾ ਹੀ ਆ, ਉਹ ਹੈਗੀ ਤੇਰੇ ਕੋਲ ਹੀ ਆ, ਪਰ ਤੂੰ ਦੋ ਚੀਜ਼ਾਂ ਚੱਕੀ ਫਿਰਦੀ ਆ, ਇੱਕ ਮੈਂ ਚੱਕੀ ਫਿਰਦੀ ਆ ਤੇ ਦੂਸਰੀ ਆ ਇੱਛਾਵਾਂ ਚੱਕੀ ਫਿਰਦੀ ਆ। ਤਾਂ ਇੱਕ ਮੈਂ ਨੂੰ ਖਤਮ ਕਰਨਾ, ਇੱਕ ਅਸੀਂ ਇੱਛਾਵਾਂ ਨੂੰ ਖਤਮ ਕਰਨਾ, ਤੇ ਜਿਹੜੀਆਂ ਸਾਡੀਆਂ ਗਿਆਨ ਹਿੰਦਿਆਂ ਨੇ ਉਹਨਾਂ ਅਸੀਂ ਬਾਹਰਲੀ ਦੁਨੀਆ ਤੋਂ ਹਟਾ ਕੇ ਇਹਦੇ ਤੇ ਕਨਸੈਂਟਰੇਟ ਕਰਨਾ, ਆਪਣੇ ਆਪ ਤੇ ਆਪਣੇ ਅੰਦਰ ਤੇ ਕਨਸੈਂਟਰੇਟ ਕਰਨਾ। ਧਾਰਨਾ ਦਾ ਮਤਲਬ ਕੀ ਹੈ, ਧਾਰਨਾ ਦਾ ਮਤਲਬ ਹੁੰਦਾ ਹੈ ਕਿ ਕੋਈ ਚੀਜ਼ ਧਾਰਨ ਕਰਨਾ। ਤੁਸੀਂ ਕੋਈ ਚੀਜ਼ ਹੈ ਜਿਹੜੀ ਉਹ ਕਨਸੈਪਟ ਹੈ, ਸੋਚ ਲਿਆ ਕਿ ਹਾਂ ਇਹ ਕੰਮ ਮੈਂ ਕਰਨਾ ਹੀ ਕਰਨਾ, ਮਨ ਦੇ ਵਿੱਚ ਧਾਰ ਲੈਣਾ ਕਿ ਹਾਂ ਮੈਂ ਅੱਜ ਤੋਂ ਭਗਤੀ ਕਰਨੀ ਸ਼ੁਰੂ ਕਰਨੀ ਹੈ। ਅਗਲਾ ਸਟੈਪ ਸਾਡੇ ਕੋਲ ਆਉਂਦਾ ਧਿਆਨ। ਜਦੋਂ ਜਿਹੜੀ ਧਾਰਨਾ ਹੈ ਉਹਦੇ ਉੱਪਰ ਅਸੀਂ ਚੱਲਣਾ ਸ਼ੁਰੂ ਕਰ ਦਿੰਦੇ ਹਾਂ, ਉਸ ਦੇ ਵਿੱਚ ਪਰਿਪੱਕ ਹੋ ਜਾਂਦੇ ਹਾਂ, ਆਪਣੇ ਮਕਸਦ ਵੱਲ ਨੂੰ ਅਸੀਂ ਤੁਰ ਪੈਂਦੇ ਹਾਂ। ਉਸ ਸਟੈਪ ਨੂੰ ਅਸੀਂ ਕੀ ਕਹਿੰਦੇ ਹਾਂ, ਧਿਆਨ। ਲਾਸਟ ਸਾਡੇ ਕੋਲ ਹੈਗਾ ਸਮਾਧੀ। ਸਮਾਧੀ ਉਹ ਭਾਗ ਹੈ ਜਿਹਦੇ ਤੱਕ ਹਰ ਕੋਈ ਨਹੀਂ ਪਹੁੰਚਦਾ, ਪਰ ਜਦੋਂ ਇਹਦੇ ਕੋਲ ਅਸੀਂ ਪਹੁੰਚ ਜਾਂਦੇ ਹਾਂ ਤਾਂ ਇਹਦਾ ਮਤਲਬ ਜਿਹੜੇ ਅਸੀਂ ਏਮ ਲੈ ਕੇ ਕੰਮ ਸ਼ੁਰੂ ਕੀਤਾ ਸੀ, ਅਸੀਂ ਉਹ ਏਮ ਤੱਕ ਪਹੁੰਚ ਗਏ। ਯਾਨੀ ਕਿ ਆਤਮਾ ਤੇ ਪਰਮਾਤਮਾ ਦਾ ਜਿਹੜਾ ਮੇਲ ਹੈ ਉਹ 8ਵੇਂ ਸਟੈਪ ਦੇ ਵਿੱਚ ਪਹੁੰਚ ਕੇ ਹੋ ਜਾਂਦਾ। ਤਾਂ ਇਹ 8 ਦੇ 8 ਸਟੈਪ ਕਿਹਨਾਂ ਨੇ ਸੁਜੈਸਟ ਕੀਤੇ ਸੀਗੇ, ਪਤੰਜਲੀ ਨੇ। ਅਸ਼ਟਾਂਗ ਯੋਗ ਦਿੱਤਾ ਸੀ। ਇਹਨਾਂ ਦੇ ਅਸੀਂ ਸੀਕੁਐਂਸ ਵੀ ਇਹੀ ਰੱਖਣਾ। ਸੀਕੁਐਂਸ ਦੀ ਇਹ ਨਹੀਂ ਹੈਗਾ, ਤੁਹਾਨੂੰ ਪੁੱਛਿਆ ਜਾ ਸਕਦਾ ਕਿ ਅਸ਼ਟਾਂਗ ਯੋਗ ਦਾ 6ਵਾਂ ਅੰਗ ਕਿਹੜਾ ਹੈ, 5ਵਾਂ ਅੰਗ ਕਿਹੜਾ ਹੈ, ਤੀਜਾ ਅੰਗ ਕਿਹੜਾ ਹੈ, ਐਵੇਂ ਸਵਾਲ ਪੁੱਛਿਆ ਜਾ ਸਕਦਾ। ਸਭ ਤੋਂ ਪਹਿਲਾਂ ਜਿਵੇਂ ਯਮ ਹੈ, ਯਮ ਦੇ ਅੱਗੇ ਭਾਗ ਕਿੰਨੇ ਨੇ, 5। ਯਮ ਦਾ ਮਤਲਬ ਕੀ ਹੈ, ਸਰੀਰ ਨੂੰ ਸਾਧਨਾ। ਨਿਯਮ ਬਾਰੇ ਪੁੱਛਿਆ ਜਾ ਸਕਦਾ ਹੈ, ਸਰੀਰ ਤੇ ਮਨ ਦੀ ਸ਼ੁੱਧਤਾ, ਤੇ ਇਹਦੇ ਅੱਗੇ ਭਾਗ ਕਿੰਨੇ ਨੇ, 5। ਪੰਜੇ ਭਾਗਾਂ ਬਾਰੇ ਵੀ ਪੁੱਛਿਆ ਜਾ ਸਕਦਾ ਕਿ ਇਹਨਾਂ ਦਾ ਮਤਲਬ ਕੀ ਹੈ। ਅਸੱਤਿਆ ਦਾ ਪਾ ਕੇ ਉਹਨਾਂ ਨੇ ਪੁੱਛ ਲਿਆ ਕਿ ਅਸੱਤਿਆ ਦਾ ਮਤਲਬ ਕੀ ਹੈ। ਸੱਤਿਆ ਦਾ ਮਤਲਬ ਹੈਗਾ ਚੋਰੀ ਨਾ ਕਰਨਾ। ਤਾਂ ਇਹਨਾਂ 5 ਭਾਗਾਂ ਬਾਰੇ ਵੀ ਅੱਗੇ ਫਰਦਰ ਪੁੱਛਿਆ ਜਾ ਸਕਦਾ ਹੈ। ਆਸਣ ਬਾਰੇ ਪੁੱਛਿਆ ਜਾ ਸਕਦਾ ਹੈ। ਆਸਣ ਸ਼ਬਦ ਹੈ ਜਿਹੜਾ ਕਿੱਥੋਂ ਲਿਆ ਗਿਆ, ਸੰਸਕ੍ਰਿਤ ਦੇ ਵਰਡ ਅਸ ਤੋਂ ਲਿਆ ਗਿਆ। ਅਸ ਦਾ ਮਤਲਬ ਕੀ ਹੈ, ਬੈਠਣ ਦੀ ਕਲਾ, ਕਿ ਅਸੀਂ ਕਿੰਨੇ ਵਧੀਆ ਤਰੀਕੇ ਦੇ ਨਾਲ
ਬੈਠ ਸਕਦੇ ਹਾਂ। ਆਸਨ ਦੀਆਂ ਕਿਸਮਾਂ ਪੁੱਛੀਆਂ ਜਾ ਸਕਦੀਆਂ ਨੇ। ਤਿੰਨ ਨੇ ਕਲਚਰਲ ਆਸਨ ਹੈਗੇ ਨੇ ਸਾਡੇ ਕੋਲੇ, ਮੈਡੀਟੇਟਿਵ ਆਸਨ ਹੈਗੇ ਨੇ ਤੇ ਰਿਲੈਕਸੇਟਿਵ ਆਸਨ ਹੈਗੇ ਨੇ। ਤਾਂ ਅੱਗੇ ਆਸਨ ਦਾ ਨਾਮ ਦੇ ਕੇ ਇਹ ਪੁੱਛਿਆ ਜਾ ਸਕਦਾ ਹੈ ਕਿ ਕਿਹੜਾ ਆਸਨ ਕਿਹੜੀ ਕੈਟਾਗਰੀ 'ਚ ਆਉਂਦਾ, ਕਿਹੜਾ ਆਸਨ ਕਿਹੜੀ ਕੈਟਾਗਰੀ 'ਚ ਆਉਂਦਾ। ਪ੍ਰਾਣਾਯਾਮ ਦਾ ਅਰਥ ਪੁੱਛਿਆ ਜਾ ਸਕਦਾ ਹੈ। ਪ੍ਰਾਣ ਪਲਸ ਯਮ, ਪ੍ਰਾਣਾ ਨੂੰ ਕੰਟਰੋਲ ਕਰਨਾ, ਸਾਹ ਨੂੰ ਕੰਟਰੋਲ ਕਰਨਾ। ਇਹਨਾਂ ਬਾਰੇ ਪੁੱਛਿਆ ਜਾ ਸਕਦਾ ਹੈ ਕਿ ਸਾਹ ਅੰਦਰ ਖਿੱਚਣ ਦੀ ਕਿਰਿਆ ਦਾ ਨਾਮ ਕੀ ਹੈ, ਪੂਰਕ। ਸਾਹ ਨੂੰ ਰੋਕਣ ਦੀ ਕਿਰਿਆ ਦਾ ਨਾਮ ਕੀ ਹੈ, ਕੁੰਭਕ। ਸਾਹ ਨੂੰ ਬਾਹਰ ਕੱਢਣ ਦੀ ਕਿਰਿਆ ਦਾ ਨਾਮ ਕੀ ਹੈ, ਰੇਚਕ। ਉਸ ਤੋਂ ਬਾਅਦ ਇਹਨਾਂ ਚੋਂ ਕਿਸੇ ਵੀ ਇੱਕ ਟੈਕਨੀਕ ਬਾਰੇ ਪਾ ਕੇ ਪੁੱਛਿਆ ਜਾ ਸਕਦਾ ਹੈ ਕਿ ਇਸ ਟੈਕਨੀਕ ਦਾ ਦੂਸਰਾ ਨਾਮ ਕੀ ਹੈ ਤੇ ਜਾਂ ਫਿਰ ਇਸ ਟੈਕਨੀਕ ਦੇ ਫਾਇਦੇ ਕੀ ਨੇ। ਸਭ ਤੋਂ ਪਹਿਲਾ ਫਾਇਦਾ ਪ੍ਰਾਣਾਯਾਮ ਦਾ ਡਾਇਰੈਕਟਲੀ ਕਿਹਦੇ ਨਾਲ ਰਿਲੇਟ ਹੋਊਗਾ, ਸਾਡੀ ਰੈਸਪੀਰੇਟਰੀ ਸਿਸਟਮ ਨਾਲ, ਸਾਡੇ ਸਾਹ ਪ੍ਰਣਾਲੀ ਦੇ ਨਾਲ ਰਿਲੇਟ ਹੋਊਗਾ ਹੀ ਹੋਊਗਾ। ਦੂਸਰਾ, ਜੇਕਰ ਸਾਡਾ ਸਾਹ ਵਾਲੇ ਅੰਗ ਸਹੀ ਹੋ ਰਹੇ ਨੇ ਤਾਂ ਜਿਹੜਾ ਸਾਡਾ ਸਾਹ ਹੈ ਇਹਦੇ ਵਿੱਚੋਂ ਆਕਸੀਜਨ ਕਿਹਦੇ ਕੋਲ ਜਾਣੀ ਹੈ, ਬਲੱਡ ਕੋਲ। ਦੂਜਾ ਫਾਇਦਾ ਡਾਇਰੈਕਟਲੀ ਕਿਹਨੂੰ ਹੋਊਗਾ, ਸਾਡੇ ਸਰਕੂਲੇਟਰੀ ਸਿਸਟਮ ਨੂੰ। ਸਾਡਾ ਬਲੱਡ ਹੈ ਜਿਹੜਾ ਉਹ ਸਾਫ਼ ਹੋ ਕੇ ਕਿਹਦੇ ਕੋਲ ਪਹੁੰਚੂਗਾ, ਸਾਡੇ ਬ੍ਰੇਨ ਕੋਲ। ਅਗਲਾ ਫਾਇਦਾ ਸਾਡਾ ਕਿਹਨੂੰ ਹੋਊਗਾ, ਸਾਡੇ ਨਰਵਸ ਸਿਸਟਮ ਨੂੰ ਨਾ। ਤਾਂ ਇੱਕ ਚੀਜ਼ ਕੀ ਹੈ, ਸਾਰੀਆਂ ਚੀਜ਼ਾਂ ਦੇ ਨਾਲ ਜੁੜੀ ਹੋਈ ਹੈ। ਪ੍ਰਤੀਹਾਰ ਅਸੀਂ ਆਪਣੀਆਂ ਗਿਆਨ ਇੰਦਰੀਆਂ ਨੂੰ ਬਾਹਰ ਤੋਂ ਸਾਰੇ ਕਿਧਰੋਂ ਹਟਾ ਕੇ ਅੰਦਰ ਵੱਲ ਲਾਉਣਾ। ਜਿਵੇਂ ਬਾਬਾ ਬੁੱਲੇ ਸ਼ਾਹ ਕਹਿੰਦਾ ਕਿ ਅਸੀਂ ਮੰਦਰ ਮਸੀਤ ਵਿੱਚ ਵੜਦੇ ਹਾਂ ਵਾਰ-ਵਾਰ ਜਾ ਕੇ, ਪਰ ਅਸੀਂ ਆਪਣੇ ਮਨ ਦੇ ਅੰਦਰ ਕਦੇ ਵੀ ਨਹੀਂ ਝਾਕਦੇ ਹਨਾ। ਤਾਂ ਉਹ ਕੰਮ ਹੈ ਕਿ ਪ੍ਰਤੀਹਾਰ ਦੇ ਵਿੱਚ ਬਾਹਰੋਂ ਸਾਰਾ ਧਿਆਨ ਹਟਾ ਕੇ ਕਿੱਧਰ ਲੈ ਕੇ ਆਉਣਾ ਸੀ, ਆਪਣੇ ਵੱਲ ਲੈ ਕੇ ਆਉਣਾ। ਧਾਰਨਾ, ਤੁਸੀਂ ਕੋਈ ਨਾ ਕੋਈ ਇੱਕ ਡਿਟਰਮੀਨੇਸ਼ਨ ਕਰਨੀ ਹੈ ਕਿ ਹਾਂ ਇਹ ਕੰਮ ਮੈਂ ਕਰਨਾ ਹੀ ਕਰਨਾ ਹੈ। ਤੇ ਜਦੋਂ ਤੁਸੀਂ ਉਹ ਕੰਮ ਕਰਨਾ ਸ਼ੁਰੂ ਕਰਤਾ, ਉਸ ਚੀਜ਼ ਨੂੰ ਅਸੀਂ ਧਿਆਨ ਕਹਿ ਦਿੰਦੇ ਹਾਂ। ਤੇ ਜਦੋਂ ਤੁਸੀਂ ਧਿਆਨ ਹੈ ਜਿਹੜਾ ਉਹਦੇ ਵਿੱਚ ਪਰਿਪੱਕ ਹੋ ਜਾਂਦੇ ਆ ਪੂਰੇ, ਤਾਂ ਅਗਲੀ ਸਟੇਜ ਸਮਾਧੀ ਦੇ ਵਿੱਚ ਪਹੁੰਚ ਜਾਂਦੇ ਹੋ। ਤਾਂ ਜਿਹੜਾ ਮੇਨ ਏਮ ਲੈ ਕੇ ਅਸੀਂ ਯੋਗਾ ਜਾਂ ਅਸ਼ਟਾਂਗ ਸ਼ੁਰੂ ਕੀਤਾ ਸੀਗਾ ਉਹਦੇ ਤੱਕ ਪਹੁੰਚ ਜਾਂਦੇ ਹਾਂ। ਤੇ ਉਸ ਤੋਂ ਬਾਅਦ ਇਹਦੀਆਂ ਟਾਈਪਸ ਵੀ ਹੈਗੀਆਂ ਨੇ, ਪਰ ਆਪਣੀਆਂ ਜਿਹੜੀਆਂ PSCB ਦੀਆਂ ਕਿਤਾਬਾਂ ਨੇ ਉਹਦੇ ਵਿੱਚ ਇਕੱਲਾ ਅਸ਼ਟਾਂਗ ਯੋਗ ਬਾਰੇ ਦੱਸਿਆ ਹੋਇਆ। ਜਿਵੇਂ ਹੱਠ ਯੋਗ ਹੈਗਾ ਕਿ ਜਦੋਂ ਤੁਸੀਂ ਹੱਠ ਕਰਕੇ ਬੈਠ ਜਾਂਦੇ ਹੋ ਨਾ, ਰਾਜ ਯੋਗ ਹੈਗਾ ਹੈ ਨਾ। ਯੋਗ ਦੀਆਂ ਟਾਈਪਸ ਵੀ ਨੇ, ਪਰ ਆਪਣੇ ਜਿਹੜੀ ਪੰਜਾਬ ਬੋਰਡ ਦੀ ਕਿਤਾਬ ਹੈ ਉਹਦੇ ਵਿੱਚ ਸਿਰਫ ਆਹ ਚੀਜ਼ਾਂ ਨੇ ਜਿਹੜੀਆਂ ਦੱਸੀਆਂ ਹੋਈਆਂ ਨੇ। ਤਾਂ ਕੁਐਸਚਨ ਹੈ ਜਿਹੜਾ ਕਿਤੇ ਨਾ ਕਿਤੇ ਕਿਤਾਬਾਂ ਦੇ ਨਾਲ ਰਿਲੇਟਡ ਹੀ ਸਾਨੂੰ ਆਊਗਾ। ਹਾਂਜੀ, ਸਾਡਾ ਨੈਕਸਟ ਚੈਪਟਰ ਹੈਗਾ ਫਸਟ ਏਡ। ਫਸਟ ਏਡ ਨੂੰ ਪੰਜਾਬੀ ਦੇ ਵਿੱਚ ਅਸੀਂ ਕਹਿੰਦੇ ਹਾਂ ਮੁੱਢਲੀ ਸਹਾਇਤਾ। ਅੱਜ ਅਸੀਂ ਇਸ ਚੈਪਟਰ ਦੇ ਵਿੱਚ ਦੇਖਾਂਗੇ ਕਿ ਮੁੱਢਲੀ ਸਹਾਇਤਾ ਜਿਹੜੀ ਇਹ ਸ਼ੁਰੂ ਕਦੋਂ ਹੋਈ, ਇਹਦਾ ਇਤਿਹਾਸ ਕੀ ਹੈਗਾ, ਥੋੜ੍ਹਾ ਬਹੁਤ ਜਿੰਨਾ ਕੁ ਸਾਨੂੰ ਮਿਲਿਆ ਹੈ ਨਾ। ਅਤੇ ਉਸ ਤੋਂ ਬਾਅਦ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ ਫਸਟ ਏਡ ਦੇ ਵਿੱਚ। ਫਸਟ ਏਡਰ ਕੌਣ ਹੁੰਦਾ, ਇਹ ਟਰਮਸ ਨੇ ਜਿਹੜੀਆਂ ਕਦੋਂ ਕੁਆਇਨ ਕੀਤੀਆਂ ਗਈਆਂ। ਅਤੇ ਪਲੱਸ ਇੱਕ ਟਰਮ ਜਿਹੜੀ ਤੋਂ ਅਸੀਂ ਸਟਾਰਟ ਕਰਾਂਗੇ ਉਹ ਹੈਗੀ ਹੈ ਲੋਕਲ ਐਨਸਥੀਸੀਆ, ਜਿਹਨੂੰ ਦੋ ਟਾਈਪ ਦੇ ਵਿੱਚ ਡਿਵਾਈਡ ਕੀਤਾ ਜਾਂਦਾ ਹੈ, ਜਨਰਲ ਐਨਸਥੀਸੀਆ ਐਂਡ ਲੋਕਲ ਐਨਸਥੀਸੀਆ। ਤਾਂ ਇੱਕ ਬੰਦਾ ਸੀਗਾ ਵਿਲੀਅਮ T.G. ਮੋਰਗਨ। ਉਹ ਬੰਦਾ ਜਿਹਨੂੰ ਅਸੀਂ ਸੁੰਨ ਕਰਨਾ ਕਹਿੰਦੇ ਹਾਂ, ਜਿਹੜੇ ਨੇ ਉਸ ਮੈਡੀਸਨ ਦੀ ਕਾਢ ਕੱਢੀ ਜਿਹਦੇ ਨਾਲ ਅਸੀਂ ਜਦੋਂ ਵੀ ਅੱਜ ਕੋਈ ਵੀ ਆਪਰੇਟ ਕਰਦੇ ਹਾਂ, ਚਾਹੇ ਉਹ ਸਰਜਰੀਅਨ ਕਰਨਾ ਹੋਵੇ ਜਾਂ ਸਾਡੀ ਬੋਡੀ ਦਾ ਕੋਈ ਵੀ ਮੇਜਰ ਆਪਰੇਟ ਕਰਨਾ ਹੋਵੇ, ਤਾਂ ਜਿਹੜੀ ਮੈਡੀਸਨ ਯੂਜ਼ ਕਰਕੇ ਅਸੀਂ ਸਾਡੇ ਸਰੀਰ ਨੂੰ ਸੁੰਨ ਕਰਦੇ ਹਾਂ, ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਐਨਸਥੀਸੀਆ। ਐਨਸਥੀਸੀਆ ਦੋ ਤਰ੍ਹਾਂ ਦਾ ਹੁੰਦਾ, ਇੱਕ ਲੋਕਲ ਤੇ ਇੱਕ ਜਨਰਲ। ਲੋਕਲ ਦਾ ਮਤਲਬ ਹੁੰਦਾ ਕਿ ਜਿਹੜੇ ਅੰਗ ਦਾ ਅਸੀਂ ਛੋਟਾ ਮੋਟਾ ਆਪਰੇਟ ਕਰਨਾ, ਅਸੀਂ ਲੋਕਲ ਉਸੇ ਨੂੰ ਇਕੱਲੇ ਨੂੰ ਸੁੰਨ ਕਰ ਲੈਂਦੇ ਹਾਂ। ਪਰ ਹੁਣ ਅਸੀਂ ਵਾਪਸ ਇਸ ਵਰਡ ਤੇ ਆਉਂਦੇ ਹਾਂ ਫਸਟ ਏਡ ਤੇ। ਹੁਣ ਫਸਟ ਏਡ ਵਰਡ ਹੈ ਜਿਹੜਾ, ਇਹਨੂੰ ਅਸੀਂ ਦੋ ਵਰਡਸ ਦੇ ਵਿੱਚ ਡਿਸਕ੍ਰਾਈਬ ਕਰ ਸਕਦੇ ਹਾਂ। ਇੱਕ ਸਾਡੇ ਕੋਲ ਹੈਗਾ ਸੈਲਫ ਏਡ। ਸੈਲਫ ਏਡ ਦਾ ਮਤਲਬ ਜੇ ਹਲਕੀ ਫੁਲਕੀ ਸੱਟ ਵੱਜੀ ਹੈ ਆਪਣੀ ਕੇਅਰ ਹੈ ਜਿਹੜੀ ਉਹ ਖੁਦ ਵੀ ਕਰ ਸਕਦੇ ਹਾਂ। ਦੂਸਰਾ ਫਸਟ ਏਡ ਕਿਸੇ ਦੂਸਰੇ ਬੰਦੇ ਨੂੰ ਦੇਣਾ ਜਿਸ ਨੂੰ ਕਿਸੇ ਨੂੰ ਇੰਜਰੀ ਹੋਈ ਹੈ। ਹੁਣ ਜੇਕਰ ਅਸੀਂ ਪੁਰਾਣੇ ਯੁੱਗ ਦੇ ਵਿੱਚ ਜਾਂਦੇ ਹਾਂ, ਜਦੋਂ ਅਸੀਂ ਨੇ ਹਾਲੇ ਕਿਸੇ ਦਵਾਈ ਦੀ ਖੋਜ ਨਹੀਂ ਕੀਤੀ, ਜਦੋਂ ਅਸੀਂ ਨੇ ਕਿਸੇ ਹਸਪਤਾਲ ਦੀ ਖੋਜ ਨਹੀਂ ਕੀਤੀ, ਸਾਡੇ ਕੋਲੇ ਕਿਸੇ ਤਰ੍ਹਾਂ ਦੀ ਮੈਡੀਸਨ ਨਹੀਂ, ਜਦੋਂ ਇਨਸਾਨ ਹੈ ਜਿਹੜਾ ਉਹ ਜੰਗਲਾਂ ਦੇ ਵਿੱਚ ਰਹਿ ਰਿਹਾ ਹੈ, ਤਾਂ ਪ੍ਰੋਬਲਮਸ ਬੰਦੇ ਨੂੰ ਉਦੋਂ ਵੀ ਆਉਂਦੀਆਂ ਹੋਣਗੀਆਂ, ਸੱਟਾਂ ਉਹਦੇ ਉਦੋਂ ਵੀ ਲੱਗਦੀਆਂ ਹੋਣਗੀਆਂ। ਕੋਈ ਇਕੱਲਾ ਮਨੁੱਖ ਸ਼ਿਕਾਰ ਤੇ ਨਿਕਲਿਆ ਹੋਇਆ ਹੈ ਨਾ, ਤਾਂ ਸ਼ਿਕਾਰ ਤੇ ਜਾਣ ਵੇਲੇ ਉਹਦੇ ਇਕੱਲੇ ਦੇ ਸੱਟ ਲੱਗਦੀ ਹੈ, ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਆਪ ਨੂੰ ਬਚਾ ਕੇ ਉੱਥੋਂ ਕੱਢ ਕੇ ਲੈ ਕੇ ਆਊਗਾ। ਤਾਂ ਇਹਦੇ 'ਚ ਦੋ ਰੈਫਰੈਂਸ ਮੈਂ ਦਊਂਗਾ। ਪਹਿਲਾ ਰੈਫਰੈਂਸ ਇੱਕ ਬੋਰਿਸ ਪੋਲਵਈ ਨੇ ਨਾਵਲ ਲਿਖਿਆ ਜਿਹੜਾ ਅਸਲੀ ਇਨਸਾਨ ਦੀ ਕਹਾਣੀ। ਉਹਦੇ 'ਚ ਬੰਦੇ ਦਾ ਜਿਹੜਾ ਜਹਾਜ਼ ਹੈ ਕ੍ਰੈਸ਼ ਹੋ ਜਾਂਦਾ। ਕ੍ਰੈਸ਼ ਹੋਣ ਤੋਂ ਬਾਅਦ ਉਹਨੇ ਲੱਤਾਂ ਉਹਦੀਆਂ ਜਿਹੜੀਆਂ ਨੇ ਉਹ ਕੰਮ ਛੱਡ ਜਾਂਦੀਆਂ ਨੇ, ਤਾਂ 20 ਦਿਨਾਂ ਤੱਕ ਉਹ ਰੇਂਗ ਕੇ ਆਪਣੇ ਨੈਕਸਟ ਪੁਆਇੰਟ 'ਤੇ ਕਿਸੇ ਪਿੰਡ ਦੇ ਵਿੱਚ ਪਹੁੰਚਦਾ। ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਸਹਾਇਤਾ ਦੇ ਕੇ ਹੱਥਾਂ 'ਤੇ ਚੱਲ ਕੇ ਲਗਾਤਾਰ 20 ਦਿਨ ਉਹ ਕਿਸੇ ਪਿੰਡ ਦੇ ਵਿੱਚ ਪਹੁੰਚਦਾ, ਜਾਣੀ ਕਿ ਆਪਣੇ ਆਪ ਨੂੰ ਕੀ ਕਰ ਰਿਹਾ, ਉਹ ਸੈਲਫ ਏਡ ਕਰ ਰਿਹਾ, ਕਿਸੇ ਦੂਸਰੇ ਬੰਦੇ ਨੂੰ ਕਿਸੇ ਤਰ੍ਹਾਂ ਦੀ ਏਡ ਨਹੀਂ ਦੇ ਰਿਹਾ। ਐਵੇਂ ਜਿਹੜੀ ਹੈਗੀ ਹੈ
ਲਿਓਨਾਰਡੋ ਕੈਪਰੀਆ ਦੀ ਇੱਕ ਮੂਵੀ ਆਈ ਸੀ ਦਾ ਰੈਵੀਨੈਂਟ, ਜੇ ਤੁਸੀਂ ਦੇਖੀ ਹੋਵੇ, ਉਹਦੇ ਵਿੱਚ ਵੀ ਕੀ ਹੈ, ਜਦੋਂ ਉਹਦੇ ਸੱਟ ਲੱਗਦੀ ਹੈ ਉਹ ਪੂਰੇ ਦਾ ਪੂਰਾ ਸਰੀਰ ਕੰਮ ਕਰਨੋਂ ਹਟ ਜਾਂਦਾ, ਜਦੋਂ ਤਾਂ ਕਿਸ ਤਰ੍ਹਾਂ ਉਹ ਸਰਵਾਈਵ ਕਰਦਾ, ਆਪਣੇ ਆਪ ਨੂੰ ਕਿਵੇਂ ਜਿਉਂਦਾ ਰੱਖਦਾ। ਤਾਂ ਇੱਕ ਹੈਗੀ ਸਾਡੇ ਕੋਲੇ ਸੈਲਫ ਏਡ, ਤੇ ਪੁਰਾਣੇ ਸਮਿਆਂ ਦੇ ਵਿੱਚ ਜੇਕਰ ਕਿਸੇ ਨਾਲ ਦੇ ਬੰਦੇ ਦੇ ਸੱਟ ਲੱਗਦੀ ਹੋਊਗੀ ਤਾਂ ਵੀ ਸਾਨੂੰ ਉਹਦੀ ਕੇਅਰ ਕਰਨੀ ਪੈਂਦੀ ਹੋਊਗੀ, ਤਾਂ ਉਦੋਂ ਸਾਡੇ ਕੋਲੇ ਕੋਈ ਸਪੈਸੀਫਿਕ ਮੈਡੀਸਨ ਤਾਂ ਹੈ ਨਹੀਂ ਸੀ ਜਿਹਦੇ ਨਾਲ ਅਸੀਂ ਉਹਦਾ ਇਲਾਜ ਕਰਦੇ, ਟ੍ਰੀਟਮੈਂਟ ਕਰਦੇ। ਤਾਂ ਉਦੋਂ ਅਸੀਂ ਨੇ ਬਹੁਤ ਸਾਰੇ ਐਕਸਪੈਰੀਮੈਂਟ ਵੀ ਕੀਤੇ ਹੋਣਗੇ, ਬਹੁਤ ਸਾਰੀਆਂ ਜਿਹੜੀਆਂ ਜੜੀਆਂ ਬੂਟੀਆਂ ਨੇ ਉਹਨਾਂ ਨੂੰ ਵੀ ਵਰਤਿਆ ਹੋਊਗਾ, ਹੈ ਨਾ। ਕੋਈ ਜੜੀ ਬੂਟੀ ਆ ਜਿਹੜੀ ਰਿਐਕਸ਼ਨ ਕਰਦੀ ਹੋਊਗੀ, ਕੋਈ ਸਾਡੇ ਰਾਸ ਆ ਜਾਂਦੀ ਹੋਊਗੀ। ਤਾਂ ਹਜ਼ਾਰਾਂ ਸਾਲਾਂ ਦੇ ਵਿੱਚ ਅਸੀਂ ਇਹੋ ਜਿਹੀਆਂ ਜੜੀ ਬੂਟੀਆਂ ਦੀ ਸ਼ਨਾਖਤ ਕੀਤੀ ਜਿਨ੍ਹਾਂ ਦੇ ਨਾਲ ਸਾਡਾ ਇਲਾਜ ਹੋ ਸਕਦਾ ਸੀ। ਤਾਂ ਫਸਟ ਏਡ ਦੀ ਜਿਹੜੀ ਜ਼ਰੂਰਤ ਹੈ ਉਹ ਅੱਜ ਦੇ ਸਮੇਂ 'ਚ ਨਹੀਂ ਸੀ, ਸ਼ੁਰੂ ਤੋਂ ਹੀ ਫਸਟ ਏਡ ਦੀ ਜ਼ਰੂਰਤ ਰਹੀ ਹੈ, ਤੇ ਅਸੀਂ ਵੀ ਕਿਤੇ ਨਾ ਕਿਤੇ ਆਪਣੇ ਘਰਾਂ ਦੇ ਵਿੱਚ ਫਸਟ ਏਡ ਦਿੰਦੇ ਰਹਿੰਦੇ ਹਾਂ। ਕੋਈ ਸਾਡਾ ਬੱਚਾ ਹੈ, ਉਹਦੇ ਕਈ ਵਾਰੀ ਉਹਨੂੰ ਦੁੱਧ ਪਿਲਾ ਰਹੇ ਹਾਂ ਅਸੀਂ, ਛੋਟੇ ਬੱਚੇ ਨੂੰ ਘਰੇ, ਹੈ ਨਾ, ਉਹਨੂੰ ਹੱਥ ਹੋ ਆ ਗਿਆ, ਹੈ ਨਾ, ਉਹਦਾ ਥੋੜ੍ਹੇ ਟਾਈਮ ਲਈ ਸਾਹ ਕੱਢ ਗਿਆ, ਅਸੀਂ ਬੱਚੇ ਦੇ ਪਿੱਛੇ ਢੂਹੀ ਦੇ ਉੱਪਰ ਪੋਲਾ ਹੱਥ ਮਾਰਦੇ ਹਾਂ ਕਿ ਸਾਹ ਚੱਲ ਪਵੇ, ਜਾਂ ਉਹਦੇ ਗਲ ਦੇ ਵਿੱਚ ਕੁਝ ਫਸ ਜਾਂਦਾ ਤਾਂ ਅਸੀਂ ਪਿੱਛੇ ਢੂਹੀ ਦੇ ਉੱਪਰ ਮੁੱਕੇ ਮਾਰ ਕੇ, ਹੈ ਨਾ, ਉਹਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਵੀ ਇੱਕ ਤਰ੍ਹਾਂ ਦੀ ਕੀ ਹੈ, ਫਸਟ ਏਡ ਹੈ। ਯਾਨੀ ਕਿ ਜਦੋਂ ਫਸਟ ਏਡ ਚੀਜ਼ ਕੀ ਹੈ, ਸਾਡੇ ਕੋਲੇ ਡਾਕਟਰ ਅਵੇਲੇਬਲ ਨਹੀਂ ਹੈਗਾ, ਤਾਂ ਡਾਕਟਰ ਜਦੋਂ ਅਵੇਲੇਬਲ ਨਹੀਂ, ਤਾਂ ਡਾਕਟਰ ਦੀ ਗੈਰ ਮੌਜੂਦਗੀ ਦੇ ਵਿੱਚ ਅਸੀਂ ਕਿਸੇ ਇਨਸਾਨ ਦੀ ਜਿਹੜੀ ਮੈਡੀਕਲ ਕੰਡੀਸ਼ਨ ਖਰਾਬ ਹੋਈ ਹੈ ਉਹਨੂੰ ਹੋਰ ਖਰਾਬ ਹੋਣ ਤੋਂ ਅਸੀਂ ਨੇ ਕਿਸ ਤਰੀਕੇ ਨਾਲ ਰੋਕਣਾ ਹੈ। ਡਾਕਟਰ ਦੇ ਪਹੁੰਚਣ ਤੋਂ ਪਹਿਲਾਂ ਅਸੀਂ ਸਹਾਇਤਾ ਦੇਣੀ ਹੈ, ਜਿੰਨੀ ਕੁ ਚੀਜ਼ ਸਾਨੂੰ ਪਤਾ ਹੈ, ਜਿਹੜੀਆਂ ਚੀਜ਼ਾਂ ਬਾਰੇ ਪਤਾ ਉਹ ਅਪਲਾਈ ਕਰਕੇ ਉਹਦੀ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਬਚਾਉਣਾ। ਇਹਨੂੰ ਅਸੀਂ ਕੀ ਕਹਿੰਦੇ ਆ, ਫਸਟ ਏਡ। ਇਸੇ ਚੀਜ਼ ਨੂੰ ਅਸੀਂ ਦੇਖਾਂਗੇ ਕਿ ਏਮ ਹੈ ਜਿਹੜਾ ਫਸਟ ਏਡ ਦਾ, ਅਸੀਂ ਐਕਚੁਅਲ ਦੇ ਵਿੱਚ ਟ੍ਰੀਟਮੈਂਟ ਨਹੀਂ ਕਰ ਰਹੇ ਕਿਸੇ ਵੀ ਰੋਗੀ ਦਾ, ਕੀ ਕਰ ਰਹੇ ਹਾਂ, ਏਡ ਸਹਾਇਤਾ ਦੇ ਰਹੇ ਹਾਂ। ਕਾਹਤੋਂ ਦੇ ਰਹੇ ਹਾਂ ਸਹਾਇਤਾ? ਸਿਰਫ ਇਸ ਕਰਕੇ ਕਿ ਉਹਦੀ ਕੰਡੀਸ਼ਨ ਹੋਰ ਖਰਾਬ ਨਾ ਹੋ ਜਾਵੇ, ਕਿਉਂਕਿ ਅਸੀਂ ਡਾਕਟਰ ਤਾਂ ਹੈ ਨਹੀਂ। ਜੇ ਅਸੀਂ ਡਾਕਟਰ ਵਾਲਾ ਕੰਮ ਕਰਨਾ ਸ਼ੁਰੂ ਕਰ ਦਾਂਗੇ ਤਾਂ ਹੋ ਸਕਦਾ ਇੱਕ ਮਰੀਜ਼ ਦੀ ਕੰਡੀਸ਼ਨ ਹੈ ਜਿਹੜੀ ਉਹ ਹੋਰ ਵੀ ਜ਼ਿਆਦਾ ਖਰਾਬ ਕਰ ਦੇਈਏ। ਤਾਂ ਫਸਟ ਏਡ ਜਦੋਂ ਮਨੁੱਖ ਸੋਸ਼ਲਾਈਜ਼ ਹੋਇਆ, ਜਦੋਂ ਮਨੁੱਖ ਨੇ ਕਬੀਲਿਆਂ ਤੋਂ ਰਹਿ ਕੇ ਨਿਕਲ ਕੇ ਸਮਾਜ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਈਵਨ ਕਿ ਕਬੀਲਿਆਂ ਦੇ ਵਿੱਚ ਵੀ ਮਨੁੱਖ ਰਹਿੰਦਾ ਸੀ, ਤਾਂ ਫਸਟ ਏਡ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਦਿੰਦਾ ਸੀ। ਤਾਂ ਪਰ ਜਿਹੜੇ ਸਾਨੂੰ ਡਾਕੂਮੈਂਟ ਮਿਲਦੇ ਨੇ, ਹੈ ਨਾ, ਕਿ ਕਿਹੜੇ ਬੰਦੇ ਨੇ ਸ਼ੁਰੂ ਕੀਤੀ, ਕਿਹੜੇ ਬੰਦੇ ਨੇ ਉਹਨੂੰ ਮਾਡਰਨ ਫਾਦਰ ਕਿਹਾ ਜਾਂਦਾ ਸੀ, ਇੱਥੇ ਲਿਖਿਆ ਵੀ ਹੋਇਆ ਫਰੈਡਰਿਕ ਐਸਮਾਰਕ ਸੀਗਾ, ਜਰਮਨ ਦਾ ਸੀਗਾ। ਇਹ ਨਾਮ ਜ਼ਰੂਰ ਯਾਦ ਰੱਖਿਓ ਕਿ ਜਿਹੜੀ ਮਾਡਰਨ ਫਸਟ ਏਡ ਹੈ ਉਹਦਾ ਫਾਦਰ ਕਿਹਨੂੰ ਕਿਹਾ ਜਾਂਦਾ, ਜਰਮਨ ਦਾ ਬੰਦਾ ਸੀਗਾ, ਉਹਦਾ ਨਾਮ ਸੀਗਾ ਫਰਾਈਡਰਿਚ ਐਸਮਾਰਕ। ਇਹ ਬੰਦੇ ਨੇ ਇੱਕ ਖਾਸ ਤਰ੍ਹਾਂ ਦੀ ਬੈਂਡੇਜ ਬਣਾਈ ਸੀ, ਉਸ ਬੈਂਡੇਜ ਨੂੰ ਇਹਦੇ ਨਾਮ ਤੋਂ ਹੀ ਨਾਮ ਦਿੱਤਾ ਗਿਆ ਸੀਗਾ। ਬੈਂਡੇਜ ਦਾ ਨਾਮ ਸੀ ਐਸਮਾਰਕ ਬੈਂਡੇਜ। ਇਹਦੇ ਕਰਕੇ ਕਿਉਂਕਿ ਇਹਨੇ ਪਹਿਲੀ ਵਾਰ ਬੈਂਡੇਜ ਤਿਆਰ ਕੀਤੀ ਸੀਗੀ, ਤਾਂ ਇਸੇ ਕਰਕੇ ਇਹਨੂੰ ਕੀ ਕਿਹਾ ਜਾਣ ਲੱਗਿਆ, ਫਾਦਰ ਆਫ ਮਾਡਰਨ ਫਸਟ ਏਡ। ਹੁਣ ਉਸ ਤੋਂ ਪਹਿਲਾਂ ਇਹ ਵੀ ਦੇਖ ਲਈ ਆਪਾਂ, ਹਰ ਸਾਲ ਜਿਹੜਾ ਫਸਟ ਏਡ ਦਿਵਸ ਮਨਾਇਆ ਜਾਂਦਾ ਹੈ, ਮੁੱਢਲੀ ਸਹਾਇਤਾ ਦਾ ਦਿਵਸ ਮਨਾਇਆ ਜਾਂਦਾ ਹੈ। ਤਾਂ ਇਹਦੇ ਲਈ ਕੋਈ ਖਾਸ ਤਰੀਕ ਨਹੀਂ ਰੱਖੀ ਹੋਈ, ਪਰ ਇੱਕ ਦਿਨ ਆਬਜ਼ਰਵ ਕੀਤਾ ਹੋਇਆ, ਸੈਕਿੰਡ ਸੈਟਰਡੇ ਆਫ ਸਤੰਬਰ। ਹਰੇਕ ਸਾਲ ਸਤੰਬਰ ਦੇ ਦੂਜੇ ਸ਼ਨੀਵਾਰ ਨੂੰ ਕਿਹੜਾ ਦਿਨ ਮਨਾਇਆ ਜਾਂਦਾ ਹੈ, ਮੁੱਢਲੀ ਸਹਾਇਤਾ ਦਿਨ, ਵਰਲਡ ਫਸਟ ਏਡ ਡੇ ਮਨਾਇਆ ਜਾਂਦਾ ਹੈ। ਤਾਂ ਉਸ ਤੋਂ ਬਾਅਦ ਹੁਣ ਜਿਵੇਂ ਆਪਾਂ ਨੇ ਗੱਲ ਕੀਤੀ ਹੈ ਕਿ ਮੁੱਢਲੀ ਸਹਾਇਤਾ ਦਾ ਬੰਦਾ ਪਤਾ ਨਹੀਂ ਕਦੋਂ ਦਿੰਦਾ ਰਿਹਾ, ਹੈ ਨਾ। ਤਾਂ ਜਿਵੇਂ ਰਮਾਇਣ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਦੋਂ ਉਹਨੂੰ ਲਕਸ਼ਮਣ ਆਪਣੇ ਦੇ ਸੱਟ ਲੱਗਦੀ ਹੈ, ਤਾਂ ਹਨੂੰਮਾਨ ਹੈ ਜਿਹੜਾ ਉਹ ਕੀ ਹੈ, ਪੂਰੀ ਕਹਿੰਦੇ ਪਹਾੜੀ ਚੱਕ ਕੇ ਲੈ ਕੇ ਆਉਂਦਾ, ਤਾਂ ਉਹ ਵੀ ਇੱਕ ਤਰ੍ਹਾਂ ਦੀ ਕੀ ਸੀਗੀ, ਫਸਟ ਏਡ। ਯਾਨੀ ਕਿ ਕੰਡੀਸ਼ਨ ਨੂੰ ਅਸੀਂ ਨੇ ਖਰਾਬ ਹੋਣ ਤੋਂ ਬਚਾਉਣਾ ਸੀਗਾ। ਤਾਂ ਇਹ ਤਾਂ ਚੱਲ ਤਾਂ ਸਟਾਰਟਿੰਗ ਤੋਂ ਹੀ ਰਹੀ ਹੈ, ਪਰ ਸਾਡੇ ਕੋਲ ਜਿਹੜੇ ਡਾਕੂਮੈਂਟਸ ਆਉਂਦੇ ਨੇ, ਜਿਹੜਾ ਰਿਕਾਰਡ ਸਾਡੇ ਕੋਲ ਆਉਂਦਾ ਉਹ ਕੀ ਕਹਿੰਦਾ ਹੈ ਕਿ ਪਹਿਲੀ ਵਾਰੀ ਜਿਹੜਾ ਇਹ ਵਰਡ ਸੀਗਾ ਉਹ ਪਹਿਲਾਂ ਤਾਂ ਸੈਂਟ ਜੌਨ ਐਂਬੂਲੈਂਸ ਹੈ ਜਿਹੜੀ, ਇਹ ਕਦੋਂ ਸਟਾਰਟ ਹੋਈ? ਇਹ ਹੋਈ 1877 ਦੇ ਵਿੱਚ। ਇਹਨਾਂ ਦਾ ਮੁੱਖ ਕੰਮ ਕੀ ਸੀਗਾ, ਲੋਕਾਂ ਦੀ ਸਹਾਇਤਾ ਕਰਨਾ। ਹੁਣ ਪਰ ਅਸੀਂ ਸਿਰਫ ਤੇ ਸਿਰਫ ਇਸ ਵਰਡ ਦੇ ਨਾਲ ਰਿਲੇਟ ਕਰਨਾ ਹੈ ਕਿ ਇਹ ਸ਼ਬਦ ਐਕਚੁਅਲ ਦੇ ਵਿੱਚ ਕਦੋਂ ਵਰਤਿਆ ਗਿਆ। ਤਾਂ ਜਿਹੜਾ ਇਹ ਸ਼ਬਦ ਸੀ ਪਹਿਲੀ ਵਾਰੀ ਕਦੋਂ ਵਰਤਿਆ ਗਿਆ, 1878 ਦੇ ਵਿੱਚ। ਪਰ ਇੱਥੇ ਵੀ ਦੇਖਣ ਯੋਗ ਹੈ ਕਿ ਫਸਟ ਏਡ ਆ ਜਿਹੜਾ ਉਹ ਇਕੱਠਾ ਨਹੀਂ ਯੂਜ਼ ਕੀਤਾ ਗਿਆ, ਇੱਥੇ ਫਸਟ ਏਡ ਇਕੱਠਾ ਨਹੀਂ ਯੂਜ਼ ਕੀਤਾ ਗਿਆ। ਇੱਥੇ ਦਾ ਨਾਮ ਕੀ ਸੀ, ਫਸਟ ਟ੍ਰੀਟਮੈਂਟ ਐਂਡ ਨੈਸ਼ਨਲ ਏਡ। ਤਾਂ ਇੱਥੇ ਫਸਟ ਵਰਡ ਵੀ ਹੈਗਾ, ਏਡ ਵਰਡ ਵੀ ਹੈਗਾ, ਪਰ ਉਹਨਾਂ ਨੂੰ ਇਕੱਠੇ ਨਹੀਂ ਯੂਜ਼ ਕੀਤਾ ਗਿਆ, ਇਹਨਾਂ ਨੂੰ ਅੱਡ ਯੂਜ਼ ਕੀਤਾ ਗਿਆ ਸੀ, ਫਸਟ ਟ੍ਰੀਟਮੈਂਟ ਐਂਡ ਨੈਸ਼ਨਲ ਏਡ। ਫਿਰ 1879 ਦੇ ਵਿੱਚ ਇਹ ਵਰਡ ਹੈ ਜਿਹੜਾ ਪਹਿਲੀ ਵਾਰੀ ਯੂਜ਼ ਕੀਤਾ ਗਿਆ। ਯੂਜ਼ ਇਹਨਾਂ ਨੇ ਕੀਤਾ ਸੀਗਾ ਸੈਂਟ ਜੌਨ ਐਂਬੂਲੈਂਸ ਨੇ। ਤਾਂ ਉਸ ਤੋਂ ਬਾਅਦ ਇਹਨਾਂ ਦਾ ਸਿੰਬਲ ਵੀ ਹੈ ਇੱਕ, ਜੇਕਰ ਅਸੀਂ ਦੇਖਿਆ ਹੋਵੇ ਕਦੇ ਗੌਰ ਨਾਲ, ਤਾਂ ਜਿੱਥੇ ਵੀ ਕਿਤੇ ਮੈਡੀਕਲ ਕੈਂਪ ਲੱਗਦੇ ਨੇ ਤਾਂ ਉਹ ਮੈਡੀਕਲ ਕੈਂਪਾਂ ਦੇ ਉੱਪਰ ਇੱਕ ਪਲੱਸ ਦਾ ਨਿਸ਼ਾਨ ਬਣਿਆ ਹੁੰਦਾ।
ਤਾਂ ਹੁਣ ਇੱਥੇ ਯਾਦ ਰੱਖਣ ਵਾਲੀ ਇਹ ਗੱਲ ਹੈ ਕਿ ਜਿਹੜੀ ਰੈੱਡ ਕਰਾਸ ਸੁਸਾਇਟੀ ਹੈ ਤੇ ਜਿਹੜੀ ਫਸਟ ਏਡ ਹੈ, ਇਹਨਾਂ ਦਾ ਸਿੰਬਲ ਆਲਮੋਸਟ ਜਿਹੜਾ ਸੇਮ ਹੈ, ਪਰ ਇਹਨਾਂ ਦੇ ਵਿੱਚ ਇੱਕ ਡਿਫਰੈਂਸ ਹੈ। ਜਿਹੜਾ ਤਾਂ ਫਸਟ ਏਡ ਵਾਲਾ ਹੈ ਉਹਦੇ 'ਚ ਜਿਹੜਾ ਪਿੱਛੇ ਬੈਕਗਰਾਉਂਡ ਦਾ ਕਲਰ ਹੁੰਦਾ ਉਹ ਕਿਹੜਾ ਹੁੰਦਾ, ਗ੍ਰੀਨ। ਤੇ ਜਿਹੜੀ ਸਾਡੀ ਰੈੱਡ ਕਰਾਸ ਸੁਸਾਇਟੀ ਹੈ, ਰੈੱਡ ਨਾਮ ਤੋਂ ਹੀ ਪਤਾ ਚੱਲ ਰਿਹਾ, ਤਾਂ ਉਹਨਾਂ ਦੇ ਵਿੱਚ ਵੀ ਹੈਗਾ ਕਰਾਸ ਹੀ ਹੈ, ਪਰ ਬੈਕਗਰਾਉਂਡ ਦਾ ਕਲਰ ਕਿਹੜਾ ਉਹਨਾਂ ਦੇ ਵਿੱਚ ਰੈੱਡ। ਤਾਂ ਜੇਕਰ ਸਾਨੂੰ ਇਹ ਸਵਾਲ ਪੁੱਛਿਆ ਜਾਂਦਾ ਕਿ ਇਹਨਾਂ ਦਾ ਸਿੰਬਲ ਕੀ ਹੈ, ਤਾਂ ਹੈਗਾ ਕਰਾਸ ਹੀ ਹੈ, ਪਰ ਜਿਹੜਾ ਬੈਕਗਰਾਉਂਡ ਦਾ ਕਲਰ ਹੈ ਉਹ ਕਿਹੜਾ, ਗ੍ਰੀਨ, ਫਸਟ ਏਡ। ਉਸ ਤੋਂ ਬਾਅਦ ਆਪਣੀ ਕਿਤਾਬ ਦੇ ਵਿੱਚ ਵੀ ਦਿੱਤਾ ਹੋਇਆ ਇਹ ਕਿ ਜਿਹੜਾ ਫਸਟ ਏਡਰ ਵਰਡ ਹੈ, ਮੁੱਢਲਾ ਸਹਾਇਕ, ਇਹ ਵਰਡ ਕਦੋਂ ਯੂਜ਼ ਕੀਤਾ ਗਿਆ, ਪਹਿਲੀ ਵਾਰੀ 1894 ਦੇ ਵਿੱਚ ਆਪਣੀ ਕਿਤਾਬ ਦੇ ਵਿੱਚ ਵੀ ਦਿੱਤਾ ਹੋਇਆ। ਫਾਦਰ ਆਫ ਮਾਡਰਨ ਫਸਟ ਏਡ ਆਪਾਂ ਨੇ ਦੇਖ ਹੀ ਲਿਆ, ਫਰਾਈਡਰਿਚ ਐਸਮਾਰਕ ਨੂੰ ਕਿਹਾ ਜਾਂਦਾ। ਐਸਮਾਰਕ ਬੈਂਡੇਜ ਇਹਨੇ ਇਨਵੈਂਟ ਕੀਤੀ ਸੀ ਤੇ ਇਹ ਬੰਦਾ ਕਿੱਥੋਂ ਦਾ ਸੀ, ਜਰਮਨ ਦਾ। ਉਸ ਤੋਂ ਬਾਅਦ ਸਭ ਤੋਂ ਪਹਿਲੇ ਜਿਹੜੀ ਕਮੇਟੀ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਲੋਕਾਂ ਦੀ ਸਹਾਇਤਾ ਵਾਸਤੇ, ਉਹ ਹੈਗੀ ਸੀ ਇੰਟਰਨੈਸ਼ਨਲ ਕਮੇਟੀ ਆਫ ਰੈੱਡ ਕਰਾਸ। ਤਾਂ ਇਹ ਬਣੀ ਕਦੋਂ ਸੀਗੀ, 9 ਫੈਬਰਵਰੀ 1863 ਨੂੰ। ਇਹਨਾਂ ਦਾ ਸਿੰਬਲ ਕੀ ਹੈ, ਤਾਂ ਇਹਨਾਂ ਦੇ ਮੇਨ 3 ਸਿੰਬਲ ਨੇ ਐਟ ਪ੍ਰੈਜ਼ੈਂਟ ਟਾਈਮ। 3 ਸਿੰਬਲਾਂ ਦਾ ਮਤਲਬ ਕੀ ਹੈ, 3 ਸੁਸਾਇਟੀਆਂ ਜੁੜ ਕੇ ਕੰਮ ਕਰ ਰਹੀਆਂ ਨੇ। ਇੱਕ ਤਾਂ ਹੈ ਰੈੱਡ ਕਰਾਸ, ਜਿਹਦੀ ਹੁਣੀ ਆਪਾਂ ਗੱਲ ਕਰਕੇ ਹਟੇ ਹਾਂ। ਰੈੱਡ ਕਰਾਸ ਦੇ ਵਿੱਚ ਇੱਕ ਕਰਾਸ ਹੈ ਤੇ ਉਹਦੇ ਪਿੱਛੇ ਜਿਹੜਾ ਕਲਰ ਹੈ ਉਹ ਕਿਹੜਾ, ਰੈੱਡ ਹੈ। ਦੂਸਰਾ ਹੈਗਾ ਰੈੱਡ ਕ੍ਰੈਸੈਂਟ। ਰੈੱਡ ਕ੍ਰੈਸੈਂਟ ਮਤਲਬ ਅੱਧਾ ਚੰਦ ਹੈ ਤੇ ਉਹਦੇ ਪਿੱਛੇ ਕਲਰ ਕਿਹੜਾ, ਸਾਡਾ ਲਾਲ। ਇੱਕ ਹੈਗਾ ਰੈੱਡ ਕ੍ਰਿਸਟਲ, ਯਾਨੀ ਕਿ ਲਾਲ ਕ੍ਰਿਸਟਲ ਨੂੰ ਅਸੀਂ ਮੋਤੀ ਕਹਿ ਦਿੰਦੇ ਹਾਂ ਨਾ। ਉਹ ਇਹ 3 ਸਿੰਬਲ ਨੇ, ਕਿਹਦੇ ਸਿੰਬਲ ਨੇ, 3 ਰੈੱਡ ਕਰਾਸ ਸੁਸਾਇਟੀ ਦੇ। ਮੇਰਾ ਖਿਆਲ ਹੈ 3 ਵੱਖੋ ਵੱਖਰੀਆਂ ਜਿਹੜੀਆਂ ਆਰਗੇਨਾਈਜੇਸ਼ਨ ਨੇ, ਉਹ ਤਿੰਨੇ ਅੱਜ ਦੇ ਟਾਈਮ ਦੇ ਵਿੱਚ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ ਨੇ। ਇਹਨਾਂ ਦੇ ਕੰਮ ਵਾਸਤੇ ਨੋਬਲ ਪ੍ਰਾਈਜ਼ ਹੈ ਜਿਹੜਾ ਉਹ ਵੀ ਮਿਲ ਚੁੱਕਿਆ। ਸ਼ਾਇਦ ਪਹਿਲਾ ਨੋਬਲ ਪ੍ਰਾਈਜ਼ ਇਹਨਾਂ ਨੂੰ 1917 ਦੇ ਵਿੱਚ ਮਿਲਿਆ ਸੀ ਸ਼ਾਇਦ ਪਹਿਲਾ ਨੋਬਲ ਪ੍ਰਾਈਜ਼। ਕਿਉਂਕਿ ਜਿਵੇਂ ਸਾਡੀ ਖਾਲਸਾ ਏਡ ਕੰਮ ਕਰ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ, ਉਹ ਵੀ 2 ਵਾਰ ਨੋਮੀਨੇਟ ਹੋ ਚੁੱਕੀ ਹੈ ਇਹ ਨੋਬਲ ਪ੍ਰਾਈਜ਼ ਦੇ ਲਈ। ਉਸੇ ਤਰੀਕੇ ਨਾਲ ਜਿਹੜੀ ਇਹ ਸੰਸਥਾ ਹੈ, ਇਹ ਵੀ ਲੋਕਾਂ ਦੀ ਭਲਾਈ ਦੇ ਲਈ ਬਹੁਤ ਪੁਰਾਣੇ ਸਮੇਂ ਤੋਂ ਕੰਮ ਕਰ ਰਹੀ ਹੈ। ਤਾਂ ਇਹ ਸੁਸਾਇਟੀ ਦੀ ਬ੍ਰਾਂਚ ਇੰਡੀਆ ਦੇ ਵਿੱਚ ਵੀ ਖੋਲ੍ਹੀ ਗਈ, ਜਿਹੜੀ ਰੈੱਡ ਕਰਾਸ ਸੁਸਾਇਟੀ ਹੈ। ਰੈੱਡ ਕਰਾਸ ਸੁਸਾਇਟੀ ਦੀ ਬ੍ਰਾਂਚ ਇੰਡੀਆ 'ਚ ਕਦੋਂ ਖੋਲ੍ਹੀ ਗਈ, 1920 ਦੇ ਵਿੱਚ। ਵੀ ਸਾਰਿਆਂ ਨੂੰ ਪਤਾ ਕਿ ਐਂਬੂਲੈਂਸ ਦਾ ਨੰਬਰ ਕਿਹੜਾ, 108। ਜਿਹੜਾ ਇਹ ਹੈ, ਇਹ ਪਹਿਲੀ ਵਾਰੀ ਮੋਦੀ ਨੇ ਯੂਜ਼ ਕੀਤਾ ਸੀਗਾ। ਪਹਿਲੀ ਵਾਰ ਜਿਹੜਾ ਇਹ 108 ਨੰਬਰ ਹੈ ਮੋਦੀ ਨੇ ਇਸ਼ੂ ਕੀਤਾ ਸੀਗਾ, ਗੁਜਰਾਤ ਦੇ ਵਿੱਚ ਇਸ਼ੂ ਕੀਤਾ ਸੀ। ਉਸ ਤੋਂ ਬਾਅਦ ਬਾਕੀ ਸਟੇਟਸ ਦੇ ਵਿੱਚ ਇਹ ਲਾਗੂ ਹੋਇਆ। ਉਹਨਾਂ ਨੇ ਮੇਰੇ ਖਿਆਲ ਬਹੁਤ ਪਹਿਲਾਂ ਸ਼ੁਰੂ ਕੀਤਾ ਸੀ। ਇੱਕ ਵਾਰ ਕੋਈ ਸਰਚ ਕਰਕੇ ਦੇਖ ਲਓ ਕਿ ਪਹਿਲੀ ਵਾਰ ਜਿਹੜਾ ਐਂਬੂਲੈਂਸ ਸੀਗਾ 108 ਨੰਬਰ ਇੰਡੀਆ 'ਚ ਕਦੋਂ ਸਟਾਰਟ ਕੀਤਾ, ਕਿਹੜੇ ਈਅਰ ਦੇ ਵਿੱਚ ਸਟਾਰਟ ਕੀਤਾ ਗਿਆ। ਐਂਬੂਲੈਂਸ ਦਾ ਦੂਸਰਾ ਨਾਮ ਸਟਾਰ ਆਫ ਲਾਈਫ, ਜ਼ਿੰਦਗੀ ਦਾ ਸਿਤਾਰਾ ਵੀ ਕਿਹਾ ਜਾਂਦਾ ਜਿਹੜੀ ਐਂਬੂਲੈਂਸ ਹੈ। ਅੱਗੇ ਸਾਡੇ ਕੋਲ ਇਹਦੇ ਕੁਝ ਗੋਲਡਨ ਰੂਲ ਆਉਂਦੇ ਨੇ। ਗੋਲਡਨ ਰੂਲ ਦੇ ਵਿੱਚ ਆਉਣ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਵਾਟ ਇਜ਼ ਦਾ ਏਮ ਆਫ ਫਸਟ ਏਡ। ਮੁੱਢਲੀ ਸਹਾਇਤਾ ਦਾ ਉਦੇਸ਼ ਕੀ ਹੈ, ਮੁੱਢਲੀ ਸਹਾਇਤਾ ਕਿਉਂ ਦਿੱਤੀ ਜਾਣੀ ਚਾਹੀਦੀ ਹੈ। ਤਾਂ ਇਹਨੂੰ ਬੇਸਿਕਲੀ 3P ਦੇ ਨਾਲ ਡਿਨੋਟ ਕੀਤਾ ਜਾਂਦਾ। 3P ਦੇ ਨਾਲ ਲਿਖਿਆ ਜਾਂਦਾ ਇਹਨੂੰ। 3P ਮਤਲਬ ਤਿੰਨੋਂ ਏਮ ਨੇ ਇਹਦੇ ਤੇ, ਤਿੰਨੋਂ ਕਿਹਦੇ ਨਾਲ ਸਟਾਰਟ ਹੁੰਦੇ ਨੇ, P ਦੇ ਨਾਲ। ਪਹਿਲੀ P ਦਾ ਮਤਲਬ ਕੀ ਹੈ, ਪ੍ਰੀਜ਼ਰਵ ਲਾਈਫ, ਯਾਨੀ ਕਿ ਜ਼ਿੰਦਗੀ ਨੂੰ ਬਚਾਉਣਾ। ਦੂਸਰਾ ਕੀ ਹੈ, ਪ੍ਰੀਵੈਂਟ ਦਾ ਸਿਚੁਏਸ਼ਨ ਫਰੋਮ ਗੈਟਿੰਗ ਵਰਸ, ਯਾਨੀ ਕਿ ਅਸੀਂ ਨੇ ਰੋਗੀ ਦੀ ਜਾਂ ਮਰੀਜ਼ ਦੀ ਸਥਿਤੀ ਨੂੰ ਹੋਰ ਖਰਾਬ ਹੋਣ ਤੋਂ ਬਚਾਉਣਾ। ਲਾਸਟ ਹੈਗਾ ਪ੍ਰਮੋਟ ਰਿਕਵਰੀ। ਤੀਜਾ ਹੈਗਾ ਪ੍ਰਮੋਟ ਰਿਕਵਰੀ, ਯਾਨੀ ਕਿ ਅਸੀਂ ਉਹਦੀ ਜਿਹੜੀ ਸਿਹਤ ਹੈ, ਉਹਦੀ ਰਿਕਵਰੀ ਹੈ ਜਿਹੜੀ ਉਹਨੂੰ ਫਾਸਟ ਕਰਨਾ, ਤੇਜ਼ ਕਰਨਾ। ਪਰ ਸਾਡੀ ਕਿਤਾਬ ਦੇ ਵਿੱਚ ਇਹਦਾ ਇੱਕ ਚੌਥਾ ਉਦੇਸ਼ ਵੀ ਦਿੱਤਾ ਹੋਇਆ, ਜਿਹੜੀ ਸਾਡੀ PSCB ਦੀ ਕਿਤਾਬ ਹੈ ਉਹਦੇ ਵਿੱਚ ਦਿੱਤਾ ਹੋਇਆ ਕਿ ਇਹ ਸਭ ਕੁਝ ਕਰਨ ਤੋਂ ਬਾਅਦ ਵੀ ਜੇ ਰੋਗੀ ਠੀਕ ਨਹੀਂ ਹੋ ਰਿਹਾ ਤਾਂ ਉਹਨੂੰ ਨੇੜੇ ਦੇ ਹਸਪਤਾਲ ਤੇ ਜਾਂ ਫਿਰ ਨੇੜੇ ਦੇ ਡਾਕਟਰ ਦੇ ਕੋਲ ਅਸੀਂ ਨੇ ਲੈ ਕੇ ਜਾਣਾ। 15 ਅਗਸਤ 2005 15 ਅਗਸਤ 2005 ਦੇ ਵਿੱਚ ਸ਼ੁਰੂਆਤ ਕੀਤੀ ਹੈ ਕਿਹਨੇ, ਮੋਦੀ ਨੇ। ਗੁਜਰਾਤ ਦੇ ਵਿੱਚ ਸ਼ੁਰੂਆਤ ਕੀਤੀ ਸੀ ਐਂਬੂਲੈਂਸ ਦੀ। ਜਿਹੜਾ 108 ਨੰਬਰ ਅਸੀਂ ਯੂਜ਼ ਕਰਦੇ ਹਾਂ, ਸਾਡੇ ਪੰਜਾਬ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ। ਤਾਂ ਪਹਿਲੀ ਵਾਰ ਉਹ ਨੰਬਰ ਕਿਹਨੇ ਦਿੱਤਾ ਸੀਗਾ, ਮੋਦੀ ਜੀ ਨੇ ਗੁਜਰਾਤ ਦੇ ਵਿੱਚ ਦਿੱਤਾ ਸੀ, ਜਦੋਂ ਉੱਥੋਂ ਦੇ ਉਹ ਚੀਫ ਮਿਨਿਸਟਰ ਸੀਗੇ। ਹੁਣ ਪ੍ਰਾਈਮ ਮਿਨਿਸਟਰ ਨੇ, ਉਹ ਗੁਜਰਾਤ ਦੇ ਚੀਫ ਮਿਨਿਸਟਰ ਸੀਗੇ। ਨੈਕਸਟ ਸਾਡੇ ਕੋਲ ਆਉਂਦੇ ਨੇ ਗੋਲਡਨ ਰੂਲਸ, ਕਿ ਜੇਕਰ ਸਾਨੂੰ ਰਸਤੇ ਦੇ ਵਿੱਚ ਜਾਂ ਕਿਤੇ ਵੀ ਕੋਈ ਬੰਦਾ ਮਿਲ ਜਾਂਦਾ, ਕੋਈ ਬੇਹੋਸ਼ ਹੋਇਆ ਮਿਲ ਜਾਂਦਾ, ਕੋਈ ਐਕਸੀਡੈਂਟ ਵਾਲਾ ਬੰਦਾ ਮਿਲ ਜਾਂਦਾ, ਤਾਂ ਅਸੀਂ ਨੇ ਸਭ ਤੋਂ ਪਹਿਲਾਂ ਚੈੱਕ ਕਿਹੜੀ ਚੀਜ਼ ਕਰਨੀ ਹੈ, ਤਾਂ ਉਹਨੂੰ ਬੋਲਿਆ ਜਾਂਦਾ ABC, ਯਾਨੀ ਕਿ 3 ਚੀਜ਼ਾਂ ਸਭ ਤੋਂ ਪਹਿਲਾਂ ਮੋਸਟ ਇੰਪੋਰਟੈਂਟ ਨੇ ਜਿਹੜੀਆਂ ਅਸੀਂ ਨੇ ਚੈੱਕ ਕਰਨੀਆਂ ਨੇ। A ਦਾ ਮਤਲਬ ਹੈਗਾ 에ਅਰਬੇਸ। 에ਅਰਬੇਸ ਮੀਨਸ ਕੀ ਹੈ
ਕਿ ਅਸੀਂ ਨੇ ਚੈੱਕ ਕਰਨਾ ਕਿ ਜਿਹੜੀ ਚੀਜ਼ ਦੇ ਰਾਹੀਂ ਬੰਦੇ ਨੇ ਸਾਹ ਲੈਣਾ, ਚਾਹੇ ਉਹਦਾ ਨੱਕ ਹੋਵੇ ਚਾਹੇ ਉਹਦਾ ਮੂੰਹ, ਕੀ ਉਹ ਕਿਸੇ ਚੀਜ਼ ਦੇ ਕਾਰਨ ਬਲੌਕ ਤਾਂ ਨਹੀਂ ਹੋਏ ਹੋਏ, ਤੇ ਜੇਕਰ ਉਹ ਬਲੌਕ ਹੋਏ ਹੋਏ ਨੇ ਤੇ ਅਸੀਂ ਉਹਨੂੰ ਈਜ਼ੀਲੀ ਖੋਲ ਸਕਦੇ ਹਾਂ ਤਾਂ ਸਾਨੂੰ ਉਹ ਖੋਲਣੇ ਚਾਹੀਦੇ। ਸੈਕਿੰਡ ਸਾਡੇ ਕੋਲੇ ਆਉਂਦਾ ਬੀ ਫੋਰ ਬ੍ਰੈਥਿੰਗ। ਅਸੀਂ ਨੇ ਚੈੱਕ ਕਰਨਾ ਹੈ ਜੇਕਰ 에ਅਰ ਬੇਸ ਖੁੱਲੇ ਨੇ ਤਾਂ ਅਸੀਂ ਦੇਖਣਾ ਕਿ ਬੰਦੇ ਨੂੰ ਸਾਹ ਹੈ ਜਿਹੜਾ ਉਹ ਆ ਰਿਹਾ ਹੈ ਤੇ ਜਾਂ ਫਿਰ ਨਹੀਂ ਆ ਰਿਹਾ। ਸਾਹ ਵੈਸੇ ਅਸੀਂ ਨਬਜ਼ ਰਾਹੀਂ ਵੀ ਚੈੱਕ ਨਬਜ਼ ਲਾਸਟ ਚੈੱਕ ਕਰਾਂਗੇ ਅਸੀਂ ਸੀ ਫੋਰ ਸਰਕੂਲੇਸ਼ਨ, ਪਰ ਪਹਿਲਾਂ ਅਸੀਂ ਕੀ ਚੈੱਕ ਕਰਾਂਗੇ ਸਾਹ ਅਸੀਂ ਉਹਦੇ ਨੱਕ ਕੋਲ ਉਂਗਲ ਲਾ ਕੇ ਚੈੱਕ ਕਰ ਸਕਦੇ ਹਾਂ, ਪੇਟ ਹਲਦਾ ਦੇਖ ਸਕਦੇ ਹਾਂ, ਤੇ ਜੇ ਫਿਰ ਵੀ ਨਹੀਂ ਪਤਾ ਲੱਗ ਰਿਹਾ ਤਾਂ ਹਵਾ ਨੂੰ ਮਹਿਸੂਸ ਕਰਨ ਦੇ ਲਈ ਅਸੀਂ ਆਪਣੇ ਹੱਥ ਨੂੰ ਗਿੱਲਾ ਕਰਕੇ ਉਹਦੇ ਨੱਕ ਕੋਲ ਲਾ ਸਕਦੇ ਹਾਂ, ਤਾਂ ਗਿੱਲੇ ਹੱਥ ਦੇ ਉੱਪਰ ਜਿਹੜੀ ਹਵਾ ਆ ਉਹ ਜਲਦੀ ਮਹਿਸੂਸ ਹੁੰਦੀ ਹੈ। ਲਾਸਟ ਇਸ ਦੇ ਵਿੱਚ ਕੀ ਆ ਸੀ ਫੋਰ ਸਰਕੂਲੇਸ਼ਨ। ਸਰਕੂਲੇਸ਼ਨ ਦੇ ਵਿੱਚ ਅਸੀਂ ਨੇ ਦੇਖਣਾ ਕਿ ਬੰਦੇ ਦਾ ਜਿਹੜਾ ਪਲਸ ਹੈ ਜਾਂ ਹਾਰਟ ਹੈ ਉਹ ਬੀਟ ਕਰ ਰਿਹਾ ਤੇ ਜਾਂ ਫਿਰ ਨਹੀਂ ਕਰ ਰਿਹਾ, ਤਾਂ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਨੇ। ਇਸ ਤੋਂ ਬਾਅਦ ਅਸੀਂ ਨੇ ਦੇਖਣਾ ਜੇ ਇਹਨਾਂ ਦੇ ਵਿੱਚੋਂ ਜੇ ਬੰਦੇ ਨੂੰ ਸਾਹ ਨਹੀਂ ਆ ਰਿਹਾ ਜਾਂ ਸਾਨੂੰ ਲੱਗਦਾ ਉਹਦਾ ਦਿਲ ਹੈ ਜਿਹੜਾ ਨਹੀਂ ਧੜਕ ਰਿਹਾ, ਤਾਂ ਆਪਾਂ ਸਾਰਿਆਂ ਨੇ ਇੱਕ ਟਰਮ ਪੜ੍ਹੀ ਹੈ CPR, ਜਿਹਨੂੰ ਅਸੀਂ ਕਾਰਡੀਓ ਪਲਮਨਰੀ ਰਿਸਸਸੀਟੇਸ਼ਨ ਬੋਲਦੇ ਹਾਂ। ਤਾਂ ਇਹ ਟਰਮ ਦਾ ਅਸੀਂ ਨੇ ਯੂਜ਼ ਕਰਨਾ ਹੈ ਕਿ ਉਸ ਬੰਦੇ ਦੇ C ਫॉर ਕਾਰਡੀਓ ਮਤਲਬ ਦਿਲ, P ਫॉर ਪਲਮਨਰੀ ਦਾ ਮਤਲਬ ਕੀ ਹੈ ਸਾਡੇ ਫੇਫੜੇ, ਤਾਂ ਉਹਦੇ ਦਿਲ ਤੇ ਫੇਫੜਿਆਂ ਨੂੰ ਚਲਾਉਣ ਦੀ ਕੋਸ਼ਿਸ਼ ਕਰਨੀ ਹੈ। ਜੇ ਫੇਫੜੇ ਚੱਲਣਗੇ ਤਾਂ ਸਾਹ ਚੱਲੂਗਾ, ਜੇ ਦਿਲ ਚੱਲੂਗਾ ਤਾਂ ਸਾਡੀ ਬੋਡੀ ਦਾ ਸਰਕੂਲੇਸ਼ਨ ਚੱਲੂਗਾ। ਤਾਂ ਇਹ ਤਿੰਨੇ ਚੀਜ਼ਾਂ ਅਸੀਂ ਨੇ ਚੈੱਕ ਕਰਨੀਆਂ ਨੇ। ਨੈਕਸਟ ਸਾਡੇ ਕੋਲ ਇਹਦੇ ਵਿੱਚ ਆ ਜਾਂਦੇ ਆ 3 ਬੀਆਂ ਆਪਾਂ ਲਿਖ ਲਿਆ ਸੀ ਕਿ ਨਹੀਂ, ਇਹ ਰਹਿ ਗਿਆ। ਨੈਕਸਟ ਸਾਡੇ ਕੋਲ ਆ ਗਿਆ ਟ੍ਰਿਪਲ ਬੀ ਫਾਰਮੂਲਾ। ਟ੍ਰਿਪਲ ਬੀ ਯਾਨੀ ਕਿ 3 ਬੀਆਂ ਜਾਂ ਬੀ ਦੀ ਪਾਵਰ 3 ਕਹਿ ਕੇ ਬੋਲਿਆ ਜਾਂਦਾ ਹੈ। ਇਸ ਦੇ ਵਿੱਚ ਸੇਮ ਇੱਕ ਚੀਜ਼ ਪਹਿਲੀ ਆ ਬਰੀਥਿੰਗ। ਅਸੀਂ ਨੇ ਬੰਦੇ ਦੀ ਬਰੀਥਿੰਗ ਚੈੱਕ ਕਰਨੀ ਆ ਕਿ ਉਸ ਨੂੰ ਸਾਹ ਆ ਰਿਹਾ ਹੈ ਤੇ ਜਾਂ ਫਿਰ ਨਹੀਂ ਆ ਰਿਹਾ। ਅਗਲੀ ਚੀਜ਼ ਅਸੀਂ ਨੇ ਚੈੱਕ ਕਰਨੀ ਹੈ ਕਿ ਬੰਦੇ ਦੀ ਬਲੀਡਿੰਗ ਤਾਂ ਨਹੀਂ ਜ਼ਿਆਦਾ ਹੋ ਰਹੀ। ਜੇਕਰ ਬੰਦੇ ਦਾ ਖੂਨ ਬਹੁਤ ਜ਼ਿਆਦਾ ਵਹਿ ਰਿਹਾ ਤਾਂ ਅਸੀਂ ਬਾਕੀ ਕੰਮ ਛੱਡ ਕੇ ਸਭ ਤੋਂ ਪਹਿਲਾਂ ਉਹਦੇ ਖੂਨ ਨੂੰ ਵਹਿਣ ਤੋਂ ਰੋਕਾਂਗੇ, ਕਿਉਂਕਿ ਜੇਕਰ ਬੰਦੇ ਦਾ 40 ਤੋਂ 50% ਬਲੱਡ ਲਾਸ ਹੋ ਗਿਆ ਉਹ ਵੈਸੇ ਉਹਦੀ ਡੈਥ ਹੋ ਸਕਦੀ ਹੈ। ਲਾਸਟ ਸਾਡੇ ਕੋਲ ਹੈਗੀਆਂ ਨੇ ਬੋਨਸ। ਉਹਦੀ ਹੱਡੀ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਫ੍ਰੈਕਚਰ ਤਾਂ ਨਹੀਂ, ਇਹ ਵੀ ਅਸੀਂ ਚੈੱਕ ਕਰਾਂਗੇ। ਸਰਕੂਲੇਸ਼ਨ ਚੈੱਕ ਕਰਨਾ ਇਸ ਲਈ ਵੀ ਜ਼ਰੂਰੀ ਹੈ ਕਿ ਜੇਕਰ ਬਲੱਡ ਸਰਕੂਲੇਸ਼ਨ ਰੁਕਦਾ ਹੈ ਤਾਂ ਸਾਡੇ ਬ੍ਰੇਨ ਨੂੰ ਆਕਸੀਜਨ ਜਾਣੀ ਬੰਦ ਹੋ ਜੂਗੀ, ਤੇ ਜੇਕਰ ਬ੍ਰੇਨ ਨੂੰ ਸਾਡੇ ਨੂੰ 5 ਤੋਂ 6 ਮਿੰਟ ਲਈ ਆਕਸੀਜਨ ਨਹੀਂ ਮਿਲਦੀ ਤਾਂ ਸਾਡੀ ਡੈਥ ਹੋ ਸਕਦੀ ਹੈ। ਸਾਡੇ ਬ੍ਰੇਨ ਸੈੱਲ ਨੇ ਜਿਹੜੇ ਉਹ ਡੈਮੇਜ ਹੋ ਜਾਣਗੇ ਜੇਕਰ ਉਹਨਾਂ ਨੂੰ 5 ਤੋਂ 6 ਮਿੰਟ ਤੱਕ ਆਕਸੀਜਨ ਨਾ ਮਿਲੇ। ਅਗਲਾ ਇਹ ਅਸੀਂ ਨੇ ਸਾਰਿਆਂ ਨੇ ਪੜ੍ਹਿਆ ਹੀ ਹੋਊਗਾ, ਰਾਈਸ ਵੀ ਪੜ੍ਹਦੇ ਹਾਂ ਅਸੀਂ ਇਹਨੂੰ। ਕਈ ਵਾਰ ਅੱਜ ਕੱਲ੍ਹ ਇਹਦੇ ਨਾਲ ਉਹਨੂੰ ਪੀ ਲਾਉਣ ਲੱਗੇ, ਪ੍ਰਾਈਸ ਵੀ ਪੜ੍ਹ ਲੈਂਦੇ ਹਾਂ, ਤੇ ਅੱਜ ਕੱਲ੍ਹ ਜਿਹੜਾ ਨਵਾਂ ਵਰਡ ਹੈ ਇਹਦੇ ਪਿੱਛੇ ਆਰ ਯੂਜ਼ ਕਰਨ ਲੱਗੇ, ਇਸੇ ਨੂੰ ਹੁਣ ਪ੍ਰਾਈਸ ਬੋਲਣ ਲੱਗੇ। ਪੀ ਅਸੀਂ ਸਾਰਿਆਂ ਨੇ ਪੜ੍ਹੀ ਹੈ, P ਫॉर ਪ੍ਰੋਟੈਕਸ਼ਨ। ਸਭ ਤੋਂ ਪਹਿਲਾ ਕੰਮ ਅਸੀਂ ਨੇ ਕੀ ਕਰਨਾ ਹੈ, ਬਚਾਅ ਕਰਨਾ। ਅਸੀਂ ਹਾਕੀ ਖੇਡ ਰਹੇ ਹਾਂ, ਹਾਕੀ ਖੇਡਣ ਵੇਲੇ ਸਾਨੂੰ ਜਿਹੜੇ ਉਹਦੇ ਇਕਵਿਪਮੈਂਟ ਹੈਗੇ ਨੇ ਸੇਫਟੀ ਵਾਲੇ ਉਹ ਪਾ ਕੇ ਖੇਡਣਾ ਚਾਹੀਦਾ, ਤਾਂ ਹੀ ਅਸੀਂ ਕੀ ਕਰ ਸਕਦੇ ਹਾਂ ਆਪਣੇ ਆਪ ਨੂੰ ਪ੍ਰੋਟੈਕਟ। ਤਾਂ ਸਭ ਤੋਂ ਪਹਿਲੀ ਚੀਜ਼ ਪ੍ਰੋਟੈਕਸ਼ਨ ਹੈ। ਸੈਕਿੰਡ ਸਾਡੇ ਕੋਲ ਜੇਕਰ ਬਾਈ ਚਾਂਸ ਫਿਰ ਵੀ ਸੱਟ ਲੱਗ ਜਾਂਦੀ ਹੈ ਫਿਰ ਅਸੀਂ ਨੇ ਕੀ ਕਰਨਾ ਹੈ, ਰੈਸਟ ਕਰਨੀ ਹੈ। ਤੀਸਰਾ ਆਈ ਕੀ ਕਹਿੰਦੀ ਹੈ ਕਿ ਜੇਕਰ ਸਾਡੇ ਸੱਟ ਲੱਗ ਗਈ, ਸੌਫਟ ਟਿਸ਼ੂ ਇੰਜਰੀ ਆ ਗਈ, ਮੋਚ ਆ ਗਈ ਸਾਨੂੰ ਜਾਂ ਖਿਚਾਅ ਆ ਗਿਆ, ਫਿਰ ਅਸੀਂ ਨੇ ਪਹਿਲੇ 48 ਘੰਟੇ ਤੱਕ ਕੀ ਅਪਲਾਈ ਕਰਨੀ ਹੈ, ਬਰਫ ਅਪਲਾਈ ਕਰਨੀ ਹੈ, ਆਈਸ ਲਾਉਣੀ ਹੈ। C ਫॉर ਕੰਪਰੈਸ਼ਨ, ਜਿਹੜੀ ਜਗ੍ਹਾ ਤੇ ਸੱਟ ਲੱਗੀ ਹੈ ਉਹਨੂੰ ਦਬਾਅ ਪਾ ਕੇ ਰੱਖਣਾ। E ਫॉर ਐਲੀਵੇਸ਼ਨ, ਅਸੀਂ ਕੋਸ਼ਿਸ਼ ਕਰਨੀ ਹੈ ਕਿ ਜਿਹੜੇ ਅੰਗ ਦੇ ਉੱਪਰ ਸੱਟ ਲੱਗੀ ਹੈ ਉਸ ਅੰਗ ਨੂੰ ਹਾਰਟ ਤੋਂ ਸਾਡੇ ਦਿਲ ਤੋਂ ਕੀ ਰੱਖਣਾ, ਉੱਪਰ ਰੱਖਣਾ, ਕਿਉਂਕਿ ਜਦੋਂ ਉਹ ਗ੍ਰੈਵਿਟੀ ਦੇ ਅਗੇਂਸਟ ਜਾਊਗਾ ਉੱਥੇ ਬਲੱਡ ਸਰਕੂਲੇਸ਼ਨ ਘਟੂਗਾ। ਜਦੋਂ ਬਲੱਡ ਸਰਕੂਲੇਸ਼ਨ ਘਟ ਗਿਆ ਉਸ ਥਾਂ ਤੇ ਤਾਂ ਰਿਕਵਰੀ ਹੈ ਜਿਹੜੀ ਉਹ ਆਪਣੇ ਆਪ ਤੇਜ਼ ਹੋ ਜਾਊਗੀ। R ਫॉर ਰੈਫਰਲ ਟੂ ਡਾਕਟਰ। ਜੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਾਅਦ ਵੀ ਅਸੀਂ ਨਹੀਂ ਠੀਕ ਹੋ ਰਹੇ ਤਾਂ ਅਸੀਂ ਕਿਹਦੇ ਕੋਲ ਜਾਵਾਂਗੇ, ਡਾਕਟਰ ਕੋਲ ਜਾਵਾਂਗੇ। ਨੈਕਸਟ ਸਾਡੇ ਕੋਲ ਆਉਂਦਾ ਹੈ 2 ਟੈਪਸ। 2 ਟੈਪਸ ਹੈ ਜਿਹੜਾ ਇਹ ਵੀ ਮਨਮੋਨਿਕ ਵਰਡ ਹੈ ਕਿ ਜਿਹੜਾ ਯੂਜ਼ ਕੀਤਾ ਜਾਂਦਾ। T ਫॉर ਇਹਦੇ 'ਚ ਕੀ ਹੈ, ਸਭ ਤੋਂ ਪਹਿਲਾਂ ਟਾਕ। ਜਿਹੜਾ ਬੰਦਾ ਤੁਹਾਨੂੰ ਡਿੱਗਿਆ ਪਿਆ ਮਿਲਿਆ, ਸਭ ਤੋਂ ਪਹਿਲਾਂ ਕੋਸ਼ਿਸ਼ ਕਰੋ ਉਹਦੇ ਨਾਲ ਗੱਲਬਾਤ ਕਰਕੇ ਦੇਖੋ। ਜੇਕਰ ਉਹ ਬੋਲ ਸਕਦਾ ਤਾਂ ਸਭ ਤੋਂ ਪਹਿਲਾ ਕੰਮ ਸਾਡਾ ਕੀ ਹੈ, ਉਸ ਬੰਦੇ ਨੂੰ ਹੌਸਲਾ ਦੇਣਾ। ਸੈਕਿੰਡ ਸਾਡੇ ਕੋਲ ਉਹ ਆ ਜਾਂਦਾ ਹੈ O ਫॉर ਅਬਜ਼ਰਵ। ਅਸੀਂ ਫਿਰ ਉਹ ਦੇਖਣਾ ਜੇਕਰ ਗੱਲਬਾਤ ਕਰ ਸਕਦਾ ਹੈ ਕਿ ਅਸੀਂ ਚੈੱਕ ਕਰਾਂਗੇ ਕਿ ਉਸ ਦੇ ਬਾਕੀ ਸਰੀਰ ਦੇ ਵਿੱਚ ਤਾਂ ਨਹੀਂ ਕਿਤੇ ਕੋਈ ਪ੍ਰੋਬਲਮ ਹੈਗੀ। ਉਸ ਤੋਂ ਬਾਅਦ ਅਗੇਨ ਸਾਡੇ ਕੋਲ T ਆ ਗਿਆ ਟੱਚ। ਮੰਨ ਲਓ ਕਿਸੇ ਦਾ ਐਕਸੀਡੈਂਟ ਹੋਇਆ, ਉਹਦੀ ਬਾਂਹ ਟੁੱਟ ਗਈ, ਅਸੀਂ ਦੇਖਣਾ ਚੈੱਕ ਕਰਕੇ ਉਸ ਅੰਗ ਨੂੰ ਪਾਰਟੀਕੂਲਰ ਨੂੰ ਟੱਚ ਕਰਕੇ ਦੇਖਾਂਗੇ ਕਿ ਉਹ ਬੰਦਾ ਸੈਂਸ ਕਰ ਸਕਦਾ ਜਾਂ ਨਹੀਂ ਕਰ ਸਕਦਾ। ਨੈਕਸਟ ਸਾਡੇ ਕੋਲ ਆ ਜਾਂਦਾ ਹੈ
A ਫॉर ਐਕਟਿਵ ਮੂਵਮੈਂਟ, ਜਿਹੜੇ ਅੰਗ ਦੇ ਵਿੱਚ ਸੱਟ ਲੱਗੀ ਆ ਉਹਦੇ ਅਸੀਂ ਦੇਖਾਂਗੇ ਕਿ ਉਹ ਅੰਗ ਉਹਨਾਂ ਦਾ ਐਕਟਿਵਲੀ ਮੂਵਮੈਂਟ ਕਰ ਸਕਦਾ ਤੇ ਜਾਂ ਫਿਰ ਨਹੀਂ। ਐਕਟਿਵ ਦਾ ਮਤਲਬ ਕਿ ਉਹ ਆਪਣੇ ਆਪ ਮੂਵਮੈਂਟ ਕਰ ਸਕਦਾ ਤੇ ਜਾਂ ਨਹੀਂ ਕਰ ਸਕਦਾ। ਫਿਰ ਆਉਂਦੀ ਆ ਪੈਸਿਵ ਮੂਵਮੈਂਟ। ਪੈਸਿਵ ਮੂਵਮੈਂਟ ਜੇ ਉਹ ਆਪ ਨਹੀਂ ਕਰ ਸਕਦਾ ਫਿਰ ਅਸੀਂ ਖੁਦ ਚੱਲ ਉਹਦੇ ਅੰਗ ਨੂੰ ਮੋੜ ਕੇ ਦੇਖਾਂਗੇ ਕਿ ਜੇ ਉਹ ਆਪ ਨਹੀਂ ਕਰ ਸਕਦਾ ਕਿ ਜਿਹੜੇ ਉਹਦੇ ਅੰਗ ਦੀ ਮੂਵਮੈਂਟ ਹੋਣੀ ਚਾਹੀਦੀ ਹੈ ਉਹ ਹੋ ਰਹੀ ਹੈ ਕਿ ਨਹੀਂ, ਤਾਂ ਅਸੀਂ ਆਪ ਉਹਨੂੰ ਸਲੋਲੀ ਫਲੈਕਸ ਕਰਕੇ ਜਾਂ ਐਕਸਟੈਂਡ ਕਰਕੇ ਦੇਖ ਸਕਦੇ ਹਾਂ। ਲਾਸਟ ਜੇ ਇਹ ਸਾਰਾ ਕੁਝ ਠੀਕ ਹੋ ਜਾਂਦਾ ਤਾਂ ਲਾਸਟ ਤੇ ਅਸੀਂ ਦੇਖਾਂਗੇ ਜੇਕਰ ਇੱਕ ਪਲੇਅਰ ਹੈ ਉਹਨੂੰ ਸਕਿੱਲ ਵਰਕ ਕਰਵਾ ਕੇ ਦੇਖਾਂਗੇ ਜਾਂ ਸਕਿੱਲ ਟੈਸਟ ਲਵਾਂਗੇ ਲਾਸਟ ਤੇ ਅਸੀਂ ਉਹਦਾ ਕਿ ਮੰਨ ਲਓ ਇੱਕ ਫੁੱਟਬਾਲਰ ਹੈ ਉਹਦਾ ਜਿਹੜੀ ਹੈ ਗੋਡੇ ਦੇ ਉੱਪਰ ਸੱਟ ਲੱਗਦੀ ਹੈ ਤਾਂ ਜਦੋਂ ਉਹ ਰਿਕਵਰ ਹੋ ਗਿਆ ਫਿਰ ਉਹਦਾ ਅਸੀਂ ਇੱਕ ਟੈਸਟ ਲਵਾਂਗੇ ਕਿ ਇਹ ਖੇਡਣ ਦੇ ਲਈ ਪੂਰਾ ਜਿੰਨਾ ਪਹਿਲਾਂ ਕੈਪੇਬਲ ਹੈਗਾ ਸੀ ਹੁਣ ਵੀ ਉਨਾ ਕੈਪੇਬਲ ਹੈਗਾ ਕਿ ਨਹੀਂ। ਜੇ ਸਾਨੂੰ ਕਿਤੇ ਘਾਟ ਬਾਤ ਲੱਗੂਗੀ ਤਾਂ ਅਸੀਂ ਉਹਨੂੰ ਰੀਹੈਬਿਲਾਈਟੇਸ਼ਨ ਦੇਵਾਂਗੇ ਤੇ ਜਾਂ ਫਿਰ ਥੈਰੇਪਿਕ ਐਕਸਰਸਾਈਜ਼ ਜਿਹੜੀਆਂ ਉਹ ਦੇਵਾਂਗੇ। ਅੱਗੇ ਸਾਡੇ ਕੋਲ ਹੈਗਾ DRSABCD। D ਫॉर ਡੇਂਜਰ, ਸਭ ਤੋਂ ਪਹਿਲਾਂ ਚੈੱਕ ਕਰਨਾ ਤੁਸੀਂ ਨੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਜਾ ਰਹੇ ਹੋ ਖਤਰਾ ਹੈ ਕਿ ਨਹੀਂ ਹੈਗਾ। R ਫॉर ਰਿਸਪੌਂਸ, ਜੇਕਰ ਕਿਸੇ ਬਾਈ ਚਾਂਸ ਤੁਹਾਨੂੰ ਮਰੀਜ਼ ਮਿਲਦਾ ਹੈ ਨਾ ਉਹਦਾ ਰਿਸਪੌਂਸ ਚੈੱਕ ਕਰਨਾ ਕਿ ਉਹ ਤੁਹਾਨੂੰ ਰਿਸਪੌਂਡ ਕਰ ਰਿਹਾ ਜਾਂ ਨਹੀਂ ਕਰ ਰਿਹਾ। S ਫॉर ਸੈਂਡ ਟੂ ਡਾਕਟਰ, ਰੈਫਰ ਟੂ ਡਾਕਟਰ ਆਪਾਂ ਪਹਿਲਾਂ ਹੀ ਪੜ੍ਹ ਚੁੱਕੇ ਹਾਂ। ABC ਪਹਿਲਾਂ ਵਾਲਾ ਆ ਗਿਆ। A ਫॉर ਇੱਥੇ ਉਹੀ ਹੈ ਪਹਿਲਾਂ ਵਾਲਾ 에ਅਰਵੇਜ਼ ਚੈੱਕ ਕਰਨਾ ਹੈ। B ਫॉर ਉਹੀ ਬ੍ਰੀਥਿੰਗ ਚੈੱਕ ਕਰਨੀ ਹੈ। C ਇੱਥੇ ਚੇਂਜ ਹੋ ਗਿਆ, ਇੱਥੇ ਅਸੀਂ C ਫॉर ਕੀ ਹੈ ਇੱਥੇ ਟ੍ਰੀਟਮੈਂਟ ਦੇਣਾ ਉਹਨੂੰ CPR ਦਾ। ਜੇਕਰ ਸਾਨੂੰ ਲੱਗਦਾ ਕਿ ਉਹਨੂੰ ਸਾਹ ਨਹੀਂ ਆ ਰਿਹਾ ਤਾਂ ਉਹਨੂੰ CPR ਦੇਣਾ। ਤਾਂ CPR ਦੇਣ ਵੇਲੇ ਵੀ ਅਸੀਂ ਇਹ ਚੈੱਕ ਕਰਨਾ ਵੀ ਜੇਕਰ ਉਹਦੇ ਨੱਕ ਦੇ ਵਿੱਚੋਂ ਬਲੱਡ ਆ ਰਿਹਾ ਹੈ, ਮੂੰਹ ਦੇ ਵਿੱਚੋਂ ਬਲੱਡ ਆ ਰਿਹਾ ਹੈ ਨਾ ਤਾਂ ਅਸੀਂ ਉਹਨੂੰ CPR ਨਹੀਂ ਦੇਵਾਂਗੇ। ਤੇ ਜੇਕਰ ਕਿਸੇ ਬੰਦੇ ਨੇ ਕੋਈ ਆਪਣੀ ਜ਼ਹਿਰੀਲੀ ਚੀਜ਼ ਉਗਲੀ ਹੈ ਕਿ ਜਾਂ ਫਿਰ ਉਹਦੇ ਮੂੰਹ ਦੇ ਵਿੱਚੋਂ ਝੱਗ ਵਗੈਰਾ ਨਿਕਲ ਰਹੀ ਹੈ ਤਾਂ ਵੀ ਅਸੀਂ ਉਹਨੂੰ CPR ਨਹੀਂ ਦੇਵਾਂਗੇ, ਕਿਉਂਕਿ ਅਸੀਂ ਕੀ ਕਰਨਾ ਫਿਰ ਮਾਊਥ ਨਹੀਂ ਉਹਦੇ ਨਾਲ ਮਾਊਥ ਨਹੀਂ ਯੂਜ਼ ਕਰ ਸਕਦੇ ਹੈ ਨਾ, ਮਾਊਥ ਡਾਇਰੈਕਟਲੀ ਨਹੀਂ ਲਾ ਸਕਦੇ ਤਾਂ ਉਹਦੇ ਨਾਲ ਸਾਨੂੰ ਵੀ ਖਤਰਾ ਹੋ ਸਕਦਾ ਜੇ ਅਸੀਂ ਉਹਨੂੰ ਆਰਟੀਫਿਸ਼ੀਅਲ ਬ੍ਰੇਥ ਹੈ ਜਿਹੜਾ ਸਾਹ ਦੇਵਾਂਗੇ। ਤਾਂ ਇਹ ਵੀ ਅਸੀਂ ਨੇ ਧਿਆਨ ਰੱਖਣਾ ਕਿ ਕਦੋਂ ਅਸੀਂ ਨੇ ਬਣਾਵਟੀ ਸਾਹ ਦੇਣਾ ਤੇ ਕਦੋਂ ਅਸੀਂ ਨੇ ਬਣਾਵਟੀ ਸਾਹ ਨਹੀਂ ਦੇਣਾ। ਲਾਸਟ ਸਾਡੇ ਕੋਲ ਹੈਗਾ ਡੀਫਾਈਬਰਿਲੇਸ਼ਨ। ਇਹ ਹੁੰਦਾ ਹੈ ਕਿ ਸਾਡਾ ਜੇਕਰ ਦਿਲ ਖੜ ਜਾਂਦਾ ਤਾਂ ਉਹਨੂੰ ਇਲੈਕਟ੍ਰੀਕਲ ਸ਼ੌਕ ਦੇ ਨਾਲ ਦੁਬਾਰਾ ਸਟਾਰਟ ਕੀਤਾ ਜਾਂਦਾ। ਇਹ ਕੀ ਹੁੰਦਾ ਹੈ ਡੀਫਾਈਬਰਿਲੇਸ਼ਨ ਕੀ ਹੁੰਦਾ ਹੈ ਕਿ ਜਦੋਂ ਸਾਡਾ ਹਾਰਟ ਕੰਮ ਕਰਨਾ ਬੰਦ ਕਰ ਦਿੰਦਾ ਤਾਂ ਅਸੀਂ ਕਈ ਵਾਰ ਦੇਖਿਆ ਹੋਊਗਾ ਫਿਲਮਾਂ ਦੇ ਵਿੱਚ ਕਿ ਉਹ ਪ੍ਰੈਸ ਜਦੋਂ ਬੰਦਾ ਕੰਮ ਕਰਨੋਂ ਹਟ ਜਾਂਦਾ ਤਾਂ ਗਰਮ ਪ੍ਰੈਸਾਂ ਚੱਕ ਕੇ ਉਹਦੇ ਲਾਉਂਦੇ ਨੇ ਤਾਂ ਕਿ ਉਹਦਾ ਹਾਰਟ ਹੈ ਜਿਹੜਾ ਉਹ ਦੁਬਾਰਾ ਸਟਾਰਟ ਹੋ ਸਕੇ। ਉਸ ਵਿਧੀ ਨੂੰ ਉਸ ਮੈਥਡ ਨੂੰ ਅਸੀਂ ਕੀ ਕਹਿੰਦੇ ਆ ਉਹਨੂੰ ਅਸੀਂ ਬੋਲਦੇ ਆ ਡੀਫਾਈਬਰਿਲੇਸ਼ਨ। ਦੋ ਚੀਜ਼ਾਂ ਸਾਡੇ ਕੋਲ ਇਸ ਦੇ ਵਿੱਚ ਹੋਰ ਆਉਂਦੀਆਂ ਨੇ। ਇੱਕ ਸਾਡੇ ਕੋਲ ਹੈਗੀ ਹੈ ਸੈਂਪਲ ਦੀ ਫੁੱਲ ਫਾਰਮ ਹੈਗੀ ਹੈ ਸਾਈਨ ਐਂਡ ਸਿੰਪਟਮ ਦੇਖਣੇ। ਉਸ ਤੋਂ ਬਾਅਦ A ਫॉर ਹੈਗੀ ਹੈ ਏਜ਼ ਐਂਡ ਐਲਰਜੀ। ਏਜ਼ ਐਂਡ ਐਲਰਜੀ ਦੇਖਣੀ, ਉਹਨੂੰ ਐਲਰਜੀ ਤਾਂ ਨਹੀਂ ਹੋਈ ਤੇ ਏਜ਼ ਕਿੰਨੀ ਆ ਉਹਦੀ। M ਫॉर ਅਸੀਂ ਉਹਨੂੰ ਮੈਡੀਕੇਸ਼ਨ ਦੇਣੀ ਹੈ। P ਫॉर ਅਸੀਂ ਉਹਦੀ ਪਾਸਟ ਹਿਸਟਰੀ ਦੇਖਣੀ ਹੈ। ਜਦੋਂ ਵੀ ਕਿਸੇ ਬੰਦੇ ਦਾ ਤੁਸੀਂ ਟ੍ਰੀਟਮੈਂਟ ਕਰ ਰਹੇ ਹੋ ਤਾਂ ਪਾਸਟ ਹਿਸਟਰੀ ਦੇਖਣੀ ਵੀ ਜ਼ਰੂਰੀ ਹੈ। L ਫॉर ਹੈਗਾ ਲਾਸਟ ਔਰਲ ਇਨਟੇਕ। ਉਹਨੇ ਲਾਸਟ ਟਾਈਮ ਜਦੋਂ ਉਹਦੇ ਨਾਲ ਕੋਈ ਹਾਦਸਾ ਹੋਇਆ ਹੈ ਨਾ ਜਾਂ ਕੋਈ ਉਹਨੂੰ ਕਿਸੇ ਤਰ੍ਹਾਂ ਦਾ ਅਟੈਕ ਜਾਂ ਦੌਰਾ ਪਿਆ ਤਾਂ ਲਾਸਟ ਟਾਈਮ ਉਹਨੇ ਮੂੰਹ ਦੇ ਰਾਹੀਂ ਕਿਹੜੀ ਚੀਜ਼ ਖਾਧੀ ਸੀ। ਉਸ ਤੋਂ ਬਾਅਦ ਹੈਗਾ ਇਵੈਂਟ ਲੈਡ ਟੂ ਇਨਸੀਡੈਂਟ ਔਰ ਐਕਸੀਡੈਂਟ। ਉਹਦੇ ਨਾਲ ਕਿਹੜਾ ਹਾਦਸਾ ਹੋਇਆ ਜਿਹਦੇ ਕਰਕੇ ਉਹਦੀ ਜਿਹੜੀ ਵੀ ਮਾੜੀ ਹਾਲਤ ਹੈ ਉਹ ਹੋ ਗਈ, ਉਸ ਨੂੰ ਅਸੀਂ ਬੋਲਦੇ ਹਾਂ ਸੈਂਪਲ ਦੇ ਥਰੂ ਚੈੱਕ ਕਰਦੇ ਹਾਂ। ਲਾਸਟ ਸਾਡੇ ਕੋਲ ਹੈਗਾ ABCPU। ਇਹ ਜਿਹੜਾ ਮੈਥਡ ਹੈ ਇਹ ਯੂਜ਼ ਕੀਤਾ ਜਾਂਦਾ ਹੈ ਜਿਹੜੇ ਪੇਸ਼ੈਂਟ ਅਨਕੌਂਸ਼ੀਅਸ ਹੋ ਜਾਂਦੇ ਨੇ ਤੇ ਜਾਂ ਫਿਰ ਬੇਹੋਸ਼ ਹੋ ਜਾਂਦੇ ਨੇ। A ਦਾ ਮਤਲਬ ਇੱਥੇ ਹੈਗਾ ਅਲਰਟ, B ਦਾ ਮਤਲਬ ਹੈਗਾ ਵਰਬਲ ਕਮਾਂਡ, C ਦਾ ਮਤਲਬ ਕਨਫਿਊਜ਼ਨ, D ਦਾ ਮਤਲਬ ਹੈਗਾ ਪ੍ਰੈਸ਼ਰ ਐਂਡ ਪੇਨ, U ਦਾ ਮਤਲਬ ਹੈਗਾ ਅਨਰਿਸਪੌਂਸਿਵ ਟੂ ਸਟਿਮੂਲਸ। ਤਾਂ ਇਹ ਸਾਰੇ ਕੀ ਨੇ ਮਨਮੋਨਿਕ ਵਰਡ ਨੇ। ਇਹਨਾਂ ਚੋਂ ਕਿਸੇ ਦੀ ਵੀ ਸਾਨੂੰ ਫੁੱਲ ਫਾਰਮ ਪੁੱਛੀ ਜਾ ਸਕਦੀ ਹੈ ਜਾਂ ਇਹਨਾਂ ਦਾ ਪੂਰਾ ਨਾਮ ਦੇ ਕੇ ਇਹਨਾਂ ਚੋਂ ਕਿਸੇ ਇੱਕ ਵਰਡ ਦਾ ਮੀਨਿੰਗ ਪੁੱਛਿਆ ਜਾ ਸਕਦਾ ਕਿ ਜਿਵੇਂ ਉਹਨਾਂ ਨੇ ਮੰਨ ਲਓ ਸਾਨੂੰ ABC ਪੜ੍ਹਨਾ, ABC ਦੇ ਵਿੱਚ ਉਹਨਾਂ ਨੇ ਸਾਨੂੰ ਨੀਚੇ ਆਪਸ਼ਨ ਦੇ ਕੇ ਪੁੱਛ ਲਿਆ ਕਿ ਇੱਥੇ C ਦਾ ਮਤਲਬ ਕੀ ਹੈ ਨਾ। ਐਵੇਂ ਕੁਐਸਚਨ 2 ਟਾਈਪਸ ਦੇ ਵਿੱਚੋਂ ਪੁੱਛੇ ਜਾ ਸਕਦੇ ਨੇ। ਪਰ ਜਿਹੜਾ ਸਾਡੀ ਕਿਤਾਬ ਦੇ ਵਿੱਚ ਵਰਤਿਆ ਹੋਇਆ ਮੈਥਡ ਹੈ ਉਹ ਜਾਂ ਤਾਂ ਹੈਗਾ ਇਹ 3P ਪਰ ਇਹ ਸਾਡੀ ਕਿਤਾਬ ਦੇ ਵਿੱਚ ਕਿੰਨੇ ਦਿੱਤੇ ਹੋਏ ਨੇ 4। ਸਾਡੀ ਕਿਤਾਬ ਦੇ ਵਿੱਚ 4 ਦਿੱਤੇ ਹੋਏ ਨੇ। ਵੈਸੇ ਤੁਸੀਂ ਕਿਤੇ ਵੀ ਪੜ੍ਹੋਗੇ ਤਾਂ 3P ਮਿਲਣਗੀਆਂ। ਇਹ ਇੱਕ ਸਾਡੇ ਲਈ ਹੈਗਾ ਜਿਹੜਾ ਜ਼ਰੂਰੀ ਉਹ ਹੈਗਾ ਪ੍ਰੈਸ਼ਰ, ਜਿਹੜਾ ਅਸੀਂ ਯੂਜ਼ ਕਰਨਾ ਸੌਫਟ ਟਿਸ਼ੂ ਇੰਜਰੀਜ਼ ਦੇ ਲਈ, ਖਾਸ ਕਰ ਸਪਰੇਨ ਐਂਡ ਸਟ੍ਰੇਨ ਦੇ ਲਈ ਯੂਜ਼ ਕਰਨਾ। ਇੱਕ ਹੈਗਾ ਸਾਡਾ ਇਹ ABC।
ਤਾਂ ਇਹ ਤਿੰਨ ਨੇ ਜਿਹੜੇ ਇਹ ਜ਼ਿਆਦਾ ਇੰਪੋਰਟੈਂਟ ਨੇ, ਜਿਹੜੇ ਅਸੀਂ ਜ਼ਿਆਦਾ ਯਾਦ ਰੱਖਣੇ ਨੇ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਅੱਖਰ ਦੇ ਕੇ ਸਾਨੂੰ ਪੁੱਛਿਆ ਜਾ ਸਕਦਾ ਕਿ ਇਹਦਾ ਮੀਨਿੰਗ ਹੈ ਜਿਹੜਾ ਉਹ ਕੀ ਹੈ। ਉਸ ਤੋਂ ਅੱਗੇ ਸਾਡੇ ਕੋਲੇ ਆਰਟੀਫੀਸ਼ੀਅਲ ਜੇਕਰ ਸਾਹ ਦੇਣਾ ਹੈ ਤਾਂ ਦੋ ਤਰੀਕੇ ਨੇ। CPR ਆਪਾਂ ਨੇ ਆਲਰੇਡੀ ਡਿਸਕਸ ਕਰ ਹੀ ਲਿਆ। CPR ਦੀ ਫੁੱਲ ਫਾਰਮ ਕੀ ਹੈ? ਕਾਰਡੀਓ ਪਲਮਨਰੀ ਰਿਸਸਸੀਟੇਸ਼ਨ। ਤਾਂ ਇਹਦਾ ਮੈਥਡ ਕੀ ਹੈ? ਇਹਦੇ ਮੈਥਡ ਦੇ ਵਿੱਚ ਅਸੀਂ ਬੰਦੇ ਨੂੰ 30 ਕੰਪਰੈਸ਼ਨ ਦੇਣੀਆਂ ਨੇ, ਜਾਣੀ ਕਿ 30 ਵਾਰੀ ਉਹਦਾ ਦਿਲ ਹੈ ਜਿਹੜਾ ਉਹ ਦੱਬਣਾ, ਲਟਾ ਕੇ ਉਹਨੂੰ ਪਿੱਠ ਭਾਰ ਲਟਾ ਕੇ ਦੱਬਣ ਤੋਂ ਬਾਅਦ ਅਸੀਂ ਉਹਨੂੰ 2 ਵਾਰੀ ਮੂੰਹ ਦੇ ਨਾਲ ਸਾਹ ਦੇਣਾ। ਜਦੋਂ ਤੁਸੀਂ ਮੂੰਹ ਦੇ ਨਾਲ ਸਾਹ ਦੇਣਾ ਤਾਂ ਜ਼ਰੂਰੀ ਹੈ ਕਿ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਮਾਸਕ ਹੈ ਜਿਹੜਾ ਲਿਪਸ ਦੇ ਉੱਪਰ ਰੱਖ ਕੇ ਯੂਜ਼ ਕਰੋ, ਤਾਂ ਡਾਇਰੈਕਟਲੀ ਤੁਸੀਂ ਉਹਦੇ ਇਨ ਟੱਚ ਦੇ ਵਿੱਚ ਨਾ ਆਓ। ਤੇ ਇਹਦੀ ਜਿਹੜੀ ਰੇਂਜ ਹੈ ਕਿ ਤੁਸੀਂ ਕਿੰਨੀਆਂ ਬੀਟਸ ਦੇਣੀਆਂ ਨੇ, ਤਾਂ ਇਹਦੀ ਜਿਹੜੀ ਬੀਟਸ ਹੈ ਉਹ ਹੋਣੀਆਂ ਚਾਹੀਦੀਆਂ ਨੇ 100 to 120 ਪਰ ਮਿੰਟ, ਕਿ ਤੁਸੀਂ ਇਸ ਹਿਸਾਬ ਦੇ ਨਾਲ ਕੰਪਰੈਸ਼ਨਸ ਦੇਣੀਆਂ ਨੇ ਕਿ ਤੁਹਾਡਾ 1 ਮਿੰਟ ਦੇ ਵਿੱਚ 100 ਤੋਂ ਲੈ ਕੇ 120 ਦੇ ਵਿੱਚ ਰੇਂਜ ਰਹੇ। ਇਸ ਹਿਸਾਬ ਦੇ ਨਾਲ ਅਸੀਂ ਕੰਪਰੈਸ਼ਨ ਨੇ ਜਿਹੜੀਆਂ ਉਹ ਦੇਵਾਂਗੇ ਉਸ ਨੂੰ। ਦੂਸਰਾ, ਆਪਾਂ ਨੇ ਪਹਿਲਾਂ ਗੱਲ ਕੀਤੀ ਸੀ ਕਿ ਜੇਕਰ ਕਿਸੇ ਬੰਦੇ ਨੂੰ ਸਾਹ ਔਖਾ ਆ ਰਿਹਾ ਹੈ ਤੇ ਜਾਂ ਫਿਰ ਉਹਨੇ ਕੋਈ ਜ਼ਹਿਰੀਲੀ ਚੀਜ਼ ਖਾਧੀ ਹੋਈ ਹੈ ਨਾ, ਜਿਹੜੀਆਂ ਕੰਡੀਸ਼ਨਸ ਦੇ ਵਿੱਚ ਅਸੀਂ CPR ਨਹੀਂ ਦੇ ਸਕਦੇ, ਤਾਂ ਫਿਰ ਅਸੀਂ ਕਿਹੜਾ ਮੈਥਡ ਯੂਜ਼ ਕਰਦੇ ਹਾਂ? ਫਿਰ ਅਸੀਂ ਸੈਫਰ ਢੰਗ ਯੂਜ਼ ਕਰਦੇ ਹਾਂ। ਸੈਫਰ ਢੰਗ ਹੈ ਜਿਹੜਾ ਇਹ ਕਿਹਨੇ ਇਨਵੈਂਟ ਕੀਤਾ ਸੀ? ਉਸ ਬੰਦੇ ਦਾ ਨਾਮ ਹੈਗਾ ਐਡਵਰਡ ਸੈਫਰ। ਤਾਂ ਇਸ ਨੇ ਆਪਣੇ ਮੈਥਡ ਦੇ ਵਿੱਚ ਕੀ ਦੱਸਿਆ ਕਿ ਬੰਦਾ ਜਿਹੜਾ ਉਹਨੂੰ ਉਲਟਾ ਲਿਟਾਉਣਾ ਹੈ, ਉਲਟਾ ਲਿਟਾਉਣ ਤੋਂ ਬਾਅਦ ਉਹਦੇ ਆਪਦੇ ਜਿਹੜਾ ਇੱਕ ਬਾਹ ਹੋਊਗੀ ਉਹਦੇ ਉੱਪਰ ਉਸ ਦਾ ਸਿਰ ਰੱਖਣਾ ਹੈ। ਰੱਖਣ ਤੋਂ ਬਾਅਦ ਉਹਦੀ ਜਿਹੜੀ ਰੀੜ੍ਹ ਦੀ ਹੱਡੀ ਹੈ ਉਹਦੀ ਪਿੱਠ ਉੱਪਰ ਬੈਠ ਕੇ ਉਹਦੇ ਉੱਪਰ ਅਸੀਂ ਕੀ ਕਰਨਾ? ਪ੍ਰੈਸ਼ਰ ਦੇਣਾ। ਪ੍ਰੈਸ਼ਰ ਕਿੰਨੇ ਦੇ ਟਾਈਮ ਲਈ ਦੇਣਾ? 2 ਸੈਕਿੰਡ ਦੇ ਲਈ, 3 ਸੈਕਿੰਡ ਦੇ ਲਈ ਅਸੀਂ ਉਹਨੂੰ ਰਿਲੈਕਸ ਛੱਡਣਾ। ਇਹ ਟੋਟਲ ਪ੍ਰੋਸੈਸ ਆ ਜਿਹੜਾ ਇਹ ਇੱਕ ਵਾਰ ਦਾ ਉਦੋਂ 5 ਸੈਕਿੰਡ ਦੇ ਲਈ ਹੋਊਗਾ। ਤੇ ਉਹ ਰਿਪੀਟ ਕਿੰਨੇ ਵਾਰ ਕਰਨਾ ਸੀ ਨੇ? 12 ਵਾਰ ਇਸ ਨੂੰ ਰਿਪੀਟ ਕਰਨਾ। ਤਾਂ ਇਹ ਸਾਰਾ ਅਪਰੋਕਸੀਮੇਟਲੀ ਹੈਗਾ ਸਾਡਾ ਫਸਟ ਏਡ ਦੇ ਬਾਰੇ। ਫਸਟ ਏਡ ਹੈਗਾ ਬਹੁਤ ਟਾਈਮ ਤੋਂ ਚੱਲਦਾ ਰਿਹਾ। ਜਦੋਂ ਬੰਦਾ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਮੁੱਢਲੀ ਸਹਾਇਤਾ ਦੀ ਲੋੜ ਉਹਨੂੰ ਉਦੋਂ ਵੀ ਪੈਂਦੀ ਸੀ, ਪਰ ਜਿਹੜਾ ਸਾਡੇ ਕੋਲੇ ਇਹਦੇ ਡਾਕੂਮੈਂਟੇਸ਼ਨ ਹੋਈ ਹੈ ਤਾਂ ਉਹ ਲਗਭਗ ਜਿਹੜੀ ਹੈ ਜਦੋਂ ਪਹਿਲੀ ਵਾਰ ਰੈੱਡ ਕਰਾਸ ਸੁਸਾਇਟੀ ਦੀ ਸਥਾਪਨਾ ਹੋਈ 1863, ਉਸ ਤੋਂ ਬਾਅਦ ਵਰਤੋਂ ਦੇ ਵਿੱਚ ਆਈ। ਜਦੋਂ ਮਨੁੱਖ ਬਹੁਤ ਸਾਰੀਆਂ ਜੰਗਾਂ ਲੜਨ ਲੱਗ ਗਿਆ, ਤਾਂ ਜਿਵੇਂ ਸਾਡੇ ਭਾਈ ਕਨ੍ਹਈਆ ਜੀ ਸੀਗੇ ਆਪਣੇ ਸਿੱਖ ਇਤਿਹਾਸ ਦੇ ਵਿੱਚ ਆਉਂਦੇ ਨੇ, ਤਾਂ ਐਵੇਂ ਉਹਨਾਂ ਬੰਦਿਆਂ ਨੇ ਵੱਡੇ ਪੱਧਰ ਤੇ ਇਸ ਕੰਮ ਨੂੰ ਸ਼ੁਰੂ ਕੀਤਾ। ਪਾਕਿਸਤਾਨ ਦੇ ਇੱਦੀ ਦੀ ਕਹਾਣੀ ਐਵੇਂ ਵਿੱਚ, ਤਾਂ ਉਹਨਾਂ ਨੇ ਵੀ ਬਹੁਤ ਵੱਡੇ ਪੱਧਰ ਤੇ ਲੋਕਾਂ ਦੀ ਸੇਵਾ ਕੀਤੀ। ਜਿੱਥੇ ਕਿਤੇ ਵੀ ਉਹਨਾਂ ਨੂੰ ਕੋਈ ਲਾਸ਼ ਮਿਲਦੀ ਸੀ ਜਾਂ ਐਕਸੀਡੈਂਟ ਹੋਇਆ ਬੰਦਾ ਮਿਲਦਾ ਸੀਗਾ ਤਾਂ ਉਹ ਉਹਨਾਂ ਨੂੰ ਭੱਜ ਕੇ ਲੈ ਆਉਂਦੇ ਸੀ। ਈਵਨ ਕਿ ਉਹਨਾਂ ਨੂੰ ਵੱਖੋ ਵੱਖਰੇ ਦੇਸ਼ਾਂ ਨੇ ਤਾਂ ਕਿ ਮਰੀਜ਼ਾਂ ਨੂੰ ਜਲਦੀ ਹਸਪਤਾਲ ਪਹੁੰਚਾਇਆ ਜਾ ਸਕੇ ਹੈਲੀਕਾਪਟਰ ਤੱਕ ਡੋਨੇਟ ਕਰਕੇ ਦਿੱਤੇ ਸੀ ਉਹਨਾਂ ਨੂੰ ਕਿ ਤੁਸੀਂ ਹੈਲੀਕਾਪਟਰਾਂ ਦੇ ਰਾਹੀਂ ਬੰਦੇ ਉੱਥੇ ਲੈ ਕੇ ਜਾਓ। ਤਾਂ ਜਦੋਂ ਉਹਨਾਂ ਨੂੰ ਹੈਲੀਕਾਪਟਰ ਦਿੱਤੇ ਤਾਂ ਉਹ ਕਹਿੰਦੇ ਸਾਡੇ ਕੋਲ ਇਹਨਾਂ 'ਚ ਅਸੀਂ ਤੇਲ ਕਿੱਥੋਂ ਪਾਵਾਂਗੇ। ਤਾਂ ਅਰਬ ਦੇ ਬੰਦਿਆਂ ਨੇ ਉਹਨਾਂ ਦੇ ਕੰਮ ਨੂੰ ਦੇਖਦੇ ਹੋਏ ਉਹ ਕਹਿੰਦੇ ਕਿ ਤੇਲ ਵੀ ਤੁਹਾਨੂੰ ਪਲੀਜ਼ ਤੁਸੀਂ ਆਪਣੀ ਜਿਹੜੀ ਸੇਵਾ ਕਰ ਰਹੇ ਹੋ ਕਰਦੇ ਰਹੋ। ਤਾਂ ਫਸਟ ਏਡ ਦਾ ਕੰਮ ਬਹੁਤ ਪੁਰਾਣੇ ਸਮੇਂ ਤੋਂ ਚੱਲ ਹੀ ਰਿਹਾ ਤੇ ਬਸ ਇਹਦੀ ਡਾਕੂਮੈਂਟੇਸ਼ਨ ਹੈ ਜਿਹੜੀ ਉਹ ਸਾਨੂੰ ਕਦੋਂ ਤੋਂ ਮਿਲਦੀ ਹੈ? ਲਗਭਗ 19ਵੀਂ ਸਦੀ ਦੇ ਵਿੱਚ ਦੀ ਮਿਲਦੀ ਹੈ। ਇਹਦੇ 'ਚ ਇੱਕ ਆਪਾਂ ਪਹਿਲਾ ਟੌਪਿਕ ਜਿਹੜਾ ਹੈਲਥ ਵਾਲਾ ਆਲਰੇਡੀ ਕਰ ਚੁੱਕੇ ਹਾਂ, ਪਰ ਉਸ ਦੇ ਵਿੱਚੋਂ ਇੱਕ ਸਾਡਾ ਟੌਪਿਕ ਸੀ ਜਿਹੜਾ ਉਹ ਰਹਿ ਗਿਆ ਸੀ, ਉਹ ਹੈਗਾ ਸੀ ਅਸੈਸਮੈਂਟ ਆਫ ਫਿਜ਼ੀਕਲ ਹੈਲਥ। ਕਿ ਸਾਡੇ ਕੋਲੇ ਕਿਹੜੇ ਟੂਲਸ ਨੇ ਜਿਹਦੇ ਨਾਲ ਅਸੀਂ ਫਿਜ਼ੀਕਲ ਹੈਲਥ ਹੈ ਜਿਹੜੀ ਉਹਨੂੰ ਅਸੈਸ ਕਰ ਸਕਦੇ ਹਾਂ। ਤਾਂ ਵੈਸੇ ਜਿਹੜੇ ਟੂਲਸ ਨੇ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਪਰ ਅਸੀਂ ਆਪਣੇ ਸਿਲੇਬਸ ਦੇ ਅਕੋਰਡਿੰਗ ਦੇਖਾਂਗੇ ਜਿਹੜੇ ਇੰਪੋਰਟੈਂਟ ਨੇ ਕਿ ਸਾਡੇ ਸਿਲੇਬਸ ਦੇ ਲੈਵਲ ਦੇ ਅਕੋਰਡਿੰਗ ਕਿਹੜੀਆਂ ਚੀਜ਼ਾਂ ਸਾਨੂੰ ਪੁੱਛੀਆਂ ਜਾ ਸਕਦੀਆਂ। ਤਾਂ ਸਭ ਤੋਂ ਪਹਿਲਾਂ ਜੇਕਰ ਅਸੀਂ ਨੇ ਸਾਡਾ ਟੈਂਪਰੇਚਰ ਚੈੱਕ ਕਰਨਾ, ਤਾਂ ਸਾਡੀ ਬੋਡੀ ਦਾ ਟੈਂਪਰੇਚਰ ਚੈੱਕ ਕਰਨ ਲਈ ਅਸੀਂ ਸਾਰਿਆਂ ਨੂੰ ਪਤਾ ਹੀ ਹੈ ਸਾਨੂੰ ਕੀ ਚੀਜ਼ ਯੂਜ਼ ਕਰਦੇ ਹਾਂ? ਥਰਮਾਮੀਟਰ ਯੂਜ਼ ਕਰਦੇ ਹਾਂ। ਬਾਇਓਪਸੀ ਇਹ ਅਸੀਂ ਨੇ ਆਲਰੇਡੀ ਡਿਸਕਸ ਕਰ ਲਈ ਸੀ ਕਿ ਜਦੋਂ ਅਸੀਂ ਸਾਡੀ ਬੋਡੀ ਲਈ ਕਿਸੇ ਸੈੱਲ ਨੂੰ ਬੋਡੀ ਤੋਂ ਕੱਢ ਕੇ ਉਹਦੀ ਸਟੱਡੀ ਕਰਦੇ ਹਾਂ ਕਿ ਉਹਦੇ 'ਚ ਕਿਹੜੇ ਫਾਈਬਰ ਦੀ ਮਾਤਰਾ, ਵਾਈਟ ਫਾਈਬਰ ਦੀ ਮਾਤਰਾ ਜ਼ਿਆਦਾ ਜਾਂ ਫਿਰ ਰੈੱਡ ਫਾਈਬਰ ਦੀ ਮਾਤਰਾ ਜ਼ਿਆਦਾ, ਉਹਨੂੰ ਅਸੀਂ ਕੀ ਕਹਿੰਦੇ ਹਾਂ? ਬਾਇਓਪਸੀ। ਅੱਗੇ ਸਾਡੇ ਕੋਲ ਹੈਗਾ ਸਕਿਨ ਫੋਲਡ ਕੈਲੀਪਰ। ਸਕਿਨ ਫੋਲਡ ਕੈਲੀਪਰ ਹੈ ਜਿਹੜਾ, ਇਹਦੇ ਨਾਲ ਅਸੀਂ ਦੇਖਦੇ ਹਾਂ ਕਿ ਫੈਟ ਹੈ ਜਿਹੜੀ ਸਾਡੀ ਉਹਦੀ ਥਿਕਨੈਸ ਕਿੰਨੀ ਹੈ ਤੇ ਜਾਂ ਫਿਰ ਸਾਡੀ ਬੋਡੀ ਦੇ ਵਿੱਚ ਜਿਹੜੀ ਫੈਟ ਦੀ ਪਰਸੈਂਟੇਜ ਹੈ ਉਹ ਕਿੰਨੀ ਹੈ। ਨੈਕਸਟ ਸਾਡੇ ਕੋਲ ਆ ਗਿਆ ਜੀ ਸਪਿਗਮੋਮੈਨੋਮੀਟਰ। ਸਪਿਗਮੋਮੈਨੋਮੀਟਰ ਜਿਹੜਾ ਇਹ ਅਸੀਂ ਯੂਜ਼ ਕਰਦੇ ਹਾਂ ਸਾਡਾ ਬਲੱਡ ਪ੍ਰੈਸ਼ਰ ਜਿਹੜਾ ਉਹਨੂੰ ਮੇਜ਼ਰ ਕਰਦੇ ਹਾਂ। ਸਟੈਥੋਸਕੋਪ ਅਸੀਂ ਯੂਜ਼ ਕਰਦੇ ਹਾਂ ਸਾਡੀ ਹਾਰਟ ਬੀਟ ਹੈ ਜਿਹੜੀ, ਹਾਰਟ ਰੇਟ ਕਿ 1 ਮਿੰਟ ਦੇ ਵਿੱਚ ਸਾਡਾ ਦਿਲ ਕਿੰਨੀ ਵਾਰ ਧੜਕ ਰਿਹਾ ਹੈ ਜਾਂ ਦਿਲ ਦੀ ਆਵਾਜ਼ ਆਉਂਦੀ ਉਹ ਕਿਸ ਤਰ੍ਹਾਂ ਦੀ ਆ ਰਹੀ ਹੈ ਉਹ ਸੁਣਨ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ? ਸਟੈਥੋਸਕੋਪ।
ਨੈਕਸਟ ਸਾਡੇ ਕੋਲ ਹੈਗਾ ਸਪਾਇਰੋਮੀਟਰ ਅਸੀਂ ਯੂਜ਼ ਕਰਦੇ ਹਾਂ ਸਾਡੀ ਵਾਈਟਲ ਕਪੈਸਿਟੀ ਚੈੱਕ ਕਰਨ ਦੇ ਲਈ। ਵਾਈਟਲ ਕਪੈਸਿਟੀ ਆਪਾਂ ਨੇ ਪੜ੍ਹੀ ਸੀ ਕਿ ਜਦੋਂ ਅਸੀਂ ਜ਼ੋਰ ਦੇ ਨਾਲ ਪੂਰੀ ਆਕਸੀਜਨ ਹੈ ਜਿਹੜੀ ਜਾਂ ਹਵਾ ਹੈ ਉਹ ਸਾਡੇ ਅੰਦਰ ਲੈ ਕੇ ਜਾਂਦੇ ਹਾਂ, ਜਿੰਨਾ ਵੀ ਮੈਕਸਿਮਮ ਸਾਹ ਅੰਦਰ ਖਿੱਚ ਸਕਦੇ ਹਾਂ, ਤੇ ਫਿਰ ਫੋਰਸਫੁਲੀ ਉਸ ਨੂੰ ਇੱਕਦਮ ਬਾਹਰ ਐਕਸੇਲ ਕਰਦੇ ਹਾਂ, ਇੱਕਦਮ ਬਾਹਰ ਕੱਢਦੇ ਹਾਂ ਤੇ ਦੇਖਦੇ ਹਾਂ ਕਿ ਕਿੰਨੀ ਮਾਤਰਾ ਦੇ ਵਿੱਚ ਹਵਾ ਜਿਹੜੀ ਉਹ ਬਾਹਰ ਕੱਢੀ ਗਈ। ਨੈਕਸਟ ਸਾਡੇ ਕੋਲ ਹੈਗਾ ਜੀ ਗੋਨੀਓਮੀਟਰ ਨੂੰ ਅਸੀਂ ਫਲੈਕਸੋਮੀਟਰ ਵੀ ਕਹਿ ਦਿੰਦੇ ਹਾਂ। ਇਹਦਾ ਮਤਲਬ ਕਿ ਬਾਡੀ ਦੇ ਵਿੱਚ ਰੇਂਜ ਆਫ ਮੋਸ਼ਨ ਕੀ ਹੈ ਜਾਂ ਸਾਡੀ ਬਾਡੀ 'ਚ ਕਿੰਨੀ ਲਚਕ ਹੈ, ਸਾਡੀ ਬਾਡੀ ਦੇ ਵਿੱਚ ਕਿੰਨੀ ਫਲੈਕਸੀਬਿਲਿਟੀ ਹੈ, ਉਹ ਮਾਪਣ ਦੇ ਲਈ ਅਸੀਂ ਕੀ ਯੂਜ਼ ਕਰਦੇ ਹਾਂ, ਗੋਨੀਓਮੀਟਰ। ਅਗਲਾ ਸਾਡੇ ਕੋਲ ਹੈਗਾ ਡੁਗਲਾਸ ਬੈਗ। ਇਹ ਕੀ ਹੈ? ਡੁਗਲਾਸ ਬੈਗ ਹੈ ਜਿਹੜਾ ਇਹ ਸਾਡੇ 'ਚ ਯੂਜ਼ ਕੀਤਾ ਜਾਂਦਾ ਕਿ ਕਿੰਨੀਆਂ ਕੈਲਰੀਜ਼ ਅਸੀਂ ਖਰਚ ਕਰ ਚੁੱਕੇ ਆ, ਉਹ ਕੈਲਰੀਜ਼ ਦੀ ਮਾਤਰਾ ਚੈੱਕ ਕਰਨ ਵਾਸਤੇ ਅਸੀਂ ਯੂਜ਼ ਕਰਦੇ ਹਾਂ ਡੁਗਲਾਸ ਗਲਾਸ। ਨੈਕਸਟ ਸਾਡੇ ਕੋਲ ਹੈਗਾ EMG ਦਾ ਪੂਰਾ ਨਾਮ ਹੈਗਾ ਇਲੈਕਟ੍ਰੋਮਾਇਓਗ੍ਰਾਫੀ ਹੈ ਜਿਹੜੀ ਇਹ ਯੂਜ਼ ਕੀਤੀ ਜਾਂਦੀ ਹੈ। ਮਾਇਓ ਮੀਨਸ ਮਸਲ, ਤਾਂ ਸਾਡੇ ਮਸਲਸ ਦੀ ਐਕਟੀਵਿਟੀ ਚੈੱਕ ਕਰਨ ਵਾਸਤੇ ਇਹ ਯੂਜ਼ ਕੀਤਾ ਜਾਂਦਾ ਮੈਥਡ। ਇਹਦਾ ਮਤਲਬ ਹੈ ਇਲੈਕਟ੍ਰੀਕਲ ਕੰਡਕਟੀਵਿਟੀ ਅਸੀਂ ਮਸਲ ਦੀ ਦੇਖਦੇ ਹਾਂ। ਇਸੇ ਤਰ੍ਹਾਂ ਦਾ ਇੱਕ ਵਰਡ ਸਾਡੇ ਕੋਲ ਹੁੰਦਾ ਹੈ ECG ਕੀ ਹੈ ਸਾਡੇ ਕੋਲ? ਇਲੈਕਟ੍ਰੋਕਾਰਡੀਓਗ੍ਰਾਮ ਕੀ ਹੈ ਸਾਡੇ ਕੋਲ? ਇਲੈਕਟ੍ਰੋਕਾਰਡੀਓਗ੍ਰਾਮ ਦੇ ਵਿੱਚ ਅਸੀਂ ਯੂਜ਼ ਕਰਦੇ ਹਾਂ ਕਿ ਸਾਡਾ ਜਿਹੜਾ ਹਾਰਟ ਦੀ ਇਲੈਕਟ੍ਰੀਕਲ ਕੰਡਕਟੀਵਿਟੀ ਕਿਸ ਤਰੀਕੇ ਨਾਲ ਕੰਮ ਕਰ ਰਹੀ ਹੈ। ਸਿੰਪਲ ਕਹਿ ਸਕਦੇ ਹਾਂ ਕਿ ਸਾਡਾ ਹਾਰਟ ਹੈ ਜਿਹੜਾ ਉਹ ਕਿਸ ਤਰੀਕੇ ਨਾਲ ਐਕਟੀਵਿਟੀ ਕਰ ਰਿਹਾ ਹੈ। VO2 max ਅਸੀਂ ਚੈੱਕ ਕਰ ਸਕਦੇ ਹਾਂ ਕਿ ਸਾਡੇ ਲੰਗਸ ਦੀ ਮੈਕਸਿਮਮ ਕਪੈਸਿਟੀ ਕਿੰਨੀ ਹੈ ਹਵਾ ਅੰਦਰ ਲੈ ਕੇ ਜਾਣ ਦੀ। ਸਟੈਰੀਓਮੀਟਰ ਇਹ ਸਾਡੇ ਸਕੂਲਾਂ ਦੇ ਵਿੱਚ ਆਮ ਯੂਜ਼ ਕੀਤਾ ਜਾਂਦਾ ਇੱਕ ਬੱਚੇ ਦੀ ਹਾਈਟ ਨੂੰ ਮੇਜ਼ਰ ਕਰਨ ਦੇ ਲਈ। ਵੇਇੰਗ ਮਸ਼ੀਨ ਇੱਕ ਬੱਚੇ ਦਾ ਅਸੀਂ weight ਮੇਜ਼ਰ ਕਰਦੇ ਹਾਂ ਕਿ ਉਸ ਬੱਚੇ ਦਾ weight ਹੈ ਜਿਹੜਾ ਉਹ ਕਿੰਨੇ ਕਿਲੋ ਹੈ। ਅੱਗੇ ਸਾਡੇ ਕੋਲ ਆ ਜਾਂਦਾ ਹੈ ਅੰਡਰ ਵਾਟਰ ਵੇਇੰਗ ਮਸ਼ੀਨ। ਅੰਡਰ ਵਾਟਰ ਵੇਇੰਗ ਹੈ ਜਿਹੜਾ ਇਹ ਅਸੀਂ ਕਰਦੇ ਹਾਂ ਸਾਡੀ ਬੋਡੀ ਦੇ ਵਿੱਚ ਬੋਡੀ ਕੰਪੋਜੀਸ਼ਨ ਦੇਖਣ ਦੇ ਲਈ ਕਿ ਕਿੰਨੀ ਸਾਡੀ ਬੋਡੀ ਦੇ ਵਿੱਚ ਫੈਟ ਹੈ, ਕਿੰਨਾ ਬੋਨ ਮਾਸ ਹੈ, ਕਿੰਨਾ ਲੀਨ ਮਾਸ ਹੈ ਜਾਂ ਕਿੰਨਾ ਹਾਰਡ ਮਾਸ ਹੈ, ਉਹ ਦੇਖਣ ਵਾਸਤੇ ਅਸੀਂ ਕੀ ਯੂਜ਼ ਕਰਦੇ ਹਾਂ, ਅੰਡਰ ਵਾਟਰ ਵੇਇੰਗ। ਨੈਕਸਟ ਸਾਡੇ ਕੋਲ ਕੁਝ ਬਲੱਡ ਦੇ ਟੈਸਟ ਨੇ ਜਿਵੇਂ CBC। ਅਸੀਂ ਰੋਜ਼ਾਨਾ ਆਮ ਹੀ ਜਦੋਂ ਵੀ ਕਿਤੇ ਬਿਮਾਰ ਹੁੰਦੇ ਹਾਂ ਤਾਂ ਅਸੀਂ ਡਾਕਟਰ ਦੇ ਕੋਲ ਜਾਂਦੇ ਹਾਂ ਤਾਂ ਡਾਕਟਰ ਸਾਡਾ ਬਲੱਡ ਟੈਸਟ ਕਰਦਾ ਹੈ। ਤਾਂ ਉਸ ਬਲੱਡ ਟੈਸਟ ਦੇ ਵਿੱਚ ਬੇਸਿਕਲੀ ਉਹ ਕੀ ਕਰ ਰਿਹਾ, ਚੈੱਕ ਕਰ ਰਿਹਾ ਹੁੰਦਾ ਸਾਡਾ CBC ਮੀਨਸ ਕੰਪਲੀਟ ਬਲੱਡ ਕਾਊਂਟ। CBC ਦੇ ਵਿੱਚ ਕੰਪਲੀਟ ਬਲੱਡ ਕਾਊਂਟ ਜਦੋਂ ਅਸੀਂ ਬਲੱਡ ਪੜ੍ਹਿਆ ਸੀ ਉਹਦੇ ਵਿੱਚ ਵੀ ਪੜ੍ਹਿਆ ਸੀਗਾ ਕਿ ਸਾਡੇ ਕੋਲ ਰੈੱਡ ਬਲੱਡ ਸੈੱਲ ਹੈਗੇ ਨੇ, ਸਾਡੇ ਕੋਲ ਵਾਈਟ ਬਲੱਡ ਸੈੱਲ ਹੈਗੇ ਨੇ, ਸਾਡੇ ਕੋਲ ਪਲੇਟਲੈਟਸ ਹੈਗੇ ਨੇ। ਜਦੋਂ ਅਸੀਂ ਉਹਨਾਂ ਤਿੰਨਾਂ ਨੂੰ ਟੈਸਟ ਕਰਾਉਂਦੇ ਹਾਂ ਕਿ ਕਿੰਨੀ ਮਾਤਰਾ ਸਾਡੇ ਸਰੀਰ ਵਿੱਚ ਪਾਏ ਜਾਂਦੇ ਨੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, CBC। ਨੈਕਸਟ ਸਾਡੇ ਕੋਲ ਆਉਂਦਾ TLC ਮੀਨਸ ਕੀ ਹੈ? ਇਹਦੇ ਵਿੱਚ L ਯੂਜ਼ ਕੀਤੀ ਹੈ, L ਵਰਤੀ ਜਾਂਦੀ ਹੈ ਲਿਪੋਸਾਈਟ ਦੇ ਲਈ। ਲਿਪੋਸਾਈਟ ਦਾ ਮਤਲਬ ਕੀ ਹੈ? ਵਾਈਟ ਬਲੱਡ ਸੈੱਲ। ਹੁਣ ਜਿਹੜੇ ਵਾਈਟ ਬਲੱਡ ਸੈੱਲ ਨੇ ਜੇਕਰ ਸਾਡੇ ਸਰੀਰ ਦੇ ਵਿੱਚੋਂ ਅਸੀਂ ਬਾਕੀ ਰੈੱਡ ਬਲੱਡ ਸੈੱਲ ਵੀ ਨਾ ਦੇਖਣੇ ਹੋਣ ਤੇ ਪਲੇਟਲੈਟਸ ਵੀ ਨਾ ਦੇਖਣੇ ਹੋਣ, ਇਕੱਲੇ ਵਾਈਟ ਬਲੱਡ ਸੈੱਲ ਦੇਖਣੇ ਹੋਣ, ਇਕੱਲੇ ਚਿੱਟੇ ਸੈੱਲ ਦੇਖਣੇ ਹੋਣ ਤਾਂ ਅਸੀਂ ਚੈੱਕ ਕਰਾਉਂਦੇ ਹਾਂ TLC ਜਿਹਨੂੰ ਟੋਟਲ ਲਿਪੋਸਾਈਟ ਕਾਊਂਟ ਕਹਿੰਦੇ ਨੇ ਕਿ ਸਾਡੇ ਸਰੀਰ ਦੇ ਵਿੱਚ ਚਿੱਟੇ ਲਹੂ ਕਣਾਂ ਦੀ ਮਾਤਰਾ ਕਿੰਨੀ ਹੈ। ਅੱਗੇ ਸਾਡੇ ਕੋਲ ਆ ਜਾਂਦਾ DLC ਦੀ ਫੁੱਲ ਫਾਰਮ ਹੈਗੀ ਹੈ ਡਿਫਰੈਂਸ਼ੀਅਲ ਲਿਪੋਸਾਈਟ ਕਾਊਂਟ। ਹੁਣ ਸਾਡਾ ਜਿਹੜਾ ਵਾਈਟ ਬਲੱਡ ਸੈੱਲ ਹੈ ਜਦੋਂ ਅਸੀਂ ਬਲੱਡ ਵਾਲਾ ਟੌਪਿਕ ਪੜ੍ਹਿਆ ਸੀ ਉੱਥੇ ਪੜ੍ਹਿਆ ਸੀਗਾ ਕਿ ਚਿੱਟੇ ਲਹੂ ਸੈੱਲ ਅੱਗੇ 5 ਤਰ੍ਹਾਂ ਦੇ ਨੇ ਸਾਡੇ ਸਰੀਰ ਦੇ ਵਿੱਚ। ਤਾਂ ਜੇਕਰ ਅਸੀਂ ਦੇਖਣਾ ਹੋਵੇ ਕਿ ਉਹ 5 ਤਰ੍ਹਾਂ ਦੇ ਜਿਹੜੇ ਵਾਈਟ ਬਲੱਡ ਸੈੱਲ ਹੈਗੇ ਨੇ ਉਹਨਾਂ ਦੀ ਕਾਊਂਟਿੰਗ ਸਾਡੇ ਸਰੀਰ ਦੇ ਵਿੱਚ ਕਿੰਨੀ ਹੈ ਤਾਂ ਅਸੀਂ ਕੀ ਯੂਜ਼ ਕਰਦੇ ਹਾਂ, ਡਿਫਰੈਂਸ਼ੀਅਲ ਲਿਪੋਸਾਈਟ ਕਾਊਂਟ। ਐਲਿਸਾ ਟੈਸਟ ਏਡਸ ਵਾਸਤੇ ਯੂਜ਼ ਕੀਤਾ ਜਾਂਦਾ ਹੈ। ਡਾਇਨੈਮੋਮੀਟਰ ਯੂਜ਼ ਕੀਤਾ ਜਾਂਦਾ ਹੈ ਮਸਕੂਲਰ ਸਟਰੈਂਥ ਦੇ ਲਈ। ਐਕਸਰੇ ਜਦੋਂ ਸਾਡੇ ਕਿਤੇ ਹੱਡੀ ਦੇ ਉੱਪਰ ਸਾਡੇ ਸੱਟ ਲੱਗ ਗਈ ਕਿਸੇ ਦੇ ਵੀ ਉੱਪਰ ਤਾਂ ਅਸੀਂ ਕੀ ਯੂਜ਼ ਕਰਦੇ ਹਾਂ, ਐਕਸਰੇ ਯੂਜ਼ ਕਰਵਾਉਂਦੇ ਹਾਂ। MRI ਮੈਗਨੈਟਿਕ ਰੈਜ਼ੋਨੈਂਸ ਇਮੇਜਿੰਗ ਇਹ ਵੀ ਐਕਸਰੇ ਦਾ ਇੱਕ ਸੁਧਰਿਆ ਹੋਇਆ ਰੂਪ ਹੈ। ਇਹ MRI ਹੈ ਜਿਹੜੀ ਐਡਵਾਂਸ ਟੈਕਨੀਕ ਹੈਗੀ ਹੈ ਸਾਡੇ ਅੰਦਰ ਦੇਖਣ ਦੀ। ਅਲਟਰਾਸਾਊਂਡ ਵੀ ਹੈਗਾ, ਅਸੀਂ ਅਲਟਰਾਸਾਊਂਡ ਵੀ ਯੂਜ਼ ਕਰਦੇ ਹਾਂ ਸਾਡੇ ਚੈੱਕ ਇੰਟਰਨਲ ਆਰਗਨਸ ਨੂੰ ਚੈੱਕ ਕਰਵਾਉਣ ਦੇ ਲਈ। ਇਸ ਤੋਂ ਬਿਨਾਂ ਸਾਡੇ ਕੋਲ ਇੱਕ ਚੀਜ਼ ਹੋਰ ਆ ਜਾਂਦੀ ਹੈ ਬਾਇਓਮਕੈਨੀਕਲ ਐਨਾਲਾਈਸਿਸ ਹੈਗਾ। ਜਦੋਂ ਅਸੀਂ ਸਪੋਰਟਸ ਦੇ ਨਾਲ ਡੀਲ ਕਰਦੇ ਹਾਂ ਤਾਂ ਅਸੀਂ ਇੱਕ ਬੱਚੇ ਦਾ ਲੌਗ ਜੰਪ ਸੁਧਾਰਨਾ ਤਾਂ ਅਸੀਂ ਚੈੱਕ ਕਰਨਾ ਕਿ ਬੱਚੇ ਦੀ ਮੂਵਮੈਂਟ ਦੇ ਵਿੱਚ ਕੀ ਪ੍ਰੋਬਲਮ ਹੈ। ਤਾਂ ਅਸੀਂ ਜਦੋਂ ਇਹ ਚੈੱਕ ਕਰਾਂਗੇ ਕਿ ਉਹਦਾ ਐਂਗਲ ਸਹੀ ਹੈਗਾ ਕਿ ਨਹੀਂ, ਉਹਦਾ ਐਂਗਲ ਲੋਡ ਤੋਂ ਕਿੰਨਾ ਵੱਧ ਹੈ ਜਾਂ ਲੋਡ ਤੋਂ ਕਿੰਨਾ ਘੱਟ ਹੈ, ਤਾਂ ਅਸੀਂ ਇੱਕ ਟੈਕਨੀਕ ਯੂਜ਼ ਕਰਦੇ ਹਾਂ ਜਿਹਨੂੰ ਬੋਲਦੇ ਅਸੀਂ ਬਾਇਓਮਕੈਨੀਕਲ ਐਨਾਲਾਈਸਿਸ। ਤਾਂ ਬੱਚੇ ਦੀ ਮੂਵਮੈਂਟ ਨੂੰ ਚੈੱਕ ਕਰਨ ਦੇ ਲਈ, ਉਹਨਾਂ ਦੇ ਐਂਗਲ ਨੂੰ ਸੈੱਟ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਬਾਇਓਮਕੈਨੀਕਲ ਐਨਾਲਾਈਸਿਸ। ਐਵੇਂ ਜੇਕਰ ਬ੍ਰੇਨ ਦੀ ਐਕਟੀਵਿਟੀ ਅਸੀਂ ਯੂਜ਼ ਕਰਨੀ ਹੋਵੇ, ਚੈੱਕ ਕਰਨੀ ਹੋਵੇ ਉਹਦੇ ਲਈ ਟੈਕਨੀਕ ਹੈਗੀ ਹੈ EEG ਇਲੈਕਟ੍ਰੋਐਨਸੈਫਲੋਗ੍ਰਾਮ ਕਹਿ ਦਿੰਦੇ ਨੇ ਜਾਂ ਗ੍ਰਾਫੀ ਕਹਿ ਦਿੰਦੇ ਨੇ।
ਤਾਂ ਇਹ ਸਾਰੀਆਂ ਕੀ ਨੇ ਸਾਡੇ ਕੋਲੇ ਉਹ ਟੂਲਸ ਨੇ ਜਿਹਦੇ ਨਾਲ ਅਸੀਂ ਕੀ ਚੀਜ਼ ਅਸੈਸ ਕਰ ਸਕਦੇ ਹਾਂ, ਕਿਹੜੀ ਚੀਜ਼ ਦੀ ਜਾਂਚ ਕਰ ਸਕਦੇ ਹਾਂ, ਸਾਡੀ ਬੋਡੀ ਦੀ ਫਿਜ਼ੀਕਲ ਹੈਲਥ ਦੀ। ਇਹ ਤੋਂ ਬਿਨਾਂ ਹੋਰ ਵੀ ਬਹੁਤ ਸਾਰੀਆਂ ਟੂਲਸ ਹੈਗੀਆਂ ਨੇ, ਪਰ ਸਾਡੇ ਨਾਲ ਡਾਇਰੈਕਟਲੀ ਰਿਲੇਟਡ ਇਹ ਕੁਛ ਕੁ ਨੇ। ਇਹਨਾਂ ਦੇ ਵਿੱਚੋਂ ਵੀ ਮੋਸਟ ਇੰਪੋਰਟੈਂਟ ਜਿਵੇਂ ਟੈਂਪਰੇਚਰ ਅਸੀਂ ਕਾਹਦੇ ਨਾਲ ਚੈੱਕ ਕਰਦੇ ਹਾਂ, ਬਾਇਓਪਸੀ ਅੱਜ ਕੱਲ੍ਹ ਚੱਲ ਰਹੀ ਹੈ। ਉਸ ਤੋਂ ਬਾਅਦ ਬਲੱਡ ਪ੍ਰੈਸ਼ਰ ਕਾਹਦੇ ਨਾਲ ਮੇਜ਼ਰ ਕੀਤਾ ਜਾਂਦਾ ਹੈ, ਸਟੈਥੋਸਕੋਪ ਹੈਗਾ, ਇੱਕ ਸਪਾਇਰੋਮੀਟਰ ਮੋਸਟ ਇੰਪੋਰਟੈਂਟ ਇਹ ਪੁੱਛ ਹੀ ਲਿਆ ਜਾਂਦਾ ਕਿ ਸਪਾਇਰੋਮੀਟਰ ਜਿਹੜਾ ਕਾਹਦੇ ਲਈ ਯੂਜ਼ ਕੀਤਾ ਜਾਂਦਾ ਹੈ। ਤਾਂ ਸਪਾਇਰੋਮੀਟਰ ਜਿਹੜਾ ਵਾਈਟਲ ਕਪੈਸਿਟੀ ਲਈ ਯੂਜ਼ ਕੀਤਾ ਜਾਂਦਾ ਹੈ। ਫਲੈਕਸੀਬਿਲਿਟੀ ਨੂੰ ਕਾਹਦੇ ਨਾਲ ਮਾਪ ਸਕਦੇ ਹਾਂ, ਹੋਮਿਓਮੀਟਰ ਦੇ ਨਾਲ, ਇਹ ਵੀ ਜ਼ਿਆਦਾ ਇੰਪੋਰਟੈਂਟ ਹੈ। ਉਸ ਤੋਂ ਬਾਅਦ ਹਾਈਟ ਹੈ ਜਿਹੜੀ, ਉਹਦੇ ਲਈ ਸਟੈਡੀਓਮੀਟਰ ਯੂਜ਼ ਕੀਤਾ ਜਾਂਦਾ। ਇਹ ਨਾਰਮਲ ਚੀਜ਼ਾਂ ਨੇ ਜਿਹੜੀਆਂ ਸਾਡੇ ਸਕੂਲਾਂ ਦੇ ਵਿੱਚ ਅਵੇਲੇਬਲ ਹੈਗੀਆਂ ਨੇ। ਬਾਕੀ ਸਾਡਾ ਟੈਸਟ ਨੂੰ ਇਹ ਹੈ ਕਿ ਮੋਸਟਲੀ ਬਾਹਰੋਂ ਹੀ ਕਰਵਾਉਣੇ ਪੈਂਦੇ ਨੇ, ਪਰ ਇਹ ਚੀਜ਼ਾਂ ਕਿਉਂਕਿ ਸਾਡੇ ਸਕੂਲ ਦੇ ਨਾਲ ਸੰਬੰਧਿਤ ਨੇ, ਕਈ ਵਾਰ ਐਗਜ਼ਾਮ ਦੇ ਵਿੱਚ ਪੁੱਛ ਲਈਆਂ ਜਾਂਦੀਆਂ ਨੇ। ਤਾਂ ਇਹ ਸਾਡੀਆਂ ਸਾਰੀਆਂ ਹੈਗੀਆਂ ਨੇ ਟੂਲਸ ਟੂ ਅਸੈਸ ਦ ਫਿਜ਼ੀਕਲ ਹੈਲਥ ਆਫ ਹਿਊਮਨ। ਆਪਣਾ ਉਸ ਤੋਂ ਅਗਲਾ ਟੌਪਿਕ ਹੈਗਾ ਜੀ ਅਭਿਨਵ ਬਿੰਦਰਾ, ਜਿਹਨੂੰ ਅਸੀਂ ਦਾ ਗੋਲਡਨ ਬॉय ਵੀ ਕਹਿੰਦੇ ਆ। ਇਹਨਾਂ ਦਾ ਜਿਹੜਾ ਇਵੈਂਟ ਸੀਗਾ ਉਹ ਹੈਗਾ ਸੀਗਾ 10 ਮੀਟਰ ਰਾਈਫਲ। ਤਾਂ ਇਹ ਆਪਣੇ ਸਿਲੇਬਸ ਦੇ ਵਿੱਚ ਹੈ, 6ਵੀਂ ਤੋਂ 8ਵੀਂ ਦਾ ਜਿਹੜਾ ਸਿੱਖਿਆ ਦਾ ਸਿਲੇਬਸ ਹੈ। ਤਾਂ ਇਹਨਾਂ ਦੀ ਜ਼ਿੰਦਗੀ ਬਾਰੇ ਦੇਖਾਂਗੇ ਕਿ ਕਦੋਂ ਉਹਨਾਂ ਦਾ ਜਨਮ ਹੋਇਆ ਸੀ ਤੇ ਕਿਹੜੇ ਇਵੈਂਟਸ ਦੇ ਵਿੱਚ ਇਹਨਾਂ ਨੇ ਪਾਰਟਿਸਿਪੇਟ ਕੀਤਾ, ਉਹਨਾਂ ਦੀਆਂ ਪ੍ਰਾਪਤੀਆਂ ਕੀ ਸੀ ਤੇ ਉਹਨਾਂ ਨੂੰ ਕਿਹੜੇ ਆਨਰਸ ਸੀ, ਜਿਹੜੇ ਕਿਹੜੇ ਅਵਾਰਡ ਸੀ ਉਹਨਾਂ ਨੂੰ ਦਿੱਤੇ ਗਏ। ਸਭ ਤੋਂ ਪਹਿਲਾਂ ਉਹਨਾਂ ਦਾ ਜਨਮ ਹੈ, ਜਿਹੜਾ ਜਨਮ ਉਹਨਾਂ ਦਾ ਜੀਰਕਪੁਰ ਆਪਣੇ ਮੁਹਾਲੀ ਦੇ ਨੇੜੇ ਹੋਇਆ ਸੀਗਾ। ਜਨਮ ਦੀ ਜਿਹੜੀ ਤਰੀਕ ਹੈ ਉਹ ਹੈਗੀ ਆ 28 ਸਤੰਬਰ 1982। ਤਾਂ ਉਸ ਤੋਂ ਬਾਅਦ ਜਿਹੜੀ ਸਕੂਲਿੰਗ ਹੈ, ਉਹਨਾਂ ਦੀ ਸਕੂਲਿੰਗ ਦੇਹਰਾਦੂਨ ਦੇ ਵਿੱਚ ਹੋਈ ਹੈ, ਪ੍ਰਾਇਮਰੀ ਸਕੂਲਿੰਗ। ਪਰ ਉਸ ਤੋਂ ਬਾਅਦ ਵਾਪਸ ਆ ਕੇ ਉਸ ਤੋਂ ਬਾਅਦ ਦੀ ਸਕੂਲਿੰਗ ਹੈ ਜਿਹੜੀ ਉਹਨਾਂ ਨੇ ਚੰਡੀਗੜ੍ਹ ਕੀਤੀ। ਉਹਨਾਂ ਦੇ ਡੈਡੀ ਦਾ ਨਾਮ ਸੀਗਾ ਅਜੀਤ ਬਿੰਦਰਾ, ਮਾਤਾ ਦਾ ਨਾਮ ਬਬਲੀ ਬਿੰਦਰਾ ਸੀਗਾ। ਤਾਂ ਪਹਿਲੀ ਵਾਰ ਉਹਨਾਂ ਦੇ ਫਾਰਮ ਹਾਊਸ ਤੇ ਰਾਣਾ ਗੁਰਮੀਤ ਸੋਢੀ ਸੀ ਜਿਹੜੇ ਉਹ ਗਏ ਸੀ। ਜਦੋਂ ਉਹਨਾਂ ਨੇ ਕਾਫੀ ਬੋਤਲਾਂ ਦੇ ਟੁਕੜੇ ਪਏ ਦੇਖੇ ਤਾਂ ਉਹਨਾਂ ਨੇ ਉਹਨਾਂ ਦੇ ਡੈਡੀ ਦੇ ਨਾਲ ਗੱਲ ਕੀਤੀ ਕਿ ਬੋਤਲਾਂ ਦੇ ਟੁਕੜੇ ਕਿਵੇਂ ਪਏ ਨੇ। ਤਾਂ ਫਿਰ ਉਹਨਾਂ ਨੇ ਦੱਸਿਆ ਕਿ ਇਹ ਸ਼ੂਟਿੰਗ ਕਰਦਾ ਹੁੰਦਾ, ਉਹਨਾਂ ਦਾ ਨਿਸ਼ਾਨੇ ਲਾ ਕੇ ਦੇਖਦਾ। ਤਾਂ ਫਿਰ ਉਹਨਾਂ ਦਾ ਰੁੱਖ ਸੀਗਾ ਜਿਹੜਾ ਉਹ ਸਪੋਰਟਸ ਦੇ ਵੱਲ ਕੀਤਾ ਕਿ ਤੁਸੀਂ ਇਹਨੂੰ ਕਾਹਦੇ ਵਿੱਚ ਪਾਓ, ਸਪੋਰਟਸ ਦੇ ਵਿੱਚ ਪਾਓ। ਸ਼ੂਟਿੰਗ ਹੈ ਜਿਹੜੀ ਉਹ ਇੱਕ ਸਪੋਰਟਸ ਇਵੈਂਟ ਹੀ ਹੈਗਾ। ਫਿਰ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਕੋਚ ਸੀਗਾ, ਕੋਚ ਇਹਨਾਂ ਦੇ ਕਰਨਲ ਜਗੀਰ ਸਿੰਘ ਢਿੱਲੋਂ, ਉਹਨਾਂ ਨੇ ਇਹਨਾਂ ਨੂੰ ਕੋਚਿੰਗ ਦਿੱਤੀ। ਇਹਨਾਂ ਦੇ ਘਰ ਦੇ ਤਕੜੇ ਸੀ ਤਾਂ ਉਹਨਾਂ ਨੇ ਰਾਈਫਲ ਜਿਹੜੀ ਰੇਂਜ ਆ ਉਹ ਉਹਨਾਂ ਨੂੰ ਬਣਾ ਕੇ ਦੇ ਦਿੱਤੀ ਸੀ, ਸ਼ੂਟਿੰਗ ਰੇਂਜ ਜਿਹੜੀ। ਉਸ ਤੋਂ ਬਾਅਦ ਫਿਰ ਉਹ ਆਪਣੀ ਜਿਹੜੀ ਕੋਚਿੰਗ ਲਾਈਨ ਤੋਂ ਬਾਅਦ ਪਹਿਲੀ ਵਾਰ ਜਦੋਂ ਉਹ ਗੇਮਸ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਇੰਟਰਨੈਸ਼ਨਲ ਲੈਵਲ ਤੇ, ਤਾਂ 1998 ਦੀਆਂ ਜਿਹੜੀਆਂ ਗੇਮਸ ਹੁੰਦੀਆਂ ਨੇਗੀਆਂ ਕਾਮਨਵੈਲਥ ਜਿਹੜੀਆਂ ਕਿ ਕੁਆਲਾਲੰਪੁਰ 'ਚ ਹੋਈਆਂ ਸੀ, ਉਹਨਾਂ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਪਾਰਟਿਸਿਪੇਟ ਕੀਤਾ। ਤੇ ਉਸ ਸਮੇਂ ਇੰਡੀਆ ਦੇ ਸਭ ਤੋਂ ਛੋਟੇ ਪਲੇਅਰ ਸੀ ਜਿਨ੍ਹਾਂ ਨੇ ਇਹਦੇ 'ਚ ਪਾਰਟਿਸਿਪੇਟ ਕੀਤਾ ਕਾਮਨਵੈਲਥ ਗੇਮਸ ਦੇ ਵਿੱਚ। ਉਸ ਤੋਂ 2 ਸਾਲ ਬਾਅਦ ਨਾਲ ਹੀ ਸਾਡੀਆਂ ਓਲੰਪਿਕ ਗੇਮਸ ਹੋਈਆਂ ਸੀ ਜਿਹੜੀਆਂ ਸਿਡਨੀ 'ਚ ਹੋਈਆਂ, ਜਿਹੜਾ ਸਿਡਨੀ ਆਸਟ੍ਰੇਲੀਆ ਦਾ ਇੱਕ ਸ਼ਹਿਰ ਹੈ। ਤਾਂ ਉਹਦੇ 'ਚ ਓਲੰਪਿਕ ਗੇਮਸ ਹੋਈਆਂ। ਉਦੋਂ ਵੀ ਇਹ ਇੰਡੀਆ ਵੱਲੋਂ ਓਲੰਪਿਕ ਦੇ ਵਿੱਚ ਭਾਗ ਲੈਣ ਵਾਲੇ ਸਭ ਤੋਂ ਛੋਟੀ ਉਮਰ ਦੇ ਪਲੇਅਰ ਸੀ। ਸਿਰਫ ਇਹਨਾਂ ਦੀ ਉਮਰ ਕਿੰਨੀ ਸੀ ਉਦੋਂ, 18 ਸਾਲ। ਤੇ ਉਸ ਓਲੰਪਿਕ ਦੇ ਵਿੱਚ ਇਹਨਾਂ ਦਾ ਸਕੋਰ ਸੀਗਾ ਜਿਹੜਾ ਉਹ ਹੈਗਾ ਸੀਗਾ 590। ਉਸ ਤੋਂ ਬਾਅਦ 2001 ਦੇ ਵਿੱਚ ਇਹਨਾਂ ਦਾ ਜਿਹੜਾ ਇੰਟਰਨੈਸ਼ਨਲ ਪਹਿਲਾ ਮੈਡਲ ਆਉਂਦਾ। ਇਹ ਵੀ ਕੁਐਸਚਨ ਪੁੱਛਿਆ ਜਾ ਸਕਦਾ ਕਿ ਪਹਿਲਾਂ ਉਹਨਾਂ ਦਾ ਇੰਟਰਨੈਸ਼ਨਲ ਮੈਡਲ ਕਦੋਂ ਆਇਆ। ਤਾਂ ਪਹਿਲਾ ਇੰਟਰਨੈਸ਼ਨਲ ਮੈਡਲ ਉਹਨਾਂ ਦਾ ਮਿਊਨਿਕ ਵਰਲਡ ਕੱਪ ਦੇ ਵਿੱਚ ਆਇਆ। ਉੱਥੇ ਉਹਨਾਂ ਦਾ ਬ੍ਰੌਂਜ਼ ਮੈਡਲ ਸੀਗਾ। ਤੇ ਉੱਥੇ ਉਹਨਾਂ ਨੇ ਜੂਨੀਅਰ ਵਰਲਡ ਰਿਕਾਰਡ ਬਣਾਇਆ ਸੀ 600 ਦੇ ਵਿੱਚ ਉਹਨਾਂ ਨੇ 597 ਸਕੋਰ ਕੀਤਾ ਸੀਗਾ ਸ਼ੂਟਿੰਗ ਦੇ ਵਿੱਚ। ਸ਼ੂਟਿੰਗ ਦਾ ਇਵੈਂਟ ਉਹਨਾਂ ਦਾ 10 ਮੀਟਰ ਰਾਈਫਲ ਸੀਗਾ। ਉਸ ਤੋਂ ਬਾਅਦ ਮੈਨਚੈਸਟਰ ਕੱਪ ਹੋਇਆ ਸੀ। ਮੈਨਚੈਸਟਰ ਕੱਪ ਵੀ 2001 ਦੇ ਵਿੱਚ ਹੋਇਆ। ਉਹਦੇ ਵਿੱਚ ਵੀ ਇਹਨਾਂ ਦਾ ਕਿਹੜਾ ਮੈਡਲ ਸੀਗਾ, ਗੋਲਡ ਮੈਡਲ। ਉਸ ਤੋਂ ਬਾਅਦ 2006 ਦੇ ਵਿੱਚ ਇੱਕ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ ਹੈ ਜਿਹੜੀ ਉਹਨਾਂ ਨੇ ਇਵੈਂਟ ਕਰਵਾਇਆ, ਜਿਹਦੇ ਵਿੱਚ ਉਹਨਾਂ ਨੇ ਬੀਜਿੰਗ ਓਲੰਪਿਕਸ ਜਿਹੜੀ ਚਾਈਨਾ ਦੇ ਵਿੱਚ 2008 ਦੇ ਵਿੱਚ ਹੋਣੀ ਸੀ ਉਹਦੇ ਵਿੱਚ ਕੁਆਲੀਫਾਈ ਕੀਤਾ। ਕਿੰਨੇ ਸਕੋਰ ਨਾਲ ਕੁਆਲੀਫਾਈ ਕੀਤਾ? 699.1 ਸਕੋਰ ਦੇ ਨਾਲ। ਉਸ ਤੋਂ ਬਾਅਦ 2006 ਦੇ ਵਿੱਚ ਹੀ ਇੱਕ ਵਰਲਡ ਚੈਂਪੀਅਨਸ਼ਿਪ ਹੋਈ ਜਗਰੇਵ ਦੇ ਵਿੱਚ। ਉਹਦੇ ਵਿੱਚ ਇਹਨਾਂ ਦਾ ਕੀ ਸੀਗਾ, ਗੋਲਡ ਮੈਡਲ ਸੀਗਾ। ਉਸ ਤੋਂ ਬਾਅਦ 2006 ਦੇ ਵਿੱਚ ਹੀ ਕਾਮਨਵੈਲਥ ਗੇਮਸ ਹੋਈਆਂ। ਕਾਮਨਵੈਲਥ ਗੇਮਸ ਕਿੱਥੇ ਹੋਈਆਂ? 2006 ਦੀਆਂ ਆਪਣੀਆਂ ਮੈਲਬੌਰਨ ਦੇ ਵਿੱਚ। ਤੇ ਇੱਕ ਇਹਨਾਂ ਦਾ ਮੈਡਲ ਸੀਗਾ ਜਿਹੜਾ ਗੋਲਡ ਮੈਡਲ ਸੀ ਇੱਕ ਇਵੈਂਟ ਦੇ ਵਿੱਚ। ਉਸ ਤੋਂ ਬਾਅਦ ਇੱਕ ਇਵੈਂਟ ਦੇ ਵਿੱਚ ਸਿਲਵਰ ਮੈਡਲ ਸੀ ਤੇ ਇੱਕ ਇਵੈਂਟ ਦੇ ਵਿੱਚ ਬ੍ਰਾਊਨਜ਼ ਮੈਡਲ ਸੀਗਾ। ਉਸ ਤੋਂ ਬਾਅਦ ਨੈਕਸਟ ਜਿਹੜਾ ਟਾਰਗੇਟ ਉਹਨਾਂ ਦਾ ਹੈਗਾ ਸੀ ਉਹ ਹੈਗਾ ਸੀ ਓਲੰਪਿਕਸ ਦਾ। 2008 ਦੀਆਂ ਜਿਹੜੀਆਂ ਓਲੰਪਿਕਸ ਸੀ ਉਹ ਬੀਜਿੰਗ ਚਾਈਨਾ ਦੇ ਵਿੱਚ ਹੋਈਆਂ ਸੀ। ਉੱਥੇ 11 ਅਗਸਤ 2008 ਨੂੰ ਉਹਨਾਂ ਦਾ ਫਾਈਨਲ ਇਵੈਂਟ ਸੀਗਾ। ਤਾਂ ਉਸ ਦਿਨ ਇਹਨਾਂ ਨੇ ਕੀ ਜਿੱਤਿਆ? ਸੋਨੇ ਦਾ ਤਗਮਾ ਜਿੱਤਿਆ। ਤਾਂ ਪਹਿਲੇ ਇਹ ਭਾਰਤੀ ਖਿਡਾਰੀ ਬਣੇ
ਜਿਨ੍ਹਾਂ ਨੇ ਇੰਡੀਵਿਜੂਅਲ ਇਵੈਂਟ ਦੇ ਵਿੱਚ 골ਡ ਮੈਡਲ ਜਿੱਤਿਆ ਸੀ। ਤੇ ਭਾਰਤ ਨੇ 1980 ਦੇ ਵਿੱਚ ਭਾਰਤ ਦਾ ਹਾਕੀ ਦਾ ਜਿਹੜਾ 골ਡ ਮੈਡਲ ਸੀ ਲਾਸਟ ਉਹ 1980 ਦੇ ਵਿੱਚ ਆਇਆ ਸੀ। ਉਹ 1980 ਤੋਂ ਬਾਅਦ 2008 ਦੇ ਵਿੱਚ ਯਾਨੀ ਕਿ ਲਗਭਗ 28 ਸਾਲਾਂ ਦੇ ਬਾਅਦ ਸਾਡਾ 골ਡ ਮੈਡਲ 올림픽 ਗੇਮ ਦੇ ਵਿੱਚ ਆਇਆ ਸੀ। ਉਸ ਤੋਂ ਬਾਅਦ ਇਹਨਾਂ ਨੂੰ ਕੀ ਕਹਿਣ ਲੱਗੇ ਸੀ, 골ਡਨ ਬॉय ਕਹਿਣ ਲੱਗੇ ਸੀ। ਤਾਂ ਨੈਕਸਟ 2010 ਦੀਆਂ ਕਾਮਨਵੈਲਥ ਇੰਡੀਆ ਦੇ ਵਿੱਚ ਹੀ ਹੋਈਆਂ ਸੀ। ਤਾਂ 2010 ਦੀਆਂ ਕਾਮਨਵੈਲਥ ਜਦੋਂ ਇੰਡੀਆ ਦੇ ਵਿੱਚ ਹੋਈਆਂ ਤਾਂ ਜਿਹੜਾ ਝੰਡਾ ਸੀਗਾ ਉਹ ਕਿਹਨਾਂ ਨੇ ਫੜਿਆ, ਝੰਡਾ ਕਿਹਨੇ ਵੀਅਰ ਕੀਤਾ, ਅਭਿਨਵ ਬਿੰਦਰਾ ਨੇ। ਜਿਹੜੀ ਉੱਥੇ ਸਹੁੰ ਚੁੱਕ ਸਮਾਗਮ ਹੋਇਆ ਉਹਦੇ ਵਿੱਚ ਸਹੁੰ ਕਿਹਨਾਂ ਨੇ ਚੱਕੀ ਸੀ, ਅਭਿਨਵ ਬਿੰਦਰਾ ਨੇ। ਪਲੱਸ ਇਹਨਾਂ ਗੇਮਸ ਦੇ ਵਿੱਚ ਉਹਨਾਂ ਦਾ ਕੀ ਸੀਗਾ, 골ਡ ਮੈਡਲ ਵੀ ਸੀਗਾ। ਉਸ ਤੋਂ ਬਾਅਦ ਅਗਲੇ ਸਾਲ ਤੋਂ ਕੀ ਹੈ 12ਵੀਂ ਏਸ਼ੀਅਨ ਚੈਂਪੀਅਨਸ਼ਿਪ ਹੁੰਦੀ ਹੈ। ਇਸ ਚੈਂਪੀਅਨਸ਼ਿਪ ਦੇ ਵਿੱਚ ਉਹਨਾਂ ਦੇ 8 골ਡ ਆਉਂਦੇ ਨੇ। ਉਸ ਤੋਂ ਬਾਅਦ 2014 ਦੇ ਵਿੱਚ ਜਿਹੜੀਆਂ ਕਾਮਨਵੈਲਥ ਗੇਮ ਸੀ ਉਹ ਗਲਾਸਗੋ ਦੇ ਵਿੱਚ ਹੋਈਆਂ, ਉਹਨਾਂ ਦੇ ਵਿੱਚ ਵੀ ਇਹਨਾਂ ਦਾ 골ਡ ਸੀਗਾ। 2016 ਦੀਆਂ 올림픽 ਦੇ ਵਿੱਚ ਵੀ ਇਹਨਾਂ ਨੇ ਪਾਰਟਿਸਿਪੇਟ ਕੀਤਾ। ਰੀਓ 올림픽ਸ ਜਿਹੜੀਆਂ ਰੀਓ ਡੇ ਜਨੇਰੀਓ ਬ੍ਰਾਜ਼ੀਲ ਦੇ ਵਿੱਚ ਹੋਈਆਂ ਸੀ, ਉਹਨਾਂ ਦੀ ਜਿਹੜੀ ਇਹਦੀ ਪੋਜੀਸ਼ਨ ਸੀ ਅਭਿਨਵ ਬਿੰਦਰਾ ਦੀ ਉਹ ਹੈਗੀ ਸੀਗੀ 4th ਪੋਜੀਸ਼ਨ। ਤਾਂ 4th ਪੋਜੀਸ਼ਨ ਤੇ ਫਿਨਿਸ਼ ਕੀਤਾ ਸੀ ਇਹਨਾਂ ਨੇ। ਤੇ ਇਸ ਤੋਂ ਬਾਅਦ ਇਹਨਾਂ ਨੇ ਰਿਟਾਇਰਮੈਂਟ ਲੈ ਲਈ ਸੀ 2016 ਤੋਂ ਬਾਅਦ 올림픽 ਗੇਮਸ ਤੋਂ ਬਾਅਦ। ਉਸ ਤੋਂ ਬਾਅਦ ਜਿਹੜਾ ਇੱਕ ਸੰਸਥਾ ਸੀਗੀ ਸ਼ੂਟਿੰਗ ਦੀ, ਉਹਨਾਂ ਨੇ 2018 ਦੇ ਵਿੱਚ ਅਭਿਨਵ ਬਿੰਦਰਾ ਨੂੰ ਕੀ ਦਿੱਤਾ ਸੀਗਾ, ਇੱਕ ਆਨਰ ਦਿੱਤਾ ਸੀਗਾ, ਜਿਹੜਾ ਹਾਈਐਸਟ ਆਨਰ ਦਿੱਤਾ ਜਾਂਦਾ ਸ਼ੂਟਿੰਗ ਦੇ ਵਿੱਚ ਉਹ ਹੈਗਾ ਸੀਗਾ ਬਲੂ ਕ੍ਰਾਸ ਹੈ ਜਿਹੜਾ ਉਹ ਆਨਰ ਕਿਹਨੂੰ ਦਿੱਤਾ ਗਿਆ, ਅਭਿਨਵ ਬਿੰਦਰਾ ਨੂੰ। ਕਦੋਂ ਦਿੱਤਾ ਗਿਆ, 2018 ਦੇ ਵਿੱਚ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਉੱਪਰ ਇੱਕ ਕਿਤਾਬ ਵੀ ਲਿਖੀ ਹੈ ਖੁਦ। ਉਹ ਕਿਤਾਬ ਦਾ ਨਾਮ ਹੈਗਾ ਅ ਸ਼ਾਰਟ ਐਟ ਹਿਸਟਰੀ ਮਾਈ obsessive ਜਰਨੀ ਟੂ 올림픽 골ਡ। ਤਾਂ ਇਹ ਉਹਨਾਂ ਦੀ ਕਿਤਾਬ ਦਾ ਨਾਮ ਹੈ ਜਿਹੜੀ ਉਹਨਾਂ ਨੇ ਖੁਦ ਆਪਣੇ ਜੀਵਨ ਦੇ ਬਾਰੇ ਵਿੱਚ ਲਿਖੀ ਹੈ। ਜੇਕਰ ਅਸੀਂ ਕਾਮਨਵੈਲਥ ਦੇ ਵਿੱਚ ਉਹਨਾਂ ਦੇ ਟੋਟਲ ਪਰਫਾਰਮੈਂਸ ਦੇਖੀਏ ਤਾਂ ਜਿੰਨੀਆਂ ਵੀ ਕਾਮਨਵੈਲਥ ਦੇ ਵਿੱਚ ਉਹਨਾਂ ਨੇ ਭਾਗ ਲਿਆ ਇਕੱਲੀ 1998 ਵਾਲੇ ਨੂੰ ਛੱਡ ਕੇ, ਤਾਂ ਹਰੇਕ ਕਾਮਨਵੈਲਥ ਦੇ ਵਿੱਚ ਉਹਨਾਂ ਦਾ 골ਡ ਮੈਡਲ ਸੀਗਾ। ਤਾਂ ਇੱਕ ਉਹਨਾਂ ਦਾ ਜਿਹੜਾ ਇਵੈਂਟ ਸੀਗਾ ਉਹ ਇਵੈਂਟ ਇੱਕ ਤਾਂ 10 ਮੀਟਰ ਰਾਈਫਲ ਹੈਗਾ ਜਾਂ 10 ਮੀਟਰ ਰਾਈਫਲ ਪੈਰਿਸ ਇਵੈਂਟ ਹੈ ਇੱਕ, ਉਹਨਾਂ ਦੇ ਵਿੱਚ ਵੀ ਡਿਫਰੈਂਸ ਹੈ ਥੋੜਾ ਜਿਹਾ। ਤਾਂ ਉਹਨਾਂ ਦੀ ਇਕੱਲੀ 10 ਮੀਟਰ ਰਾਈਫਲ ਹੈ ਜਿਹੜੀ ਉਹਦੇ ਵਿੱਚੋਂ ਵੀ ਮੈਡਲ ਨੇ, ਤੇ ਜਿਹੜੀ 10 ਮੀਟਰ ਰਾਈਫਲ ਪੈਰਿਸ ਇਵੈਂਟ ਹੈ ਉਹਦੇ ਵਿੱਚੋਂ ਵੀ 골ਡ ਮੈਡਲ ਨੇ। ਤਾਂ ਕਾਮਨਵੈਲਥ ਗੇਮ ਦੇ ਵਿੱਚ ਉਹਨਾਂ ਦੀ 2002, 2006, 2010 ਤੇ 2014 ਚਾਰਾਂ ਦੇ ਵਿੱਚੋਂ 골ਡ ਹੈ। 2 ਹੋਰ ਅਲੱਗ ਇਵੈਂਟਸ ਦੇ ਵਿੱਚ ਸਿਲਵਰ ਨੇ ਤੇ 1 ਬ੍ਰੌਂਜ਼ ਹੈ। ਏਸ਼ੀਅਨ ਗੇਮਸ ਦੇ ਵਿੱਚ ਉਹਨਾਂ ਦੇ 2 ਬ੍ਰੌਂਜ਼ ਤੇ 1 ਸਿਲਵਰ ਨੇ। 올림픽 ਗੇਮਸ ਦੇ ਵਿੱਚ ਉਹਨਾਂ ਦਾ 1 골ਡ ਮੈਡਲ ਹੈ ਜਿਹੜਾ ਬੀਜਿੰਗ ਦੇ ਵਿੱਚ ਆਇਆ ਸੀ 2008 ਦੇ ਵਿੱਚ। ਤਾਂ ਉਹਨਾਂ ਦੀਆਂ ਖੇਡ ਪ੍ਰਾਪਤੀਆਂ ਨੂੰ ਦੇਖਦੇ ਹੋਏ ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸੰਨ 2000 ਦੇ ਵਿੱਚ ਕਿਹੜਾ ਅਵਾਰਡ ਦਿੱਤਾ ਗਿਆ, ਅਰਜਨ ਅਵਾਰਡ। 2002 ਦੇ ਵਿੱਚ ਉਹਨਾਂ ਨੂੰ ਇੱਕ ਅਵਾਰਡ ਦਿੱਤਾ ਗਿਆ ਸੀ ਰਾਜੀਵ ਗਾਂਧੀ ਖੇਲ ਰਤਨ ਅਵਾਰਡ। ਇਹ ਅਵਾਰਡ ਨੂੰ ਅੱਜ ਕੱਲ੍ਹ ਅਸੀਂ ਧਿਆਨ ਚੰਦ ਅਵਾਰਡ ਕਹਿੰਦੇ ਹਾਂ, ਜਿਹੜਾ ਕਿ ਲਾਈਫ ਟਾਈਮ ਅਚੀਵਮੈਂਟ ਦੇ ਲਈ ਦਿੱਤਾ ਜਾਂਦਾ। ਇਸ ਅਵਾਰਡ ਨੂੰ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ 2002 ਨੂੰ, ਤੇ ਇਹਦਾ ਨਾਮ ਜਿਹੜਾ ਚੇਂਜ ਕੀਤਾ ਗਿਆ ਸੀ ਉਹ ਕੀਤਾ ਗਿਆ ਸੀ 6 ਅਗਸਤ 2021 ਨੂੰ ਪ੍ਰਧਾਨ ਮੰਤਰੀ ਮੋਦੀ ਜੀ ਦੁਆਰਾ। ਉਸ ਤੋਂ ਬਾਅਦ ਸੰਨ 2009 ਦੇ ਵਿੱਚ ਇਹਨਾਂ ਨੂੰ ਕਿਹੜਾ ਅਵਾਰਡ ਦਿੱਤਾ ਜਾਂਦਾ ਹੈ, ਪਦਮ ਭੂਸ਼ਣ ਅਵਾਰਡ ਦਿੱਤਾ ਗਿਆ। ਪਦਮ ਭੂਸ਼ਣ ਸਾਡਾ ਜਿਹੜਾ 3rd ਹਾਈਐਸਟ ਸਿਵਲੀਅਨ ਅਵਾਰਡ ਹੈ। ਸਭ ਤੋਂ ਪਹਿਲਾ ਸਾਡਾ ਹੈਗਾ ਭਾਰਤ ਰਤਨ, ਦੂਸਰਾ ਸਾਡਾ ਹੈਗਾ ਪਦਮ ਵਿਭੂਸ਼ਣ, ਤੀਜਾ ਸਾਡਾ ਹੈਗਾ ਪਦਮ ਭੂਸ਼ਣ, ਚੌਥਾ ਸਾਡਾ ਹੈਗਾ ਪਦਮ ਸ਼੍ਰੀ। ਇਹਨਾਂ ਨੂੰ 골ਡਨ ਬॉय ਵੀ ਕਿਹਾ ਜਾਂਦਾ ਹੈ। ਤਾਂ ਇਹਨਾਂ ਨੇ ਆਪਣੇ ਨਾਮ ਦੇ ਉੱਪਰ ਇੱਕ ਸਪੋਰਟਸ ਦੇ ਨਾਲ ਰਿਲੇਟਡ ਸੰਸਥਾ ਖੋਲ੍ਹੀ ਹੋਈ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਅਭਿਨਵ ਬਿੰਦਰਾ ਫਾਊਂਡੇਸ਼ਨ। ਤਾਂ ਉਹਦੇ ਵਿੱਚ ਸਪੋਰਟਸ ਦੇ ਨਾਲ ਰਿਲੇਟਡ ਵੱਖੋ ਵੱਖਰਾ ਸਮਾਨ ਹੈ ਜਿਹੜਾ ਉਹ ਰੱਖਿਆ ਗਿਆ। ਤਾਂ ਇਹ ਸਾਰੀਆਂ ਕੀ ਨੇ ਇਹਨਾਂ ਦੀਆਂ ਖੇਡ ਪ੍ਰਾਪਤੀਆਂ ਨੇ ਜਿਹੜੀਆਂ ਉਹਨਾਂ ਨੇ ਕੀਤੀਆਂ ਨੇ। ਤਾਂ ਉਹਨਾਂ ਨੇ ਅਵਾਰਡ ਨੇ ਜਿਹੜੇ ਉਹ 2000 ਦੇ ਵਿੱਚ ਅਰਜਨ ਅਵਾਰਡ, 2002 ਦੇ ਵਿੱਚ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਜਿਹਦਾ ਅੱਜ ਕੱਲ੍ਹ ਨਾਮ ਮੇਜਰ ਧਿਆਨ ਚੰਦ ਅਵਾਰਡ ਕਰਤਾ, ਤੇ 2009 ਦੇ ਵਿੱਚ ਉਹਨਾਂ ਨੂੰ ਦਿੱਤਾ ਗਿਆ ਸੀਗਾ ਸਾਡਾ ਪਦਮ ਭੂਸ਼ਣ ਅਵਾਰਡ ਜਿਹੜਾ 3rd ਹਾਈਐਸਟ ਸਿਵਲੀਅਨ ਅਵਾਰਡ ਹੈ ਅਭਿਨਵ